ਤੇ ਅੱਜ 9 ਅਗਸਤ ਦੇ ਸਵੇਰ ਦੀ ਸਭਾ ਦੇ ਪ੍ਰੋਗਰਾਮ ਦੇ ਦੂਜੇ ਭਾਗ ਦੇ ਵਿੱਚ ਆਪ ਸਭ ਸੱਜਣਾਂ ਦਾ ਸਵਾਗਤ। ਟਿਵਾਣਾ ਰੇਡੀਓ ਦੇ ਸਾਰੇ ਸਤਿਕਾਰਯੋਗ ਸਰੋਤਿਆਂ ਦਾ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਪਟਿਆਲਾ ਸਟੂਡੀਓ ਤੋਂ ਸਵਾਗਤ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਹੋਈਦਾ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੇ ਸਾਡੇ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਵੀ ਸੁਣ ਸਕਦੇ ਹੋ। ਉਸ ਵੈਬਸਾਈਟ tiwanaradio.com ਤੇ ਤੁਹਾਨੂੰ ਵੱਖ-ਵੱਖ ਲਿੰਕ ਮਿਲਣਗੇ। ਆਈਫੋਨ ਤੇ ਐਂਡਰਾਇਡ ਐਪਸ ਨੇ ਉਹਨਾਂ ਦੇ ਲਿੰਕ ਮਿਲਣਗੇ, ਉੱਥੋਂ ਇੰਸਟਾਲ ਕਰੋ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਕਰਾਓ। ਫੇਸਬੁੱਕ ਤੇ ਟਿਵਾਣਾ ਰੇਡੀਓ YouTube ਪੇਜ ਦਾ ਲਿੰਕ ਮਿਲੇਗਾ, ਸ਼ੇਅਰ ਕਰੋ, ਲਾਈਕ ਕਰੋ, ਬੈਲ ਆਈਕਨ ਦਬਾਵੋ। ਤੇ ਇਸ ਤੋਂ ਇਲਾਵਾ ਕਾਲ ਟੂ ਲਿਸਨ ਨੰਬਰ ਅਮਰੀਕਾ ਦੇ ਵਿੱਚ 667 930 9260 ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਪ੍ਰੋਗਰਾਮ ਸੁਣ ਸਕਦੇ ਹੋ। ਸਾਡੇ ਨਾਲ ਕੋਈ ਗੱਲਬਾਤ ਕਰਨੀ ਹੈ ਪਟਿਆਲਾ ਇੰਡੀਆ ਸਟੂਡੀਓ ਦਾ ਮੇਰਾ ਨੰਬਰ ਹੈ, ਜਾਂ ਇਸ ਨੰਬਰ ਤੇ ਤੁਸੀਂ WhatsApp ਕਾਲ ਵੀ ਕਰ ਸਕਦੇ ਹੋ ਤੇ WhatsApp ਦੇ ਰਾਹੀਂ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ। WhatsApp ਗਰੁੱਪ ਹੈ ਆਪਣਾ, ਇਸੇ ਨੰਬਰ ਤੇ ਉਹ ਨੰਬਰ ਹੈ 9876 09655 98763 09655। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਤੁਸੀਂ ਕੈਨੇਡਾ ਨਵੇਂ ਆਏ ਹੋ, ਡਰਾਈਵਿੰਗ ਦੇ ਵਿੱਚੋਂ ਰਿਨਿਊਵਲ ਹੋਣ ਵਾਲੀ ਹੈ ਤਾਂ ਤੁਸੀਂ ਸੰਪਰਕ ਕਰੋ। ਭੈਣ ਰਾਣੀ ਮਨਦੀਪ ਕੌਰ ਦਾ ਨੰਬਰ ਹੈ 647 615 5000 6476155000 ਨੰਬਰ ਹੈ ਮਨਦੀਪ ਕੌਰ ਜੀ ਦਾ। ਵਾਸ਼ਿੰਗਟਨ ਫੀਡ ਸਰਵਿਸ ਹੈ ਸਿਆਟਲ ਇਲਾਕੇ ਦੇ ਲੋਕਲ ਲੋਡ ਤੁਹਾਨੂੰ ਮੁਹੱਈਆ ਕਰਾਉਂਦੇ ਨੇ। ਤੁਸੀਂ ਓਨਰ ਆਪਰੇਟਰ ਹੋ, ਡਰਾਈਵਰ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ ਤਾਂ ਸੰਪਰਕ ਕਰੋ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ। ਸਿਆਟਲ ਇਲਾਕੇ ਦੇ ਵਾਧੂ ਲੋਡ ਤੁਹਾਨੂੰ ਮਿਲਣਗੇ। ਤੁਹਾਡੀ ਸਹੂਲਤ ਦੇ ਮੁਤਲਕ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਤੁਹਾਨੂੰ ਦਿੰਦੇ ਨੇ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 2063544060। ਸੁਰਿੰਦਰ ਵੀਰ, ਜਿਸ ਤਰ੍ਹਾਂ ਪਹਿਲਾਂ ਪ੍ਰੋਫੈਸਰ ਸਾਈਨਾਥ ਆਏ, ਇਸੇ ਤਰ੍ਹਾਂ ਪ੍ਰੈਸ ਕਲੱਬ ਜਿਹੜਾ ਨੇ, ਕਿਉਂਕਿ ਪ੍ਰੈਸ ਨੂੰ ਬਹੁਤ ਸਮੱਸਿਆਵਾਂ ਨੇ, ਪ੍ਰੈਸ ਦਾ ਗਲਾ ਹਰ ਪਾਸਿਓਂ ਦਬ ਰਿਹਾ, ਕੋਈ ਦੋਰਾਵਾਂ ਨਹੀਂ ਹੈ। ਇਸ ਸੰਬੰਧੀ ਰੋਪੜ ਪ੍ਰੈਸ ਕਲੱਬ ਦੀ ਤਰਫੋਂ ਬਹਾਦਰਜੀਤ ਸਿੰਘ ਨੇ ਪਹਿਲਾਂ ਟਾਈਮਜ਼ ਆਫ ਇੰਡੀਆ, ਹਿੰਦੁਸਤਾਨ ਟਾਈਮਜ਼ ਵੀ ਰਹੇ ਸੀ, ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਨੇ, ਦਾ ਟ੍ਰਿਬਿਊਨ ਦੇ, ਉਹ ਪ੍ਰੈਸ ਕਲੱਬ ਦੇ ਵੀ ਕਰਤਾ ਧਰਤਾ ਰਹੇ ਨੇ ਤੇ ਉਹਨਾਂ ਦੀ ਨਿਊਜ਼ ਵੀ ਲੱਗੀ ਹੈ ਟ੍ਰਿਬਿਊਨ ਦੇ ਵਿੱਚ। ਬਾਟਮ ਨਿਊਜ਼ ਹੈ, ਕਾਫੀ ਵੱਡੀ ਨਿਊਜ਼ ਲੱਗੀ ਹੈ, ਜਿਸ ਦੇ ਵਿੱਚ ਇੰਡੀਆ ਟੂਡੇ ਗਰੁੱਪ ਦੇ ਜਿਹੜੇ ਕੰਸਲਟਿੰਗ ਐਡੀਟਰ ਨੇ ਪਦਮ ਸ਼੍ਰੀ ਰਾਜਦੀਪ ਸਰਦਸਾਈ, ਇਹ ਰੋਪੜ ਕੱਲ ਪੁੱਜੇ ਨੇ, ਜਿਸ ਦੌਰਾਨ ਇੱਕ ਸਮਾਗਮ ਹੋਇਆ ਜਿਸ ਦੇ ਵਿੱਚ ਮੁੱਖ ਮਹਿਮਾਨ ਕਾਂਗਰਸੀ MP ਤੇ ਸਾਬਕਾ IB ਮਿਨਿਸਟਰ ਮਨੀਸ਼ ਤਿਵਾੜੀ ਵੀ ਪੁੱਜੇ। ਰਾਜਦੀਪ ਸਰਦਸਾਈ ਨੇ ਆਖਿਆ ਕਿ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਸਰਕਾਰਾਂ ਨੇ ਜਾਂ ਕਮਜ਼ੋਰ ਵਿਰੋਧੀ ਧਿਰਾਂ ਨੇ, ਇਹ ਲੋਕਤੰਤਰ ਲਈ ਵੱਡਾ ਖਤਰਾ ਹੈ, ਕਿਉਂਕਿ ਡਿਕਟੇਟਰ ਮਾਨਾਈਆਂ ਕਰਦਾ ਤੇ ਵਿਰੋਧੀ ਧਿਰ ਕਮਜ਼ੋਰ ਹੈ ਤੇ ਉਹ ਸਰੈਂਡਰ ਕਰੀ ਜਾਂਦੀ ਹੈ। ਇਹ ਰਾਜਦੀਪ ਸਰਦਸਾਈ ਨੇ ਆਪਣੀ ਵੇਦਨਾ ਪ੍ਰਗਟ ਕੀਤੀ ਹੈ, ਕਿਉਂਕਿ ਰਾਜਦੀਪ ਸਰਦਸਾਈ ਨੇ ਵੀ, ਤੁਹਾਨੂੰ ਯਾਦ ਹੀ ਹੋਣਾ, ਸਰੋਤਿਆਂ ਨੂੰ ਯਾਦ ਕਰਾ ਦਈਏ ਕਿ ਜਦੋਂ ਨਵਰੀਤ ਸਿੰਘ ਦਾ ਮਰਡਰ ਹੋਇਆ ਸੀ ਪੁਲਿਸ ਦੌਰਾਨ 26 ਜਨਵਰੀ ਨੂੰ, ਗੋਲੀ ਮਾਰ ਦਿੱਤੀ ਸੀ ਕਿਸਾਨ ਅੰਦੋਲਨ ਦੇ ਵਿੱਚ, ਤਾਂ ਇਹਨਾਂ ਨੇ ਵੀ ਆਪਣਾ ਬਲੌਗ ਲਿਖ ਦਿੱਤਾ ਸੀ ਕਿ ਇਹ ਪੁਲਿਸ ਗੋਲੀ ਨਾਲ ਮੌਤ ਹੋਈ ਹੈ ਤੇ ਇਹਨਾਂ ਨੂੰ ਵੀ ਜਿਹੜਾ ਘੜੀਕੀ 'ਚ ਲੈ ਲਿਆ ਸੀ। ਬਾਅਦ ਦੇ ਵਿੱਚ ਰਿਪੋਰਟ ਪੇਸ਼ ਕਰ ਦਿੱਤੀ ਕਿ ਦੇਖੋ ਇਹ ਮੌਤ ਟਰੈਕਟਰ ਪਲਟਣ ਨਾਲ ਹੋਈ ਹੈ, ਤਾਂ ਫਿਰ ਇਹਨਾਂ ਦੇ ਨੇ ਵੀ ਆਪਣੀ ਜਿਹੜੀ ਖਬਰ ਵਾਪਸ ਲਈ ਤੇ ਉਸ ਤੋਂ ਬਾਅਦ ਇਹਨਾਂ ਦਾ ਖਿਆਲ ਛੁੱਟਿਆ। ਤੇ ਉਧਰ ਮਨੀਸ਼ ਤਿਵਾੜੀ ਜਿਹੜੇ ਕਿ ਸਾਬਕਾ IB ਮਿਨਿਸਟਰ ਰਹੇ ਨੇ, ਇਹਨਾਂ ਨੇ ਵੀ ਆਖਿਆ ਕਿ ਜਿਹੜੇ ਨਵੇਂ ਕਾਨੂੰਨ ਨੇ ਇਹ ਮੀਡੀਆ ਦੀ ਆਜ਼ਾਦੀ ਲਈ ਬਹੁਤ ਖਤਰਨਾਕ ਨੇ। ਪਰ ਇਹਨਾਂ ਨੂੰ ਪੁੱਛੋ ਕਿ ਜਦੋਂ ਤੁਹਾਡੀ ਸਰਕਾਰ ਸੀ, ਤੁਹਾਡੇ ਵੇਲੇ ਵੀ ਪੰਜਾਬ ਟੂਡੇ ਹੀ ਚੱਲਦਾ ਸੀ, ਇਕੱਲਾ ਅਕਾਲੀਆਂ ਦੀ ਆਈ ਤੇ ਉਹਨਾਂ ਨੇ ਆਪਣਾ PTC ਲੈ ਆਂਦਾ। ਜੇ ਉਦੋਂ ਸਰਕਾਰ ਵਧੀਆ ਕਾਨੂੰਨ ਬਣੇ ਹੁੰਦੇ, ਕੇਬਲ ਮਾਫੀਆ ਨੂੰ, ਇਸ ਟੈਲੀਵਿਜ਼ਨ ਨੈਟਵਰਕ ਨੂੰ ਨੱਥ ਪਈ ਹੁੰਦੀ। ਇਹ ਰਹੇ IB ਮਿਨਿਸਟਰ ਮਨੀਸ਼ ਤਿਵਾੜੀ, ਅੰਬਿਕਾ ਸੋਨੀ ਰਹੀ IB ਮਿਨਿਸਟਰ, ਕੀਤਾ ਇਹਨਾਂ ਦੋਨਾਂ ਨੇ ਵੀ ਕੁਛ ਨਹੀਂ। ਜੇ ਉਦੋਂ ਇੱਕ ਪ੍ਰਾਇਓਰਟੀ ਹੁੰਦੀ, ਜਿਵੇਂ ਸਾਊਥ ਦੇ ਵਿੱਚ ਹੈ ਕਿ ਪੰਜਾਬੀ ਚੈਨਲ ਪ੍ਰਾਇਓਰਟੀ ਤੇ ਚੱਲਣ, ਪਰ 17-18 ਪੰਜਾਬੀ ਚੈਨਲ ਬੰਦ ਹੋਏ। ਸਾਊਥ ਦੇ ਜਿਹੜੇ ਲੋਕਲ ਚੈਨਲ ਨੇ ਦਰਾਵੜ ਭਾਸ਼ਾਵਾਂ ਦੇ, ਉਹ ਸਾਰੇ ਵਧੀਆ ਚੱਲ ਰਹੇ ਨੇ, ਪ੍ਰਾਈਮ ਬੈਂਡ ਤੇ ਉਹ ਲਾਉਂਦੇ ਨੇ, ਦੂਸਰੇ ਚੈਨਲ ਪਿੱਛੇ, ਤੇ ਇਹਨਾਂ ਨੇ ਵੀ ਕੀਤਾ ਕੁਛ ਨਹੀਂ। ਹਾਲਾਂਕਿ ਇਹਨਾਂ ਦੇ ਪਿਤਾ ਵਿਸ਼ਵਨਾਥ ਤਿਵਾੜੀ ਪੰਜਾਬੀ ਮਾਂ ਬੋਲੀ ਦੇ ਲਈ ਕਾਫੀ ਕੰਮ ਵੀ ਕਰਦੇ ਰਹੇ ਨੇ, ਪਰ ਹੁਣ ਇਹ ਰੋਂਦੇ ਨੇ ਫਸੇ ਹੋਏ। ਇਹਨਾਂ ਦੇ ਰੋਣ ਦਾ ਕੋਈ ਫਾਇਦਾ ਹੋਏਗਾ? ਜਿਸ ਤਰ੍ਹਾਂ ਰਾਜਦੀਪ ਸਰਦਸਾਈ ਨੇ ਵੀ ਆਖਿਆ ਕਿ ਜਿਹੜੀ ਤਾਨਾਸ਼ਾਹ ਸਰਕਾਰ ਹੈ ਇਹ ਲੋਕਤੰਤਰ ਲਈ ਵੱਡਾ ਖਤਰਾ ਹੈ। ਕੀ ਕਹਿਣਾ ਚਾਹੋਗੇ? ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਪਟਵਾਰੀਆਂ ਦੀ ਹੜਤਾਲ ਤੇ ਜਿਹੜਾ ਇੱਕ ਕੱਲ ਟੈਸਟ ਹੋਇਆ, ਦੋ ਚੀਜ਼ਾਂ ਨੂੰ ਥੋੜਾ ਜਿਹਾ 2 ਮਿੰਟ ਦੇ ਦਿਆਂ, ਠੀਕ ਹੈ ਜੀ। ਉਹਦੇ ਤੇ ਕੀ ਹੈ ਕਿ ਦੇਖੋ, ਕੱਲ ਟੈਸਟ ਹੋਇਆ, ਪਹਿਲੀ ਗੱਲ ਤੇ ਉਹਦੇ 'ਚ ਕਰਤੂਤ ਕੀ ਕੀਤੀ ਗਈ ਆ ਕਿ ਜਿਹੜੀਆਂ ਨਵ ਵਿਆਹੀਆਂ ਲੜਕੀਆਂ ਸੀ ਉਹਨਾਂ ਦੇ ਚੂੜੇ ਵੀ ਉਤਰਾ ਦਿੱਤੇ ਗਏ, ਠੀਕ ਹੈ।
ਇੱਥੋਂ ਤੱਕ ਕਿ ਚੰਡੀਗੜ੍ਹ, ਖਾਸ ਕਰ ਚੰਡੀਗੜ੍ਹ 'ਚ ਸਾਰਾ ਕੁਝ ਵਾਪਰਿਆ, ਕਿਉਂਕਿ ਪਟਿਆਲਾ ਜ਼ਿਲ੍ਹਾ ਜਿਹੜਾ ਸੀ ਉਹਨੂੰ ਸਾਰੇ ਨੂੰ ਚੰਡੀਗੜ੍ਹ ਸਟੇਸ਼ਨ ਅਲਾਟ ਕੀਤਾ ਗਿਆ, ਯਾਨੀ ਕਿ ਲੋਕਲ ਲੈਵਲ ਤੇ ਕਿਸੇ ਨੂੰ ਵੀ ਆਪਣਾ ਡਿਸਟ੍ਰਿਕਟ ਨਹੀਂ ਦਿੱਤਾ ਗਿਆ, ਜਿੱਦਾਂ ਮਾਨਸਾ ਤੇ ਬਠਿੰਡਾ ਨੂੰ ਸੰਗਰੂਰ ਡਿਸਟ੍ਰਿਕਟ ਦਿੱਤਾ ਗਿਆ, ਦੋਨਾਂ ਨੂੰ। ਠੀਕ ਹੈ, ਮਤਲਬ ਡਿਸਟ੍ਰਿਕਟ ਚੇਂਜ ਕੀਤੇ ਗਏ। ਕਹਿੰਦੇ ਜੀ ਨਕਲ ਨਾ ਵੱਜਵੇ। ਹੁਣ ਇਹਨਾਂ ਨੂੰ ਪੁੱਛੇ ਵੀ ਨਕਲ ਤਾਂ ਨਹੀਂ ਵੱਜੂਗੀ, ਜਿਨ੍ਹਾਂ ਦੇ ਤੁਸੀਂ ਪੇਪਰ ਖਾਲੀ ਰਖਵਾ ਲੈਂਦੇ ਹੋ ਕਿ ਖਾਲੀ ਛੱਡ ਕੇ ਆ ਜਾਓ, ਅਸੀਂ ਆਪਣੇ ਆਪ, ਕਿਉਂਕਿ ਉਹ MCQ ਆ ਸਾਰੇ ਦਾ ਸਾਰਾ, ਤੇ ਉਹਦੇ ਵਿੱਚ ਤੁਸੀਂ ਜਦੋਂ ਬਾਅਦ 'ਚ ਅਟੈਂਪਟ ਕਰਦੇ ਹੋ ਉਹਦਾ ਕੌਣ ਰਾਖਾ ਵਾ? ਸਾਨੂੰ ਸਾਰਾ ਕੁਝ ਪਤਾ ਕਿ ਇਹਦੇ 'ਚ ਕਿੱਦਾਂ ਕਿੱਦਾਂ ਘਪਲੇ ਹੁੰਦੇ, ਕੀ ਕੁਝ ਹੁੰਦਾ। ਕਹਿਣ ਨੂੰ ਆ ਤੇ ਬੜਾ ਜੀ ਦੇਖੋ ਜੀ, ਬੜੀ ਦੂਸਰਾ ਕੀ ਕਹਿੰਦੇ ਹੁੰਦੇ ਆ ਵੀ ਇਹਨਾਂ ਨੇ ਕੀ ਕਹਿੰਦੇ ਆ ਵੀ ਕੀ ਕਹਿੰਦੇ ਹੁੰਦੇ ਆ, ਉਹ ਲਿਆ ਵਾ ਇਮਾਨਦਾਰੀ ਨਾਲ ਟੈਸਟ ਲਿਆ, ਕੋਈ ਵੀ ਹਿਲ ਜੁਲ ਨਹੀਂ ਹੋਣ ਦਿੱਤੀ, ਯਾਨੀ ਕਿ ਸਖਤਾਈ ਇੰਨੀ ਕਰ ਦਿੱਤੀ ਕਿ ਕਕਾਰ ਉਤਾਰ ਦਿੱਤੇ ਗਏ। ਠੀਕ ਹੈ, ਕੋਈ ਆਪਦਾ ਪੈਨ ਨਹੀਂ ਲਿਜਾ ਸਕਿਆ, ਹੱਥ 'ਚੋਂ ਕੜਾ ਵੀ ਉਤਾਰ ਦਿੱਤਾ ਗਿਆ। ਠੀਕ ਹੈ, ਕੀ ਕੜੇ ਦੇ ਵਿੱਚ ਕੀ ਸੀ? ਕੜੇ ਦੇ ਨਾਲ ਕੋਈ ਕਨੈਕਸ਼ਨ ਸੀ ਕਿ ਕੜੇ ਦੇ ਨਾਲ ਬਾਹਰੋਂ ਕਾਲ ਆਉਂਦੀ ਸੀ ਜੀ ਤੋਂ ਪੇਪਰ ਜਿਹੜੇ ਸੀਗੇ ਉਹ ਦੂਸਰਾ ਸੋਲਵ ਕਰ ਸਕਦਾ ਸੀ? ਹੁਣ ਲੜਕੀਆਂ ਸੀ ਨਾ ਵਿਆਹੀਆਂ ਨੇ, ਉਹਨਾਂ ਨੂੰ ਕਹਿੰਦਾ ਚੂੜਾ ਉਤਾਰ ਕੇ ਰੱਖੋ। ਆਪਣਾ ਆਪਾਂ ਨੂੰ ਪਤਾ ਇੱਕ ਆਮ ਜੀ ਆ ਰਿਵਾਜ ਆ ਕਿ ਜਿਹਨੇ ਚੂੜਾ ਪਹਿਨ ਲਿਆ ਉਹਨੇ ਕਦੀ ਚੂੜਾ ਉਤਾਰਿਆ ਨਹੀਂ ਹੈ। ਠੀਕ ਹੈ, ਇਹਨਾਂ ਨੇ ਚੂੜੇ ਵੀ ਉਤਾਰ ਕੇ ਰਖਾ ਤੇ ਕਿ ਇੱਥੇ ਰੱਖ ਕੇ ਜਾਓ ਬਾਹਰ। ਰਸਮ ਹੁੰਦੀ ਹੈ, ਕੁਝ ਦਿਨਾਂ ਬਾਅਦ ਫਿਰ ਉਹਦੇ ਰਸਮ ਦੇ ਦਿਨ ਚੂੜਾ ਉਤਾਰਿਆ ਜਾਂਦਾ। ਪਰ ਇਹਦੇ 'ਚ ਜਿਵੇਂ ਹੁਣ ਦੇਖੋ ਕੁਝ ਲੋਕ ਬਲੂਟੁੱਥ ਜਾਂ ਇਦਾਂ ਦੇ ਇਕਵਿਪਮੈਂਟ ਆ ਗਏ ਨੇ, ਉਹਦੇ ਲਈ ਕੋਈ ਬਦਲ ਚਾਹੀਦਾ, ਜਿਵੇਂ ਉਹ ਸਕੈਨਰ ਹੁੰਦੇ ਨੇ ਜਾਂ ਉਹ ਚੀਜ਼ ਲੱਗੇ, ਖਾਸ ਕਰਕੇ ਜਿਵੇਂ ਪਲਾਸਟਿਕ ਦਾ ਚੂੜਾ ਹੈ ਜਾਂ ਕਕਾਰ ਨੇ, ਉਹ ਚੈੱਕ ਕਰ ਲਿਆ ਜਾਵੇ ਕਿ ਇਹਦੇ 'ਚ ਬਲੂਟੁੱਥ ਲੱਗ ਸਕਦਾ ਜਾਂ ਨਹੀਂ ਹੈ। ਤੇ ਇਹ ਮਤਲਬ ਭਾਰਤ ਭਰ ਦੇ ਵਿੱਚ ਹੀ ਇੱਕ ਵੈਦ ਹੋਣ ਲੱਗ ਪਈ ਹੈ, ਕਿਉਂਕਿ ਜਿਹੜੇ ਨਕਲਚੀ ਨੇ ਉਹਨਾਂ ਨੇ ਜੋ ਸਿਲਸਿਲਾ ਵਿੱਢਿਆ ਉਸ ਉਦਾਨ ਇਹਨਾਂ ਚੀਜ਼ਾਂ ਦੇ ਵਿੱਚ ਵੀ ਕਈ ਲੋਕ ਬਲੂਟੁੱਥ ਜਾਂ ਹੋਰ ਚੀਜ਼ ਸੈੱਟ ਕਰ ਲੈਂਦੇ ਨੇ। ਇਹ ਚੀਜ਼ ਆਈ ਹੈ ਸਾਹਮਣੇ, ਪਰ ਇਹਦੇ 'ਚ ਕਾਨੂੰਨ ਤਾਂ ਬਣਾ ਦਿੱਤਾ ਗਿਆ, ਪਰ ਉਹਦੇ 'ਚ ਜਿਹੜੀਆਂ ਭਾਵਨਾਵਾਂ ਕਿਤੇ ਨਾ ਕਿਤੇ ਠੇਸ ਪੁੱਜਦੀ ਹੈ, ਪ੍ਰੋਬਲਮ ਆ ਰਹੀ ਹੈ। ਪਰ ਇਹਦੇ 'ਚ ਜਿਹੜੀ ਸੱਤਾਧਾਰੀ ਸਰਕਾਰ ਹੈ, ਉਹ ਭਾਵੇਂ ਦਿੱਲੀ ਦੀ ਹੈ ਤੇ ਭਾਵੇਂ BJP ਹੈ ਤੇ ਭਾਵੇਂ ਕਾਂਗਰਸ ਹੈ, ਉਹ ਟਾਰਗੇਟ ਬਣਦੀ ਹੈ। ਅਕਾਲੀਆਂ ਵੇਲੇ ਵੀ ਇਹੀ ਕੁਝ ਹੁੰਦਾ ਸੀ। ਦੇਖੋ ਹੁਣ ਜਦੋਂ ਭਾਰਤੀ ਫੌਜ ਦੀ ਹੋ ਰਹੀ ਸੀਗੀ ਭਰਤੀ ਤਾਂ ਉਹਨਾਂ ਨੂੰ ਸਿਰਫ ਕੱਛਿਆਂ 'ਚ ਪੇਪਰ ਦੇਣਾ ਪਿਆ ਸੀ। ਵਿਸ਼ਵ ਪੱਧਰ ਤੇ ਬਦਨਾਮੀ ਹੋਈ ਸੀ ਕਿ ਦੇਖੋ ਇਹ ਜਿਹੜੇ ਫੌਜੀ ਬਣ ਜਾ ਰਹੇ ਨੇ ਇਹਨਾਂ ਦੀ ਵੀ ਇਮਾਨਦਾਰੀ ਤੇ ਸ਼ੰਕਾ ਹੈ, ਜਿਸ ਕਰਕੇ ਇਹਨਾਂ ਨੂੰ ਸਿਰਫ ਇਹ ਤਾਂ ਚਲੋ ਕਕਾਰ ਹੀ ਉਤਾਰੇ ਨੇ। ਭਾਰਤੀ ਫੌਜ ਦੇ ਵਿੱਚ ਉਹਨਾਂ ਨੇ ਕੀ ਤਰੀਕਾ ਅਪਣਾਇਆ ਸੀ ਕਿ ਪਹਿਲਾਂ ਉਹਨਾਂ ਨੂੰ ਗਰਾਊਂਡ 'ਚ ਦੜਾਇਆ ਕਿ ਭਾਈ ਕੱਪੜੇ ਲਾ ਦਿਓ, ਫਿਰ ਉਹਨਾਂ ਤੇ ਹੋ ਗਿਆ ਕਿ ਭਾਈ ਸਿਰਫ ਕੱਛੇ 'ਚ, ਕੱਲੇ ਕੱਛੇ ਨਾਲ ਨੰਗੇ ਬਦਨੇ ਇਮਤਿਹਾਨ ਭਾਰਤੀ ਫੌਜ ਦਾ ਹੋਇਆ ਸੀਗਾ। ਕਿਉਂਕਿ ਨਕਲਚੀ ਜਿਹੜੇ ਨੇ ਉਹ ਹਰ ਹੱਦ ਤੱਕ ਪੁੱਜਦੇ ਨੇ। ਜੇ ਹੁਣ ਜਿਹੜੇ ਆਪਾਂ ਜ਼ਿਕਰ ਕਰਦੇ ਹੁੰਦੇ ਆ, ਜੇ ਗੁਰੂ ਗ੍ਰੰਥ ਸਾਹਿਬ ਨੂੰ ਕੱਟ ਕੇ ਉਹਦੇ 'ਚ ਸਮਗਲਿੰਗ ਕਰਦੇ ਨੇ ਤੇ ਫਿਰ ਬਾਈ ਜੀ ਕਿਤੇ ਨਾ ਕਿਤੇ ਦੋਸ਼ ਉਹਨਾਂ ਦਾ ਵੀ ਹੈ ਨਾ। ਆਪਾਂ ਨੂੰ ਦੁੱਖ ਹੁੰਦਾ ਕਿ ਚਲੋ ਇਹ ਚੀਜ਼ਾਂ ਹੁਣ ਜਿਹਨੇ ਚੂੜਾ ਪਾਇਆ ਸ਼ਗਨਾਂ ਨਾਲ ਉਹਨੇ ਨਣਦਾਂ ਨੂੰ ਸਾਰਿਆਂ ਨੂੰ ਹਾਜ਼ਰੀ ਨਾਜ਼ਰੀ ਦੇ ਵਿੱਚ ਲਾਉਣਾ ਇੱਕ ਰਸਮ ਹੈ, ਪਰ ਜਿਹੜੇ ਕਰਤੂਤਾਂ ਕਰਨ ਵਾਲੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨਹੀਂ ਬਖਸ਼ਿਆ, ਦਸਤਾਰਾਂ ਨਹੀਂ ਬਖਸ਼ੀਆਂ ਉਹਦੇ ਵਿੱਚ ਛਪਾਉਣ ਦੀਆਂ, ਤੇ ਫਿਰ ਕਿਤੇ ਨਾ ਕਿਤੇ ਕਾਨੂੰਨ ਬਣਾਉਣ ਵਾਲੇ ਜਾਂ ਸਰਕਾਰਾਂ ਵੀ ਆਪਣੀ ਜਗ੍ਹਾ ਸਹੀ ਨੇ ਸੁਰਿੰਦਰ ਵੀਰ। ਨਹੀਂ, ਮੈਂ ਉਹਦੇ ਨਾਲ ਸਹਿਮਤ ਹਾਂ, ਮੈਂ ਬਿਲਕੁਲ ਸਹਿਮਤ ਹਾਂ। ਪਰ ਇਹ ਆ ਕਿ ਇੱਕ ਜਾਂ ਦੂਜੇ ਦੋਸ਼ੀ ਦੇ ਲਈ ਇੱਕ ਜਾਂ ਦੋ ਜਣੇ ਦੋਸ਼ੀ ਹੋਣ, ਉਹਦੇ ਲਈ ਸਾਰਿਆਂ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ। ਠੀਕ ਹੈ ਨਾ, ਵੀ ਆਪਾਂ ਸਾਰਿਆਂ ਨੂੰ ਦੋਸ਼ੀ ਗਰਦਾਨ ਦੋ ਕਿ ਸਾਰੇ ਦੋਸ਼ੀ ਆ, ਕਿਤੇ ਨਾ ਕਿਤੇ ਸਾਨੂੰ ਦੇਖਣਾ ਪਏਗਾ। ਠੀਕ ਹੈ ਨਾ। ਦੂਸਰੀ ਗੱਲ ਤੁਸੀਂ ਗੱਲ ਕੀਤੀ ਕਿ ਇਹਦਾ ਕੋਈ ਨਾ ਕੋਈ ਅਲਟਰਨੇਟਿਵ ਜਿਹੜਾ ਉਹ ਕੱਢ ਲੈਣਾ ਚਾਹੀਦਾ। ਠੀਕ ਹੈ, ਜੇ ਤੁਸੀਂ ਅਲਟਰਨੇਟਿਵ ਨਹੀਂ ਕੱਢਦੇ ਇਹਦਾ ਮਤਲਬ ਕਿਤੇ ਨਾ ਕਿਤੇ ਸਮੱਸਿਆ ਤਾਂ ਖੜੀ ਹੈ। ਠੀਕ ਹੈ, ਔਰ ਰਹਿ ਜੋ ਇਹ ਤੋਂ ਅੱਗੇ ਗੱਲ ਆ ਗਈ ਕਿ ਪਟਵਾਰੀ ਜਿਹੜੇ ਨੇ, ਪਟਵਾਰੀਆਂ ਨੇ ਹੜਤਾਲ ਕੀਤੀ ਆ। ਠੀਕ ਹੈ, ਹੁਣ ਪਟਵਾਰੀਆਂ ਕੋਲ 4-4 5-5 ਹਲਕੇ ਸੀਗੇ, ਉਹ ਕਹਿੰਦੇ ਸਾਡੇ ਕੋਲ ਇੱਕ ਹਲਕਾ ਚਾਹੀਦਾ। ਠੀਕ ਹੈ, ਇੱਕ ਹਲਕਾ ਚਾਹੀਦਾ। ਜਿੰਨੀ ਰਿਪੋਰਟ ਚਾਹੀਦੀ ਆ ਸਰਪੰਚ ਦੀ ਰਿਕਮੈਂਡੇਸ਼ਨ ਤੋਂ ਬਾਅਦ, ਪਟਵਾਰੀ ਕਹਿੰਦੇ ਸਾਡੇ ਕੋਲ ਇੱਕ ਹਲਕਾ, ਅਸੀਂ ਤਾਂ ਆਪਣੇ ਹਲਕੇ ਦੀ ਕਰਾਂਗੇ, ਅਸੀਂ ਦੂਜਿਆਂ ਦੀ ਨਹੀਂ ਕਰਾਂਗੇ। ਠੀਕ ਹੈ, ਪਟਵਾਰੀਆਂ ਨੇ ਨਹੀਂ ਮੰਨੀ। ਪਰ ਜਿੱਥੇ ਇੰਤਕਾਲ ਚੜਾਉਣੇ ਨੇ ਉਹ ਪਟਵਾਰੀ ਸਾਰੇ ਹਲਕਿਆਂ ਦੇ ਕਰੀ ਜਾਂਦੇ ਆ, ਕਿਉਂਕਿ ਉਹਦੇ ਚੋਂ ਇਨਕਮ ਆ। ਹੁਣ ਗਰੀਬ ਆ ਵਿਚਾਰਾ, ਉਹ ਕਹਿੰਦਾ ਮੈਂ SC ਦਾ BC ਦਾ ਸਰਟੀਫਿਕੇਟ ਬਣਾਉਣਾ, ਪਟਵਾਰੀ ਦੀ ਰਿਪੋਰਟ ਜ਼ਰੂਰੀ ਸੀ, ਪਟਵਾਰੀ ਉਹ ਤੋਂ ਹਰਨ ਹੋ ਗਿਆ, ਕਹਿੰਦੇ ਜੀ ਅਸੀਂ ਤਾਂ ਹਲਕਾ ਛੱਡਤਾ, ਅਸੀਂ ਨਹੀਂ ਕਰਨਾ, ਅਸੀਂ ਤਾਂ ਇੱਕੋ ਹਲਕੇ ਦਾ ਕੰਮ ਕਰਨਾ। ਠੀਕ ਹੈ, ਇੱਕ ਦਾ ਕਰੋ। ਠੀਕ ਹੈ, ਹੁਣ ਤੁਹਾਡੀ ਡਿਮਾਂਡ ਕੀ ਚਾਹੀਦੀ ਹੈ? ਤੁਹਾਡੀ ਡਿਮਾਂਡ ਚਾਹੀਦੀ ਹੈ ਕਿ ਦੇਖੋ ਪਟਵਾਰਖਾਨਾ ਕਿੱਥੇ ਆ, ਜਿੱਥੇ ਤਹਿਸੀਲ ਆ ਉੱਥੇ ਪਟਵਾਰਖਾਨਾ ਹੋਣਾ ਚਾਹੀਦਾ, ਉਹਦੇ 'ਚ ਕਮਰੇ ਬਣੇ ਹੋਣੇ ਚਾਹੀਦੇ, ਉਹ 'ਚ ਪਟਵਾਰੀ ਬੈਠੇ ਰਿਕਾਰਡ ਉੱਤੇ ਹੋਵੇ। ਜੇ ਪਟਵਾਰੀ ਬਦਲਦਾ ਤੇ ਨਵਾਂ ਪਟਵਾਰੀ ਉਹ 'ਚ ਆ ਕੇ ਬਹਿ ਜਾਏ। ਇੱਥੇ ਕੀ ਪਟਵਾਰੀ ਬਦਲਦਾ, ਪਟਵਾਰੀ ਨੇ ਬਾਹਰ ਜਗ੍ਹਾ ਲਈ ਹੋਈ ਆ, ਨਵਾਂ ਪਟਵਾਰੀ ਆਉਂਦਾ ਉੱਥੋਂ ਰਿਕਾਰਡ ਚੱਕਦਾ, ਜਿੱਥੇ ਉਹਨੇ ਟਿਕਾਣਾ ਉਹ ਉੱਥੇ ਲੈ ਜਾਂਦਾ। ਲੋਕ ਲੱਭਦੇ ਫਿਰਦੇ ਵੀ ਸਾਡਾ ਪਟਵਾਰੀ ਕਿੱਥੇ ਗਿਆ। ਠੀਕ ਹੈ, ਯਾਨੀ ਕਿ ਮੇਰੇ ਹਿਸਾਬ ਨਾਲ ਤਾਂ ਤੁਸੀਂ ਕਿਹਾ 4 ਦਿਨ ਦੀ ਛੁੱਟੀ ਗਏ, ਮੈਂ ਕਹਿੰਦਾ 40 ਸਾਲ ਦੀ ਚਲੇ ਜਾਣਾ ਚਾਹੀਦਾ, ਘੱਟੋ ਘੱਟ ਸਿਸਟਮ ਦਾ ਸੁਧਰ ਜਵੇ। ਠੀਕ ਹੈ, ਹਾਲਤ ਕੀ ਬਣਾਈ ਹੋਈ ਆ। ਮੈਂ ਇੱਕ ਉਦਾਹਰਨ ਦੇ ਦਿੰਦਾ, ਆਪਾਂ
ਆਪਾਂ ਨੂੰ ਬਥੇਰੇ ਲੂਣ ਦਿੱਤੇ ਪਟਵਾਰੀਆਂ ਨੇ, ਆਪਾਂ ਬੜਾ ਕੁਝ ਝੱਲਿਆ ਵਾ, ਠੀਕ ਹੈ। ਹੁਣ ਹਾਲਾਤ ਕੀ ਸੀਗੀ, ਇੱਕ ਬਾਅਦ ਚ ਬੰਦਾ ਡਿਸਟ੍ਰਿਕਟ ਅਟਾਰਨੀ ਰਿਟਾਇਰ ਹੋ ਗਿਆ, ਉਦੋਂ ADA ਸੀਗਾ ਜਿਹੜਾ ਡਿਸਟ੍ਰਿਕਟ ਅਟਾਰਨੀ, ਉਹਦਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦਾ ਮਸਲਾ ਫਸ ਗਿਆ, ਜਰਾ ਤੁਸੀਂ ਕੋਰਟ 'ਚ ਆਇਓ। ਮੈਂ ਚਲ ਗਿਆ। ਹੁਣ ਮੈਂ ਹੈਰਾਨ ਇਸ ਗੱਲੋਂ ਸੀ ਵੀ ਹੁਣ ਸਾਨੂੰ ਤਾਂ ਸਾਡੇ ਬਜ਼ੁਰਗਾਂ ਨੇ ਰੈਵਨਿਊ ਸਿਖਾਤਾ ਸੀ, ਕਿਉਂਕਿ ਉਹਨਾਂ ਦੇ ਹੱਥਾਂ 'ਚੋਂ ਲੰਘਿਆ ਸੀ, ਮਰੱਬੇਬੰਦੀ ਉਹਨਾਂ ਦੇਖੀ ਸੀ, ਸਾਨੂੰ ਸਿਖਾਤਾ ਸੀ ਕਿ ਕਿਹੜਾ ਖੇਤ ਕਿੱਦਾਂ ਮਾਪਣਾ, ਕੀ ਕਰਨਾ, ਜਿਹੜਾ ਟ੍ਰਾਇੰਗਲ ਵਾਲਾ ਉਹ ਕਿੱਦਾਂ ਮਾਪਣਾ, ਸਿੱਧਾ ਕਿੱਦਾਂ ਇਹਦਾ ਕੱਢਣਾ, ਅਸੀਂ ਸਾਰਾ ਕੁਝ ਜਿਹੜਾ ਅਸੀਂ ਟੇਬਸ ਤੇ ਗਿਣੀ ਬੈਠੇ ਹੁੰਦੇ ਸੀਗੇ, ਠੀਕ ਹੈ। ਮੈਨੂੰ ਕਹਿੰਦੇ ਵੀ ਇਹਨਾਂ ਦਾ ਨਾ ਪ੍ਰੋਬਲਮ ਖੜ ਗਈ ਆ ਕਿ ਇਹਨਾਂ ਦੀ ਨਾ ਪ੍ਰਾਪਰਟੀ ਜਿਹੜੀ ਆ ਉਹ ਇੱਕ ਬੰਦੇ ਦੇ ਨਾਂ ਹੋ ਗਈ ਆ। ਮੈਂ ਕਿਹਾ ਚਲ ਕੋਈ ਨਹੀਂ, ਅਸੀਂ ਦੋਨਾਂ ਨੇ ਜਾ ਕੇ ਜੀ 35 ਸਾਲ ਪੁਰਾਣਾ ਤਪੇ ਤੋਂ ਰਿਕਾਰਡ ਚੱਕਿਆ, ਠੀਕ ਹੈ। ਤਪੇ ਦੇ ਵਿੱਚ ਰਿਕਾਰਡ ਨਹੀਂ ਸੀ, ਬਾਅਦ 'ਚ ਪਤਾ ਲੱਗਾ ਵੀ ਉਹ ਤਾਂ ਨਾਭੇ ਪਿਆ ਜੀ, ਨਾਭਿਓਂ ਆ ਕੇ ਚੱਕਿਆ। ਪਤਾ ਲੱਗਿਆ ਕਿ ਜਿਹੜਾ ਉਹ ADA ਸੀ ਉਹਦੇ ਬਾਅਦ 'ਚ ਡਿਸਟ੍ਰਿਕਟ ਅਟਾਰਨੀ ਬਣ ਕੇ ਉਹ ਰਿਟਾਇਰ ਹੋ ਗਿਆ। ਉਹਦੀ ਜਾਣ ਪਛਾਣ ਕਿੰਨੀ ਸੀ, ਜਿਹੜਾ ਉਸ ਵੇਲੇ ਪੰਜਾਬ ਦਾ ਹੋਮ ਸੈਕਟਰੀ ਸੀ ਉਹਦਾ ਕਲਾਸਮੇਟ ਸੀ, ਉਹਦੇ ਨਾਲ ਪੂਰੀ ਪਹੁੰਚ ਸੀ। ਪਰ ਹੋਮ ਸੈਕਟਰੀ ਨੂੰ ਵੀ ਰੈਵਨਿਊ ਨੇ ਕੋਈ ਜਵਾਬ ਨਹੀਂ ਦਿੱਤਾ, ਉਹਦੀ ਪੁੱਛ ਪ੍ਰਤੀਤ ਨਹੀਂ ਹੋਈ। ਯਾਨੀ ਕਿ ਹੋਮ ਸੈਕਟਰੀ ਦੀ ਜੇ ਰੈਵਨਿਊ ਜੇ ਪੁੱਛ ਪ੍ਰਤੀਤ ਨਹੀਂ ਪਟਵਾਰੀ ਮੋਰੇ, ਤੇ ਫਿਰ ਪੁੱਛ ਪ੍ਰਤੀਤ ਕੀ ਆ। ਕੀ ਹੋਇਆ, ਜਦੋਂ ਮੈਂ ਚੱਕਦਾ ਰਿਕਾਰਡ 35-36 ਸਾਲ ਪਿੱਛੇ ਚੱਲ ਗਿਆ, ਜਾ ਕੇ ਦੇਖਿਆ, ਮੈਂ ਕਿਹਾ ਇੱਥੇ 4 ਸਾਲਾ ਜਿਹੜਾ ਨਾ ਬੇਸਿਕਲੀ ਤਾਂ 5 ਸਾਲ ਬਾਅਦ ਹੁੰਦਾ, ਪਰ ਉਹਨੂੰ 4 ਸਾਲਾ ਕਹਿ ਦਿੰਦੇ। ਮੈਂ ਕਿਹਾ ਯਾਰ ਇੱਥੇ ਗਲਤੀ ਹੋਈ, ਇੱਥੇ ਨਾ ਕੀ ਹੋਇਆ ਕਿ ਉਹ ਜਿਹੜਾ ADA ਸੀ ਉਸ ਵੇਲੇ ਬਾਅਦ 'ਚ ਡਿਸਟ੍ਰਿਕਟ ਅਟਾਰਨੀ ਰਿਟਾਇਰ ਹੋਇਆ, ਉਹਦਾ ਦਾਦੇ ਸੀ, ਉਹ 5 ਭਰਾ ਸੀ। ਉਹ ਕਿਤੇ ਦਾਦਾ ਉਹਦਾ ਮਿਰਚਾਂ ਗੁੱਡਦਾ ਸੀਗਾ, ਕਿਤੇ ਪਟਵਾਰੀ ਆਇਆ, ਕਹਿੰਦਾ ਵੀ ਹੁਣੇ ਚੱਲ ਮੈਨੂੰ ਮੇਰਾ ਇੰਤਜ਼ਾਮ ਕਰ। ਉਹ ਕਹਿੰਦਾ ਵੀ ਮੈਂ ਤੇਰਾ ਇੰਤਜ਼ਾਮ ਨਹੀਂ ਕਰ ਸਕਦਾ। ਉਹ ਮੰਗਦਾ ਸੀਗਾ ਮੈਨੂੰ ਦੇ 2-4 ਬੋਤਲਾਂ, ਉਹ ਕਹਿੰਦਾ ਮੈਂ ਤੇਰਾ ਇੰਤਜ਼ਾਮ ਨਹੀਂ ਕਰ ਸਕਦਾ। ਉਹਨੇ ਕੀ ਕੀਤਾ, ਉਹਨੇ ਕਿਹਾ ਚੱਲ ਜਾਨੀ ਮੈਂ ਖੁੰਡਾ ਮਾਰੂ। ਉਹਨੇ ਖੁੰਡਾ ਤਾਂ ਨਹੀਂ ਮਾਰ ਸਕਿਆ, ਪਰ ਪਟਵਾਰੀ ਨੇ ਜਿਹੜਾ ਖੁੰਡਾ ਮਾਰਿਆ, ਜਦੋਂ ਅੱਗੇ 4 ਸਾਲ ਆਇਆ, ਉਹਨੇ ਉਹਦੇ 'ਚ ਬਾਕੀ ਉਹਦੇ 4 ਭਰਾਵਾਂ ਦੀ ਸਾਰੀ ਜਿਹੜੀ ਸੀ ਉਹਦੇ ਨਾਲ ਚੜਾ ਗਿਆ, ਇੱਕੋ ਨੂੰ ਮਾਲਕ ਬਣਾ ਗਿਆ। 35 ਸਾਲ ਕਿਸੇ ਨੇ ਦੇਖਿਆ ਨਹੀਂ। 35 ਸਾਲ ਬਾਅਦ ਜੱਟਾਂ ਨੇ ਜੋ ਦੇਖਿਆ, ਉਹ ਕਹਿਣ ਜਿਹੜਾ ਪਟਿਆਲੇ ਵਕੀਲ ਆ ਉਹਨੂੰ ਗੋਲੀ ਮਾਰ ਦੇਣੀ। ਉਹ ਚੱਕੀ ਵੱਲ ਕੋਈ ਗੜਾਸੀ ਚੱਕੀ ਫਿਰੇ, ਕੋਈ ਕੱਟਾ ਚੱਕੀ ਫਿਰੇ, ਠੀਕ ਹੈ, ਲਾਲਾ ਸੀ ਮਾਰ ਦੇਣਾ ਜੀ। ਉਹ ਕੋਈ ਸਮਝ ਹੈ ਨਾ ਵੀ ਕਹਾਣੀ ਕੀ ਚੌਥੀ ਪੀੜ੍ਹੀ ਆ ਗਈ ਅੱਗੇ। ਫਿਰ ਚੌਥੀ ਪੀੜ੍ਹੀ ਤੱਕ ਤੁਹਾਨੂੰ ਪਤਾ ਵੀ 5 ਘਰਾਂ ਦੀ ਅੱਗੇ ਫੌਜ ਇੰਨੀ ਵੱਧ ਜਾਂਦੀ ਆ ਤੇ ਉਹਨੂੰ ਸਾਹਮਣਾ ਔਖਾ ਹੋ ਜਾਂਦਾ, ਪੋਲਟਰੀ ਫਾਰਮ ਬਣ ਜਾਂਦਾ ਉਹ ਤਾਂ, ਠੀਕ ਹੈ। ਉਹ ਜਦੋਂ ਅਸੀਂ ਸਾਰਾ ਕੱਢ ਲਿਆ ਸੀ ਕਿ ਯਾਰ ਇਹ ਤਾਂ 35-37 ਸਾਲ ਪੁਰਾਣਾ ਮਸਲਾ ਸਾਰਾ, ਇਹ ਤਾਂ ਇਦਾਂ ਹੋਈ ਆ। ਫਿਰ ਅਸੀਂ ਪਟਵਾਰੀ ਲੱਭਿਆ, ਜਾ ਕੇ ਪਟਵਾਰੀ ਰਿਟਾਇਰ ਹੋ ਚੁੱਕਿਆ, ਉਹ ਮੰਜੇ ਤੇ ਪਿਆ ਸੀ। ਉਹਨੂੰ ਕਿਹਾ ਵੀ ਆਹ ਕੀ ਕੀਤਾ, ਕਹਿੰਦਾ ਜੀ ਵੀ ਮੈਂ ਇਹਦੇ ਤੋਂ ਬੋਤਲਾਂ ਮੰਗੀਆਂ ਸੀ, ਉਹਨੇ ਦਿੱਤੀਆਂ ਨਹੀਂ। ਕਹਿੰਦਾ ਫਿਰ ਮੈਂ 4 ਸਾਲ 'ਚ ਇਹਦਾ ਕੰਮ ਚੱਕ ਗਿਆ। ਲਾਹਨਤਾ ਯਾਰ ਤੇਰੇ ਕਿਹੜੇ ਚੱਕ ਗਿਆ, ਉਹਨਾਂ ਦਾ ਕੋਈ ਜੀ ਮਰ ਜੂਗਾ, ਕਿੱਥੇ ਜਾਣਗੇ, ਠੀਕ ਹੈ। ਫਿਰ ਸਾਨੂੰ ਪਤਾ ਵੀ ਉਹ ਪ੍ਰਾਪਰਟੀ ਸੇਲ ਹੋਈ, ਵੰਡ ਨਹੀਂ ਸੀ ਹੋ ਰਹੀ, ਕਿਉਂਕਿ ਇੰਨਾ ਲੰਬਾ ਕੰਮ ਹੋ ਗਿਆ ਤੇ ਪ੍ਰਾਪਰਟੀ ਸੇਲ ਹੋਈ। ਅਸੀਂ 2 ਬੰਦਿਆਂ ਨੇ ਇਮਾਨਦਾਰੀ ਨਾਲ ਬੈਠ ਕੇ 72 ਜਗ੍ਹਾ ਤੇ ਪੈਸੇ ਵੰਡੇ ਉਹਨਾਂ ਦੇ, 72 ਜਗ੍ਹਾ ਤੇ, ਇੱਕ ਨਾਭੀ ਜਗ੍ਹਾ ਤੇ, ਠੀਕ ਹੈ। ਫੇਰ ਉਹਦੀ ਜਾਨ ਛੁੱਟੀ, ਨਹੀਂ ਤੇ ਉੱਥੇ ਉਹਨਾਂ ਦਾ ਬੜਾਂਗਾ ਹੋ ਜਾਣਾ ਸੀ ਸਿਰਫ ਇੱਕ ਬੇਵਕੂਫੀ ਕਰਕੇ, ਠੀਕ ਹੈ। ਮਤਲਬ ਉਹ ਕਹਿਣ ਜੀ ਇਹਨਾਂ ਨੇ ਜਿਹੜਾ ਪਟਿਆਲੇ ਵਾਲਾ ਉਹਨੇ ਆਪਣੇ ਨਾਂ ਤੇ ਇਹ ਸਾਰੀ ਚੜਾ ਲਈ ਹੈ, ਜਦੋਂ ਕਿ ਉਹਦੇ ਦਾਦੇ ਦੇ ਨਾਂ ਤੇ ਚੜਾ ਗਿਆ ਪਟਵਾਰੀ ਸਾਰੀ, ਵੀ ਇਹਨਾਂ ਦਾ ਖਲਾਰਾ ਪਊਗਾ। ਇਸ ਕਰਕੇ ਮੈਂ ਕਹਿੰਦਾ ਇਹ ਤਾਂ ਪਿੰਡ ਦੇ ਨੰਬਰਦਾਰਾਂ ਨੂੰ ਦੇ ਦੇਣ, ਇਹ ਸਾਰਾ ਪਟਵਾਰੀਆਂ ਦੀ ਛੁੱਟੀ ਕਰ ਦੇਣ, ਖਹਿੜਾ ਛੁੱਟ ਜੂਗਾ, ਜਿਹੜਾ ਸੌਖਾ ਹੋ ਜੂਗਾ ਕੰਮ। ਜਿੰਨਾ ਗਦਰ ਰੈਵਨਿਊ 'ਚ ਇੰਨਾ ਕਿਤੇ ਹੈ ਹੀ ਨਹੀਂ ਹੈ, ਠੀਕ ਹੈ। ਅੱਤ ਕੀਤੀ ਪਈ ਹੈ, ਮਤਲਬ ਕੋਈ ਜਿਹੜਾ ਉਹਦੇ ਵਿਆਹ 'ਚ ਵੀ ਲਾਗੀ ਹੁੰਦਾ ਨਾ, ਉਹਨੂੰ ਵੀ ਕਹੋ ਵੀ ਨਹੀਂ 100 ਹੀ ਦੇਣਾ, ਅਸੀਂ 500 ਨਹੀਂ ਦੇਣਾ, ਉਹ ਵੀ ਮੰਨ ਜਾਂਦਾ। ਇੱਥੇ ਤਾਂ ਕੋਈ ਪੁੱਛ ਪ੍ਰਤੀਤ ਨਹੀਂ ਹੈ। ਤਾਂ ਕੀ ਕਰੋਗੇ, ਜਿੱਧਰ ਮਰਜੀ ਜਾਓਗੇ। ਇੰਤਕਾਲ ਲਈ ਪੈਸੇ ਕੋਈ ਦਿੰਦਾ ਨਾ, ਤੇ ਕਿਸੇ ਦੇ ਕਰ ਦਿੰਦੇ ਨੇ। 4 ਸਾਲੇ 'ਚ ਕਿਸੇ ਦਾ ਚੱਕ ਕੇ ਕਿੱਧਰ ਨੂੰ ਕਚੂੰਬਰ ਕੱਢ ਦਿੰਦੇ ਨੇ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਹੁਣ ਥੋੜੀ ਜਿਹੀ ਸੋਧ ਹੋ ਗਈ ਆ, ਪਹਿਲਾਂ ਇਹ ਸੀ ਸੋਧ ਹੀ ਨਹੀਂ ਸੀ ਹੁੰਦੀ, ਇਹਦੇ ਤੱਕ ਕਮਿਸ਼ਨਰ ਤੱਕ ਜਾਣਾ ਸੀ। ਨਾਇਬ ਤਹਿਸੀਲਦਾਰ ਨੂੰ ਰਿਕੁਐਸਟ ਕਰੋ ਜੀ ਆ ਸਾਡੀ 4 ਸਾਲੇ 'ਚ ਮਿਸਟੇਕ ਕਰ ਗਿਆ ਪਟਵਾਰੀ, ਉਹਦੇ ਤੋਂ ਬਾਅਦ ਤਹਿਸੀਲਦਾਰ ਤੋਂ ਬਾਅਦ ਜਿਹੜੀ ਐਸਡੀਐਮ ਤੋਂ ਬਾਅਦ ਸਿੱਧਾ DC ਕੋਲ, DC ਤੋਂ ਬਾਅਦ ਕਮਿਸ਼ਨਰ। ਇੰਨੇ 'ਚ 5 ਕੀ 10 ਸਾਲ ਟੱਪ ਜਾਂਦੇ ਸੀ, ਉਹਨੇ ਨੂੰ ਅਗਲਾ 4 ਸਾਲਾ 2 ਲੰਘ ਜਾਂਦੇ ਸੀ ਸੋਧ ਹੁੰਦੇ ਆਹ ਤਾਂ ਹਾਲਾਤਾਂ ਨੇ ਇਸ ਡਿਪਾਰਟਮੈਂਟ ਦੀਆਂ। ਇਸ ਕਰਕੇ ਮੈਂ ਤਾਂ ਕਹਿੰਦਾ ਇਹਨਾਂ ਨੂੰ 40 ਸਾਲ ਦੀ ਛੁੱਟੀ ਸਿੱਧੀ ਲੈ ਲੈਣੀ ਚਾਹੀਦੀ ਹੈ, ਪੰਜਾਬ ਬਚ ਜਾਊਗਾ। ਅਦਰਵਾਈਜ਼ ਇਹ ਪੰਜਾਬ ਸਾਰੇ ਦਾ ਪੱਠਾ ਬਿਠਾ ਦੇਗਾ। ਜੀ ਤੇ ਪੱਠਾ ਲੋਕਤੰਤਰ ਦਾ ਬੈਠੀ ਜਾਂਦਾ। ਰਾਜਦੀਪ ਸਰਦਸਾਈ ਕਹਿੰਦਾ ਜੇ ਡਿਕਟੇਟਰਸ਼ਿਪ ਜ਼ਿੰਮੇਵਾਰ ਆ ਤਾਂ ਕਮਜ਼ੋਰ ਵਿਰੋਧੀ ਧਿਰਾਂ ਵੀ ਜ਼ਿੰਮੇਵਾਰ ਨੇ, ਕਿਉਂਕਿ ਵਿਰੋਧੀ ਧਿਰਾਂ ਨੇ ਵੀ ਮਾਨਾਈਆਂ ਕੀਤੀਆਂ ਨੇ। ਉਹ ਵੀ ਇੱਕ ਗਾਂਧੀ ਪਰਿਵਾਰ ਨੂੰ ਸਮਰਪਿਤ ਰਹੇ, ਚਾਹੇ ਕੋਈ ਨਲਾਇਕ ਹੈ ਉਹਨਾਂ ਲਈ ਰੱਬ ਹੈ। ਹੁਣ ਰਾਹੁਲ ਹੈ, ਕੱਲ ਦਾ ਜਵਾਕ ਹੈ, ਤੇ 80 ਸਾਲ ਦੇ ਬੁੱਢੇ ਕਾਂਗਰਸੀਏ ਉਹਨੂੰ ਮਿਲਣੇ ਤਰਲੇ ਲੈਂਦੇ ਨੇ।
ਤੇ ਫਿਰ ਵਿਰੋਧੀ ਧਿਰਾਂ ਵੀ ਆਪਣੇ ਆਪ 'ਚ ਜ਼ਿੰਮੇਵਾਰ ਨੇ। ਜਿਸ ਤਰ੍ਹਾਂ ਮਨੀਸ਼ ਤਿਵਾੜੀ ਨੇ ਰੋਣਾ ਰੋਇਆ ਕਿ ਜਿਹੜੇ ਨਵੇਂ ਕਾਨੂੰਨ ਆਏ ਨੇ, ਭਾਈ ਤੁਸੀਂ ਵੀ ਸੰਸਦ 'ਚ ਬੈਠੇ ਸੀਗੇ, ਜੇ ਨਵੇਂ ਕਾਨੂੰਨ ਆਏ ਨੇ ਉਦੋਂ ਕਿਉਂ ਨਾ ਵਿਰੋਧ ਕੀਤਾ? ਕਮਜ਼ੋਰੀਆਂ ਤੁਹਾਡੀਆਂ ਵੀ ਨੇ। ਤੁਹਾਡੇ ਵੇਲੇ ਵੀ ਦੂਰਦਰਸ਼ਨ ਰਾਜੀਵ ਦਰਸ਼ਨ ਸੀਗਾ, ਤੁਹਾਡੇ ਵੇਲੇ ਵੀ ਆਲ ਇੰਡੀਆ ਰੇਡੀਓ, ਆਲ ਇੰਡੀਆ ਰੇਡੀਓ ਸੀਗਾ। ਹੁਣ ਨਮੋ ਮੋਦੀ ਹੋ ਗਿਆ FM, ਤੇ ਹੁਣ ਤਾਂ ਪਿਰਤਾਂ ਤੇ ਤੁਸੀਂ ਪਾਈਆਂ ਨੇ ਨਾ ਮਾੜੀਆਂ, ਘੱਟ ਤੁਸੀਂ ਵੀ ਨਹੀਂ ਹੈ। ਹੁਣ ਜਦੋਂ ਗੱਲ ਨੂੰ ਪੈਂਦੇ ਅਗਲੇ ਹੁਣ ਤਰਲੇ ਕਰ ਦਿਓ। ਕੀ ਰਹੇਗਾ? ਜਿਸ ਤਰ੍ਹਾਂ ਇਹ ਤੌਖਲੇ ਜ਼ਾਹਰ ਕਰਨ ਲੱਗੇ ਨੇ ਵੱਡੇ ਵੱਡੇ ਗਰੁੱਪਾਂ ਵਾਲੇ, ਇੰਡੀਆ ਟੂਡੇ ਗਰੁੱਪ ਦੇ ਰਾਜਦੀਪ ਸਰਦਸਾਈ ਵਰਗੇ ਲੋਕ ਵੀ ਰੋਣਾ ਰੋਂਦੇ ਨੇ, ਤੇ ਮਾਤੜਾਂ ਦਾ ਕੀ ਬਣੂਗਾ ਛੋਟੇ ਮੋਟਿਆਂ ਦਾ, ਆਪਣੇ ਵਰਗਿਆਂ ਦਾ? ਜੀ ਸੁਰਿੰਦਰ ਵੀਰ, ਆਪਣਾ ਤਾਂ ਇਹ ਆ ਕਿ ਨੰਗ ਪੁੱਤ ਚੋਰਾਂ 'ਚ ਖੇਡੇ, ਸਾਡਾ ਕੀ ਵਿਗਾੜ ਲੈਣਗੇ? ਕੰਟੀਨਿਊ ਪਲੀਜ਼। ਦੇਖੋ, ਮਾੜੇ ਮਾਂ-ਬਾਪ ਦੀ ਔਲਾਦ ਵੀ ਮਾੜੀ ਹੀ ਪੈਦਾ ਹੁੰਦੀ ਆ, ਠੀਕ ਹੈ। ਹੁਣ ਇੱਥੇ ਸਮੱਸਿਆ ਕੀ ਖੜੀ ਹੋਈ ਆ? ਆਪੋਜੀਸ਼ਨ ਕਮਜ਼ੋਰ ਆ, ਤੇ ਆਪੋਜੀਸ਼ਨ ਤੋਂ ਤਾਂ ਆਸ ਰੱਖਣੀ ਨਹੀਂ ਚਾਹੀਦੀ ਵੀ ਆਪੋਜੀਸ਼ਨ ਕੁਝ ਕਰ ਦੂਗੀ। ਤੇ ਜਿਹੜੀ ਸੱਤਾਧਾਰੀ ਧਿਰ ਆ ਉਹ ਜਿਹੜੀ ਉਹ ਮਨਮਰਜ਼ੀਆਂ ਕਰਦੀ ਆ। ਹੁਣ ਪਾਰਲੀਮੈਂਟ ਬਣੀ ਕਾਹਦੇ ਲਈ ਸੀ? ਵਿਧਾਨ ਸਭਾ ਕਾਹਦੇ ਲਈ ਬਣੀਆਂ ਸੀ? ਇਸ ਕਰਕੇ ਬਣੀਆਂ ਸੀ ਆਪੋਜੀਸ਼ਨ ਹੋਏਗੀ, ਆਮੋ ਸਾਹਮਣੇ ਬੈਠਦੇ। ਆਮੋ ਸਾਹਮਣੇ ਬੈਠਣ ਦਾ ਕੀ ਸੀ? ਸੱਤਾਧਾਰੀ ਧਿਰ ਜਿਹੜੀ ਉਹਦਾ ਦਿਮਾਗ ਨਾ ਖਰਾਬ ਹੋ ਜਾਏ, ਜਿਹੜੀ ਆਪੋਜੀਸ਼ਨ ਆ ਸਾਹਮਣੇ ਬੈਠ ਕੇ ਉਹਨੂੰ ਰੋਕੇਗੀ, ਨਹੀਂ ਤਾਂ ਉਹਦੀ ਬੈਗ ਤੇ ਬੈਠ ਸਕਦੀ ਸੀਗੀ। ਕਿਉਂ ਨਿਯਮ ਇਹ ਬਣੇ? ਸਾਰੇ ਨਿਯਮ ਇਸੇ ਕਰਕੇ ਬਣੇ ਕਿ ਸਾਹਮਣੇ ਬੈਠਣਾ, ਸਾਹਮਣੇ ਬੈਠ ਕੇ ਜਿੱਥੇ ਉਹਨਾਂ ਦੀ ਗਲਤੀ ਆ ਉੱਥੇ ਉਹਨਾਂ ਨੂੰ ਘੇਰਨਾ, ਉਹਨਾਂ ਨੂੰ ਟੋਕਣਾ ਕਿ ਤੁਸੀਂ ਪਬਲਿਕਲੀ ਗਲਤ ਕਰ ਰਹੇ ਹੋ, ਇਹ ਪਬਲਿਕ ਦੇ ਹਿੱਤ 'ਚ ਨਹੀਂ ਆ, ਇਹਦੇ 'ਚ ਸੁਧਾਰ ਕਰੋ। ਤਾਂ ਕਰਕੇ ਆਪੋਜੀਸ਼ਨ ਜਿਹੜੀ ਆ ਉਹਨੂੰ ਸਾਹਮਣੇ ਲਿਆ ਕੇ ਬਿਠਾਇਆ ਗਿਆ ਜਿਹੜਾ। ਪਰ ਹੁਣ ਇੱਥੇ ਬਦਕਿਸਮਤੀ ਆਪੋਜੀਸ਼ਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਆਪੋਜੀਸ਼ਨ ਤਾਂ ਜਿਹੜੀ ਮਰੀ ਹੋਈ 'ਚ ਮਾੜੀ ਮੋਟੀ ਜਾਨ ਪਾਈ ਉਹ ਕਿਸਾਨੀ ਅੰਦੋਲਨ ਨੇ ਪਾਈ ਆ। ਹੁਣ ਸਰਦੀਪ ਦਸਾਈ ਜੋ ਮਰਜੀ ਹੁਣ ਕਹੇ, ਠੀਕ ਹੈ, ਪਰ ਹੁਣ ਕੁੱਲ ਮੁਕਲਾ ਕੇ ਹਾਲਾਤ ਇਹ ਆ ਕਿ ਮੀਡੀਆ ਜਿਹੜਾ 99% ਕੀ 99.99% ਉਹ ਵੀ ਸੱਤਾਧਾਰੀ ਧਿਰ ਦੇ ਨਾਲ ਚੱਲਦਾ, ਉਹਦੇ ਡੰਡੇ ਸੋਟੇ ਤੋਂ ਡਰਦਾ ਚੱਲਦਾ। ਕੁਝ ਕਹਿ ਦੋ ਘੁਰਕੀ ਤੇ ਕੁਝ ਬੁਰਕੀ ਤੋਂ ਡਰਦਾ ਚੱਲਦਾ। ਕਿਤੇ ਬੁਰਕੀ ਮਿਲ ਜਾਂਦੀ, ਕਿਤੇ ਘੁਰਕੀ ਹੁੰਦੀ ਹੈ, ਤੇ ਦੋਨਾਂ ਦਾ ਕਰਕੇ ਉਹ ਸੱਤਾਧਾਰੀ ਧਿਰ ਨਾਲ ਤੁਰਿਆ ਜਾਂਦਾ। ਜੇ ਮੀਡੀਆ ਵੀ ਆਪਣਾ ਰੋਲ ਨਿਭਾਉਂਦਾ ਤੇ ਇਹ ਹਾਲਾਤ ਨਾ ਬਣਦੇ, ਠੀਕ ਹੈ। ਕਿਤੇ ਨਾ ਕਿਤੇ ਹਾਲਾਤਾਂ ਦਾ ਸਾਰੀ ਜਗ੍ਹਾ ਤੋਂ ਵਿਗੜੀਆਂ ਨੇ। ਪਰ ਹੁਣ ਗੱਲ ਇਹ ਹੈ ਕਿ ਸੱਤਾਧਾਰੀ ਧਿਰ ਨੂੰ ਰੋਕਣ ਵਾਲਾ ਕੋਈ ਨਹੀਂ। ਜੇ ਆਪੋਜੀਸ਼ਨ ਨਹੀਂ ਰੋਕ ਸਕੀ ਤਾਂ ਜੁਡੀਸ਼ਲੀ ਨੇ ਰੋਕਣਾ ਸੀ। ਜੇ ਜੁਡੀਸ਼ਲੀ ਵੀ ਨਹੀਂ ਰੋਕ ਸਕੀ ਤਾਂ ਫੇਰ ਰੋਕਣਾ ਕਿਹਨੇ ਸੀ? ਫਿਰ ਮੀਡੀਆ ਨੇ ਰੋਕਣਾ ਸੀ। ਮੀਡੀਆ ਸਾਰਥਕ ਭੂਮਿਕਾ ਨਿਭਾਉਂਦਾ, ਉਹਦਾ ਰੋਲ ਸਹੀ ਹੁੰਦਾ ਤਾਂ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ ਜਿਹੜੇ ਹੁਣ ਆ ਕੇ ਇਹਨਾਂ ਨੂੰ ਕਹਿਣੇ ਪੈ ਰਿਹਾ। ਸ਼ਾਇਦ ਇਹ ਕਹਿਣ ਦੀ ਜ਼ਰੂਰਤ ਨਾ ਪੈਂਦੀ। ਸੁਰਿੰਦਰ ਵੀਰ, ਪਿਛਲੇ ਦਿਨੀ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਵੀ.ਐਨ. ਰਮੰਨਾ ਸਾਹਿਬ ਬਹੁਤ ਰੋਏ ਕਿ CBI ਸਾਡੀ ਨਹੀਂ ਸੁਣਦੀ, ਏਜੰਸੀਆਂ ਸਾਡੀ ਨਹੀਂ ਸੁਣਦੀਆਂ। ਪਰ ਜਿਸ ਤਰ੍ਹਾਂ ਉਹ ਤੌਖਲੇ ਜ਼ਾਹਰ ਕਰ ਰਹੇ ਨੇ, ਕੱਲ ਫੇਰ ਉਹਨਾਂ ਦਾ ਰੋਣਾ ਬਹੁਤ ਵੱਡਾ ਸੀ। ਉਹਨਾਂ ਨੇ ਸਾਰੇ ਭਾਰਤ ਦੇ ਥਾਣਿਆਂ ਤੇ ਸਵਾਲ ਖੜੇ ਕਰ ਦਿੱਤੇ ਨੇ। CBI, ਖੁਫੀਆ ਏਜੰਸੀਆਂ, ਉਸ ਤੋਂ ਬਾਅਦ ਪੁਲਿਸ ਤੰਤਰ ਤੇ ਸਿੱਧਾ ਥਾਣਾ ਪ੍ਰਬੰਧ ਤੇ ਸਵਾਲ ਖੜੇ ਕੀਤੇ ਨੇ ਭਾਰਤ ਦੇ ਚੀਫ ਜਸਟਿਸ NV ਰਮੰਨਾ ਸਾਹਿਬ ਨੇ। ਕਹਿੰਦੇ ਪੁਲਿਸ ਥਾਣਿਆਂ ਦੇ ਵਿੱਚ ਨਾ ਤਾਂ ਮਨੁੱਖੀ ਹੱਕ ਸੁਰੱਖਿਅਤ ਨੇ ਤੇ ਨਾ ਹੀ ਸਰੀਰਕ ਤੌਰ ਤੇ ਵਿਅਕਤੀ ਸੁਰੱਖਿਅਤ ਰਹਿ ਸਕਦਾ। ਇਹਨਾਂ ਦੋਵਾਂ ਨੂੰ ਥਾਣਿਆਂ ਦੇ ਵਿੱਚ ਸਭ ਤੋਂ ਵੱਧ ਖਤਰਾ, ਜਾਨੀ ਮਨੁੱਖਾਂ ਨੂੰ ਵੀ ਤੇ ਮਨੁੱਖੀ ਹੱਕਾਂ ਨੂੰ ਵੀ ਥਾਣਿਆਂ 'ਚ ਸਭ ਤੋਂ ਵੱਧ ਖਤਰਾ ਹੈ। ਤੁਸੀਂ ਦੱਸੋ। ਚੀਫ ਜਸਟਿਸ ਨੇ ਆਖਿਆ ਕਈ ਵਾਰੀ ਤਾਂ ਰੱਜੇ ਪੁੱਜੇ ਲੋਕ ਨੇ ਨਾ ਜਿਹੜੇ, ਉਹਨਾਂ ਨੂੰ ਵੀ ਥਾਣੇ 'ਚ ਨਹੀਂ ਬਖਸ਼ਿਆ ਜਾਂਦਾ। ਹੁਣ ਭਰਤਿੰਦਰ ਚਾਹਲ ਐਡੀ ਤੋਪ ਨੇ, ਤੇ ਭਰਤਿੰਦਰ ਚਾਹਲ ਨਾਲ ਕੀ ਹੋਇਆ ਸੀ ਥਾਣਿਆਂ 'ਚ ਦੱਸਿਆ ਨਹੀਂ ਜਾ ਸਕਦਾ, ਹੈ ਨਾ। ਤੇ ਉਸ ਤੋਂ ਬਾਅਦ ਹੋਰ ਬੜੇ ਲੋਕ ਨੇ। ਮਤਲਬ ਜ਼ਰੂਰੀ ਨਹੀਂ ਕਿ ਹੁਣ ਜਦੋਂ ਸਰਬਦੀਪ ਸਿੰਘ ਵਿਰਕ ਪੰਜਾਬ ਦਾ DGP ਸੀ, ਜਦੋਂ ਉਹ DGP ਪਦ ਅਹੁਦੇ ਤੋਂ ਲਾਂਭੇ ਹੋਇਆ, ਪਦ ਆ ਕੇ ਮੇਰੇ ਉਹਦੇ ਤੇ ਜ਼ੁਬਾਨ ਤੇ ਪਦ ਅਹੁਦੇ ਨੂੰ ਕਹਿੰਦੇ ਨੇ। ਹਿੰਦੀ ਦਾ ਅਸਰ ਬਹੁਤ ਪੈਂਦਾ ਕਈ ਵਾਰੀ। ਸਾਡੇ ਪੰਜਾਬ 'ਚ ਪਦ ਦਾ ਮਤਲਬ ਹੋਰ ਵੀ ਹੁੰਦਾ, ਗੱਦ ਵੀ ਹੁੰਦਾ, ਪਦ ਲਿਖਣ ਵਾਲਾ ਵੀ ਹੁੰਦਾ। ਤੇ ਇਸ ਦੌਰਾਨ ਇਹਨਾਂ ਅਹੁਦਿਆਂ ਤੇ ਬੈਠੇ DGP ਦੇ ਅਹੁਦੇ ਤੇ ਬੈਠਾ ਵਿਅਕਤੀ ਕਹਿੰਦਾ ਸੀ ਕਿ ਮੈਨੂੰ ਪੰਜਾਬ ਪੁਲਿਸ ਤੋਂ ਖਤਰਾ ਵੀ ਹੈ। ਸੁਮੇਧ ਸਿੰਘ ਸੈਣੀ ਨੇ ਕਿਵੇਂ ਮਰੋੜ ਕੇ ਲਿਆਂਦਾ ਸੀ। ਹੁਣ ਉਹਦਾ ਬੇਟਾ ਹੈ ਜਿਹੜਾ ਸਰਬਦੀਪ ਵਿਰਕ ਦਾ ਵਕੀਲ ਹੈ, ਉਹ ਸੁਮੇਧ ਸੈਣੀ ਨੂੰ ਬਾਣੀ ਪਾਈ ਫਿਰਦਾ। ਸੋ ਉਸ ਦੌਰਾਨ ਜਦੋਂ DGP ਵੀ ਪੰਜਾਬ ਪੁਲਿਸ ਤੋਂ ਡਰਦਾ ਹੋਵੇ, ਜਿਹਦਾ ਉਹ ਲਾਣੇਦਾਰ ਰਿਹਾ ਹੋਵੇ, ਤੇ ਫਿਰ ਪਤਾ ਹੀ ਹੈ ਵੀ ਹੋ ਕੀ ਰਿਹਾ। ਇਸ ਦੌਰਾਨ ਵਿਜ਼ਨ ਐਂਡ ਮਿਸ਼ਨ ਸਟੇਟਮੈਂਟ ਦੀ ਅਥਾਰਟੀ ਤੇ ਮੋਬਾਈਲ ਐਪ ਵੀ ਲਾਂਚ ਕੀਤੀ ਗਈ। ਇੱਕ ਸਮਾਗਮ ਸੀਗਾ ਕਾਨੂੰਨੀ ਸੇਵਾਵਾਂ ਅਥਾਰਟੀ ਦਾ, ਜਿਸ ਦੇ ਵਿੱਚ ਦਿੱਲੀ ਦੇ ਵਿੱਚ ਮੁੱਖ ਭਾਸ਼ਣ ਸੀਗਾ ਚੀਫ ਜਸਟਿਸ ਰਮੰਨਾ ਸਾਹਿਬ ਦਾ। ਉਹਨਾਂ ਆਖਿਆ ਕਿ ਜਿੰਨੀ ਗੁੰਡਾਗਰਦੀ ਥਾਣਿਆਂ 'ਚ ਹੁੰਦੀ ਹੈ, ਕੋਈ ਗਰੰਟੀ ਨਹੀਂ ਮਨੁੱਖੀ ਅਧਿਕਾਰਾਂ ਦੀ, ਕੋਈ ਗਰੰਟੀ ਨਹੀਂ ਮਨੁੱਖ ਦੀ ਕਿ ਕੀ ਹੁੰਦਾ ਹੈ।
पंजाब 'ਚ ਜਿਹੜਾ ਕੁਝ ਹੋਇਆ ਕਿ ਮਾਵਾਂ ਨੂੰ ਨੰਗੀਆਂ ਕਰਕੇ ਪੁੱਤਾਂ ਨੂੰ ਉਹਨਾਂ ਦੇ ਉੱਤੇ ਜਬਰੀ ਲਟਾਇਆ ਗਿਆ, ਰੂਹ ਕੰਬ ਜਾਂਦੀ ਹੈ ਸੁਰਿੰਦਰ ਵੀਰ। ਉਹ ਜਿਹੜਾ ਕੁਝ ਵੇਖਿਆ ਜਾਂ ਨਾਲ ਦਿਆਂ ਤੋਂ ਉਦੋਂ ਸੁਣਿਆ, ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਉਹਨੂੰ ਕੈਸ਼ ਬੜੇ ਲੋਕ ਕਰ ਗਏ ਨੇ। ਇਸ ਦੌਰਾਨ ਜੇ ਭਾਰਤ ਦੇ ਚੀਫ ਜਸਟਿਸ ਥਾਣਿਆਂ ਦੇ ਪ੍ਰਬੰਧਾਂ ਤੇ ਸਵਾਲ ਖੜੇ ਕਰ ਰਹੇ ਨੇ, ਜਿਨ੍ਹਾਂ ਨੇ ਆਪਣੇ ਭਾਸ਼ਣ ਦੇ ਵਿੱਚ ਮਾਰਟਨ ਲੂਥਰ ਕਿੰਗ ਜੂਨੀਅਰ ਦਾ ਵੀ ਹਵਾਲਾ ਦਿੱਤਾ ਕਿ ਨਿਆਂ ਦੀ ਪ੍ਰਾਪਤੀ ਲਈ ਪੁੱਟਿਆ ਹਰ ਕਦਮ ਕੁਰਬਾਨੀ ਤੇ ਸੰਘਰਸ਼ ਮੰਗਦਾ ਹੈ। ਤੇ ਇਸ ਦੌਰਾਨ ਚੀਫ ਜਸਟਿਸ ਰਮन्ना ਨੇ ਵੀ ਆਖਿਆ ਕਿ ਜਿਹੜੇ ਨਿਆਂ ਤੋਂ ਵਾਂਝੇ ਰਹਿਣ ਵਾਲੇ ਨੇ ਬਹੁ ਗਿਣਤੀ ਦਿਹਾਤੀ ਤੇ ਦੂਰ ਦਰਾਡੇ ਦੇ ਇਲਾਕੇ ਨੇ, ਕਿਉਂਕਿ ਉੱਥੇ ਪਹੁੰਚ ਘੱਟ ਹੈ, ਉੱਥੇ ਥਾਣੇ ਦੇ ਵਿੱਚ ਥਾਣੇਦਾਰਾਂ ਦਾ ਰਾਜ ਚੱਲਦਾ ਹੈ। ਥਾਣੇ ਸ਼ਰੇਆਮ ਨੇ ਜਿਹੜੇ ਉਹ ਤਸ਼ੱਦਦ ਦਾ ਅੱਡਾ ਹੋ ਗਏ ਨੇ। ਜੇ ਹੁਣ ਭਾਰਤ ਦਾ ਚੀਫ ਜਸਟਿਸ ਇਹ ਤੌਖਲੇ ਨਹੀਂ, ਇਹ ਸੱਚਾਈ ਪ੍ਰਗਟ ਕਰਦਾ, ਤੇ ਫਿਰ ਕਿੱਥੇ ਆ ਲੋਕਤੰਤਰ? ਜਿਹੜਾ ਮੋਦੀ ਸਾਹਿਬ ਦਾ ਡਿਜੀਟਲ ਇੰਡੀਆ ਉਹ ਕਿੱਥੇ ਹੈ? ਸੋ ਇਸ ਕਰਕੇ ਇਹ ਬਹੁਤ ਵੱਡਾ ਕਲੰਕ ਹੈ। ਜੇ ਕੋਈ ਵਿਰੋਧੀ ਦੇਸ਼ ਕਰੇ, ਕੋਈ ਆਪੋਜੀਸ਼ਨ ਪਾਰਟੀ ਕਰੇ, ਕੋਈ ਭਾਈ ਤੁਹਾਡੇ ਵਾਂਗੂ ਸਿਰ ਫਿਰਿਆ ਪੱਤਰਕਾਰ ਕਰੇ, ਫਿਰ ਤੇ ਇਹ ਗੱਲ ਹੈਗੀ ਹੈ। ਜਾਣੀ ਸਮੁੱਚੇ ਥਾਣਾ ਪ੍ਰਬੰਧ ਹੁਣ ਤਾਂ 7 ਸਾਲ ਹੋ ਗਏ ਨੇ ਨਾ, ਹੁਣ ਤਾਂ ਮੇਕ ਇਨ ਇੰਡੀਆ ਦੀ ਸਰਕਾਰ ਹੈ। ਪਹਿਲਾਂ ਤਾਂ ਚਲੋ ਮੰਨਿਆ ਕਾਂਗਰਸ ਦੀ ਸੀ, ਵਿਰੋਧੀਆਂ ਦੀ ਸੀ। ਜੇ 7 ਸਾਲਾਂ 'ਚ ਕੁਝ ਨਹੀਂ ਸੌਰ ਸਕਿਆ ਤੇ ਚੀਫ ਜਸਟਿਸ ਥਾਣਿਆਂ ਦੇ ਪ੍ਰਬੰਧ ਤੇ ਸਵਾਲ ਖੜੇ ਕਰਦੇ ਨੇ, ਤੇ ਫਿਰ ਤਾਂ ਲਾਹਨਤ ਹੈ ਸਰਕਾਰ ਤੇ। ਕੀ ਕਹਿਣਾ ਚਾਹੋਗੇ ਇਸ ਤੇ? ਗੱਲ ਚਲੋ ਚੀਫ ਜਸਟਿਸ ਦੀ ਵੀ ਨਿਗਾਹ ਅੱਖ ਖੁੱਲ ਗਈ, ਇੰਨਾ ਹੀ ਬਹੁਤ ਆ। ਮੈਨੂੰ ਇਸੇ ਤੇ ਸਕੂਨ ਆ ਤੇ ਚੀਫ ਜਸਟਿਸ ਨੂੰ ਪਤਾ ਲੱਗ ਗਿਆ ਕਿ ਥਾਣਿਆਂ 'ਚ ਕੀ ਹੁੰਦਾ ਤੇ ਕੀ ਕੁਛ ਸਰਕਾਰਾਂ ਜਿਹੜੀਆਂ ਉਹ ਕਰ ਰਹੀਆਂ ਨੇ। ਠੀਕ ਆ, ਪਹਿਲਾਂ ਉਹਨਾਂ ਨੇ CBI ਦੇ ਉੱਤੇ ਜ਼ੁਬਾਨ ਖੋਲੀ ਸੀ, ਉਹ ਵੀ ਚੰਗੀ ਗੱਲ ਸੀ, ਪਰ ਹੁਣ ਉਹ ਜੇ ਥਾਣਿਆਂ ਤੱਕ ਉਤਰਿਆ, ਉਹ ਤੋਂ ਥੱਲੇ ਵੀ ਉਹਨਾਂ ਨੂੰ ਉਤਰ ਜਾਣਾ ਚਾਹੀਦਾ। ਹੁਣ ਹਾਲਾਤ ਕੀ ਆ ਪੂਰੇ ਭਾਰਤ ਦੇ ਵਿੱਚ? ਮਤ ਸੋਚੋ ਕਿ ਤੁਸੀਂ DSP ਡਾਇਰੈਕਟ ਭਰਤੀ ਹੋ ਗਏ, ਤੁਹਾਨੂੰ ਜਿਹੜਾ ਉਹ ਡਿਸਟ੍ਰਿਕਟ ਜਿਹੜਾ ਉਹ ਵਧੀਆ ਮਿਲਦਾ। ਠੀਕ ਹੈ, ਤੁਸੀਂ ਮਤ ਸੋਚੋ ਕਿ ਤੁਸੀਂ IPS ਆਏ ਹੋ ਤੇ ਤੁਹਾਨੂੰ SSP ਲਾ ਦੇਣਗੇ ਟਿਕਾਣੇ। ਤੁਸੀਂ ਮਤ ਸੋਚੋ ਕਿ ਤੁਸੀਂ ਇੰਸਪੈਕਟਰ ਭਰਤੀ ਹੋਏ ਤੇ ਤੁਹਾਨੂੰ SHO ਲਾ ਦੇਣਗੇ। ਇੱਥੇ ਇਹ ਨਹੀਂ ਪਤਾ ਲੱਗਣਾ ਕਿ ਜਿਹੜਾ ਇੰਸਪੈਕਟਰ ਆ ਉਹ ਐਡੀਸ਼ਨਲ SHO ਆ ਤੇ ਜਿਹੜਾ ASI ਆ ਉਹਨੂੰ ORP ਰੈਂਕ ਦੇ ਕੇ ਉਹਨੂੰ SHO ਲਾਇਆ ਕਿਹਦੇ ਵੱਲੋਂ ਜਾਣਾ? ਹਲਕਾ ਇੰਚਾਰਜ ਆ, ਜਿਹੜਾ ਚੋਣ ਹਾਰਿਆ ਹੋਇਆ ਵਿਅਕਤੀ ਆ, ਜਿਹਨੂੰ ਲੋਕਾਂ ਨੇ ਰਿਜੈਕਟ ਕੀਤਾ। ਜ਼ਿੰਮੇਵਾਰੀ ਕਿਹਦੇ ਕੋਲ? ਉਹਦੇ ਕੋਲ ਆ। ਜਿਹੜਾ ਜਿੱਤਿਆ ਉਹਦੇ ਕੋਲ ਨਹੀਂ, ਕਿਉਂਕਿ ਉਹ ਵਿਰੋਧੀ ਧਿਰ 'ਚ ਆ। ਠੀਕ ਆ, ਹੁਣ ਚਲੋ MLA ਤਾਂ ਕਰੇ, MLA ਤੋਂ ਬਾਅਦ ਆ ਕੇ ਜਿਹੜਾ ਹਲਕਾ ਇੰਚਾਰਜ ਆ ਵਾਗਡੋਰ ਉਹਦੇ ਕੋਲ। ਇਹ 1997 ਤੋਂ ਕੁਵੈਤ ਚੱਲੀ, ਉਸ ਤੋਂ ਪਹਿਲਾਂ ਹਲਕਾ ਇੰਚਾਰਜਾਂ ਵਾਲੀ ਨਹੀਂ ਸੀ। ਉਹਦੇ ਤੋਂ ਪਹਿਲਾਂ ਤੇ ਸੀ ਕਿ ਜਿਹੜੀ ਧਿਰ ਦਾ ਵੀ MLA ਸੀ ਤਕਰੀਬਨ ਉਹਦੇ ਮੁਤਾਬਕ ਕੰਮ ਹੋਈ ਜਾਂਦਾ ਸੀ, ਜਾਂ SSP ਆਪਣੀ ਮਰਜ਼ੀ ਨਾਲ SHO ਲਾਉਂਦਾ ਸੀ। ਉਸ ਤੋਂ ਬਾਅਦ SSP ਸਾਰਾ ਕੁਝ ਉਹ ਜਿਹੜਾ ਉਹ ਬਲੌਕ ਕਰ ਲਿਆ ਗਿਆ। ਠੀਕ ਹੈ, ਹੁਣ SHO ਜਦੋਂ ਬਦਲਾਉਣਾ, ਜਦੋਂ ਹਲਕਾ ਇੰਚਾਰਜ ਨੇ SSP ਨੂੰ ਕਿਹਾ ਕਿ ਮੈਨੂੰ SHO ਨਹੀਂ ਚਾਹੀਦਾ, ਉਹਨੇ ਬਦਲਣਾ, ਉਹਨੇ ਕਹਿਣਾ ਜੀ ਨਵਾਂ ਦੱਸੋ ਕਿਹੜਾ ਲਾਈਏ। ਠੀਕ ਹੈ, ਨਵੇਂ ਦਾ ਨਾਮ ਦਿੱਤਾ ਜਾਏਗਾ, ਪੁਰਾਣਾ ਚੇਂਜ ਹੋਏਗਾ। ਜੇ ਹਲਕਾ ਇੰਚਾਰਜ ਨਹੀਂ ਸੁਣੇਗਾ, ਉਹ ਸਿੱਧਾ ਹੀ ਪਾਰਟੀ ਪ੍ਰਧਾਨ ਜਿਹੜਾ ਉਹ ਜਿਹਦੇ ਕੋਲ ਉਸ ਵੇਲੇ ਹੋਮ ਡਿਪਾਰਟਮੈਂਟ ਹੋਏਗਾ, ਭਾਵੇਂ ਉਹ ਡਿਪਟੀ CM ਹੋਵੇ ਚਾਹੇ CM ਹੋਵੇ, ਸਿੱਧਾ ਜਾਏਗਾ, ਕਹਿੰਦਾ ਜੀ ਮੇਰੀ ਸੁਣਦਾ ਨਹੀਂ, ਉੱਥੋਂ ਫੋਨ ਆਏਗਾ, ਉਹਨਾਂ ਜਿਹੜਾ ਕਿਹਾ ਉਹ SHO ਦਿਓ ਜੀ, ਤੇ ਦੇਣਾ ਪਏਗਾ। DSP ਲੱਗੇਗਾ, ਜਿਹਦੇ ਕੋਲ ਹੋਮ ਡਿਪਾਰਟਮੈਂਟ, ਸਿੱਧਾ ਉੱਤੇ ਜਾਣਗੇ, ਕਹਿਣਗੇ ਜੀ ਫਲਾਨਾ DSP ਚਾਹੀਦਾ, ਮੈਨੂੰ ਉੱਥੋਂ ਦਿੱਤਾ ਜਾਏਗਾ, ਉਹੀ DSP ਲੱਗਦਾ। ਇਹ ਹਮੇਸ਼ਾ ਕਵੈਤ ਜਿਹੜੀ ਉਹ ਚੱਲਦੀ ਆ ਰਹੀ ਹੈ। ਫਿਰ ਕਿੱਦਾਂ ਸਿਸਟਮ ਰੁਕੂਗਾ? ਫਿਰ ਥਾਣਿਆਂ ਦੇ ਵਿੱਚ ਜਿਹੜਾ ਉਹ ਨਜਾਇਜ਼ ਹਿਰਾਸਤ 'ਚ ਕਿਉਂ ਨਹੀਂ ਲੋਕ ਰੱਖੇ ਜਾਣਗੇ? ਗੱਲ ਤੇ ਆ ਕਿ ਪੋਲੀਟੀਸ਼ੀਅਨਾਂ ਦਾ ਡੰਡਾ ਚਾਹੀਦਾ, ਕਿਉਂਕਿ ਉਹਨਾਂ ਪਬਲਿਕ ਨੂੰ ਜਾ ਕੇ ਜਵਾਬਦੇਹ ਹੋਣਾ। ਲੇਕਿਨ ਬਿਊਰੋਕ੍ਰੇਸੀ ਜਿਹੜੀ ਆ, ਜੇ ਉਹ ਜਿਹੜੇ ਪੋਲੀਟੀਸ਼ੀਅਨ ਆ ਉਹਨਾਂ ਦੇ ਬਰੂਹੇ ਤੇ ਬੈਠੀ ਹੋਏਗੀ। ਇੱਥੇ ਬਹੁਤ ਸਾਰੇ MLA ਮੈਂ ਅਜਿਹੇ ਵੀ ਦੇਖੇ ਹੋਏ ਆ ਜਿਹੜੇ ਕਹਿੰਦੇ SHO ਜਿਹੜਾ ਮੇਰੇ ਘਰੇ ਆਏ ਤੇ ਮੇਰੇ ਘਰੇ ਬੈਠ ਕੇ ਫੈਸਲਾ ਕਰੇ, ਤੇ ਹੁੰਦੇ ਆ। ਹਲਕਾ ਇੰਚਾਰਜ ਵੀ ਬਹੁਤ ਆ, ਉਹ ਕਹਿੰਦੇ ਮੇਰੇ ਘਰੇ ਕਰ। ਸਵੇਰੇ ਮੈਂ DSP ਦੇਖਿਆ ਕਿ ਜਿਹੜੇ ਸਵੇਰੇ ਉੱਠਦੇ ਹੀ ਸਭ ਤੋਂ ਪਹਿਲਾਂ MLA ਦੇ ਮੁੰਡੇ ਨੂੰ ਕਹਿੰਦੇ ਆ, ਹਾਂਜੀ ਕਾਕਾ ਜੀ ਹੁਕਮ ਕਰੋ ਜੀ, ਅੱਜ ਕੀ ਕੰਮ ਆ ਜੀ। ਇਹ ਹਾਲਾਤਾਂ ਨੇ DSPਆਂ ਦੀਆਂ। ਤੇ ਫਿਰ ਅਸੀਂ ਕਹਿੰਦੇ ਨਜਾਇਜ਼ ਹਿਰਾਸਤ 'ਚ ਨਹੀਂ ਰੱਖਿਆ, ਨਜਾਇਜ਼ 'ਚ ਕਿਉਂ ਨਹੀਂ ਰੱਖਿਆ ਜਾਊਗਾ? ਇਹ ਕਵੈਤ ਕਦੋਂ ਟੁੱਟੂਗੀ? ਠੀਕ ਆ, ਪੋਲੀਟੀਸ਼ੀਅਨਾਂ ਦਾ ਕੰਮ। ਤੁਹਾਡੇ ਨਾਲ ਦਾ ਫੈਡਰੇਸ਼ਨੀਆਂ ਸੰਤਾਂ ਦੇ ਨਾਲ ਵਿਚਰਿਆ ਵਿਅਕਤੀ ਪੱਟੀ ਵਾਲੇ ਹਰਮਿੰਦਰ ਸਿੰਘ ਗਿੱਲ, ਜਿਹੜੇ ਆਪ ਵੀ ਪੀੜਤ ਰਹੇ ਨੇ ਕਿਸੇ ਵਕਤ ਥਾਣਾ ਪ੍ਰਬੰਧ ਤੋਂ, ਉਹ ਇਸ ਗੱਲੋਂ ਨਾਰਾਜ਼ ਹੋ ਗਏ ਕਿ ਥਾਣੇਦਾਰ ਨੇ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ ਅਜੇ ਤੱਕ। ਹੋਰਾਂ ਨੂੰ ਤੁਸੀਂ ਕੀ ਕਹੋਗੇ? ਹੈ ਨਾ, ਜਿਹੜੇ ਆਪ ਜਿਨ੍ਹਾਂ ਨੇ ਝੱਲਿਆ, ਧੱਕੇ ਝੱਲੇ ਨੇ, ਉਹ ਹੁਣ ਉਹੀ ਕਹਿੰਦੇ ਕਿ ਥਾਣੇਦਾਰ ਸਾਡੇ ਅੰਡਰ ਹੋਵੇ ਜਦੋਂ ਪੋਲੀਟੀਕਲ ਪਾਰਟੀ 'ਚ ਆ ਜਾਂਦੇ ਨੇ। ਆਪਾਂ ਕਹਿੰਦੇ ਆ ਨਾ, ਮੈਂ ਕਹਿੰਦਾ ਹੁੰਦਾ ਕਿ ਜਿਹੜਾ ਬੰਦਾ ਜਰਨਲਿਜ਼ਮ 'ਚ ਆਵੇ ਨਾ, ਘੱਟੋ ਘੱਟ ਉਹਦੇ ਠੋਕਰਾਂ ਝੱਲੀਆਂ ਹੋਣ ਹਰ ਕਿਸਮ ਦੀਆਂ,
ਤੇ ਘੱਟੋ ਘੱਟ ਅਹਿਸਾਸ ਰਹਿੰਦਾ। ਪਰ ਕਈਆਂ 'ਚ ਠੋਕਰਾਂ ਝੱਲ ਕੇ ਵੀ ਇੰਨਾ ਉਹ ਮਤਲਬ ਭੁੱਖੜ ਹੋ ਚੁੱਕੇ ਨੇ ਨਾ ਕਿ ਜਿਹੜੀਆਂ ਉਹ ਮੈਨੂੰ ਆਪਣੇ ਪ੍ਰੋਫੈਸਰ ਕਪੂਰ ਸਾਹਿਬ ਨਰਿੰਦਰ ਸਿੰਘ ਹੋਰਾਂ ਦੀਆਂ ਗੱਲਾਂ ਚੇਤੇ ਆਉਂਦੀਆਂ ਨੇ ਕਿ ਬੱਸ ਦੇ ਵਿੱਚ ਜਿਹੜਾ ਚੜ੍ਹਦਾ ਨਾ ਲਮਕ ਕੇ ਤਰਲੇ ਕਰਕੇ ਕਿ ਮੈਨੂੰ ਚੜ੍ਹਾ ਲਓ, ਲੈ ਜਾਓ ਨਾਭੇ ਤੱਕ। ਜਦੋਂ ਬੱਸ ਨਾਭੇ ਪਹੁੰਚਦੀ ਹੈ ਨਾ, ਮਰੇਕੋਟਲਾ ਦੀਆਂ ਸਵਾਰੀਆਂ ਚੜ੍ਹਦੀਆਂ ਨੇ ਤੇ ਸਭ ਤੋਂ ਪਹਿਲਾਂ ਮੂਹਰੇ ਵਿਰੋਧ ਉਹ ਕਰਦਾ ਮਰੇਕੋਟਲੇ ਵਾਲਿਆਂ ਦਾ ਕਿ ਨਹੀਂ ਜਗ੍ਹਾ ਨਹੀਂ ਹੈਗੀ। ਪਰ ਜਦੋਂ ਉਹ ਨਾਭਿਓਂ ਚੜ੍ਹਿਆ, ਪਿੱਛੋਂ ਚੜ੍ਹਿਆ ਨਾਭੇ ਵਾਸਤੇ, ਉਹਨੂੰ ਨਹੀਂ ਸੀ ਪਤਾ ਕਿ ਮੇਰੇ ਨਾਲ ਆਹੀ ਕੁਝ ਹੋ ਰਿਹਾ ਸੀ। ਸੋ ਠੋਕਰ ਤੋਂ ਸਬਕ ਨਹੀਂ ਸਿੱਖਦੇ ਲੋਕ ਕਿ ਘੱਟੋ ਘੱਟ ਯਾਰ ਮਾਨਵਤਾ ਦੀ ਤਾਂ ਗੱਲ ਕਰੋ, ਇੰਨਾ ਕੀ ਭੁੱਖੜ ਬਣਾ। ਜੀ ਸੁਰਿੰਦਰ। ਨਹੀਂ ਪਤਾ ਗੱਲ ਕੀ ਆ, ਕੱਲਾ ਇੱਕ ਨੂੰ ਨਹੀਂ, ਮੈਂ ਹੈਰਾਨ ਇਸ ਗੱਲ ਤੋਂ। ਮੈਂ ਬਹੁਤ ਕੁਝ ਦੇਖਿਆ। ਤਹਿਸੀਲਦਾਰ ਤੇ ਨਾਇਬ ਤਹਿਸੀਲਦਾਰ ਕਿਹਨੇ ਲਵਾਉਣੇ? ਹਲਕਾ ਇੰਚਾਰਜ ਨੇ। ਠੀਕ ਹੈ, ਹੁਣ ਅਸੀਂ ਰੋਈ ਜਾਂਦੇ ਆ ਕਿ ਦੇਖੋ ਜੀ ਸਿਵਲ ਸਪਲਾਈ ਮੰਤਰੀ ਨੇ ਕੁਝ ਨਹੀਂ ਕੀਤਾ ਜੀ, ਉੱਥੇ ਘਪਲਾ ਹੋ ਗਿਆ ਜੰਡਿਆਲੇ ਗੁਰੂ। ਠੀਕ ਹੈ, ਹੁਣ ਗੱਲ ਤੇ ਹੈ ਨਾ, ਸਿਫਾਰਿਸ਼ ਕਿਹਦੀ ਸੀ? ਉਹਨੂੰ ਉੱਥੇ ਇੰਸਪੈਕਟਰ ਕਿਹਨੇ ਲਾਇਆ ਗਿਆ? ਇੱਕ ਵਿਧਾਇਕ ਦੀ ਸੀ। ਵਿਧਾਇਕ ਨੇ ਸੀਐਮ ਤੱਕ ਅਪਰੋਚ ਕੀਤੀ, ਸੀਐਮ ਨੇ ਕਿਹਾ ਕਿ ਇਹ ਬੰਦਾ ਇੱਥੇ ਇੰਸਪੈਕਟਰ ਚਾਹੀਦਾ। ਹੁਣ ਉਹ ਮੰਤਰੀ ਦੀ ਕਿਉਂ ਸੁਣੂਗਾ? ਅਗਲਾ ਕਹਿੰਦਾ ਮੇਰਾ ਮਾਮਾ ਸੀ, ਮੇਰੇ ਮਾਮੇ ਨੇ ਮੁੱਖ ਮੰਤਰੀ ਨੂੰ ਸਿੱਧਾ ਕਹਿ ਕੇ ਮੈਨੂੰ ਇੱਥੇ ਲਵਾਇਆ, ਮੈਨੂੰ ਬਦਲਣ ਵਾਲਾ ਕੌਣ ਹੋ ਸਕਦਾ? ਇਹ ਮੈਂ ਕੁਐਤਾਂ ਦੇਖੀਆਂ ਨੇ 2000 ਤੋਂ 2007 ਤੱਕ ਸੀ। ਐਜੂਕੇਸ਼ਨ ਡਿਪਾਰਟਮੈਂਟ 'ਚ ਕੋਈ ਟਰਾਂਸਫਰ ਸੀ, ਉਹ ਕਹਿੰਦੇ ਸੀ ਪਟਿਆਲੇ ਦੇ ਵਿੱਚ ਐਜੂਕੇਸ਼ਨ ਮੰਤਰੀ ਦਖਲ ਨਹੀਂ ਦੇ ਸਕਦਾ, ਜੋ ਮਹਿਲ ਦੇ ਵਿੱਚੋਂ ਆਏਗੀ ਸਾਨੂੰ ਰਿਕਮੈਂਡੇਸ਼ਨ ਉਹੀ ਕੁਝ ਹੋਏਗਾ। ਠੀਕ ਹੈ, 2007 ਤੋਂ 17 ਤੱਕ ਸੀ, ਉਹ ਕਹਿੰਦੇ ਸੀ ਬਠਿੰਡਾ ਤੇ ਮੁਕਤਸਰ ਸਾਹਿਬ 2 ਜ਼ਿਲ੍ਹਿਆਂ 'ਚ ਅਸੀਂ ਦਖਲਅੰਦਾਜ਼ੀ ਨਹੀਂ ਕਰਾਂਗੇ। ਐਜੂਕੇਸ਼ਨ ਮਿਨਿਸਟਰ ਕਹਿੰਦਾ ਸੀ 2 CM ਹਾਊਸ ਤੋਂ ਸਾਨੂੰ ਰਿਕਮੈਂਡੇਸ਼ਨ ਆਈ, ਸਾਨੂੰ ਕਰਨੀ ਪੈਣੀ ਆ, ਸਾਡਾ ਕੋਈ ਦਖਲਅੰਦਾਜ਼ੀ ਨਹੀਂ ਉਹਨਾਂ 2 ਜ਼ਿਲ੍ਹਿਆਂ 'ਚ, ਤੇ ਜੋ ਜਾਂਦੀ ਸੀ ਉਹ ਕਰਦੇ ਸੀ। ਇੱਕ ਐਜੂਕੇਸ਼ਨ ਮਿਨਿਸਟਰ ਤਾਂ ਐਸਾ ਵੀ ਸੀ ਜਿਹਨੇ ਮੈਨੂੰ ਖੁਦ ਦੱਸਿਆ, ਕਹਿੰਦਾ ਜੀ ਵੀ ਉੱਥੋਂ ਸਿਫਾਰਿਸ਼ਾਂ ਆ ਗਈਆਂ CM ਹਾਊਸ ਤੋਂ, ਕਹਿੰਦੇ ਅਸੀਂ ਉਹਨਾਂ ਨੂੰ ਕੀ ਕੀਤਾ, ਅਸੀਂ ਡਾਇਰੈਕਟ ਟੀਚਰਾਂ ਨੂੰ ਅਪਰੋਚ ਕਰ ਲਈ ਕਿ ਤੁਸੀਂ ਦੱਸੋ ਜੀ, ਆ ਕੇ ਇੱਥੇ ਮਿਲੋ। ਕਹਿੰਦਾ ਜਦੋਂ ਆਏ ਸਾਨੂੰ ਪਤਾ ਲੱਗ ਗਿਆ ਕਿਸੇ ਤੋਂ ਲੱਖ ਲਿਆ ਹੋਇਆ, ਕਿਸੇ ਤੋਂ 1.5 ਲੱਖ ਲਿਆ ਹੋਇਆ। ਕਹਿੰਦਾ ਅਸੀਂ ਚੱਕੀ ਸਾਰਾ ਪਲੰਦਾ ਬਣਾ ਕੇ CM ਹਾਊਸ ਨੂੰ ਭੇਜਤਾ। ਅਸੀਂ ਕਿਹਾ ਜੀ ਵੀ ਇਹਨਾਂ 'ਚ ਇੰਨੇ ਪੈਸੇ ਲਏ ਹੋਏ ਜਿਹੜੇ ਤੁਸੀਂ ਭੇਜੇ ਆ। ਫਿਰ ਉਹਨਾਂ ਨੇ ਜਦੋਂ ਉੱਥੇ CM ਹਾਊਸ 'ਚ ਡਾਟਾ ਫੋਲਿਆ, ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਵਿਅਕਤੀ ਸੀ ਉੱਥੇ ਜਿਹੜੇ ਆਮ ਕੰਮ ਕਰਨ ਵਾਲੇ ਸੀ, ਕਿਉਂਕਿ 18 ਕੋ ਤੋਂ OSD ਹੋ ਜਾਂਦੇ ਆ, ਤੇ ਬਾਕੀ ਜਿਹੜੇ ਕਰਤੇ ਧਰਤੇ ਹੁੰਦੇ, ਕੋਈ ਕੰਪਿਊਟਰ ਤੇ ਬੈਠਾ, ਕੋਈ ਕਿਤੇ ਬੈਠਾ, ਉਹਨਾਂ ਦੀ ਰਿਕਮੈਂਡੇਸ਼ਨ ਹੁੰਦੀ, ਉਹਨਾਂ ਪੈਸੇ ਲਏ ਹੁੰਦੇ ਆ, ਤੇ CM ਹਾਊਸ ਸਾਰਿਆਂ ਦੀ ਉਹਨਾਂ ਦੀ ਸਿਫਾਰਿਸ਼ ਕਰਕੇ ਤੇ ਭੇਜ ਦਿੰਦਾ। ਉਹਨਾਂ ਨੇ, ਕਿਉਂਕਿ ਜਦੋਂ ਕੋਈ ਮੰਤਰੀ ਜਿਹੜਾ ਨਾ, ਜੇ ਤਾਂ ਬਹੁਤਾ ਪੜ੍ਹਿਆ ਲਿਖਿਆ ਆ ਜਾਵੇ ਤਾਂ ਉੱਪਰ ਦੀ ਗੱਲ ਕਰਦਾ, ਜਿਹੜਾ ਗੁੜਿਆ ਹੋਇਆ ਆ ਜਾਵੇ ਭਾਵੇਂ ਉਹ ਆਪ ਦੀ ਮੈਟ੍ਰਿਕ ਪਾਸ ਨਾ ਹੋਵੇ, ਪਰ ਉਹ ਥੱਲੇ ਵਾਲੇ ਲੈਵਲ ਤੋਂ ਜਾਣਦਾ ਹੁੰਦਾ ਕਿ ਵੀ ਪੈਸੇ ਕਿੱਦਾਂ ਇਕੱਠੇ ਕੀਤੇ ਜਾਂਦੇ ਆ। ਉਹਨੇ ਸਾਰੇ ਆਪ ਬੁਲਾ ਲਏ, ਬੁਲਾ ਕੇ ਪਲੰਦਾ ਇਕੱਠਾ ਕਰਕੇ ਦੇ ਦਿੱਤਾ। CM ਹਾਊਸ ਦੀਆਂ ਉਸ ਵੇਲੇ ਅੱਖਾਂ ਖੁੱਲ ਗਈਆਂ। ਉਹ ਵੱਖਰੀ ਗੱਲ ਕਿ ਉਸ ਮੰਤਰੀ ਨੇ ਦੁਬਾਰਾ ਕਿਹਾ ਕਿ ਮੈਂ ਮਹਿਕਮੇ 'ਚ ਨਹੀਂ ਰਹਿਣਾ, ਮੇਰੀ ਇੱਥੋਂ ਛੁੱਟੀ ਕਰੋ, ਮੈਨੂੰ ਡਿਪਾਰਟਮੈਂਟ ਹੋਰ ਦੇ ਦਿਓ, ਮੇਰੇ ਵੱਸ ਤੋਂ ਨਹੀਂ ਆ। ਮੈਂ ਪੁੱਛਿਆ, ਮੈਂ ਕਿਹਾ ਛੱਡਿਆ ਕਿਉਂ? ਕਹਿੰਦੇ ਛੱਡਦੇ ਕਿਉਂ? ਰਾਤ ਨੂੰ 12 ਵਜੇ ਮਿੰਤਾ ਕਰਕੇ ਤੋਰੀ ਦੇ ਸੀ ਕਿ ਘਰੇ ਚਲੇ ਜਾਓ, ਨਾ ਕਰੋ, ਸਾਨੂੰ ਸੌਂ ਲੈਣ ਦਿਓ। ਕਹਿੰਦਾ ਸਵੇਰੇ 5 ਵਜੇ ਫੇਰ ਆ ਜਾਂਦੇ ਸੀ। ਕਹਿੰਦਾ ਸਾਨੂੰ ਇਹ ਨਹੀਂ ਸੀ ਪਤਾ ਵੀ ਰਾਤ ਸੌਂਦੇ ਕਿੱਥੇ ਆ ਉਹ। ਕਹਿੰਦੇ ਅਸੀਂ ਇਸ ਗੱਲੋਂ ਪਰੇਸ਼ਾਨ ਸੀ। ਮਤਲਬ ਇਹ ਤਾਂ ਹਾਲਾਤ ਸਾਡੇ ਬਣੇ ਹੋਏ ਨੇ ਕਿ ਜਦੋਂ ਮੁੱਖ ਮੰਤਰੀ ਦੇ ਜ਼ਿਲ੍ਹੇ 'ਚ ਕਿਸੇ ਨੇ ਦਖਲ ਹੀ ਨਹੀਂ ਦੇ ਸਕਣਾ, ਤੇ ਜੋ ਉਹਨਾਂ ਦੀ ਰਿਕਮੈਂਡੇਸ਼ਨ ਆ ਗਈ ਉਹ ਹੋ ਜਾਣਾ। ਕਿਤੇ ਨਾ ਕਿਤੇ ਸੋਚਣਾ ਪਏਗਾ। ਜਿਹੜਾ ਮੰਤਰੀ ਆ, ਮੰਤਰੀ ਨੂੰ ਫ੍ਰੀ ਹੈਂਡ ਦਿਓ। ਮੰਤਰੀ ਨੂੰ ਕਹੋ ਜੇ ਤੇਰੇ ਡਿਪਾਰਟਮੈਂਟ 'ਚ ਘਪਲਾ ਹੋ ਗਿਆ ਤਾਂ ਤੈਨੂੰ ਅਸੀਂ ਟੰਗ ਲੈਣਾ, ਗੱਲ ਕਰ। ਤੇ ਮੰਤਰੀ ਅੱਗੇ ਬਿਊਰੋਕ੍ਰੇਸੀ ਨੂੰ ਖਿੱਚ ਕੇ ਰੱਖੇ। ਹੁਣ ਇੱਥੇ ਪਤਾ ਨਹੀਂ, ਮੰਤਰੀ ਕਹਿੰਦਾ ਸਾਨੂੰ ਜਦੋਂ ਘਪਲੇ ਦਾ ਪਤਾ ਲੱਗਿਆ, ਤੁਹਾਨੂੰ ਹੁਣ ਘਪਲੇ ਦਾ ਪਤਾ ਲੱਗਿਆ, ਤੁਹਾਨੂੰ ਉੱਥੋਂ ਪਤਾ ਨਹੀਂ ਟਰੱਕ ਭਰ ਕੇ ਕਿੱਦਾਂ ਨਿਕਲ ਗਏ ਕਣਕ ਦੇ, ਕਿਹਦੇ ਹੁਕਮ ਨਾਲ ਗਏ, ਕਿੱਥੇ ਵੇਚੇ ਗਏ, ਕਿਸੇ ਨੂੰ ਪਤਾ ਹੀ ਨਹੀਂ। ਇਸ ਕਰਕੇ ਇਹ ਹੈ ਕਿ ਇਹ ਜਿਹੜਾ ਸਿਸਟਮ ਸਾਰਾ ਨਾ, ਇਹ ਸਾਰਾ ਕੁਝ ਕਰਪਟ ਹੋ ਚੁੱਕਿਆ। ਤੁਸੀਂ ਇੱਕ ਡਿਪਾਰਟਮੈਂਟ ਦੀ ਨਾ ਗੱਲ ਕਰੋ, ਤੁਸੀਂ ਪੂਰੀ ਸਟੇਟ ਦੇ ਵਿੱਚ ਇੱਕ PM ਤੋਂ ਲੈ ਕੇ ਮੁੱਖ ਮੰਤਰੀ ਤੱਕ ਚਲੇ ਜਾਓ, PM ਤੋਂ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਤੇ ਪ੍ਰਾਈਮ ਮਿਨਿਸਟਰ ਤੱਕ ਚਲੇ ਜਾਓ, ਜਿਹਨੂੰ ਮਰਜ਼ੀ ਘੇਰ ਲਓ। ਇਮਾਨਦਾਰੀ ਦੱਸ ਦਿਓ, ਕੋਈ ਇੱਕ ਬੰਦਾ ਖੜਾ ਹੋ ਕੇ ਕਹਿ ਦੇਵੇ। 5-7 ਜਣੇ ਸੀ ਆਪਣੇ ਨਾਲ ਯੂਨੀਵਰਸਿਟੀ 'ਚ ਪੜ੍ਹੇ, ਜਿਹੜੇ 15 ਜਾਂ 18 ਸਾਲ ਦੀ ਨੌਕਰੀ ਕਰਕੇ ਉਹ ਪ੍ਰੀ ਮੈਚੁਰ ਚੋਂ ਰਿਟਾਇਰਮੈਂਟ ਲੈ ਗਏ। ਕੋਈ ਇੰਸਪੈਕਟਰ ਡਾਇਰੈਕਟ ਭਰਤੀ ਹੋਇਆ ਸੀਗਾ, ਕੋਈ DSP ਭਰਤੀ ਹੋ ਗਿਆ ਔਰ ਰਿਟਾਇਰਮੈਂਟ ਲੈ ਕੇ। ਮੈਂ ਪੁੱਛਿਆ ਮੈਂ ਕਿਉਂ ਲਈ ਆ? ਕਹਿੰਦੇ ਜੀ ਆਪਣੇ ਵੱਸ ਦਾ ਰੋਗ ਨਹੀਂ ਆ। ਠੀਕ ਹੈ, ਚਲੋ ਉਹਨਾਂ ਦੇ ਘੱਟੋ ਘੱਟ ਇਹ ਵਰਦੀ ਤੇ ਦਾਗ ਨਹੀਂ ਲੱਗਿਆ, ਉਹਨਾਂ ਨੇ ਕਰਪਸ਼ਨ ਨਹੀਂ ਕੀਤੀ। ਕਹਿੰਦਾ ਪਰ ਸਾਡੇ ਵੱਸ ਦਾ ਰੋਗ ਨਹੀਂ। ਕਹਿੰਦਾ ਮਜਬੂਰੀ ਸੀ ਨੌਕਰੀ ਕਰਨਾ, ਨੌਕਰੀ ਲੈ ਲਈ, ਉਸ ਵੇਲੇ ਸਾਡੀ ਮਜਬੂਰੀ ਸੀ, ਪਰ ਅਸੀਂ ਨੌਕਰੀ ਨਹੀਂ ਕਰ ਸਕਦੇ। ਠੀਕ ਹੈ, ਕਿੱਥੇ ਲੋਕ 60 ਸਾਲ ਤੋਂ ਬਾਅਦ ਵੀ ਜਿਹੜੇ ਉਹ ਮੰਗਦੇ ਆ ਕਿ ਸਾਨੂੰ 2 ਸਾਲ ਜਾਂ 3 ਹੋਰ ਦੇ ਦਿਓ, 4 ਦੇ ਦਿਓ, ਮੰਗਦੇ ਆ। ਹੁਣ ਇੱਕ DSP ਦਾ ਬਠਿੰਡੇ 'ਚ ਬੜਾ ਰੌਲਾ ਪਿਆ, ਉਹਦਾ ਪਿਆ
ਕਿ ਜਦੋਂ ਬਾਕੀਆਂ ਲਈ 58 ਸਾਲ ਸੀ ਤੇ ਇਹ 60 ਸਾਲ ਦੀ ਵੀ ਨੌਕਰੀ ਕਰਨ ਦੇ ਬਾਵਜੂਦ ਇਹਨੂੰ 1 ਸਾਲ ਹੋਰ ਕਿੱਦਾਂ ਦੇ ਦਿੱਤਾ ਕਿ ਇਹਦੀ ਕਿਹਦੇ ਤੱਕ ਡਾਇਰੈਕਟ ਪਹੁੰਚ ਆ। ਉਹ ਡੀਐਸਪੀ ਫੇਰ ਜਾ ਕੇ ਬੈਠਾ ਉੱਤੇ। ਜਦੋਂ ਇੱਕ क्राइटेरिया बन गया, स्टेट ने एक कैबिनेट से डिसीजन ले लिया तो असं 58 तो बाद एक दिन भी किसी को नौकरी नहीं कर देनी, तो फिर किसी लिए स्पैशल चांस क्यों। ठीक है। दूसरी गल, मंत्री जो जो ईमानदार होवे ओदे थल्ले काम करने वाले ईमानदार होण तो दिनां च सुधार हो सकता, पर बद किस्मती ये कुछ नहीं होना। ये जो कुछ चल रहा ये इत्थे ही चलना, ये रफड़ इसे तरह चलना, चाहे चीज जस्टिस रौला पवे, जो कुछ मर्जी पवे, जिहदा डंडा कायम आ वो बचेगा, बाकी सारे निगले जाणगे। बिल्कुल। कोले की दलाली च जिहदा डंडा कायम है, पंजाबियों नूं 550 करोड़ रुपए का होर थुक लग गया। साडे इन्हां प्रोग्रामां दे स्पॉन्सर ने यूनियन विलेज ट्रक स्टॉप ते नाल इंडियन रेस्टोरेंट, जिथे देसी घिओ दे परौंठे दही नाल छको छकाओ ते नाल ट्रक धुआओ डीजल पवाओ। ਤੇ ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਐਡਰੈਸ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਦਾ 2201 100 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਅਦਾਰਾ ਤੇ ਜਿਨ੍ਹਾਂ ਦਾ ਨੰਬਰ ਹੈ 661 304 7500 661 304 7500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਤੇ ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਥ ਤਰਸੇਮ ਸਿੰਘ ਗਿੱਲ, ਜੋ ਕਿ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਂਸਿਲਵੇਨੀਆ ਦਾ, ਉੱਥੇ ਵਸਦੇ ਨੇ, ਅਮਰੀਕਾ ਦੇ ਪੜ੍ਹੇ ਲਿਖੇ ਨੇ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਹੈ ਜਿਹੜੀ ਭਰਵਾ ਸਕਦੇ ਹੋ। ਤੇ ਇਸ ਦੌਰਾਨ ਤੁਸੀਂ ਕੋਈ ਇਮੀਗ੍ਰੇਸ਼ਨ ਦਾ ਕੰਮ ਹੈ, ਗ੍ਰੀਨ ਕਾਰਡ ਹੈ, ਵਰਕ ਪਰਮਿਟ ਹੈ ਜਾਂ ਸਪਾਊਸ ਕੇਸ ਹੈ, ਉਹ ਸੇਵਾਵਾਂ ਵੀ ਤੁਸੀਂ ਲੈ ਸਕਦੇ ਹੋ ਤਰਸੇਮ ਸਿੰਘ ਗਿੱਲ ਹੋਰਾਂ ਕੋਲੋਂ। ਸਾਡਾ ਜ਼ਿਕਰ ਕਰਨ ਤੇ ਹੋਰ ਰਹਿਤ ਰਹੂੰਗਾ ਮਿਲੇਗਾ, ਕਿਉਂਕਿ ਆਪਣੇ ਪੁਰਾਣੇ ਸਰੋਤੇ ਨੇ ਬਾਈ ਜੀ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ। ਨੰਬਰ ਹੈ 484 764 9861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ ਹੋਰਾਂ ਦਾ। ਇਸੇ ਤਰ੍ਹਾਂ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ, 1801 ਇਹਨਾਂ ਦਾ ਵਾਸ਼ਿੰਗਟਨ ਦੇ ਵਿੱਚ ਹੈ ਆਰਲਿੰਗਟਨ ਫਿਊਲ ਸਟਾਪ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਫ੍ਰੀ ਕਾਫੀ, ਈਮੇਲ, ਫੈਕਸ ਤੇ ਫ੍ਰੀ ਟਰੱਕ ਪਾਰਕਿੰਗ ਲੈ ਸਕਦੇ ਹੋ ਤੇ ਟਰੱਕਾਂ ਦਾ ਸਮਾਨ ਸਮਗਰੀ ਤੋਂ ਖਰੀਦ ਸਕਦੇ ਹੋ। ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208, ਇਹ ਵਾਸ਼ਿੰਗਟਨ ਸਟੇਟ 'ਚ ਹੈ। ਦੂਜੀ ਲੋਕੇਸ਼ਨ ਇਹਨਾਂ ਦੀ ਹੈਗੀ ਸੁਰਿੰਦਰ ਬਾਈ ਜੀ ਕੈਲੀਫੋਰਨੀਆ ਦੇ ਵਿੱਚ, ਉਹ ਹੈ ਲੌਸਟੇਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟੇਲ 278 ਐਗਜ਼ਿਟ ਤੇ। ਇੱਥੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਹੈ ਤੇ ਇੱਥੇ ਤੁਹਾਨੂੰ ਲਿਕਰ ਸ਼ਰਾਬ ਵੀ ਮਿਲੇਗੀ, ਸਦਉਪਯੋਗ ਕਰੋ, ਇਹ ਫ੍ਰੀ ਨਹੀਂ ਹੈ। ਤੇ ਇਸੇ ਦੌਰਾਨ ਅਲੋਮਾ ਲੌਸਟੇਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟੇਲ ਐਗਜ਼ਿਟ 278, ਇਹ ਕੈਲੀਫੋਰਨੀਆ ਦੀ ਲੋਕੇਸ਼ਨ ਹੈ। ਇਸ ਤੋਂ ਇਲਾਵਾ ਡੈਲਟਾ ਫਿਊਲ ਕੰਪਨੀ, ਮੋਬਿਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨ ਓਨਰ ਆਪਰੇਟਰ ਵੀਰ ਫਿਊਲ ਫਰੈਂਚਾਈਜ਼ ਲੈ ਸਕਦੇ ਨੇ। ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ, ਗੱਲਬਾਤ ਕਰਨੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਹੋਰਾਂ ਦਾ ਨੰਬਰ ਹੈ 425 232 84 13 425 232 8413। ਸੋਮਵਾਰ ਤੋਂ ਸ਼ਨੀਵਾਰ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ, ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਆਪਾਂ ਲਾਈਵ ਹੁੰਦੇ ਹਾਂ। ਰਾਜਨੀਤਿਕ ਚਰਚਾ ਦੇ ਵਾਸਤੇ ਬਾਈ ਜੀ ਸੁਰਿੰਦਰ ਸਿੰਘ ਜੁੜਦੇ ਨੇ ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ। ਉੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਐਪਸ ਨੂੰ ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ YouTube Facebook ਪੇਜ ਦਾ ਲਿੰਕ ਮਿਲੇਗਾ, ਉਹ ਵੀ ਇੰਸਟਾਲ ਕਰੋ, ਸ਼ੇਅਰ ਕਰੋ, ਅੱਗੇ ਲਾਈਕ ਕਰੋ ਜਿੰਨੀ ਦੇਰ ਚੱਲਦਾ। ਉੱਥੇ ਤੁਹਾਨੂੰ ਰਿਕਾਰਡਡ ਪ੍ਰੋਗਰਾਮਾਂ ਦੀ ਸੂਚੀ ਮਿਲੇਗੀ ਤੇ ਲਾਈਵ ਵੀ ਕਰਦੇ ਆ ਉੱਥੋਂ। ਤੇ ਸਾਡੇ ਨਾਲ ਕੋਈ ਗੱਲ ਕਰਨੀ ਹੈ, WhatsApp ਤੇ ਪ੍ਰੋਗਰਾਮ ਮੰਗਾਉਣਾ ਇਸ ਤੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਤਾਂ ਆਪਣਾ ਨੰਬਰ ਹੈ 98 763 09655 9876309655। ਉਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਜਾਂ Facebook ਦੇ ਜ਼ਰੀਏ ਬਾਈ ਜੀ ਸੁਰਿੰਦਰ ਸਿੰਘ ਹੋਰਾਂ ਨਾਲ ਸੰਪਰਕ ਕੀਤਾ ਜਾ ਸਕਦਾ। ਇਹਨਾਂ ਤੋਂ ਪੁੱਛ ਕੇ ਤੁਹਾਨੂੰ ਇਹਨਾਂ ਦਾ ਨੰਬਰ ਵੀ ਦੇ ਦਿਆਂਗੇ, ਜਾਂ ਜੇ ਕਿਸੇ ਨੂੰ ਜ਼ਰੂਰਤ ਹੈ ਮੇਰੇ ਤੋਂ ਲੈ ਸਕਦੇ ਹੋ। ਤੇ ਸੁਰਿੰਦਰ ਵੀਰ, ਕੋਲੇ ਦੀ ਦਲਾਲੀ 'ਚ ਮੂੰਹ ਕਾਲਾ। ਹੁਣ ਜਿਹੜੀਆਂ ਅੰਡਾਨੀਆਂ ਨੇ ਉੱਥੇ ਕੋਲੇ ਦੀਆਂ ਕੁਲੱਬਰੀਆਂ ਲਈਆਂ ਨੇ, ਕੋਲੇ ਦੀਆਂ ਖਾਣਾ ਆਸਟ੍ਰੇਲੀਆ 'ਚ ਲਈਆਂ ਨੇ, ਮੋਦੀ ਸਾਹਿਬ ਨੇ ਦਵਾਈਆਂ ਨੇ। ਹਾਲਾਂਕਿ ਆਸਟ੍ਰੇਲੀਆ ਦੇ ਲੋਕ ਵੀ ਵਿਰੋਧ ਕਰ ਰਹੇ ਨੇ ਕਿ ਅੰਡਾਨੀ ਉੱਥੇ ਵੀ ਗੰਦ ਪਾ ਰਿਹਾ, ਵਾਤਾਵਰਨ ਖਰਾਬ ਕਰ ਰਿਹਾ। ਬੜੇ ਮੁਜ਼ਾਹਰੇ ਆਸਟ੍ਰੇਲੀਆ 'ਚ ਹੋਏ ਅੰਡਾਨੀ ਦੀਆਂ ਕੋਲਾ ਖਾਣਾ ਦੇ ਬਾਰੇ,
ਪਰ ਉੱਥੋਂ ਹੁਣ ਕੋਲਾ ਪੰਜਾਬ ਨੂੰ ਆਉਣਾ ਸ਼ੁਰੂ ਹੋ ਗਿਆ, ਕਿਉਂਕਿ ਹੁਣ ਜਿਵੇਂ ਬਿਜਲੀ ਬਿੱਲ ਇਸ ਹਫ਼ਤੇ ਆਉਣਾ, ਉਹਦੇ ਤੇ ਵੀ ਆਪਾਂ ਥੋੜੀ ਜਿਹੀ ਚਰਚਾ ਕਰਾਂਗੇ। ਇਹ ਬਿਜਲੀ ਸਬਸਿਡੀ ਬਿੱਲ ਆਉਣਾ, ਇਸ ਤੋਂ ਬਾਅਦ ਵੱਡੇ ਪੱਧਰ ਤੇ ਪਾਵਰ ਪਲਾਂਟ ਇੰਡੀਆ 'ਚ ਹੋਰ ਲਵਾ ਜਾਣੇ ਮੋਦੀ ਸਾਹਿਬ ਨੇ, ਕਿਉਂਕਿ ਕੋਲਾ ਆਸਟ੍ਰੇਲੀਆ ਤੋਂ ਜਾਂ ਹੋਰ ਮੁਲਕਾਂ ਤੋਂ ਅਡਾਨੀਆਂ ਦਾ ਆਉਣਾ। ਪੰਜਾਬ ਦੇ ਵਿੱਚ ਜਿਹੜਾ ਇੰਡੀਆ ਦੇ ਵਿੱਚ ਕੋਲਾ, ਇਸ ਕੋਲੇ ਨੂੰ ਰਿਜੈਕਟ ਕਰ ਦਿੱਤਾ ਗਿਆ ਪੰਜਾਬ ਦੀਆਂ ਇਹਨਾਂ ਪ੍ਰਾਈਵੇਟ ਥਰਮਲਾਂ ਨੇ। ਇਹ ਕਹਿੰਦੇ ਪੰਜਾਬ ਇੰਡੀਆ ਵਾਲਾ ਕੋਲਾ ਵਧੀਆ ਨਹੀਂ, ਬਾਹਰੋਂ ਕੋਲਾ ਮੰਗਵਾਇਆ। ਮੈਨੂੰ ਯਾਦ ਆ ਜਦੋਂ ਅਸੀਂ ਕੋਲੇ ਦਾ ਕੰਮ ਕਰਦੇ ਸੀ ਗੁਹਾਟੀ ਟਰੱਕਾਂ ਦਾ, ਉਦੋਂ ਵੀ ਆਸਟ੍ਰੇਲੀਆ ਤੋਂ ਕੋਲਾ ਗਾਂਧੀ ਹੋਰਾਂ ਨੇ ਜਾਂ ਹੋਰ ਲੋਕਾਂ ਨੇ ਕੁਝ ਮੰਗਵਾਇਆ ਸੀ, ਕੁਝ ਲੋਕਾਂ ਨੇ, ਤੇ ਉਹ ਪਰ ਕੋਲਾ ਕਾਮਯਾਬ ਨਹੀਂ ਸੀਗਾ, ਬਹੁਤ ਪ੍ਰਦੂਸ਼ਣ ਫੈਲਾਉਂਦਾ ਸੀ। ਪਰ ਹੁਣ ਇਹਨਾਂ ਕੰਪਨੀਆਂ ਨੇ ਕੀ ਕੀਤਾ, ਖਾਸ ਕਰਕੇ ਵਿਦੰਤਾ ਵਾਲਿਆਂ ਨੇ, ਜਿਹੜਾ ਥਰਮਲ ਪਲਾਂਟ ਆ, ਇਹਨਾਂ ਨੇ ਕਹਿੰਦੇ ਅਸੀਂ ਵਿਦੇਸ਼ ਤੋਂ ਕੋਲਾ ਲਿਆ ਕੇ ਬਾਲਿਆ, ਉਹ ਕੋਲਾ ਕਿ ਮਹਿੰਗਾ ਪੈਂਦਾ, ਇਸ ਕਰਕੇ ਸਾਨੂੰ ਹੋਰ ਪੈਸੇ ਦਿਓ। ਜਿਹੜੀ ਪਾਵਰਕਾਮ ਹੈ, ਪੰਜਾਬ ਦਾ ਜੋ ਬਿਜਲੀ ਬੋਰਡ ਦਾ ਅਦਾਰਾ ਹੈ, ਪਾਵਰਕਾਮ ਨੇ ਰਿਜੈਕਟ ਕਰ ਦਿੱਤਾ ਕਿ ਅਸੀਂ ਤਾਂ ਬਿਜਲੀ ਲੈਣੀ ਹੈ, ਕੋਲਾ ਜਿਹੜਾ ਮਰਜ਼ੀ ਭਾਵੇਂ ਲੱਕੜ ਵਾਲੋ ਭਾਵੇਂ ਕੁਸ ਵਾਲੋ, ਇਹ ਤੁਹਾਡੀ ਹੈਡੇਕ ਹੈ, ਅਸੀਂ ਹੁਣ ਬਾਲਣ ਦੇ ਵੀ ਪੈਸੇ ਕਿਉਂ ਦਈਏ। ਪਰ ਅਗਲੇ ਦਾ ਭਾਈ ਹੱਥ ਪੈਂਦਾ, ਕਿਉਂਕਿ ਜਦੋਂ ਇਹਨਾਂ ਨੂੰ NGT ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਧੂਆਂ ਫੈਲਾਉਣ ਦੀ ਬਿਨਾਹ ਤੇ ਜੁਰਮਾਨਾ ਕੀਤਾ ਸੀ ਕਿ ਜਿਹੜਾ ਕੋਲਾ ਇਹਨੂੰ ਧੋ ਕੇ ਵਰਤੋ। ਸੋ ਕੋਲੇ ਦੀ ਧੁਆਈ ਦਾ 1350 ਕਰੋੜ ਰੁਪਈਆ ਪੰਜਾਬੀਆਂ ਦੇ ਸਿਰ ਪਿਆ ਸੀ, ਕਿਉਂਕਿ ਪੰਜਾਬ ਸਰਕਾਰ ਦੇ ਕੈਪਟਨ ਸਾਹਿਬ ਦੇ ਵਕੀਲ ਅਤੁਲ ਨੰਦਾ ਪੇਸ਼ੀ ਤੇ ਹੀ ਨਹੀਂ ਸੀ ਗਏ। ਸੋ 1350 ਕਰੋੜ ਰੁਪਈਆ ਕੋਲੇ ਦੀ ਧੁਆਈ ਦਾ ਵੀ ਪੰਜਾਬੀਆਂ ਦੇ ਸਿਰ। ਹੁਣ ਇਹ 550 ਕਰੋੜ ਰੁਪਈਆ ਵੀ ਪੰਜਾਬੀਆਂ ਦੇ ਸਿਰ ਪੈ ਗਿਆ। ਭਗਵੰਤ ਮਾਨ ਨੇ ਇਸ ਦਾ ਵਿਰੋਧ ਕੀਤਾ ਕਿ ਇਹ ਸਾਰੇ ਬਿਜਲੀ ਸਮਝੌਤੇ ਕੀਤੇ ਨੇ ਜੋ ਉਹਨਾਂ ਦਾ ਖਮਿਆਜਾ, ਕਿਉਂਕਿ ਪਹਿਲੀ ਸਰਕਾਰ ਨੇ, ਅਕਾਲੀਆਂ ਨੇ ਜਿਹੜੇ ਸਮਝੌਤੇ ਕੀਤੇ ਨੇ, ਉਹਨਾਂ ਦੀ ਬਿਨਾਹ ਤੇ ਅਜਿਹੇ ਕਾਨੂੰਨ ਨੇ ਕਿ ਇਹ ਜੋ ਮਰਜ਼ੀ ਕਰਨ, ਕੋਲਾ ਜਿੱਥੋਂ ਮਰਜ਼ੀ ਲਿਆਉਣ, ਇਹਨਾਂ ਨੂੰ ਕੋਈ ਵੀ ਸਰਕਾਰ ਚੈਲੰਜ ਨਹੀਂ ਕਰ ਸਕਦੀ। ਕੱਲ ਨੂੰ ਕਹਿਣਗੇ ਅਸੀਂ ਤਾਂ ਕੋਲਾ ਹੋਰ ਦੂਰੋਂ ਮੰਗਵਾਇਆ, ਹੋਰ ਪੈਸੇ ਦਿਓ, ਜਾਣੀ ਕਿ ਇਹਨਾਂ ਨੂੰ ਦੇਣੇ ਪੈਣੇ ਆ। ਸੋ ਇਸ ਸੰਬੰਧੀ ਪਾਵਰਕਾਮ ਨੇ ਇਹ ਪੈਸਾ ਦੇਣੋਂ ਨਾ ਕਰ ਦਿੱਤੀ ਸੀ। ਤੇ ਇਹ ਜਿਹੜਾ ਸਿਲਸਿਲਾ ਹੈ ਕਿ ਪਾਵਰਕਾਮ ਦੇ ਇਸ ਫੈਸਲੇ ਦੇ ਖਿਲਾਫ ਇਹ ਲੋਕ ਟ੍ਰਿਬਿਊਨਲ ਕੋਲ ਗਏ ਸੀ। ਅਪੀਲੀ ਟ੍ਰਿਬਿਊਨਲ ਨੇ ਪੰਜਾਬ ਸਰਕਾਰ ਦੇ ਜਾਂ ਪਾਵਰਕਾਮ ਦੇ ਫੈਸਲੇ ਨੂੰ ਰੱਦ ਕਰਦਿਆਂ ਘੁਰਕੀ ਦੇਤੀ ਪੰਜਾਬ ਪਾਵਰਕਾਮ ਨੂੰ ਕਿ ਇਸ ਵਿਦੰਤਾ ਵਾਲੇ ਥਰਮਲ ਪਲਾਂਟਾਂ ਨੂੰ 550 ਕਰੋੜ ਰੁਪਈਆ ਅਦਾ ਕਰੋ। ਤੇ ਇਸ ਸੰਬੰਧੀ ਕੋਲੇ ਦੀ ਧੁਆਈ, ਕੋਲੇ ਦੀ ਗੁਣਵੱਤਾ ਨਾਲ ਜੁੜੇ ਲਗਭਗ 3400 ਕਰੋੜ ਰੁਪਏ ਪ੍ਰਾਈਵੇਟ ਥਰਮਲਾਂ ਨੂੰ ਦੇਣ ਦੀ ਹਦਾਇਤ ਕਰ ਦਿੱਤੀ ਹੈ। ਤੇ ਇਹ 550 ਕਰੋੜ ਰੁਪਈਆ ਆਸਟ੍ਰੇਲੀਆ ਵਾਲੇ ਦਾ ਤੇ ਬਾਕੀ ਕੋਲੇ ਦੀ ਧੁਆਈ ਦੇ ਮਿਲਾ ਕੇ 3400 ਕਰੋੜ ਰੁਪਈਆ ਪਾਵਰਕਾਮ ਨੂੰ ਹੁਕਮ ਦਿੱਤਾ ਕਿ ਤੁਸੀਂ ਇਹ 3400 ਕਰੋੜ ਰੁਪਈਆ ਇਹਨਾਂ ਕੰਪਨੀਆਂ ਨੂੰ ਦੇਵੋ। ਅਸਲ ਦੇ ਵਿੱਚ ਇਹ ਜਿਹੜਾ ਬਣਦਾ ਤਾਂ ਇਸ ਤੋਂ ਘੱਟ ਸੀਗਾ, 472 ਕਰੋੜ ਬਣਦਾ ਸੀ ਵਿਦੇਸ਼ੀ ਕੋਲੇ ਦੇ ਭਾਅ 'ਚ, ਜੋ ਫਰਕ ਸੀ ਇੰਡੀਆ ਵਾਲੇ ਕੋਲੇ ਨਾਲੋਂ। ਪਰ ਲੇਟ ਪੇਮੈਂਟ ਸਰਚਾਰਜ ਪਤਾ ਕਿੰਨਾ ਪਿਆ? 80 ਕਰੋੜ, ਕਿ ਤੁਸੀਂ ਟਾਈਮ ਸਿਰ ਇਹਦੀ ਕੀਮਤ ਨਹੀਂ ਦਿੱਤੀ 472 ਕਰੋੜ ਦੀ, ਇਸ ਕਰਕੇ ਤੁਹਾਨੂੰ 80 ਕਰੋੜ ਰੁਪਈਆ ਹੋਰ ਦੇਣਾ ਪਏਗਾ। ਤੇ ਕੁੱਲ ਮਿਲਾ ਕੇ 550 ਕਰੋੜ ਰੁਪਈਆ ਪਾਵਰਕਾਮ ਨੂੰ ਵਿਦੇਸ਼ੀ ਕੋਲੇ ਦਾ ਦੇਣਾ ਪਏਗਾ ਤੇ 550 ਇਹ ਤੇ ਬਾਕੀ ਕੋਲੇ ਦੀ ਧੁਆਈ ਦਾ ਰਲਾ ਕੇ 3400 ਕਰੋੜ ਰੁਪਈਆ ਹੁਣ ਕਪਤਾਨ ਸਾਹਿਬ ਦੀ ਪਾਵਰਕਾਮ ਨੂੰ ਇਹਨਾਂ ਵਿਦੰਤਾ ਥਰਮਲ ਪਲਾਂਟਾਂ ਨੂੰ ਦੇਣਾ ਹੋਏਗਾ। ਇਹ ਸਰਦਾਰ ਕਹਿੰਦੇ ਅਸੀਂ ਫ੍ਰੀ ਦੇਵਾਂਗੇ ਬਿਜਲੀ, ਸਿੱਧੂ ਸਾਹਿਬ ਕਹਿੰਦੇ ਕਿੱਥੋਂ ਫ੍ਰੀ ਦੇਣਗੇ? ਉਹਦਾ ਤਾਂ ਦਿਵਾਲਾ ਨਿਕਲ ਗਿਆ ਜਿਹੜੇ ਇਹ ਸਮਝੌਤੇ ਕੀਤੇ ਨੇ। ਆ ਦੇਖ ਲਓ ਕੀ ਸਥਿਤੀ ਬਣ ਰਹੀ ਹੈ। ਵਿਦੇਸ਼ੀ ਕੋਲੇ ਦਾ ਰੇਟ ਵੀ ਇਹਨਾਂ ਨੂੰ ਭੁਗਤਣਾ ਪੈਂਦਾ, ਕਿਉਂਕਿ ਵਿਦੇਸ਼ੀ ਕੋਲਾ ਅਡਾਨੀਆਂ ਦਾ ਜਿਹੜਾ ਇੱਥੇ ਲਿਆ ਕੇ ਫੂਕਣਗੇ, ਤੇ ਇਹ ਫਿਰ ਇੰਡੀਆ ਦੀ ਜਿਹੜੀ ਭਾਰਤ ਕੋਲ ਲਿਮਟਿਡ ਹੈ ਉਹਦੇ ਤੋਂ ਕਿਉਂ ਖਰੀਦਣਗੇ? ਜਿੱਥੇ ਇਹਨਾਂ ਦਾ ਆਪਣਾ ਸਸਤਾ ਵਿਦੇਸ਼ਾਂ 'ਚੋਂ ਮਿਲਦਾ ਉੱਥੇ ਲਿਆ ਕੇ ਇੱਥੇ ਸਿੱਟਣਗੇ ਇਹ। ਜੀ ਸੁਰਿੰਦਰ ਵੀਰ, ਇਹ ਤਾਂ ਉਹ ਹਾਲਤ ਹੋਈ ਕਿ ਬਾਪੂ ਦੀ ਮਰਜ਼ੀ ਦੇ ਖਿਲਾਫ ਵਿਦੇਸ਼ ਤੋਂ ਮੇਮ ਲੈ ਆਂਦੀ ਤੇ ਲਿਆ ਕੇ ਬਾਅਦ 'ਚ ਕਹਿੰਦਾ ਬਾਪੂ ਇਹਦਾ ਖਰਚਾ ਚੱਕ, ਜੇ ਬਾਪੂ ਆਪ ਨਹੀਂ ਬੈਠਾ ਭਾਈ ਖਰਚਾ ਚੱਕ। ਹਾਂ ਕਹਿੰਦਾ ਬਾਪੂ ਇਹਦਾ ਖਰਚਾ ਚੱਕ, ਇਹ ਪੰਜਾਬ ਵਾਲੀ ਨਾਲ ਮਹਿੰਗੀ ਪੈਂਦੀ, ਖਰਚਾ ਤੈਨੂੰ ਚੱਕਣਾ ਪੈਣਾ ਹੁਣ। ਪਰ ਬਾਪੂ ਨੇ ਪੁਆੜੇ ਪਾਏ ਨੇ ਨਾ, ਬਾਪੂ ਨੇ ਲਾਹੌਰ ਵਾਲੀ ਲਿਆਂਦੀ ਹੈ, ਅਗਲਾ ਕਹਿੰਦਾ ਮੈਂ ਵੀ ਲਿਆਉਂ। ਠੀਕ ਹੈ, ਹੁਣ ਇਹ ਸਿਆਪਾ ਇਹ 2016 ਅਗਸਤ ਸਤੰਬਰ ਦਾ, ਠੀਕ ਹੈ, ਇਹ ਉਦੋਂ ਸ਼ੁਰੂ ਹੋਇਆ 2017 ਤੱਕ ਆਇਆ। ਉਹ 12-13 ਮਹੀਨੇ ਦਾ ਇਹ ਰੌਲਾ ਵਾ। ਠੀਕ ਹੈ, ਹੁਣ ਗੱਲ ਤੇ ਆ ਵੀ ਉਹਦੇ 'ਚ ਜ਼ਿਆਦਾ ਜਿਹੜਾ ਸੀ ਉਹ ਅੱਧਾ ਸਾਲ ਪਿਛਲੀ ਸਰਕਾਰ ਦਾ ਤੇ ਅੱਧਾ ਇਹਨਾਂ ਦਾ। ਠੀਕ ਹੈ, ਹੁਣ ਸਿਆਪਾ ਤੇ ਆ ਕਿ ਜਦੋਂ ਸਾਰੇ ਪੁੱਠੇ ਕੰਮ ਸਮਝੌਤੇ ਗਲਤ ਨੇ। ਹੁਣ ਬਗੈਰ ਬਿਜਲੀ ਪੈਦਾ ਕੀਤੇ ਤੋਂ, ਬਗੈਰ ਬਿਜਲੀ ਸਪਲਾਈ ਕੀਤੇ ਤੋਂ, ਬਗੈਰ ਬਿਜਲੀ ਖਰੀਦੇ ਤੋਂ, ਤਿੰਨ ਚੀਜ਼ਾਂ ਅਲੱਗ-ਅਲੱਗ ਨੇ।
ਇੱਕ ਤੇ ਆ ਕਿ ਚਲੋ ਉਹ ਕਹਿੰਦੇ ਜੀ ਅਸੀਂ ਬਿਜਲੀ ਦੇਣ ਲਈ ਤਿਆਰ ਆ, ਸੂਬਾ ਸਰਕਾਰ ਕਹਿੰਦੀ ਸਾਨੂੰ ਜ਼ਰੂਰਤ ਨਹੀਂ ਆ, ਉਹਦੇ ਪੈਸੇ ਦੇਣੇ ਪੈ ਗਏ। ਠੀਕ ਹੈ, ਉਹਨਾਂ ਨੇ ਬਿਜਲੀ ਪੈਦਾ ਹੀ ਨਹੀਂ ਕੀਤੀ, ਫਿਰ ਵੀ ਪੈਸੇ ਦੇਣੇ ਪੈ ਰਹੇ ਨੇ। ਸੂਬਾ ਸਰਕਾਰ ਕਹਿੰਦੀ ਸਾਨੂੰ ਬਿਜਲੀ ਚਾਹੀਦੀ, ਉਹ ਕਹਿੰਦੇ ਜੀ ਸਾਡੇ ਫਾਲਟ ਆ, ਪਰ ਪੈਸੇ ਫਿਰ ਵੀ ਦੇਣੇ ਪੈ ਰਹੇ ਨੇ, ਉਹ ਵੀ ਪੀਕ ਸੀਜ਼ਨ 'ਚ ਦੇਣੇ ਪੈ ਰਹੇ ਨੇ। ਠੀਕ ਹੈ, ਫਿਰ ਸਮਝੌਤੇ ਕਿੱਦਾਂ ਦੇ ਨੇ? ਠੀਕ ਹੈ, ਹੁਣ ਇਸ ਤੋਂ ਬਾਅਦ ਹੁਣ ਕੋਲਾ, ਜਿਹੜਾ ਮਾੜਾ ਕੋਲਾ ਲਿਆਂਦਾ, ਪਹਿਲੇ ਕੋਲੇ ਦੀ ਢੁਆਈ ਦੇ ਪੈਸੇ ਲੈ ਲੈ। ਠੀਕ ਹੈ, ਹੁਣ ਬਾਪੂ ਤਾਂ ਸਾਰਾ ਦਿਨ ਚਾਦਰਾ ਲਾ ਕੇ ਉਹ ਕਹਿੰਦਾ ਯਾਰ ਮੈਂ ਤਾਂ ਮਰ ਗਿਆ, ਤੂੰ ਇਹ ਵਿਦੇਸ਼ੋਂ ਚੰਗੀ ਲਿਆਈ, ਸਾਰਾ ਦਿਨ ਮੈਨੂੰ ਬਾਜ਼ਾਰ ਦੇ ਗੇੜੇ ਲਵਾਈ ਜਾਂਦਾ ਸਵੇਰ ਤੋਂ ਸ਼ਾਮ ਤੱਕ। ਠੀਕ ਹੈ, ਮੇਰੀ ਤਿਜੋਰੀ 'ਚ ਛੱਡਿਆ ਕੱਖ ਨਹੀਂਗਾ। ਠੀਕ ਹੈ, ਚੰਗੀ ਚੰਗੀ ਸੀਗੀ ਤੇ ਪੱਖੀ ਝੱਲ ਕੇ ਗੁਜ਼ਾਰਾ ਕਰ ਲੈਂਦੇ। ਜਿਹੜੀ ਆਪਣੇ ਵਾਲੀ ਸੀ ਮੈਂ ਥਰਮਲ ਪਲਾਂਟ, ਉਹ ਸਰਦਾਰਾਂ ਨੇ ਢਾਹ ਲਏ, ਘਰੋਂ ਢਾਹਤੇ, ਕਹਿੰਦੇ ਵਧੀਆ ਨਹੀਂ ਹੈਗੀ, ਵਿਦੇਸ਼ੀ ਲਿਆਉਣੇ, ਪ੍ਰਾਈਵੇਟ ਲਿਆਉਣੇ। ਮੈਂ ਉਹੀ ਜਿਹੜੀ ਬਾਪੂ ਜਿਹੜੀ ਵਿਚੋਲੇ ਪਹਿਲਾਂ ਕਰਾਉਂਦੇ ਸੀ ਕਿ ਇੱਥੋਂ ਵਾਲੀ ਲੈ ਲਾ ਭਾਈ, ਗੁਜ਼ਾਰਾ ਕਰ ਲਾ ਜਿੰਨੀ ਕੁ ਜੋਗੇ, ਆਪਣੀ ਔਕਾਤ 'ਚ ਰਵੋ, ਉਹ ਨਹੀਂ ਗਏ ਤੇ ਵਿਦੇਸ਼ ਵਾਲੀ ਮਗਰ ਪੈ ਗਏ। ਹੁਣ ਵਿਦੇਸ਼ ਵਾਲੀ ਨੇ ਤਾਂ ਕੰਗਾ ਕਰਾਉਣਾ ਸੀਗਾ। ਠੀਕ ਆ, ਹੁਣ ਵਿਦੇਸ਼ਾਂ ਵਾਲੇ ਤਾਂ ਹੀ ਕੁਛ ਹੋਣਾ ਸੀਗਾ, ਉਹ ਕੰਗਾ ਹੋ ਗਿਆ ਹੁਣ। ਠੀਕ ਹੈ, ਹੁਣ ਕੀ ਸੀਗਾ ਕਿ ਪਹਿਲਾਂ ਕੇਸ ਜਿਹੜਾ ਸੀਗਾ ਉਹ ਰੈਗੂਲੇਟਰੀ ਕਮਿਸ਼ਨ ਕੋਲੇ ਆਇਆ, ਪੰਜਾਬ ਕੋਲੇ, ਇਹਨਾਂ ਨੇ ਉਹ ਕੇਸ ਰਿਜੈਕਟ ਕੀਤਾ, ਮੁੜ ਕੇ ਉਹ ਜਿਹੜਾ ਸੀ ਉਹ ਇੰਡੀਆ ਕੋਲ ਚਲ ਗਿਆ। ਇਹੀ ਕੁਛ ਤਾਂ ਜਿਹੜਾ ਨਵਾਂ ਕਾਨੂੰਨ ਆ ਰਿਹਾ ਬਿਜਲੀ ਸੰਬੰਧੀ 2020 ਵਾਲਾ ਨਾ, ਜਿਹੜਾ 21 'ਚ ਲਿਆ ਰਹੇ, ਉਹਦੇ 'ਚ ਵੀ ਇਹੀ ਕੁਛ ਆ ਕਿ ਸਟੇਟ ਕੋਲੋਂ ਸਾਰੀਆਂ ਪਾਵਰਾਂ ਖੋਹ ਲੈਣੀਆਂ ਨੇ। ਜਿਹੜੀ ਸਟੇਟ ਕੋਲੇ ਅਪੀਲ ਲੱਗਦੀ ਉਹ ਲੱਗਣੀ ਨਹੀਂ, ਸਿੱਧਾ ਭਾਰਤ ਸਰਕਾਰ ਫੈਸਲਾ ਕਰੇਗੀ ਕਿ ਕਿਹੜੇ ਥਰਮਲ ਤੋਂ ਕਿਹਨੇ ਬਿਜਲੀ ਖਰੀਦਣੀ, ਕਿਹੜੀ ਸਟੇਟ ਨੇ ਤੇ ਕਿਸ ਰੇਟ ਤੇ ਖਰੀਦਣੀ ਹੈ। ਠੀਕ ਹੈ, ਪਹਿਲੀ ਗੱਲ। ਦੂਜੀ ਗੱਲ ਉਹਦੇ 'ਚ ਕੀ ਆ ਕਿ ਕੱਲ ਨੂੰ ਕਿਸ ਰੇਟ ਤੇ ਅੱਗੇ ਬਿਜਲੀ ਸਪਲਾਈ ਦੇਣੀ ਆ, ਚਾਹੇ ਉਹ ਕਿਸਾਨਾਂ ਨੂੰ ਦੇਣੀ ਆ, ਚਾਹੇ ਘਰੇਲੂ ਵਰਤੋਂ ਲਈ ਦੇਣੀ, ਚਾਹੇ ਵਪਾਰਕ ਲਈ ਦੇਣੀ, ਚਾਹੇ ਸ਼ਹਿਰੀ ਲਈ ਦੇਣੀ, ਜਿੱਥੇ ਮਰਜ਼ੀ ਦੇਣੀ, ਉਹਦਾ ਵੀ ਰੇਟ ਜਿਹੜਾ ਉਹ ਨਵਾਂ ਕਾਨੂੰਨ ਆਏਗਾ ਉਹਦੇ ਮੁਤਾਬਕ ਸਿੱਧਾ ਕੇਂਦਰ ਦੇ ਹੱਥ 'ਚ ਹੋਏਗਾ। ਠੀਕ ਹੈ, ਹੁਣ ਸਮੱਸਿਆ ਖੜੀ ਹੋਈ ਹੈ ਕਿ ਉਹ ਨਵੇਂ ਕਾਨੂੰਨ 'ਚ ਇੰਨਾ ਕੁ ਉਲਝਾ ਦਿੱਤਾ ਗਿਆ ਤੇ ਪੁਰਾਣਾ ਕਾਨੂੰਨ ਸਾਡੇ ਤੋਂ ਸਾਂਭਿਆ ਨਹੀਂ ਜਾ ਰਿਹਾ। ਹੁਣ ਫਿਰ ਹਾਲਾਤ ਤਾਂ ਇਹ ਬਣਨੇ ਨੇ, ਗਲਤ ਸਮਝੌਤੇ ਨੇ ਤੇ ਗਲਤ ਸਮਝੌਤਿਆਂ ਤੇ ਹੁਣ ਉਧਰ ਪਹਿਲਾਂ 200 ਯੂਨਿਟ ਦਿੰਦੇ ਸੀ, SC ਨੂੰ ਦਿੰਦੇ ਸੀ, BC ਨੂੰ ਦਿੰਦੇ ਸੀ, BPL ਨੂੰ ਦਿੰਦੇ, ਸੁਤੰਤਰ ਸੈਨਾਨੀਆਂ ਨੂੰ ਦਿੰਦੇ ਸੀ। ਉਹਦੇ ਬਾਅਦ ਕੇਜਰੀਵਾਲ ਸਾਹਿਬ ਆਏ, ਉਹ ਕਹਿੰਦੇ 300 ਯੂਨਿਟ ਦਊ। ਅਨਮੋਲ ਗਗਨ ਮਾਨ ਉੱਠੀ, ਉਹ ਕਹਿੰਦੀ ਨਹੀਂ ਜੀ ਕੇਜਰੀਵਾਲ ਸਾਹਿਬ ਨੂੰ ਦੱਸਣ ਨਹੀਂ ਆ, ਇਹ ਤਾਂ 600 ਯੂਨਿਟ ਦੇਾਂਗੇ। ਸੁਖਬੀਰ ਸਿੰਘ ਬਾਦਲ ਆਇਆ, ਉਹਨੇ 400 ਯੂਨਿਟ ਦਾ ਦਾਵਾ ਠੋਕਤਾ। ਤੇ ਉਧਰ ਆਇਆ ਨਵਜੋਤ ਸਿੰਘ ਸਿੱਧੂ, ਉਹ ਕਹਿੰਦਾ ਅਸੀਂ ਤਾਂ 2-2.5 ਰੁਪਏ ਦੇਾਂਗੇ। ਠੀਕ ਹੈ, ਉਹ ਤੁਹਾਡੇ ਤੋਂ ਪਹਿਲਾਂ ਤਾਂ ਸਾਂਭਾ ਨਹੀਂ ਸਾਂਭਿਆ ਜਾ ਰਿਹਾ। ਠੀਕ ਹੈ ਨਾ, ਉਧਰ ਤੁਹਾਨੂੰ ਪਤਾ ਹੀ ਨਹੀਂ, ਤੁਸੀਂ ਝੋਟਾ ਖਰੀਦ ਕੇ ਲੈ ਆਏ ਹੋ, ਮੱਝ ਸਮਝ ਕੇ ਬਾਲਟੀ ਲੈਣ 'ਚ ਲਾ ਕੇ ਖੜੇ ਹੋ ਗਏ, ਸਾਰੇ ਬਾਲਟੀਆਂ ਲੈ ਕੇ ਆਪਣੀਆਂ ਵਿਚੋਲੀਏ। ਹੁਣ ਤੁਹਾਨੂੰ ਪਤਾ ਹੀ ਨਹੀਂ ਗਿਆ ਕਿ ਤੁਸੀਂ ਜਾਣਾ ਕਿੱਥੇ ਆ, ਕਰਨਾ ਕੀ ਆ, ਕਿਹੜੇ ਬੰਨੇ ਤੁਸੀਂ ਸਾਰਿਆਂ ਨੂੰ ਲੈ ਕੇ ਚੱਲੇ ਹੋ, ਕਿੱਥੋਂ ਫਰੀ ਦੇ ਲਓਗੇ। ਕਿਸੇ ਨੇ ਫਰੀ ਨਹੀਂ ਦੇਣਾ। ਕੇਵਲ ਤੇ ਕੇਵਲ ਇੱਕੋ ਕਵਾਇਤ ਆ ਕਿ 2022 ਦੇ ਵਿੱਚ ਸੱਤਾ ਸਾਂਭਣੀ ਆ, ਭਾਵੇਂ ਜਿੰਨੇ ਮਰਜ਼ੀ ਲਾਰੇ ਲਾਉਣੇ ਪੈਣ, ਜਿੰਨੇ ਮਰਜ਼ੀ ਵਾਅਦੇ ਕਰਨੇ ਪੈਣ, ਉਹ ਕਰ ਲਓ ਤੇ ਸੱਤਾ ਸਾਂਭ ਲਈਏ। ਦੇ ਇਲਾਵਾ ਹੋਰ ਕੋਈ ਵੀ ਕਿਸੇ ਦਾ ਵੈਸੇ ਤਾਂ ਬਦਕਿਸਮਤੀ ਹੈ ਕਿ ਜਿਹੜਾ ਨਾ ਕਰੋਨਾ ਕਰਕੇ ਚੰਗੀਆਂ ਅਖਬਾਰਾਂ ਪੜ੍ਹਨੋਂ ਲੋਕ ਹਟ ਗਏ ਨੇ, ਪਰ ਚਲੋ ਖੁਸ਼ਕਿਸਮਤੀ ਆਪਾਂ ਇਹ ਨਹੀਂ ਕਹਿੰਦੇ ਕਿ ਆਪਣੇ ਕੋਈ ਲੱਖਾਂ ਲੋਕ ਸੁਣਦੇ ਨੇ, ਪਰ ਆਪਾਂ ਨੂੰ ਵੀ ਜਿਹੜਾ ਇੰਡੀਆ 'ਚ ਸਭ ਤੋਂ ਵੱਧ ਸੁਣਿਆ ਜਾਂਦਾ ਹੈ, ਵਿਦੇਸ਼ ਅਮਰੀਕਾ ਕੈਨੇਡਾ ਉਸ ਤੋਂ ਬਾਅਦ ਆਉਂਦੇ ਨੇ। ਤੇ ਇਸ ਤਰ੍ਹਾਂ ਦੀਆਂ ਜਦੋਂ ਖਬਰਾਂ ਛਪਦੀਆਂ ਨੇ, ਕਿਉਂਕਿ ਕਰੋਨਾ ਕਾਰਨ ਲੋਕਾਂ ਨੇ ਅਖਬਾਰਾਂ ਘਰੇ ਬੰਦ ਕਰ ਦਿੱਤੀਆਂ, ਅਖਬਾਰਾਂ ਦਾ ਕੰਮ ਹਾਸ਼ੀਏ ਤੇ ਚਲਿਆ ਗਿਆ, ਪਰ ਫਿਰ ਵੀ ਚਲੋ ਸੋਸ਼ਲ ਮੀਡੀਆ ਤੇ ਆ ਜਿਹੜੀਆਂ ਕੱਚ ਘਰੜ ਨੂੰਹ ਸੱਸ ਦੀਆਂ ਲੜਾਈਆਂ ਜਾਂ ਹੋਰਾਂ ਲੜਾਈਆਂ ਤੋਂ ਇਲਾਵਾ ਜਾਂ ਬਾਬਿਆਂ ਦੀਆਂ ਗੱਪਾਂ ਤੋਂ ਇਲਾਵਾ ਕੁਝ ਲੋਕ ਸੁਣਦੇ ਨੇ। ਭਗਵੰਤ ਮਾਨ ਨੇ ਮੁੱਦਾ ਚੁੱਕਿਆ ਤੇ ਇਹਦੇ 'ਚ ਕਿਤੇ ਨਾ ਕਿਤੇ ਹੁਣ ਜਿਵੇਂ ਆ 3400 ਕਰੋੜ ਰੁਪਏ ਦੀ ਗਾਜ ਡਿੱਗੀ ਹੈ ਪੰਜਾਬੀਆਂ ਤੇ, ਕਿਉਂਕਿ ਕੈਪਟਨ ਤੇ ਨਹੀਂ ਡਿੱਗੀ, ਬਾਦਲ ਤੇ ਨਹੀਂ ਡਿੱਗੀ, ਭਗਵੰਤ ਤੇ ਨਹੀਂ ਡਿੱਗੀ, ਇਹਨਾਂ ਨੂੰ ਤਾਂ ਕੋਟਾ ਹੈਗਾ, ਪਰ ਇਹ ਆਮ ਪੰਜਾਬੀਆਂ ਤੇ 3400 ਕਰੋੜ ਰੁਪਏ ਦੀ ਗਾਜ ਆ। ਬਾਈ ਜੀ ਕਿਵੇਂ ਬਿਜਲੀ ਸਸਤੀ ਦੇ ਦੇਣਗੇ? ਤੇ ਇਹ ਤਾਂ ਦਿਵਾਲਾ ਨਿਕਲ ਰਿਹਾ। ਕੋਲਾ ਤੁਸੀਂ ਜਿੱਥੋਂ ਮਰਜ਼ੀ ਲਿਆਓ ਤੇ ਸਾਨੂੰ ਕੀ ਸਿਰਦਰਦੀ? ਕੋਲਾ ਤੁਸੀਂ ਮਾੜਾ ਲਿਆਂਦਾ, ਉਹ ਪ੍ਰਦੂਸ਼ਣ ਫੈਲਾਉਂਦਾ ਸੀ, NGT ਨੇ ਟੰਗਤਾ ਤੁਹਾਨੂੰ, ਤੇ 1350 ਕਰੋੜ ਰੁਪਏ ਕੋਲੇ ਦੀ ਢੁਆਈ ਦੇ ਪੈਸੇ ਵੀ ਅਸੀਂ ਦੇਈਏ। ਤੇ ਜਿਹੜੇ ਅਤੁਲ ਨੰਦਾ ਸਾਹਿਬ ਸੀ, ਉਹ ਕੈਪਟਨ ਸਾਹਿਬ ਦੀਆਂ ਪਾਰਟੀਆਂ 'ਚ ਬਿਜੀ ਸੀ ਕਿ ਰੂਸਾ ਦੇ ਬਾਰਡਾ ਕਿੱਥੇ ਮਨਾਉਣਾ ਹੈ ਨਾ, ਉਹ ਨਲਦੇਰਾ ਦੇ ਵਿੱਚ ਜਾਂ ਉਹ ਡੋਚੀ ਫਾਰਮਾਂ ਦੇ ਵਿੱਚ ਉੱਥੇ ਆਲੂ ਸਮੋਸਿਆਂ ਦਾ ਪ੍ਰਬੰਧ ਕਰਦੇ ਰਹੇ ਅਤੁਲ ਨੰਦਾ ਹੋਰੀ। ਤੇ ਸੁਨੀਲ ਜਾਖੜ ਝਾਈਆਂ ਲੈ ਪੈਂਦਾ ਸੀ ਜਦੋਂ 1350 ਕਰੋੜ ਰੁਪਏ ਦਾ ਲੋਦਾ ਪੰਜਾਬ ਨੂੰ ਲੱਗਿਆ ਕਿ ਭਾਈ ਪੇਸ਼ੀ ਤੇ ਕਿਉਂ ਨਹੀਂ ਗਏ ਤੁਸੀਂ,
ਉੱਥੇ ਵਨ ਸਾਈਡਡ ਫੈਸਲਾ ਹੋ ਗਿਆ ਇਹਨਾਂ ਦੇ ਖਿਲਾਫ। ਸੋ ਇਸ ਦੌਰਾਨ ਹੁਣ ਕਹਿੰਦੇ ਪਾਵਰਕੌਮ ਕਹਿੰਦੀ ਅਸੀਂ ਉੱਚ ਅਦਾਲਤ 'ਚ ਜਾਵਾਂਗੇ, ਪਰ ਜਦੋਂ ਕਾਨੂੰਨਨ ਤੁਸੀਂ ਹੱਥ ਵਢਾ ਚੁੱਕੇ ਹੋ, ਕਿੰਨੀ ਕੁ ਦੇਰ ਤੁਸੀਂ ਅੱਖੀਂ ਘੱਟਾ ਪਾਓਗੇ? ਹੁਣ ਇਹ 3400 ਕਰੋੜ ਰੁਪਏ ਦਾ ਜਿਹੜਾ ਨਵਾਂ ਲੋਧਾ ਲੱਗਿਆ, ਵਿਦੇਸ਼ੀ ਕੋਲੇ ਦਾ 550 ਕਰੋੜ ਦਾ ਲੋਧਾ ਲੱਗਿਆ, ਇਸ ਮਾਮਲੇ 'ਚ ਹੁਣ ਜਿਵੇਂ ਵਿਰੋਧੀ ਲੀਡਰ ਗੱਲਾਂ ਉਠਾ ਰਹੇ ਨੇ, ਕੀ ਪੰਜਾਬ ਦਾ ਵੋਟਰ ਕਿਤੇ ਜਾਗੂਗਾ ਕਿ ਇਹਨਾਂ ਅਕਾਲੀਆਂ ਨੇ ਤਾਂ ਸਮਝੌਤੇ ਕੀਤੇ, ਠੀਕ ਹੈ ਉਹਨਾਂ ਨੇ ਕਰ ਲਏ, ਪਰ ਹੋਣ ਵਾਲੀ ਸਰਕਾਰ ਤਾਂ ਕੁਛ ਨਾ ਕੁਛ ਕਰ ਸਕਦੀ ਹੈ। ਪਰ ਕਪਤਾਨ ਸਾਹਿਬ ਤਾਂ ਸਿੱਧੂ ਸਾਹਿਬ ਕਹਿੰਦੇ ਸਾਡੀ ਸਰਕਾਰ ਬਣਾਓ, ਅਸੀਂ ਸਸਤੀ ਬਿਜਲੀ, ਤੂੰ ਕਿੱਥੋਂ ਕਿਤੇ ਯਾਦਵਿੰਦਰਾ ਕਲੋਨੀ 'ਚ ਪਲਾਂਟ ਲਾਵੇਂਗਾ? ਕਿੱਥੋਂ ਲੈਂਗਾ ਯਾਰ ਸਸਤੀ ਬਿਜਲੀ? ਕਿਉਂ ਤੁਸੀਂ ਜਵਲੀਆਂ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹੋ? ਜਿਹੜਾ ਕਰਨ ਵਾਲਾ ਕੰਮ ਆ ਕਰੋ। ਆ 3400 ਕਰੋੜ ਦਾ ਲੋਧਾ ਲੱਗ ਗਿਆ, ਸਿੱਧੂ ਕਿੱਥੇ ਜਵਾਬ ਦੇਗਾ ਇਸ ਦਾ ਕਿ ਹੁਣ ਸਰਕਾਰ ਬਣਾ ਦਿਓ, ਅਗਲੀ ਸਰਕਾਰ ਬਿਜਲੀ ਫ੍ਰੀ ਦੇ ਦੂ? ਬੇਵਕੂਫ ਬਣਾਉਣ ਤੇ ਤੁਲੇ ਹੋ ਤੁਸੀਂ ਸਾਰੇ ਲੋਕ। ਜੀ ਸੁਰਿੰਦਰ ਵੀਰ, ਪਹਿਲੀ ਗੱਲ ਤੇ ਇਹ ਸੀ, ਜਦੋਂ 2016 'ਚ ਵਾਅਦੇ ਕੀਤੇ ਸੀ ਕਿ ਇਹ ਜਿਹੜੇ 3 ਥਰਮਲ ਪਲਾਂਟਾਂ ਦੇ ਨਾਲ ਐਗਰੀਮੈਂਟ ਹੋਏ ਆ ਇਹ ਅਸੀਂ ਰੱਦ ਕਰਨੇ ਆ, ਤੇ ਫਿਰ ਜਦੋਂ ਮਾਰਚ 'ਚ ਸੱਤਾ ਸਾਂਭੀ ਉਦੋਂ ਹੀ ਆਉਂਦੇ, ਰੱਦ ਕਿਉਂ ਨਹੀਂ ਕੀਤੇ? ਉਦੋਂ ਹੀ ਰੱਦ ਕਰ ਦਿੰਦੇ, ਟੈਂਟਾ ਹੀ ਨਾ ਖੜਾ ਹੁੰਦਾ ਕਿ ਕੋਲਾ ਜਿਹੜਾ ਉਹ ਬਾਹਰੋਂ ਆਇਆ ਕਿ ਘਰੋਂ ਆਇਆ, ਅੰਦਰੋਂ ਆਇਆ ਕਿ ਬਾਹਰੋਂ ਆਇਆ, ਕਿੱਥੋਂ ਆਇਆ, ਇਹ ਟੈਂਟਾ ਖਤਮ ਹੋ ਜਾਂਦਾ। ਪਰ ਬਦਕਿਸਮਤੀ ਉਹ ਨਹੀਂ ਕੀਤਾ ਤੇ ਇਹ ਦਿਨ ਦੇਖਣੇ ਪੈ ਗਏ। ਠੀਕ ਹੈ, ਹੁਣ ਕਹਿੰਦੇ ਨੇ ਕਿ ਅਸੀਂ ਸਮਝੌਤੇ ਰੱਦ ਕਰਾਂਗੇ। ਹੁਣ ਸਮਝੌਤੇ ਰੱਦ ਕੀਤਿਆਂ ਦਾ ਕੀ? ਉਹ ਜਿਹੜਾ ਇਹ ਪੰਜਾਬ ਦੀ ਜਨਤਾ ਦੇ ਸਿਰ ਪਿਆ ਉਹਦਾ ਦੇਣ ਕੌਣ ਦੇਵੇਗਾ? ਇਹਨਾਂ ਦੀਆਂ ਕਿਸੇ ਦੀਆਂ 5 ਪੈਨਸ਼ਨਾਂ, ਕਿਸੇ ਦੀਆਂ 7 ਤੇ ਕਿਸੇ ਦੀਆਂ 8, ਇਹਨਾਂ ਦੀਆਂ ਤਾਂ ਪੈਨਸ਼ਨਾਂ ਚੱਲੀ ਜਾਣੀਆਂ ਨੇ, ਕਿਉਂਕਿ ਇਹਨਾਂ ਦੇ ਹੱਥ 'ਚ ਜੋ ਮਰਜ਼ੀ ਵਿਧਾਨ ਸਭਾ 'ਚ ਪਾਸ ਕਰਤਾ, ਆਪਣਾ ਵਧਾ ਲਿਆ, ਆਮ ਲੋਕ ਪੈਣ ਖੂਹ 'ਚ ਜਿੱਥੇ ਮਰਜ਼ੀ ਜਾਣ। ਹੁਣ ਹਾਲਾਤ ਕੀ ਬਣੀ ਹੋਈ ਆ ਮੈਂ ਦੱਸ ਦਿੰਦਾ ਕਿ ਪਿੰਡਾਂ ਦੀ ਹਾਲਾਤ ਕੀ ਆ। ਅਕਾਲੀ ਦਲ ਦੀ ਸਰਕਾਰ ਵੇਲੇ ਜਿਹੜੇ ਪਿੰਡਾਂ ਨੂੰ 80 ਲੱਖ ਮਿਲਿਆ ਸੀ, 40-45 ਲੱਖ ਇਹਨਾਂ ਵੀ ਦੇ ਦਿੱਤਾ, ਪਰ ਅੱਜ ਤੱਕ ਉੱਥੇ ਗਲੀਆਂ ਨਾਲੀਆਂ ਨਹੀਂ ਪੂਰੀਆਂ। ਜਿਹੜੀਆਂ ਉਸ ਵੇਲੇ ਨਾਲੀਆਂ ਬਣਾਈਆਂ ਸੀ ਉਹ ਢਾਹ ਕੇ ਦੁਬਾਰਾ ਬਣ ਰਹੀਆਂ। ਮੈਂ ਕਈ ਸਰਪੰਚਾਂ ਨੂੰ ਕਿਹਾ, ਮੈਂ ਕਿਹਾ ਇਹ ਕਿਉਂ ਕਮਲ ਕੁੱਟਦੇ ਹੋ? ਤੁਸੀਂ ਇੰਨੇ 'ਚ ਸੀਵਰੇਜ ਪਾ ਦਿੰਦੇ। ਠੀਕ ਹੈ, ਕਹਿੰਦੇ ਕਿੱਦਾਂ ਪਾ ਦਿੰਦੇ, ਇੰਨੇ ਨਾਲ ਪੂਰਾ ਨਹੀਂ ਪੈਂਦਾ। ਮੈਂ ਕਿਹਾ ਯਾਰ ਪਿਛਲੀ ਵਾਰ ਤੁਸੀਂ ਪਾਇਆ ਅੱਧੇ 'ਚ ਪਾ ਦਿੰਦੇ ਤੇ ਤੁਹਾਨੂੰ ਪਤਾ ਸੀ 5 ਸਾਲਾਂ ਬਾਅਦ ਇਹਨਾਂ ਫੇਰ ਦੇਣੇ, ਜਿਹੜਾ ਬਚਿਆ ਐਤਕੀ ਪਾ ਦਿੰਦੇ। ਕਹਿੰਦੇ ਜੀ ਉਹ ਮੰਨਦੇ ਨਹੀਂ ਸੀ, ਉਹ ਕਹਿੰਦੇ ਸੀ ਨਹੀਂ ਜੀ ਸਿਰਫ ਇੱਕ ਟੈਲ ਲਾਉਣੀ ਆ, ਦੂਸਰੀ ਨਾਲੀਆਂ ਬਣਾਉਣੀਆਂ, ਇਹਦੇ ਇਲਾਵਾ ਤੁਸੀਂ ਕੁਝ ਨਹੀਂ ਕਰ ਸਕਦੇ। ਮੈਂ ਕਿਹਾ ਪੈਸੇ ਕਿੰਨੇ ਲੱਗੇ ਆ? ਕਹਿੰਦਾ 25 ਪੈਸੇ ਲੱਗੇ ਆ। 75 ਪੈਸੇ ਜਿਹੜੇ ਆ ਉਹ ਪੰਚਾਇਤ ਸੈਕਟਰੀ ਤੋਂ ਲੈ ਕੇ ਉੱਪਰ ਤੱਕ ਮੰਤਰੀ ਤੇ CM ਤੱਕ ਸਾਰੇ ਦੇ ਸਾਰੇ ਛੱਡ ਗਏ। ਇਹ ਤਾਂ ਹਾਲਾਤਾਂ ਨੇ, ਫਿਰ ਕਿੱਥੇ ਜਾਓਗੇ? ਹੁਣ ਪੰਜਾਬ ਸਿਰ ਕਰਜ਼ਾ ਦਿਨੋਂ ਦਿਨ ਵੱਧਦਾ ਜਾ ਰਿਹਾ ਤੇ ਅੱਜ ਤੱਕ ਤੁਸੀਂ ਪਿੰਡਾਂ ਨੂੰ ਗਲੀਆਂ ਤੇ ਨਾਲੀਆਂ ਚੋਂ ਬਾਹਰ ਨਹੀਂ ਨਿਕਲਣ ਦਿੱਤਾ। ਆਈ ਵਾਰ ਉੱਥੇ ਹੀ ਪੈਸਾ ਗਰਕ ਹੋ ਰਿਹਾ। 1992 ਵਾਲੀ ਸਰਕਾਰ ਤੋਂ ਪਹਿਲਾਂ, ਜਿਹੜੀ 1992 'ਚ ਬਣੀ ਸੀ, 1993 ਦੇ ਵਿੱਚ ਇਹਨਾਂ ਨੇ ਪਹਿਲੀ ਵਾਰੀ ਜਿਹੜੀਆਂ ਉਹ ਸਰਪੰਚੀ ਦੀਆਂ ਚੋਣਾਂ ਕਰਾਈਆਂ ਸੀ। ਉਸ ਤੋਂ ਪਹਿਲਾਂ ਕਦੀ ਪਿੰਡਾਂ ਨੂੰ ਗ੍ਰਾਂਟ ਨਹੀਂ ਸੀ ਮਿਲਦੀ। ਜਿਹੜਾ ਪੰਚਾਇਤ ਦਾ ਫੰਡ ਹੁੰਦਾ ਸੀ ਉਸੇ ਤੋਂ ਗੁਜ਼ਾਰਾ ਚੱਲਦਾ ਸੀ ਤੇ ਤੁਹਾਡੀ ਸ਼ਾਮਲੜ ਦੀ ਜ਼ਮੀਨ ਆ, ਉਹਦਾ ਠੇਕਾ ਗਿਆ, ਉਹਦੇ ਤੋਂ ਬਣਾ ਲਓ। ਆ ਜਿਹੜੀ ਇਹਨਾਂ ਨੇ ਪ੍ਰਥਾ ਚਲਾਈ ਕਿ ਗ੍ਰਾਂਟਾਂ ਦੇ ਦਿਓ, ਸਟੇਟ ਦੇ ਸਿਰ ਤੇ ਕਰਜ਼ੇ ਦੀਆਂ ਪੰਡਾਂ ਚੜਾਤੀਆਂ ਤੇ ਥੱਲੇ ਪੈਸਾ ਇਹਨਾਂ ਨੇ ਖਾਣ ਦਾ ਜਰੀਆ ਲੱਭ ਲਿਆ। ਹੁਣ 25 ਪੈਸੇ ਜਿਹੜੇ ਲੱਗ ਰਹੇ 75 ਖਾਦੇ ਜਾ ਰਹੇ ਆ। ਅੱਜ ਤੱਕ ਕਿਤੇ ਕੈਲਕੂਲੇਟ ਕਰਕੇ ਤੇ ਦੇਖ ਲਓ ਪਿੰਡਾਂ ਨੂੰ ਪੈਸਾ ਕਿੰਨਾ ਗਿਆ ਤੇ ਉਹ ਗਰਕ ਕਿੱਦਾਂ ਹੋਇਆ। ਠੀਕ ਹੈ, ਇੱਕ ਮਰੇਗਾ ਲੈ ਆਂਦੀ, ਛੱਪੜ ਤੋਂ ਆਈ ਵਾਰ ਮਿੱਟੀ ਕੱਢੀ ਜਾਂਦੀ ਹੈ, ਦੁਬਾਰਾ ਫੇਰ ਛੱਪੜ 'ਚ ਪੈ ਜਾਂਦੀ ਹੈ, ਗੱਲ ਖਤਮ ਹੋ ਗਈ। ਕਿ ਰੁਜ਼ਗਾਰ ਦਿੱਤਾ, ਇਹ ਖੇਤ ਦਾ ਰੁਜ਼ਗਾਰ ਦਿੱਤਾ, ਕਾਹਦਾ ਰੁਜ਼ਗਾਰ ਦਿੱਤਾ? ਤੁਸੀਂ ਸਾਰੇ ਸਾਬਕਾ ਇਹਦਾ ਬੇੜਾ ਗਰਕ ਕੀਤਾ। ਉਹਦੇ ਬਾਅਦ ਆ ਗਿਆ ਜੀ ਇਹਨਾਂ ਨੂੰ ਦੇ ਦਿਓ ਆਪਣਾ ਆਟਾ ਦਾਲ ਸਕੀਮ, ਦੇ ਦਿਓ ਗਰੀਬਾਂ ਲਈ। ਆਟਾ ਦਾਲ ਤੇ ਐਸਾ ਲਾਇਆ, ਉਹ ਕਣਕ ਜਿਹੜੀ ਆ ਉਹ ਚੱਕੀਆਂ ਤੇ ਵਿਕ ਰਹੀ ਆ, ਜਿਹੜੀ ਦਾਲ ਆ ਉਹ ਜਾਂਦੇ ਅਮੀਰਾਂ ਘਰਾਂ 'ਚ ਵੇਚੀ ਜਾਂਦੇ, ਕਹਿੰਦੇ ਜੀ ਦਾਲ ਆਈ ਆ ਲੈ ਲਓ ਸਾਡੇ ਕੋਲ, ਉਹ ਆਪ ਵੀ ਨਹੀਂ ਖਾਂਦੇ। ਹੁਣ ਆਹ ਤਾਂ ਹਾਲਾਤਾਂ ਬਣੀਆਂ ਪਈਆਂ ਨੇ। ਸਾਸੀ ਜਾਣ ਬੁੱਝ ਕੇ ਲੋਕਾਂ ਨੂੰ ਉੱਥੇ ਕੋ ਉਲਝਾਇਆ ਵਾ। ਜਦੋਂ ਉਲਝਾਵਾਂਗੇ ਫਿਰ ਇਹੀ ਸਟੇਟ ਦਾ ਹਾਸ਼ਰ ਹੋਏਗਾ। ਜੇ ਲੋਕ ਹੁਣ ਵੀ ਨਾ ਸਮਝੇ, ਜਿਹੜੇ ਕਿ ਸਮਝਣ ਦੀ ਕੋਈ ਗੁੰਜਾਇਸ਼ ਨਹੀਂ ਲੱਗਦੀ ਹੈ, ਜੋ ਹਾਲਾਤ ਬਣੇ ਹੋਏ ਲੋਕਾਂ ਨਹੀਂ ਸਮਝਣਾ। ਲੋਕਾਂ ਫਿਰ ਭੇਡਾਂ ਤੇ ਬੱਕਰੀਆਂ ਬਣ ਕੇ ਉਹਨਾਂ ਦੋਨਾਂ ਧਿਰਾਂ 'ਚੋਂ ਇੱਕ ਧਿਰ ਚੁਣ ਦੇਣੀ ਆ ਤੇ ਫਿਰ ਜੁੱਤੀਆਂ ਖਾਣੀਆਂ ਅਗਲੇ 5 ਸਾਲ। ਹੁਣ ਤੁਸੀਂ ਦੇਖੋ ਕਿਸੇ ਟਾਈਮ 5 ਜਾਂ 7 ਲੱਖ ਦੇ ਵਿੱਚ ਜੇ ਕਿਤੇ ਪਿੰਡ ਨੂੰ ਚੱਲ ਜਾਏ ਤੇ ਸਾਰੇ ਪਿੰਡ ਦੀਆਂ ਨਾਲੀਆਂ ਜਿਹੜੀਆਂ ਸੀ ਗਲੀਆਂ ਪੱਕੀਆਂ ਹੋ ਜਾਂਦੀਆਂ ਸੀ। ਅੱਜ ਜਿੱਥੇ 3-3 ਕਰੋੜ ਲੱਗ ਗਿਆ ਉਹ ਪਿੰਡਾਂ ਦੀ ਹਾਲਤ ਦੇਖੋ ਕੀ ਆ। ਨਾ ਕੋਈ ਗਲੀ ਆ, ਨਾ ਨਾਲੀ ਪੱਕੀ ਆ। ਹਰ ਵਾਰ ਪਾਣੀ ਜਿਹੜਾ ਉਹ ਨਾਲੀਆਂ ਓਵਰਫਲੋ ਹੋ ਕੇ ਜਿਹੜੀਆਂ ਉਹ ਸੜਕ ਤੇ ਫਿਰਦੀਆਂ,
ਇੱਟਾਂ ਖੁਰ ਗਈਆਂ, ਦੁਬਾਰਾ ਫੇਰ ਇੱਟਾਂ ਨਵੀਆਂ 5 ਸਾਲਾਂ ਬਾਅਦ ਲੱਗਣ ਲੱਗ ਗਈਆਂ। ਹਾਲਾਂਕਿ ਸੁਰਿੰਦਰ ਵੀਰ, ਸਿੰਧੂ ਘਾਟੀ ਦੀ ਸੱਭਿਆ ਤੇ ਵਕਤ 5000 ਸਾਲ ਪਹਿਲਾਂ ਵੀ ਇਸ ਖਿੱਤੇ 'ਚ ਗਲੀਆਂ, ਨਾਲੀਆਂ, ਵਾਸ਼ਰੂਮ ਬਿਹਤਰ ਸੀਗੇ। ਭਾਵੇਂ ਤੁਸੀਂ ਹੜੱਪਾ ਵੇਖ ਲਓ, ਮੋਹਜੰਦੜੋ ਵੇਖ ਲਓ, ਉੱਚਾ ਪਿੰਡ ਸੰਘੋਲ ਵੇਖ ਲਓ, ਤੇ ਉਦੋਂ ਵੀ ਮਤਲਬ ਇੱਕ ਡਿਸਪਲਿਨ ਸਿਟੀਜ਼ਨ ਇੱਥੇ ਰਹਿੰਦੇ ਸੀਗੇ, ਹੈ ਨਾ, ਸਿਵਲਾਈਜੇਸ਼ਨ ਇੱਥੇ ਰਹਿੰਦੀ ਸੀ। ਪਰ ਹੁਣ ਹਾਲਾਤ ਕਿਸ ਪਾਸੇ ਨੂੰ ਜਾਈ ਜਾਂਦੇ ਨੇ। ਪਰ ਇਹ ਠੀਕ ਹੈ ਕਿ ਇਸ 3400 ਕਰੋੜ ਤੇ 550 ਕਰੋੜ ਦੇ ਵਿਦੇਸ਼ੀ ਕੋਲੇ ਦਾ ਜਿਹੜਾ ਲੋਧਾ ਲੱਗਿਆ, ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਫਿਰ ਪ੍ਰੈਸ਼ਰ ਕਪਤਾਨ ਸਰਕਾਰ ਤੇ ਬਣੇਗਾ ਕਿ ਮਾੜੀ ਮੋਟੀ ਸੁਰਤ ਕਰੇ ਤੇ ਇਹਨਾਂ ਸਮਝੌਤਿਆਂ ਨੂੰ ਰਿਵਿਊ ਕਰੇ ਜਾਂ ਇਹਨਾਂ ਤੇ ਕੋਈ ਬਣਦੀ ਕਾਰਵਾਈ ਕਰੇ। ਪ੍ਰੈਸ਼ਰ ਬਿਲਡ ਹੋ ਗਿਆ। ਦੂਜੇ ਬੰਨੇ ਗੱਲ ਸਿੰਧੂ ਘਾਟੀ ਦੀ ਸੱਭਿਅਤਾ ਦੀ ਹੋਈ ਸੀ। ਚੜ੍ਹਦੇ ਲਹਿੰਦੇ ਪੰਜਾਬ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਿਛਲੇ ਦਿਨੀ ਵੀ ਜਿਸ ਤਰ੍ਹਾਂ ਖੈਬਰ ਪਖਤੂਨਖਵਾ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਸਰਬਸੰਮਤੀ ਦੇ ਨਾਲ, 50-60 ਲੋਕ ਫੜੇ ਵੀ ਗਏ ਨੇ। ਇਸ ਸੰਬੰਧੀ ਜਿਹੜਾ ਮੰਦਰ ਤੇ ਹਮਲਾ ਹੋਇਆ ਸੀ, ਖੈਬਰ ਪਖਤੂਨਖਵਾ ਨੇ ਵਿਧਾਨ ਸਭਾ ਦੇ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਘੱਟ ਗਿਣਤੀ ਮਾਮਲਿਆਂ ਬਾਰੇ ਕਮਿਸ਼ਨ ਦੀ ਸਥਾਪਨਾ ਦਾ ਵੀ ਉੱਥੇ ਮਤਾ ਪਾਸ ਹੋਇਆ। ਤੇ ਇਸ ਸੰਬੰਧੀ ਜਿਹੜੇ ਨੇ ਰਹੀਮ ਯਾਰ ਖਾਂ ਇਲਾਕੇ ਦੇ ਵਿੱਚ ਜੋ ਪਿਛਲੇ ਦਿਨੀ ਕੁਝ ਸਿਰਫਿਰਿਆਂ ਨੇ ਮੰਦਰ ਤੇ ਹਮਲਾ ਕੀਤਾ ਸੀ, ਇਸ ਸੰਬੰਧੀ 150 ਲੋਕਾਂ ਦੇ ਖਿਲਾਫ ਅੱਤਵਾਦ ਦੀਆਂ ਸਖਤ ਧਾਰਾਵਾਂ ਦੇ ਅਧੀਨ ਪਾਕਿਸਤਾਨ ਦੇ ਵਿੱਚ ਪਰਚੇ ਦਰਜ ਹੋਏ ਨੇ। 50 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਇਸ ਕੇਸ ਦੀ ਸੁਣਵਾਈ ਹੁਣ 13 ਅਗਸਤ ਨੂੰ ਹੈ। ਇਸ ਸੰਬੰਧੀ ਦਿੱਲੀ ਦੇ ਸਫਾਰਤਖਾਨੇ ਨੂੰ ਵੀ ਸਾਰਾ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਪਾਕਿਸਤਾਨ ਦਾ ਐਂਬੈਸਡਰ ਸੀ, ਸਫੀਰ ਸੀਗਾ, ਉਸ ਨੂੰ ਤਲਬ ਕਰਕੇ ਭਾਰਤ ਸਰਕਾਰ ਨੇ ਰੋਸ ਜ਼ਾਹਰ ਕੀਤਾ ਕਿ ਪਾਕਿਸਤਾਨ ਦੇ ਰਹੀਮ ਯਾਰ ਖਾਂ ਇਲਾਕੇ ਦੇ ਵਿੱਚ ਭੋਗ ਸ਼ਹਿਰ ਦੇ ਵਿੱਚ ਜੋ ਮੰਦਰ ਨੂੰ ਨੁਕਸਾਨ ਪਹੁੰਚਾਇਆ, ਉਸ ਦੇ ਲਈ ਤੁਸੀਂ ਕਰ ਕੀ ਰਹੇ ਹੋ। ਅਸਲ ਦੇ ਵਿੱਚ ਮਸਲਾ ਜਿਹੜਾ ਸੀ ਨਾ, ਕਿਤੇ ਨਾ ਕਿਤੇ ਗਲਤੀ ਸਾਡੇ ਭਾਈਚਾਰੇ ਵੱਲੋਂ ਵੀ ਹੋਈ ਹੈ। ਉਹ ਮਸਲਾ ਹਾਈਲਾਈਟ ਨਹੀਂ ਹੋ ਰਿਹਾ ਕਿ ਇਹਨਾਂ ਨੇ ਮੰਦਰ ਕਿਉਂ ਢਾਇਆ, ਉੱਥੇ ਅਪਮਾਨ ਕਿਉਂ ਕੀਤਾ। ਹੋਇਆ ਕੀ ਸੀ ਕਿ ਇੱਕ ਹਿੰਦੂ ਬੱਚਾ ਸੀ 9 ਸਾਲ ਦਾ, ਉਸਨੇ ਮਦਰਸੇ ਦੇ ਵਿੱਚ ਪਿਸ਼ਾਬ ਕਰ ਦਿੱਤਾ ਸੀ। ਉਸ ਬੱਚੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਫਿਰ ਕਾਨੂੰਨਨ, ਕਿਉਂਕਿ ਬੱਚਾ ਹੈ, ਉਹਨੇ ਜਾਣਬੁੱਝ ਕੇ ਕੀਤਾ ਜਾਂ ਕੁਦਰਤੀ ਕੀਤਾ, ਚਲੋ ਐਡੀ ਵੀ ਗੱਲ ਨਹੀਂ ਸੀਗੀ। ਬੱਚੇ ਦਾ ਕਈ ਵਾਰੀ ਨਿਕਲ ਵੀ ਜਾਂਦਾ ਜਾਂ ਕਾਰਨ ਪਤਾ ਨਹੀਂ ਕੀ ਸੀਗਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਮਦਰਸੇ ਦਾ ਅਪਮਾਨ ਕਰਨ ਦੀ ਬਿਨਾਹ ਤੇ। ਉਹਨਾਂ ਦਾ ਜੋ ਧਾਰਮਿਕ ਸਥਾਨ ਸੀ ਮੁਸਲਮਾਨਾਂ ਦਾ, ਉਸ ਬੱਚੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਨੂੰ ਬਣਦੀ ਕਾਰਵਾਈ ਤੋਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ। ਜਦੋਂ ਉਸ ਮੁਸਲਿਮ ਭਾਈਚਾਰੇ ਨੂੰ ਪਤਾ ਲੱਗਿਆ ਕਿ ਉਹ ਬੱਚਾ ਜਿਹਨੇ ਉੱਥੇ ਉਹਨਾਂ ਦੇ ਧਾਰਮਿਕ ਸਥਾਨ 'ਚ ਮਦਰਸੇ 'ਚ ਪਿਸ਼ਾਬ ਕੀਤਾ ਸੀ, ਉਸ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਭੜਕੇ ਹੋਏ ਸਿਰਫਿਰੇ ਮੁਸਲਮਾਨਾਂ ਨੇ ਸ਼੍ਰੀ ਗਣੇਸ਼ ਦੇ ਮੰਦਰ ਦੀ ਭੰਨ ਤੋੜ ਕੀਤੀ, ਉੱਥੇ ਗੰਦ ਪਾਇਆ, ਹਰ ਕਿਸਮ ਦਾ ਅੱਗਾਂ ਲਾਈਆਂ, ਮੂਰਤੀਆਂ ਭੰਨੀਆਂ। ਇਹ ਮਤਲਬ ਇੱਕ ਬੱਚੇ ਦੀ, ਜਿਵੇਂ ਹੁਣ ਵੀਰ ਹਕੀਕਤ ਰਾਏ ਕੀ ਸੀਗਾ, ਆਪਸ 'ਚ ਲੜ ਪਏ। ਉਹਨਾਂ ਨੇ ਬੀਬੀ ਫਾਤਮਾ ਨੂੰ ਬੁਰਾ ਆਖਿਆ ਤੇ ਉਹਨਾਂ ਨੇ ਮੁਸਲਮਾਨਾਂ ਨੇ ਹਿੰਦੂਆਂ ਦੀਆਂ ਦੇਵੀਆਂ ਨੂੰ ਬੁਰਾ ਆਖਿਆ ਤੇ ਵਿਰੋਧ ਦੇ ਵਿੱਚ ਵੀਰ ਹਕੀਕਤ ਰਾਏ ਨੇ ਬੀਬੀ ਫਾਤਮਾ ਬਾਰੇ ਗਲਤ ਬੋਲਿਆ। ਇਸ ਤੋਂ ਬਾਅਦ ਵੀਰ ਹਕੀਕਤ ਰਾਏ ਨੂੰ ਜਿਹੜੀ ਆ ਸਜ਼ਾ ਦਿੱਤੀ ਗਈ, ਉਹਨਾਂ ਦੀ ਜਾਨ ਜਾਂਦੀ ਰਹੀ। ਸੋ ਇਹ ਜਿਹੜਾ ਸਿਲਸਿਲਾ ਸੀ, ਹੁਣ ਵੀ ਇੱਕ ਬੱਚੇ ਤੋਂ ਸ਼ੁਰੂ ਹੋਈ ਇਹ ਫਸਾਦ ਦੋਨਾਂ ਮੁਲਕਾਂ ਨੂੰ ਰਾਸ ਆਏਗੀ, ਖਾਸ ਕਰਕੇ ਇੰਡੀਆ ਨੂੰ। ਜਿਵੇਂ ਇੰਡੀਆ ਨੇ ਹੁਣ ਇਹਦਾ ਸਫੀਰ ਸੱਦਿਆ ਤੇ ਉਧਰ ਤਾਲਿਬਾਨ ਜਿਹੜਾ ਲਗਾਤਾਰ ਵੱਧਦਾ ਜਾ ਰਿਹਾ, ਤਾਲਿਬਾਨ ਨੇ ਕੁੰਡੂਜ਼ ਸ਼ਹਿਰ ਤੇ ਕਬਜ਼ਾ ਕਰ ਲਿਆ। 300-400 ਤਾਲਿਬਾਨੀਆਂ ਨੂੰ ਜਿਹੜਾ ਹਲਾਕ ਕੀਤਾ ਗਿਆ। ਕੱਲ ਵੀ 54 ਤਾਲਿਬਾਨੀ ਹਲਾਕ ਹੋਏ, ਕੁਝ ਜਿਹੜੇ ਸਿਵਲੀਅਨ ਹਲਾਕ ਹੋਏ ਨੇ। ਯਾਨੀ ਸਾਡੇ ਗੁਆਂਢ 'ਚ ਜੋ ਕੁਝ ਹੋ ਰਿਹਾ ਉਸ ਦਾ ਅਸਰ ਸਾਡੇ ਵੀ ਹੈ। ਹੁਣ ਅਲ-ਕਾਇਦਾ ਨੇ ਧਮਕੀ ਦੇ ਦਿੱਤੀ ਹੈ ਕਿ ਨਵੀਂ ਦਿੱਲੀ 에ਅਰਪੋਰਟ ਨੂੰ ਅਸੀਂ ਫੁੰਡਾਂਗੇ। ਆਜ਼ਾਦੀ ਦਾ ਦਿਹਾੜਾ ਹੈ ਤੇ ਉਧਰੋਂ ਜਿਹੜਾ ਗੁਰਪਤਵੰਤ ਸਿੰਘ ਪੰਨੂ, ਉਹਦੀਆਂ ਪਿਛਲੀਆਂ ਖਬਰਾਂ ਦੀ ਤਾਂ ਬਹੁਤੀ ਚਰਚਾ ਨਹੀਂ ਹੈ। ਹੁਣ ਕੈਪਟਨ ਸਾਹਿਬ ਨੂੰ ਜਾਂ ਹੋਰਾਂ ਨੂੰ ਪਹਿਲਾਂ ਹਿਮਾਚਲ ਤੋਂ ਸ਼ੁਰੂ ਕੀਤਾ, ਹੁਣ ਉਹ ਕਹਿੰਦਾ ਮੈਂ ਝੰਡਾ ਨਹੀਂ ਲਹਿਰਾਉਣ ਦਿੰਦਾ, ਮੈਂ ਇਹ ਕਰੂੰ। ਜਿਹੜੇ ਫਰਸਟ੍ਰੇਟਡ ਲੋਕ ਨੇ, ਸਿਸਟਮ ਤੋਂ ਦੁਖੀ ਲੋਕ ਨੇ, ਉਹਨਾਂ ਨੂੰ ਲੱਗਦਾ ਕਿ ਗੁਰਪਤਵੰਤ ਵਾਲਾ ਪੈਂਤੜਾ ਹੀ ਸ਼ਾਇਦ ਠੀਕ ਰਹੇ। ਸੋ ਇਹ ਸਾਰੇ ਦੇ ਦੌਰਾਨ ਜਿਹੜੀ ਇਹ ਸਿਲਸਿਲਾ ਚੱਲ ਰਿਹਾ, ਇਸ ਦੇ ਵਿੱਚੋਂ ਕੀ ਨਿਕਲਦਾ ਕਿ ਇੱਕ ਬੱਚੇ ਦਾ ਪਿਸ਼ਾਬ ਕਰਨਾ ਤੇ ਉਸ ਦੇ ਵਿਰੋਧ ਦੇ ਵਿੱਚ ਮੁਸਲਮਾਨ ਕਮਿਊਨਿਟੀ ਵੱਲੋਂ ਮੰਦਰ ਦਾ ਅਪਮਾਨ ਕਰਨਾ ਤੇ ਇੱਧਰ ਉਧਰਲਾ ਵਕੀਲ ਤਲਬ ਕਰਨਾ। ਤੇ ਹੁਣ ਇਹ ਮੁੱਦਾ ਜਿਹੜਾ ਯੂਪੀ 'ਚ ਪੂਰੀ ਵੀਡੀਓ ਵਾਇਰਲ, ਅੱਗ ਬਣਾਈ ਪਈ ਹੈ ਭਾਜਪਾ ਪਾਰਟੀ ਸੈੱਲ ਨੇ ਉਹਦੀ। ਹਾਲਾਂਕਿ ਤੁਸੀਂ ਵੇਖੋ ਕਿ ਆ ਜਿਹੜਾ ਨੀਰਜ ਚੋਪੜਾ ਗੋਲਡ ਲੈ ਕੇ ਆਇਆ, ਇਹਦਾ ਕੋਚ ਤਾਂ ਜਿਹੜਾ ਨਦੀਮ ਅਹਿਮਦ ਹੈ। ਕ੍ਰੈਡਿਟ ਤਾਂ ਗੁਰੂ ਨੂੰ ਵੀ ਜਾਂਦਾ ਨਾ, ਜਿਵੇਂ ਦਰੋਣਾਚਾਰੀਆ ਗੁਰੂ ਨੂੰ ਪੂਜਿਆ ਜਾਂਦਾ, ਐਵੇਂ ਕੀ ਨਦੀਮ ਅਹਿਮਦ ਨੂੰ ਪੂਜਿਆ ਜਾਏਗਾ? ਨਹੀਂ, ਕਿਉਂਕਿ ਉਹ ਮੁਸਲਿਮ ਹੈ। ਜੇ ਹਿੰਦੂ ਹੁੰਦਾ ਤਾਂ ਜ਼ਿਆਦਾ ਪੂਜਿਆ ਜਾਂਦਾ। ਸੋ ਇਹ ਜਿਹੜੀ ਧਰਮ ਮਜ਼ਹਬ ਦੀ ਸੌੜੀ ਰਾਜਨੀਤੀ ਆ, ਬੇੜਾ ਗਰਕ ਕਰੀ ਜਾ ਰਹੀ ਹੈ ਮੁਲਕ ਦਾ। ਕੀ ਇਸ ਮਸਲੇ ਮਸਾਇਲ ਤੇ ਤੁਹਾਡਾ ਨਜ਼ਰੀਆ? ਇਸ ਤੋਂ ਬਾਅਦ ਆਪਾਂ ਦਿੱਲੀ ਗੁਰਦੁਆਰਾ ਜਿਹੜੇ ਵਾਰਡ ਨੇ
ਉਹਨਾਂ ਦੇ ਮੈਂਬਰਾਂ ਦੀਆਂ ਚੋਣਾਂ ਦੀ ਵੀ ਐਲਾਨ ਹੋ ਗਿਆ 22 ਅਗਸਤ ਨੂੰ, ਉਹਦੇ ਤੇ ਵੀ ਗੱਲਬਾਤ ਕਰਿਓ ਜੀ ਸੁਰਿੰਦਰ ਵੀਰ। ਪਹਿਲੀ ਗੱਲ ਤੇ ਇਹ ਆ ਕਿ ਦੇਖੋ, ਘੱਟ ਗਿਣਤੀ ਜਿੱਥੇ ਮਰਜੀ ਦੁਨੀਆ ਦੇ ਜਿਹੜੇ ਮਰਜੀ ਕੋਨੇ 'ਚ ਆ ਉਹਦੇ ਨਾਲ ਧੱਕਾ ਹੁੰਦਾ। ਪਹਿਲੀ ਗੱਲ ਤੇ ਮੰਨ ਲੈਣੀ ਚਾਹੀਦੀ, ਚਾਹੇ ਉਹ ਇੰਡੀਆ 'ਚ ਵੀ ਆ, ਇੱਥੇ ਕਿਹੜਾ ਨਹੀਂ ਹੁੰਦਾ। ਕਿਸ ਤਰ੍ਹਾਂ ਬਾਬਰੀ ਮਸਜਿਦ ਜਿਹੜੀ ਢਾਈ ਗਈ, ਉਹ ਕਿਹੜੇ ਕਾਨੂੰਨ ਦੇ ਤਹਿਤ ਢਾਈ ਗਈ, ਕੀ ਕੁਛ ਸੀ, ਮਤਲਬ ਉਹ ਵੀ ਕੋਰਟ 'ਚ ਜਾਇਆ ਜਾ ਸਕਦਾ ਸੀ, ਕੋਰਟ ਤੋਂ ਪ੍ਰਵਾਨਗੀ ਲੈ ਕੇ ਸਭ ਕੁਝ ਹੋ ਸਕਦਾ ਸੀ, ਪਰ ਢਾਈ ਗਈ, ਉਹ ਸਾਰਾ ਕੁਝ ਕੀਤਾ ਗਿਆ। ਠੀਕ ਹੈ, ਹੁਣ ਉੱਥੇ ਬੱਚੇ ਨੇ ਜੇ ਪਿਸ਼ਾਬ ਕਰ ਦਿੱਤਾ ਤੇ ਕਿੱਡੀ ਕੋ ਆਫਤ ਆ ਗਈ। ਬੱਚਾ ਤਾਂ ਬੱਚਾ, ਠੀਕ ਹੈ ਨਾ, ਬੱਚੇ ਦਾ ਪਿਸ਼ਾਬ ਕਰਨਾ ਜਿਹੜਾ ਉਹਨੂੰ ਮੁੱਦਾ ਨਹੀਂ ਸੀ ਬਣਾਉਣਾ ਚਾਹੀਦਾ, ਪਹਿਲੀ ਗੱਲ ਤੇ ਆ। ਠੀਕ ਹੈ, ਪਰ ਮੁੱਦਾ ਬਣਾ ਲਿਆ ਗਿਆ। ਹੁਣ ਆ ਰਹੀ ਗੱਲ, ਇੱਕ ਦੇਸ਼ ਦੂਸਰੇ ਦੇਸ਼ ਨੂੰ ਕੀ ਕਰਦਾ, ਜਦੋਂ ਉੱਥੇ ਧੱਕੇਸ਼ਾਹੀ ਹੁੰਦੀ ਆ, ਉਹਨਾਂ ਨੂੰ ਲੱਗਦਾ ਕਿ ਸਾਡੀ ਕਮਿਊਨਿਟੀ ਨਾਲ ਉੱਥੇ ਇਹ ਧੱਕਾ ਹੋਇਆ, ਤੇ ਉੱਥੋਂ ਦਾ ਜਿਹੜਾ ਵੀ ਸਫੀਰ ਹੁੰਦਾ ਉਹਨੂੰ ਸੱਦਿਆ ਜਾਂਦਾ, ਸੱਦ ਕੇ ਉਹਨੂੰ ਕਿਹਾ ਜਾਂਦਾ ਔਰ ਉਹ ਜਤਾ ਦਿੱਤਾ ਜਾਂਦਾ ਕਿ ਆਹ ਆਪਣੇ ਦੇਸ਼ ਨੂੰ ਦੱਸ ਦੇਣੀ ਕਿ ਤੁਸੀਂ, ਤੁਹਾਡੇ ਦੇਸ਼ ਨੇ ਸਾਡੇ ਉੱਥੇ ਜਿਹੜੇ ਨਾਗਰਿਕ ਆ ਉਹਨਾਂ ਦੇ ਨਾਲ ਆਹ ਕੁਝ ਕੀਤਾ। ਠੀਕ ਹੈ, ਤੇ ਉਹ ਕੀ ਇਹ ਉਸ ਦੇਸ਼ ਦੇ ਨਾਗਰਿਕ ਨਹੀਂ ਹੈ ਜਿਨ੍ਹਾਂ ਨਾਲ ਇਹ ਕੁਝ ਹੋ ਰਿਹਾ? ਕਿਉਂਕਿ ਸਾਡੇ ਆ, ਇਸ ਕਰਕੇ ਤੁਸੀਂ ਕਰ ਰਹੇ ਹੋ ਕਿ ਸਾਡਿਆਂ ਨੂੰ ਜਿਹੜਾ ਉਹ ਤੁਸੀਂ ਬਰਾਬਰ ਦਾ ਹੱਕ ਜਿਹੜਾ ਉਹ ਨਹੀਂ ਦਿੰਦੇ। ਇਹ ਸਾਰਾ ਕੁਝ ਜਿਹੜਾ ਉੱਥੇ ਚੱਲਦਾ, ਪਰ ਕੁੱਲ ਮਿਲਾ ਕੇ ਇਹ ਆ ਕਿ ਉਹ ਜਿਹੜਾ ਸਫੀਰ ਆ ਉਹਨੂੰ ਵੀ ਪਤਾ ਕਿ ਇਹਦਾ ਬਹੁਤਾ ਵੱਡਾ ਅਸਰ ਨਹੀਂ ਹੈ, ਸੱਦਣ ਤੋਂ ਬਾਅਦ ਗੱਲ ਆਈ ਗਈ ਹੋ ਜਾਣੀ ਹੈ, ਨਿਪਟ ਜਾਣੀ ਹੈ। ਠੀਕ ਹੈ, ਪਰ ਕੁੱਲ ਮਿਲਾ ਕੇ ਇਹ ਆ ਕਿ ਦੇਖੋ, ਕਿਸੇ ਵੀ ਧਾਰਮਿਕ ਸਥਾਨ ਦਾ ਅਪਮਾਨ ਕਰਨਾ, ਭਾਵੇਂ ਉਹ ਕੋਈ ਵੀ ਹੋਵੇ, ਉਹ ਗਲਤ ਆ। ਭਾਵੇਂ ਉਹ ਪਾਕਿਸਤਾਨ 'ਚ ਹੋਇਆ, ਚਾਹੇ ਉਹ ਅਫਗਾਨਿਸਤਾਨ 'ਚ ਹੋਵੇ, ਤੇ ਚਾਹੇ ਭਾਰਤ ਦੇ ਕਿਸੇ ਕੋਨੇ 'ਚ ਹੋਵੇ, ਉਹ ਗਲਤ ਆ। ਹਰ ਇੱਕ ਨੂੰ ਆਪੋ ਆਪਣੇ ਧਾਰਮਿਕ ਸਥਾਨ ਦੀ ਜਿਹੜੀ ਆ ਉਹਦੀ ਜਿਹੜੀ ਪਵਿੱਤਰਤਾ ਉਹ ਜ਼ਰੂਰੀ ਆ। ਉਹ ਉਹਨਾਂ ਦਾ ਅਕੀਦਾ ਉਹ ਕਿੱਦਾਂ ਕਰਦੇ ਕਿੱਦਾਂ ਨਹੀਂ ਕਰਦਾ, ਸਾਡਾ ਉਹਨਾਂ ਦਾ ਕਿਸੇ ਨਾਲ ਕੋਈ ਤਾਲੁਕਾਤ ਨਹੀਂ। ਕੱਲ ਨੂੰ ਗੁਰਦੁਆਰਾ ਸਾਹਿਬ 'ਚ ਕੋਈ ਇੰਟਰਫੇਅਰ ਕਰੇਗਾ ਤੇ ਨੈਚੁਰਲੀ ਅਸੀਂ ਰੌਲਾ ਤਾਂ ਪਾਵਾਂਗੇ ਕਿ ਉਹ ਸਾਡੇ ਧਰਮ 'ਚ ਕਿਉਂ ਦਖਲਅੰਦਾਜ਼ੀ ਕਰਦੇ ਆ। ਇਸ ਕਰਕੇ ਕਿਤੇ ਨਾ ਕਿਤੇ ਜੋ ਕੁਝ ਹੋ ਰਿਹਾ ਉਹ ਗਲਤ ਆ, ਇਹ ਨਹੀਂ ਹੋਣਾ ਚਾਹੀਦਾ। ਪਰ ਬਦਕਿਸਮਤੀ ਇਹ ਸਾਰਾ ਕੁਝ ਨਿਰੰਤਰ ਚੱਲਦਾ ਜਾ ਰਿਹਾ। ਇਹਦਾ ਕੀ ਹੋਏਗਾ? ਹੁਣ ਉੱਤਰ ਪ੍ਰਦੇਸ਼ 'ਚ ਇਹਨੂੰ ਸਭ ਤੋਂ ਜ਼ਿਆਦਾ ਯੂਜ਼ ਕੀਤਾ ਜਾਏਗਾ। ਉੱਤਰ ਪ੍ਰਦੇਸ਼ 'ਚ ਯੂਜ਼ ਕਰਕੇ ਉੱਥੇ ਸੱਤਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਜਾਏਗੀ, ਪਰ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇਹਦਾ ਅਸਰ ਜਿਹੜਾ ਬਹੁਤ ਵੱਡਾ ਦਿਖ ਜਾਵੇ। ਜੇ ਇਦਾਂ ਦੇ ਅਸਰ ਦਿਖਣੇ ਹੁੰਦੇ, ਜਦੋਂ ਪਤਾ ਕੀ ਆ, ਇੱਕ ਵੇਵ ਬਣ ਜਾਂਦੀ, ਜੋ ਵੇਵ ਚੱਲ ਜਾਂਦੀ, ਉਹਦੇ ਵਿੱਚ ਤੁਸੀਂ ਕਿੰਨੇ ਵੀ ਹੱਥ ਕੰਡੇ ਅਪਣਾਓ। ਹੁਣ ਅਕਾਲੀ ਦਲ ਦੇ ਵਿਰੋਧੀ 2017 ਚ ਐਡੀ ਵੇਵ ਚੱਲ ਗਈ, ਉਹਨਾਂ ਕਿੰਨੇ ਹੱਥ ਕੰਡੇ ਅਪਣਾਏ, ਕਿੰਨੇ ਸਪਸ਼ਟੀਕਰਨ ਦਿੱਤੇ। ਸਰਸੇ ਵਾਲੇ ਸਾਧ ਦੇ ਡੇਰੇ ਤੇ 42 ਕੈਂਡੀਡੇਟ ਵੋਟਾਂ ਮੰਗਣ ਚਲੇ ਗਏ, ਉਹਨਾਂ ਨੇ ਓਪਨਲੀ ਸਪੋਰਟ ਦਾ ਐਲਾਨ ਕਰ ਦਿੱਤਾ। ਪਹਿਲਾਂ ਉਹਨਾਂ ਨੂੰ ਮਾਫੀ ਦੇਤੀ, ਫਿਰ ਮਾਫੀ ਉਹਨਾਂ ਦੀ ਵਾਪਸ ਲੈ ਲਈ, ਹਰ ਹੱਥ ਕੰਡਾ ਅਪਣਾਇਆ। ਫਿਰ ਉਹਨਾਂ ਨੇ ਇੱਕ ਧਾਰਮਿਕ ਯਾਤਰਾ ਸ਼ੁਰੂ ਕਰਤੀ ਤੀਰਥ ਸਥਾਨਾਂ ਦੀ, ਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਭੇਜਿਆ ਜਾਊਗਾ। ਕੋਈ ਪਟਨਾ ਸਾਹਿਬ ਨੂੰ, ਕੋਈ ਨੰਦੇੜ ਸਾਹਿਬ ਨੂੰ ਭੇਜ ਦਿੱਤਾ, ਅਲੱਗ-ਅਲੱਗ ਤੀਰਥ ਸਥਾਨਾਂ ਤੇ ਭੇਜੇ। ਹਾਲਤ ਕੀ ਬਣੀ? ਹਾਲਤ ਤਾਂ ਫੇਰ ਨਹੀਂ ਸੁਧਰੀ। ਇਸ ਕਰਕੇ ਜਦੋਂ ਕੋਈ ਵੇਵ ਬਣ ਜਾ, ਉਹ ਵੇਵ ਇਹਨਾਂ ਗੱਲਾਂ ਨਾਲ ਨਹੀਂ ਰੋਕੀ ਜਾਂਦੀ। ਪਰ ਹਰ ਪੋਲੀਟੀਕਲ ਪਾਰਟੀ ਆ, ਉਹ ਵੇਵ ਕ੍ਰੀਏਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੀਆਂ ਨੇ। ਉਹੀ ਕੁਝ ਹੁਣ ਉੱਤਰ ਪ੍ਰਦੇਸ਼ 'ਚ ਕੀਤਾ ਜਾਏਗਾ। ਇਹ 2022 ਤੈਅ ਕਰੇਗਾ ਕਿ ਇਹਦਾ ਕੋਈ ਇਹਨਾਂ ਨੂੰ ਜਿਹੜਾ ਫਾਇਦਾ ਮਿਲਦਾ ਕਿ ਨਹੀਂ ਮਿਲਦਾ। ਠੀਕ ਹੈ, ਹੁਣ ਇਹਦੇ ਨਾਲ ਰਲਦੀ ਇੱਕ ਖਬਰ ਜਿਹੜੀ ਉਹ ਲੈ ਲਈਏ। ਅੱਜ ਮੋਤੀਆਂ ਵਾਲੀ ਸਰਕਾਰ ਦਿੱਲੀ ਨੂੰ ਚੱਲ ਪਈ ਆ ਜੀ, ਚੰਡੀਗੜ੍ਹੋਂ। ਠੀਕ ਹੈ ਜੀ, ਤੇ ਅੱਜ ਉਹਨਾਂ ਦੀਆਂ 2 ਮੀਟਿੰਗਾਂ ਨੇ, ਇੱਕ ਨਿਤਨ ਗਡਕਰੀ ਨਾਲ, ਇੱਕ ਰਾਜਨਾਥ ਸਿੰਘ ਨਾਲ। ਉਹਨਾਂ ਨੇ ਕਿਹਾ ਕਿ ਦੇਖੋ, ਜਿਹੜਾ ਵੇ ਬਣ ਰਿਹਾ ਪੰਜਾਬ ਜੀ ਸੁਰਿੰਦਰ, ਥੋੜਾ ਲਿੰਕ ਟੁੱਟਣ ਲੱਗ ਜਾਂਦਾ ਇਸ ਵਕਤ। ਤਾਂ ਨਕੋਦਰ ਵਾਇਆ ਕਰਤਾਰਪੁਰ ਹੋ ਕੇ ਭਲੱਥ ਹੋ ਕੇ ਜਿਹੜਾ ਜਾ ਰਿਹਾ ਵਾ ਉਧਰ ਮੁਖੀ। ਹੈਲੋ, ਹਾਂਜੀ, ਉਹ ਜਿਹੜਾ ਸਟੇਟ ਜਿਹੜਾ ਐਕਸਪ੍ਰੈਸ ਵੇ ਹੈ, ਕਿਸਾਨ ਵਿਰੋਧ ਕਰਨੇ, ਉਸ ਸੰਬੰਧੀ ਕੈਪਟਨ ਸਾਹਿਬ ਦੀ ਨਿਤਨ ਗਡਕਰੀ ਨਾਲ ਮੀਟਿੰਗ। ਜੀ ਕੰਟੀਨਿਊ। ਇੱਕ ਨਿਤਨ ਗਡਕਰੀ ਨਾਲ, ਇੱਕ ਰਾਜਨਾਥ ਸਿੰਘ ਨਾਲ 2 ਮੀਟਿੰਗਾਂ ਹੋਣ ਜਾ ਰਹੀਆਂ ਅੱਜ। ਠੀਕ ਹੈ ਜੀ, ਉਹਨਾਂ ਨੇ ਕਿਹਾ ਕਿ ਜਿਹੜਾ ਐਕਸਪ੍ਰੈਸ ਵੇ ਆ, ਇਹ ਜਦੋਂ ਹਰਿਆਣੇ ਤੋਂ ਆ ਕੇ ਪੰਜਾਬ 'ਚ ਐਂਟਰ ਹੋਣਾ, ਤੇ ਇਹਨੇ ਅੱਗੇ ਜਾ ਕੇ ਨਕੋਦਰ ਕੋਲੇ 2 ਰਸਤੇ ਅਖਤਿਆਰ ਕਰਨੇ। ਇੱਕ ਨਕੋਦਰ ਤੋਂ ਜਿਹੜਾ ਸਿੱਧਾ ਜਾ ਕੇ ਅੰਮ੍ਰਿਤਸਰ ਆਉਣਾ, ਤੇ ਦੂਸਰਾ ਜਿਹੜਾ ਨਕੋਦਰ ਤੋਂ ਕਰਤਾਰਪੁਰ ਹੋ ਕੇ ਜਿੰਨੇ ਇਹਨੇ ਕਟਰੇ ਤੱਕ ਜਾਣਾ। ਇਹ ਇਹਦੇ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਆ ਰਹੀ ਆ। ਕਿਸਾਨ ਕਹਿੰਦੇ ਸਾਨੂੰ ਮੁਆਵਜ਼ਾ ਵੱਧ ਦਿਓ, ਤੇ ਕੈਪਟਨ ਸਾਹਿਬ ਇਹ ਮੁੱਦਾ ਲੈ ਕੇ ਚੱਲੇ ਪਲੰਦਾ ਬਣਾ ਕੇ ਕਿ ਦੇਖੋ ਜੀ, ਕਰੋਨਾ ਕਰਕੇ ਰਜਿਸਟਰੀਆਂ ਦੇ ਰੇਟ ਅਸੀਂ ਵਧਾ ਨਹੀਂ ਸਕੇ, ਕਿ ਸਾਡੀ ਨਾ ਮੀਟਿੰਗ ਹੋ ਸਕੀ, ਇਸ ਕਰਕੇ ਇਹਨਾਂ ਨੂੰ ਰੇਟ ਵੱਧ ਦਿੱਤਾ ਜਾਵੇ। ਕਿਸਾਨਾਂ ਦਾ ਮੁੱਦਾ ਜਾਇਜ਼ ਆ, ਇਸ ਕਰਕੇ ਜਾ ਰਿਹਾ। ਦੂਸਰੀ ਗੱਲ ਉਹ ਜਾ ਰਿਹਾ, ਤੇ ਉਹਨਾਂ ਨੇ
सैनिक स्कूल जिहड़े आ ਉਹ ਇੱਕ ਬਠਿੰਡੇ ਦੇ ਵਿੱਚ, ਇੱਕ ਸ਼ਾਇਦ ਅੰਮ੍ਰਿਤਸਰ ਦੇ ਵਿੱਚ ਆ, ਉਹ ਸੈਨਿਕ ਸਕੂਲਾਂ ਦੇ ਲਈ ਆ। ਉਹਦਾ ਕਰਕੇ ਮੰਗਾ ਲੈ ਕੇ ਚੱਲੇ। ਇਹਦੇ ਨਾਲ ਹੀ ਹੈ ਕਿ ਉਹਨਾਂ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ ਪਰ ਅਜੇ ਤੱਕ ਸਮਾਂ ਮਿਲਿਆ ਨਹੀਂ ਹੈ। ਤੇ ਅੱਜ ਕਿਉਂਕਿ ਪ੍ਰਿੰਕਾ ਵੀ ਵਿਦੇਸ਼ ਤੋਂ ਵਾਪਸ ਆ ਰਹੀ ਆ, ਉਹਨਾਂ ਨੇ ਕਿਹਾ ਕਿ ਮੈਂ 15 ਅਗਸਤ ਤੋਂ ਬਾਅਦ ਕੈਬਨਿਟ 'ਚ ਵਿਸਤਾਰ ਕਰਨਾ ਚਾਹੁੰਦਾ। ਜਿਹੜਾ ਮੌਜੂਦਾ ਸਪੀਕਰ ਆ ਉਹਨੂੰ ਮੰਤਰੀ ਬਣਾਉਣਾ ਚਾਹੁੰਦਾ ਤੇ ਸਪੀਕਰ ਕਿਸੇ ਹੋਰ ਨੂੰ ਬਣਾਉਣਾ ਚਾਹੁੰਦਾ ਤੇ ਬਾਕੀ ਰੱਦੋ ਬਦਲ ਕਰਨਾ ਚਾਹੁੰਦਾ। ਉਹਦੇ ਲਈ ਮੈਨੂੰ ਇਜਾਜ਼ਤ ਦਿੱਤੀ ਜਾਵੇ। ਉਹ ਦੇਖਣਾ ਹੋਏਗਾ ਕਿ ਸੋਨੀਆ ਗਾਂਧੀ ਤੋਂ ਇਜਾਜ਼ਤ ਮਿਲਦੀ ਆ ਤੇ ਜਾਂ ਉਹ ਰਾਜਨਾਥ ਸਿੰਘ ਤੇ ਨਿਤਿਨ ਗਡਕਰੀ ਦੋਨਾਂ ਨੂੰ ਮਿਲ ਕੇ ਵਾਪਸੀ ਕਰ ਲੈਂਦਾ। ਇਹ ਜੋ ਅੱਜ ਸ਼ਾਮ ਤੱਕ ਕਲੀਅਰ ਹੋਏਗਾ ਕਿ ਅੱਜ ਸ਼ਾਮ ਨੂੰ ਵਾਪਸੀ ਹੁੰਦੀ ਹੈ ਜਾਂ ਕੱਲ ਨੂੰ ਹੁੰਦੀ, ਜਦੋਂ ਵੀ ਹੁੰਦੀ ਹੈ ਉਹਦੇ 'ਚ ਸਾਰਾ ਕੁਝ ਜਿਹੜਾ ਉਹ ਸਪਸ਼ਟ ਹੋ ਜਾਏਗਾ ਕਿ ਕੀ ਪਰਮਿਸ਼ਨ ਮਿਲਦੀ ਆ ਮਿਲਣ ਦੀ, ਕੀ ਪਰਮਿਸ਼ਨ ਤੋਂ ਬਾਅਦ ਆਗਿਆ ਮਿਲਦੀ ਹੈ ਮੰਤਰੀ ਮੰਡਲ 'ਚ ਵਾਧਾ ਕਰਨ ਦੀ ਤੇ ਬਾਕੀ ਕੋਈ ਮੰਤਰੀ ਡਰॉप ਕਰਨ ਦੀ ਕਿ ਜਾਂ ਨਹੀਂ ਮਿਲਦੀ। ਇਹ ਸਾਰਾ ਕੁਝ ਅੱਜ ਜਦੋਂ ਮੀਟਿੰਗ ਹੋਏਗੀ ਉਸ ਤੋਂ ਬਾਅਦ ਤੈਅ ਹੋਏਗਾ। ਜੀ ਦਿੱਲੀ ਕਮੇਟੀ ਚੋਣਾਂ ਦੇ ਮੁਤਲਕ ਵੀ ਜਿਹੜੇ ਦਿੱਲੀ ਗੁਰਦੁਆਰਾ ਵਾਰਡਾਂ ਦੇ ਮੈਂਬਰਾਂ ਦੀਆਂ ਚੋਣਾਂ 22 ਅਗਸਤ ਨੂੰ ਹੋਣਗੀਆਂ। ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਵੋਟਾਂ ਦੀ ਗਿਣਤੀ 25 ਅਗਸਤ ਨੂੰ ਹੋਵੇਗੀ। ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਕੀ ਕੁਝ ਹੋ ਰਿਹਾ ਜੀ ਸੁਰਿੰਦਰ ਜੀ? ਦੇਖੋ, ਚਾਹੀਦਾ ਤੇ ਇਹ ਸੀ ਕਿ ਜਦੋਂ ਕਰੋਨਾ ਕਾਲ ਘਟਿਆ ਸੀ ਉਸ ਵੇਲੇ ਜਦੋਂ ਇਹਨਾਂ ਤੇ ਵੋਟਾਂ ਜਿਹੜੀਆਂ ਉਹ ਮਤਲਬ ਚੋਣ ਜਿਹੜੀ ਰੱਦ ਕੀਤੀ ਗਈ ਸੀ, ਉੱਥੋਂ ਹੀ ਪ੍ਰੋਸੈਸ ਸ਼ੁਰੂ ਹੁੰਦਾ ਕਿਉਂਕਿ ਆਲਰੇਡੀ ਕੈਂਡੀਡੇਟ ਅਪਲਾਈ ਕਰ ਚੁੱਕੇ ਸੀ, ਚੋਣ ਪ੍ਰਚਾਰ ਚੱਲ ਚੁੱਕਿਆ ਸੀ, ਜਿਨ੍ਹਾਂ ਪੇਪਰ ਵਿਡਰਾਅ ਕਰਨੇ ਸੀ ਕਰ ਚੁੱਕੇ ਸੀਗੇ ਤੇ ਸਿੱਧਾ ਸੀ ਉਹਨਾਂ ਨੂੰ 5 ਦਿਨ ਦਾ ਹੋਰ ਸਮਾਂ ਦਿੰਦੇ ਤਾਂ ਆਪਣਾ ਪ੍ਰਚਾਰ ਖਤਮ ਕਰੋ ਤੇ ਵੋਟਾਂ ਪਵਾ ਕੇ ਗਿਣਤੀ ਕਰਕੇ ਪਾਸੇ ਕਰਦੇ। ਪਰ ਇਹ ਫਿਰ ਲੰਬਾ ਪ੍ਰੋਸੈਸ ਲੈ ਗਏ ਨੇ। ਹੁਣ ਸਟਾਰਟ ਹੋਣ ਦੋ, ਸਟਾਰਟ ਹੋਏਗਾ ਤਾਂ ਪਤਾ ਲੱਗ ਜਾਏਗਾ। ਅੱਜ ਹੁਣ 9 ਤਰੀਕ ਹੋ ਗਈ ਆ ਤੇ ਦਿਨ ਜਿਹੜੇ ਆ ਉਹ ਬਾਕੀ ਆਪਾਂ ਨੂੰ ਪਤਾ 16 ਰਹਿ ਗਏ। 16 ਦਿਨਾਂ ਬਾਅਦ ਵੋਟਾਂ ਪੈਣਗੀਆਂ, ਉਹਦੇ ਬਾਅਦ ਜਿਹੜੀ ਗਿਣਤੀ ਹੋਏਗੀ ਪਤਾ ਲੱਗ ਜੂ ਕਿੱਧਰ ਨੂੰ ਜਾਂਦੀਆਂ। ਪਰ ਕੁੱਲ ਮਿਲਾ ਕੇ ਇਹ ਆ ਕਿ ਉੱਥੇ ਵਿਰੋਧੀ ਧਿਰ ਅਜੇ ਵੀ ਇੱਕ ਜਗ੍ਹਾ ਇਕੱਠੀ ਨਹੀਂ ਹੈ। ਵਿਰੋਧੀ ਧਿਰ ਵੀ 4 ਗਰੁੱਪਾਂ 'ਚ ਵੰਡੀ ਪਈ ਆ। ਅਕਾਲੀ ਦਲ ਬਾਦਲ ਇੱਕ ਜਗ੍ਹਾ ਤੇ ਬੈਠਾ, ਪਰਮਜੀਤ ਸਿੰਘ ਸਰਨਾ ਇੱਕ ਬੰਨੇ ਆ, ਜਿਹੜਾ ਪੰਜਾਬ ਦੇ ਵਿੱਚ ਭਾਈ ਰਣਜੀਤ ਸਿੰਘ ਆ ਇੱਥੇ ਢੀਂਡਸੇ ਗਰੁੱਪ ਨਾਲ ਖੜਾ, ਉੱਥੇ ਜਾ ਕੇ ਉਹ ਖੜਾ ਸਰਨੇ ਭਰਾਵਾਂ ਦੇ ਨਾਲ। ਠੀਕ ਹੈ, ਇੱਥੇ ਜਿਹੜਾ ਜਿੱਥੋਂ ਤੱਕ ਸਵਾਲ ਆ ਢੀਂਡਸੇ ਗਰੁੱਪ ਦਾ, ਉਹ ਦਿੱਲੀ 'ਚ ਮਨਜੀਤ ਸਿੰਘ ਜੀਕੇ ਦੇ ਗਰੁੱਪ ਨਾਲ ਜਾ ਕੇ ਖੜ ਗਿਆ। ਉਹਨਾਂ ਨੇ ਜਿਹੜਾ ਆਪਣੀ ਸੈਟਿੰਗ ਕੀਤੀ ਹੋਈ ਆ। ਜਿਹੜਾ ਬਲਦੇਵ ਸਿੰਘ ਵਡਾਲਾ ਸਦਭਾਵਨਾ ਦਲ ਵਾਲਾ ਜਿਹੜਾ ਹੁਣ ਉੱਥੇ ਅੰਮ੍ਰਿਤਸਰ ਧਰਨੇ ਲਾਈ ਬੈਠਾ, ਕਹਿੰਦਾ ਮੇਰਾ 9 ਮਹੀਨੇ ਤੋਂ ਮੋਰਚਾ ਚੱਲ ਰਿਹਾ, ਉਹ ਜਿਹੜਾ ਉਹਨਾਂ ਨੇ ਇੱਕ ਵੱਖਰਾ ਗਰੁੱਪ ਬਣਾਇਆ। ਮਤਲਬ ਅਲੱਗ-ਅਲੱਗ ਇੱਕ ਪੰਥਕ ਦਲ ਹੋਰ ਬਣਿਆ ਹੋਇਆ, ਉਹਨਾਂ ਨੇ ਵੀ ਆਪਣਾ ਅਲੱਗ। ਉਹਨਾਂ ਦੇ ਖੈਰ ਆਖਰੀ ਦਿਨਾਂ 'ਚ ਉਹਦੀ ਆ ਕੇ ਜਿਹੜੀ ਸੈਟਿੰਗ ਸੀਗੀ ਉਹ ਮਨਜੀਤ ਸਿੰਘ ਜੀਕੇ ਨਾਲ ਹੋ ਗਈ ਸੀ, ਜਿਹੜਾ ਪੰਥਕ ਦਲ ਉੱਥੇ ਬਣਿਆ ਹੋਇਆ। ਯਾਨੀ ਕਿ ਉੱਥੇ ਕਈ ਧਿਰਾਂ ਦੇ ਵਿੱਚ ਵਿਰੋਧੀ ਧਿਰ ਵੰਡੀ ਹੋਈ ਆ, ਜਿਹਦਾ ਕਿ ਹੋ ਨਾ ਕਿਤੇ ਇਹ ਨਾ ਹੋਵੇ ਕਿ ਕਿਉਂਕਿ ਜਦੋਂ ਕਰੋਨਾ ਕਾਲ ਤੋਂ ਪਹਿਲਾਂ ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਹੁੰਚੇ, ਉਹ ਸਾਰੇ ਦੇ ਵਿੱਚ ਮਨਜਿੰਦਰ ਸਿੰਘ ਸਿਰਸਾ ਨੇ ਕਾਫੀ ਜਿਹੜੀ ਪਬਲਿਸਿਟੀ ਜਿਹੜੀ ਸੀਗੀ ਉਹ ਆਪਦੀ ਕਰ ਲਈ ਸੀ। ਕਿਤੇ ਇਹ ਨਾ ਹੋਵੇ ਕਿ ਉਹ ਉਹਦਾ ਬੈਨੀਫਿਟ ਲੈਣ 'ਚ ਕਾਮਯਾਬ ਹੋ ਜਾਏ। ਜਿੱਥੋਂ ਤੱਕ ਰਹੀ ਗੱਲ, ਸਰਨੇ ਭਰਾ ਪਹਿਲਾਂ ਲੰਬਾ ਸਮਾਂ ਦਿੱਲੀ ਕਮੇਟੀ ਦੇ ਕਾਬਜ਼ ਰਹੇ, ਉਹਨਾਂ ਦੇ ਬਹੁਤ ਸਾਰੇ ਦੋਸ਼ ਲੱਗੇ ਤੇ ਬਿਲਕੁਲ ਉਹਨਾਂ ਦਾ ਸਫਾਇਆ ਹੋ ਗਿਆ। ਦੂਸਰੀ ਵਾਰ ਵੀ ਉਹ ਸੱਤਾ 'ਚ ਨਹੀਂ ਆ ਸਕੇ। ਉਸ ਵੇਲੇ ਜਿਹੜੀ ਅਗਵਾਈ ਸੀਗੀ ਉਹ ਮਨਜੀਤ ਸਿੰਘ ਜੀਕੇ ਕੋਲ ਸੀ, ਨਾਲ ਮਨਜਿੰਦਰ ਸਿੰਘ ਸਿਰਸਾ ਸੀ। ਈਵਨ ਕਿ 17 ਵਾਲੀ ਚੋਣ ਜਿਹੜੀ ਉਹ ਅਕਾਲੀ ਦਲ ਤੋਂ ਬਾਹਰ ਲੜੀ ਗਈ ਸੀ। ਅਕਾਲੀ ਦਲ ਦਾ ਉਹਦੇ 'ਚ ਕੋਈ ਬੋਲਬਾਲਾ ਨਹੀਂ ਸੀ। ਪੰਜਾਬ 'ਚ ਅਕਾਲੀ ਦਲ ਦਾ ਬੋਰੀ ਬਿਸਤਰਾ ਗੋਲ ਸੀ, ਪਰ ਦਿੱਲੀ ਸੱਤਾ 'ਚ ਕਾਬਜ਼ ਹੋਇਆ ਸੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਚੋਣ 'ਚ। ਹੁਣ ਦੇਖਣਾ ਤੇ ਹੋਏਗਾ ਕਿ ਹੁਣ ਮਨਜੀਤ ਸਿੰਘ ਜੀਕੇ ਵੀ ਇੱਕ ਕੇਸ 'ਚ ਬੁਰੀ ਤਰ੍ਹਾਂ ਗਰਸਿਆ ਪਿਆ ਤੇ ਦੂਸਰੇ ਦੇ ਵਿੱਚ ਜਿਹੜਾ ਉਹ ਮਨਜਿੰਦਰ ਸਿੰਘ ਸਿਰਸਾ ਵੀ ਫਸ ਚੁੱਕਿਆ। ਹੁਣ ਕੀ ਹੁੰਦਾ ਕਿ ਤਿੰਨਾਂ ਧਿਰਾਂ 'ਚੋਂ ਕਿਹਨੂੰ ਚੁਣਿਆ ਜਾਂਦਾ, ਜਾਂ ਤਿੰਨੋਂ ਧਿਰਾਂ ਜਿਹੜੀਆਂ ਉਹ ਇਹਨਾਂ ਕੋ ਬਹੁਮਤ ਲੈ ਕੇ ਆ ਜਾਂਦੀਆਂ ਕਿ ਕਿਸੇ ਇੱਕ ਨੂੰ ਬਹੁਮਤ ਹੀ ਨਾ ਮਿਲੇ, ਕਿਤੇ ਇਹ ਹਾਲਾਤ ਨਾ ਬਣ ਜਾਵੇ। ਅਜੇ ਦੇਖਣਾ ਪਊਗਾ ਆਉਣ ਵਾਲੇ ਦਿਨਾਂ 'ਚ ਤੇ ਊਠ ਜਿਹੜਾ ਉਹ ਕਿਸ ਕਰਵੜ ਜਿਹੜਾ ਉਹ ਬੈਠਦਾ। ਪਰ ਚੰਗੀ ਗੱਲ ਆ, ਚਲੋ ਚੋਣ ਹੋਈ ਆ, ਇਸ ਚੋਣ ਨੇ ਬਹੁਤ ਕੁਝ ਤੈਅ ਕਰ ਦੇਣਾ ਕਿ ਜੇਕਰ ਅਕਾਲੀ ਦਲ ਬਾਦਲ ਉੱਥੋਂ ਜਿੱਤਣ 'ਚ ਕਾਮਯਾਬ ਹੋ ਗਿਆ ਤੇ ਫਿਰ ਪੰਜਾਬ ਦੇ ਵਿੱਚ ਵੀ ਉਹਦਾ ਰੱਥ ਰੋਕਣਾ ਇਹਨਾਂ ਲਈ ਮੁਸ਼ਕਲ ਜਿਹੜਾ ਉਹ ਹੋ ਜਾਣਾ। ਕਿਉਂਕਿ ਇਹਦਾ ਕਿਤੇ ਨਾ ਕਿਤੇ ਜਿਹੜੀ ਕੋਈ ਵੀ ਪਾਰਟੀ ਇੱਕ ਸਟੇਟ 'ਚ ਜਿੱਤਦੀ ਆ, ਦੂਸਰੀ ਸਟੇਟ 'ਚ ਆ ਕੇ ਉਹਨੂੰ ਉਹਦਾ ਬੈਨੀਫਿਟ ਜਿਹੜਾ ਉਹ ਮਿਲਦਾ ਹੀ ਮਿਲਦਾ। ਜੀ ਸੁਰਿੰਦਰ ਜੀ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸ਼ਾਮੀ ਹੁੰਦੀ ਮੁਲਾਕਾਤ 6:30 ਵਜੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ। ਮਿਹਰਬਾਨੀ ਜੀ, ਮਿਹਰਬਾਨੀ। ਸੋ ਦੋਸਤੋ, ਇਹ ਸਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਤੇ ਵਕਾਲਤ ਨਾਲ ਵਾਬਸਤਾ ਸਵਾਲ ਸੁਰਿੰਦਰ ਸਿੰਘ। ਬਹੁਤ ਸਾਰੇ ਕਮੈਂਟ ਆਏ ਸੀ, ਮੈਂ ਮਾਫੀ ਚਾਹਾਂ। ਜਿਹੜਾ JS ਜੌਲ ਸਾਹਿਬ ਕਹਿੰਦੇ ਪਟਵਾਰੀਆਂ ਤੇ ਬਹੁਤ ਸੋਹਣੀ ਟਿੱਪਣੀ ਕੀਤੀ ਹੈ ਤੇ ਹੋਰ ਬਹੁਤ ਸਾਰੇ ਮਸਲੇ ਮਸਾਇਲ ਨੇ।
ਤੇ ਇਸ ਦੌਰਾਨ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੋਵੇ ਤੇ ਆਪਾਂ ਕੁਝ ਸਮਾਂ ਤੁਹਾਨੂੰ ਵੀ ਦੇਵਾਂਗੇ, ਮਨ ਕੀ ਬਾਤ ਨਹੀਂ ਕਰਾਂਗੇ। ਉਸ ਵਾਸਤੇ ਲਾਈਨਾਂ ਖੁੱਲੀਆਂ ਨੇ, ਵੱਖ-ਵੱਖ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੇ ਆਜੋ ਫਟਾਫਟ ਆਪਣੀ ਗੱਲ ਕਰ ਸਕਦੇ ਹੋ। 98-763 09655 ਤੇ 98763 98-763 ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। 98-763 ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ। ਜੇ ਤੁਸੀਂ ਗੱਲਬਾਤ ਕਰਨੀ ਹੈ ਜਾਂ ਜਿਨ੍ਹਾਂ ਸੱਜਣਾਂ ਕੋਲ ਮੇਰਾ ਸੈੱਲ ਫੋਨ ਹੈ ਉਸ ਤੇ ਵੀ ਸੰਪਰਕ ਤੁਸੀਂ ਕਰ ਸਕਦੇ ਹੋ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਜੀ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਅਮਰੀਕਾ 'ਚ ਨੇ ਕਈ ਸਾਰੇ ਕਾਰੋਬਾਰ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ। ਤੇ ਇਸ ਤੋਂ ਇਲਾਵਾ ਇੱਥੇ ਤੁਸੀਂ ਜਿਹੜਾ ਐਡਰੈਸ ਨੋਟ ਕਰ ਲਓ, 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ ਹੈ। ਤੇ ਇੱਥੇ ਤੁਸੀਂ ਜਿਹੜੀਆਂ ਕੁਝ ਸੇਵਾਵਾਂ ਲੈ ਸਕਦੇ ਹੋ, ਜਿਸ ਤਰ੍ਹਾਂ ਈਮੇਲ, ਫੈਕਸ ਫ੍ਰੀ ਹੈ, ਟਰੱਕ ਪਾਰਕਿੰਗ ਫ੍ਰੀ ਹੈ ਤੇ ਕਾਫੀ ਫ੍ਰੀ ਹੈ। ਇਸ ਤੋਂ ਇਲਾਵਾ ਇੱਥੇ ਟਰੱਕਾਂ ਦਾ ਸਮਾਨ ਸਮੱਗਰੀ ਤੁਸੀਂ ਖਰੀਦ ਸਕਦੇ ਹੋ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ ਵਾਸ਼ਿੰਗਟਨ ਸਟੇਟ ਦੇ ਵਿੱਚ। ਤੇ ਦੂਜੀ ਜਿਹੜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਹੈ, ਉਹ ਵੀ ਨੋਟ ਕਰ ਲਓ। ਤੇ ਉਹ ਹੈ ਲੌਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ, ਲੌਸਟਿਲ ਐਗਜ਼ਿਟ 278 ਤੇ ਪੈਂਦਾ ਹੈ। ਤੇ ਇੱਥੇ ਤੁਹਾਨੂੰ ਫ੍ਰੀ ਚਾਹ ਛਕਣ ਨੂੰ ਮਿਲੇਗੀ। ਇਸ ਤੋਂ ਇਲਾਵਾ ਉੱਥੇ ਤੁਸੀਂ ਫ੍ਰੀ ਚਾਹ ਤੋਂ ਇਲਾਵਾ ਉੱਥੇ ਤੁਸੀਂ ਸ਼ਾਵਰ, ਲਾਂਡਰੀ ਫ੍ਰੀ ਕਰ ਸਕਦੇ ਹੋ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਉਸ ਦਾ ਸਾਧ ਵਿੱਚੋਂ ਉਪਯੋਗ ਵੀ ਕੀਤਾ ਜਾ ਸਕਦਾ ਹੈ। ਲੋ, ਇਸ ਵਕਤ ਆਪਣੇ ਨਾਲ ਨਿਊਜ਼ੀਲੈਂਡ ਤੋਂ ਜੁੜੇ ਨੇ ਬਾਈ ਜੀ ਬਲਵਿੰਦਰ ਸਿੰਘ, ਤਰਕਸ਼ੀਲ ਸੰਧੂ ਸਾਹਿਬ, ਆਪਣੇ ਸਬਸਕ੍ਰਾਈਬਰ ਵੀ ਨੇ ਜੀ। ਸੰਧੂ ਸਾਹਿਬ, ਸਵਾਗਤ ਹੈ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ। ਸਤਿ ਸ਼੍ਰੀ ਅਕਾਲ ਸੰਧੂ ਸਾਹਿਬ, ਕੀ ਹਾਲ ਚਾਲ ਹੈ ਜੀ ਤੁਹਾਡਾ? ਠੀਕ ਠਾਕ ਹੋ? ਠੀਕ ਠਾਕ। ਹਾਂਜੀ ਠੀਕ ਠਾਕ ਜੀ। ਮੈਂ ਪਹਿਲਾਂ ਵੀ ਭਾਜੀ ਲਾਇਆ ਸੀਗਾ ਫੋਨ, ਫਿਰ ਉਹ ਚੱਕਿਆ ਨਹੀਂ। ਇੱਕ ਮਿੰਟ, ਮੈਂ ਮਾੜਾ ਜਿਹਾ ਗੇਅਰ ਚ ਕੱਢ ਮੈਂ ਟਰੱਕ। ਅੱਛਾ ਅੱਛਾ, ਉਹ ਤੁਹਾਨੂੰ ਟੂ ਦੀ ਆਵਾਜ਼ ਆਈ ਜਾਣੀ ਨਾ। ਹਾਂਜੀ ਹਾਂਜੀ, ਮੈਂ ਸਾਈਡ ਤੇ ਲਾਇਆ ਸੀਗਾ, ਫਿਰ ਮੈਂ ਕਿਹਾ ਵੀਡੀਓ ਤੁਸੀਂ ਬੰਦ ਕੀਤਾ। ਮੈਂ ਸਰ ਤੁਹਾਨੂੰ ਇਹ ਜਾਣਕਾਰੀ ਦੇਣੀ ਸੀ ਨਾ ਜੀ। ਆਕਲੈਂਡ ਗੇੜੀ ਮੈਂ ਭਾਜੀ ਤੇ ਆਕਲੈਂਡ ਚ ਲੋਕਲ ਹੀ ਹੁੰਦਾ ਮੇਰੇ ਕੋਲ ਜੀ। ਅੱਛਾ, ਥੋੜਾ ਜਿਹਾ ਦੱਸੋ, ਤੁਹਾਡੇ ਸਵਾਲ ਤੋਂ ਪਹਿਲਾਂ ਮੇਰੇ ਖਿਆਲ ਨਿਊਜ਼ੀਲੈਂਡ ਚ ਜਿਵੇਂ ਅਮਰੀਕਾ ਕੈਨੇਡਾ ਚ ਲੌਂਗ ਰੂਟ ਤੇ ਤਾਂ ਨਹੀਂ ਹੈ, ਜ਼ਿਆਦਾ ਟਰੱਕਿੰਗ ਲੋਕਲ ਹੈ ਤੁਹਾਡੇ ਨਾ? ਹਾਂਜੀ ਹਾਂਜੀ, ਜੋ ਲੌਂਗ ਹੈਗਾ ਜਿੱਦਾਂ ਕ੍ਰਾਈਸਟਚਰਚ ਹੋ ਗਿਆ ਤੇ ਆਪਣਾ ਵੈਲਿੰਗਟਨ ਹੋ ਗਿਆ, ਐਲਮਿੰਟਨ। ਅੱਛਾ, ਓਕੇ। ਆਕਲੈਂਡ ਯਾਨੀ ਨਿਊਜ਼ੀਲੈਂਡ ਦੇ ਵਿੱਚ ਯਾਨੀ ਕਿ ਦੂਸਰੇ ਤਾਂ ਹੋ ਤਾਂ ਹੈ ਨਹੀਂ, ਕਿਉਂ ਪਾਣੀ ਦੇ ਵਿੱਚ ਇੱਕ ਡਿਪੂ ਹੀ ਹੈ, ਇਹ ਟਾਪੂ ਹੀ ਹੈ ਕਿਸਮ ਦਾ। ਜ਼ਿਆਦਾ ਲੋਕਲ ਆਕਲੈਂਡ ਸਾਈਡ ਲੋਕਲ ਟਰੱਕਿੰਗ ਜ਼ਿਆਦਾ। ਹਾਂਜੀ 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 ਜੀ। ਕੀ ਕਹਿਣਾ ਚਾਹੁੰਦੇ ਹੋ ਬਾਕੀ? ਮੈਂ ਜਦੋਂ ਤੁਸੀਂ ਗੱਲ ਕਰ ਰਹੇ ਨਾ ਨਿਊਜ਼ੀਲੈਂਡ ਦੀ ਕੱਲ ਦੀ ਗੁਰਦੁਆਰਾ ਸਾਹਿਬ ਦੀ, ਤਾਂ ਮੈਂ ਥੋੜਾ ਜਿਹਾ ਉਹਦੇ ਬਾਰੇ ਦੱਸਣਾ ਚਾਹੁੰਦਾ ਸੀਗਾ। ਕਿਹੜਾ ਸੀ? ਲੇਡੀ ਰੂਬੀ ਡਰਾਈਵ ਕਿਹੜਾ ਏਰੀਆ ਪੈਂਦਾ? ਹਾਂਜੀ, ਲੇਡੀ ਰੂਬੀ ਡਰਾਈਵ ਦਾ ਜੀ। ਹਾਂਜੀ, ਫਲੈਟਬੁਸ਼ ਦੇ ਵਿੱਚ ਪੈ ਜਾਂਦਾ। ਉਹ ਮੇਰੇ ਤੋਂ ਮੇਰਾ ਛੋਟਾ ਭਰਾ ਸੀਗਾ ਜਿਹੜਾ ਉਹਦੇ ਕੋਲੋਂ ਅੰਮ੍ਰਿਤ ਛਕਿਆ ਸੀਗਾ, ਯਾਨੀ ਕਿ ਜਿਹੜਾ ਆਪਣਾ ਬੰਟੀ ਬਾਬਾ ਜੀ, ਬੰਟੀ ਬਾਬੇ ਦੇ ਕੋਲੋਂ। ਅੱਛਾ। ਤਾਂ ਮੇਰੀ ਜਿਹੜੀ ਵਾਈਫ ਆ ਉਹਦੀ ਯਾਨੀ ਕਿ ਛੋਟੀ ਸਿਸਟਰ ਜਿਹੜੀ ਆ, ਉਹ ਵੀ ਯਾਨੀ ਕਿ ਉਹਦੀ ਵਾਈਫ ਯਾਨੀ ਕਿ ਮੇਰੀ ਸਾਲੀ ਦੇ ਉਹਨਾਂ ਵਿਆਹੀ ਹੋਈ ਕੋਈ ਘਰ ਚ ਹੁੰਦਾ ਸੀ ਕੋਈ ਭਰਾ, ਤੇ ਉਹਨਾਂ ਦੋਨਾਂ ਨੇ ਉੱਥੋਂ ਅੰਮ੍ਰਿਤ ਛਕ ਲਿਆ। ਤਾਂ ਉਦੋਂ ਬਾਅਦ ਜੀ ਥੋੜਾ ਚਿਰ ਜਾਂਦੇ ਰਹੇ, ਤਾਂ ਉਹ ਮੈਨੂੰ ਵੀ ਕਹਿਣ ਲੱਗ ਪਿਆ। ਮੈਂ ਕਿਹਾ ਬਾਈ ਆਪਾਂ ਕੋਲ ਨਹੀਂ ਹੈਗਾ ਵੀ ਆਪਾਂ ਨਹੀਂ ਕਰ ਸਕਦੇ ਹੈਗੇ, ਕਾਫੀ ਜ਼ੋਰ ਪਾਇਆ। ਫਿਰ ਉਸ ਤੋਂ ਬਾਅਦ ਹੁਣ ਕੀ ਕੀਤਾ, ਦੱਸੇ ਤੋਂ ਬਗੈਰ ਆਟੋਮੈਟਿਕ ਪੇਮੈਂਟਾਂ ਕਰਵਾ ਦਿੱਤੀਆਂ ਜੀ ਅਕਾਊਂਟ ਦੇ ਵਿੱਚ ਬਾਬੇ ਦੇ। ਨਹੀਂ, ਇਹਨਾਂ ਦੇ ਅਕਾਊਂਟ ਉਸ ਤੋਂ ਉਹ ਮੇਰੇ ਭਰਾ ਦੀ ਵਾਈਫ ਨੇ ਆਪਣੇ ਅਕਾਊਂਟ ਚੋਂ ਉਸ ਬਾਬੇ ਦੇ ਅਕਾਊਂਟ ਦੇ ਵਿੱਚ ਆਟੋਮੈਟਿਕ ਪੇਮੈਂਟ ਕਰਵਾਤੀ ਵੀਕਲੀ $100 ਸਮਥਿੰਗ। ਅੱਛਾ ਜੀ। ਤਾਂ ਫਿਰ ਕਿਤੇ ਬਾਬਾ ਕਹਿਣ ਲੱਗਾ ਤੁਸੀਂ ਗਹਿਣਾ ਨਹੀਂ ਪਾਉਣੇ ਹੈਗੇ, ਕੋਈ ਸੋਨਾ ਨਹੀਂ ਪਾਉਣਾ ਤੁਸੀਂ ਹੈਗਾ। ਅੱਛਾ। ਤਾਂ ਉਹ ਕਹਿੰਦੇ ਚਲੋ ਠੀਕ ਆ, ਕਹਿੰਦੇ ਤੁਹਾਡੇ ਕੋਲ ਜਿੰਨਾ ਵੀ ਸੋਨਾ ਘਰ ਪਿਆ ਆ ਤੁਸੀਂ ਸਾਰਾ ਸੋਨਾ ਇੱਥੇ ਦਾਨ ਕਰ ਜਾਓ, ਬਾਕੀ ਤੁਸੀਂ ਵਰਤਣਾ ਨਹੀਂ, ਮੈਂ ਵਰਤਾਂ ਬਾਬਾ। ਤਾਂ ਉਹ ਕਿਤੇ ਮੇਰੀ ਵਾਈਫ ਨਾਲ ਗੱਲ ਕੀਤੀ। ਹਾਂਜੀ। ਤਾਂ ਕਹਿਣ ਲੱਗੀ ਵੀ ਜਾਣੀ ਕਿ ਬਾਬਾ ਜੀ ਇੰਦਾ ਕਹਿੰਦੇ ਆ। ਮੈਂ ਕਿਹਾ ਜਿਹੜਾ ਤੂੰ ਬਾਬੇ ਨੂੰ ਦੇਣਾ ਤੂੰ ਮੈਨੂੰ ਦੇ ਦੇ ਸੋਨਾ। ਫਿਰ ਇੱਥੋਂ ਤੱਕ ਉਹਨੂੰ ਕਹਿੰਦਾ ਨਾ ਕਿ ਸੋਨੇ ਚ ਕਲਯੁਗ ਦਾ ਵਾਸ ਹੈ, ਲੋਹ ਪਹਿਨੋ ਤੁਸੀਂ, ਲੋਹਾ ਪਹਿਨੋ, ਤੇ ਸੋਨਾ ਮੈਨੂੰ ਦੇ ਜਾਓ, ਤੁਸੀਂ ਨਹੀਂ ਪਹਿਨਣਾ। ਹਾਂ, ਤੁਸੀਂ ਨਹੀਂ ਪਹਿਨਣਾ, ਮੈਨੂੰ ਦੇ ਜਾਓ। ਉੱਥੇ ਲੋਕਾਂ ਨੇ 2-2.5 ਕਿਲੋ ਸੋਨਾ ਚੜਾਤਾ ਜੀ।
ਅੱਛਾ, ਮੈਂ ਸੁਣਿਆ ਕਹਿੰਦੇ ਜੀ ਬਹੁਤ ਬੀਬੀਆਂ ਨੇ ਟੂਮਾ ਜਿਹੜੇ ਮਤਲਬ ਸੱਸ ਨੂੰ ਟੂਮ ਨਹੀਂ ਦਿੰਦੀਆਂ, ਨਾ ਸੱਸ ਨੂੰਹ ਨੂੰ ਦਿੰਦੀ ਹੈ, ਪਰ ਕਹਿੰਦੇ ਬਾਬੇ ਬੰਟੀ ਨੂੰ ਬਹੁਤ ਟੂਮਾਂ ਦਿੱਤੀਆਂ ਬੀਬੀਆਂ ਨੇ। ਬਹੁਤ ਜੀ ਬਹੁਤ ਬਹੁਤ। ਜਿਹੜਾ ਬਾਬਾ ਬੰਟੀ ਆ ਸਾਡੇ ਰਿਸ਼ਤੇਦਾਰ ਵਾ ਮੁੰਡਾ ਰਾਏਕੋਟ ਤੋਂ, ਉਹਦਾ ਫਰੈਂਡ ਆ ਇਹ। ਅੱਛਾ। ਤੇ ਉਹਦੇ ਨਾਲ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ। ਤਾਂ ਮੈਂ ਹੁਣ ਸੰਡੇ ਵੀ ਮੈਨੂੰ ਮਿਲਿਆ ਤਾਂ ਮੈਨੂੰ ਕਹਿੰਦਾ ਸੀਗਾ ਮੈਨੂੰ ਤਾਂ 95% ਪਤਾ ਹੈ ਬਾਬਾ ਖਰਾਬ ਆ। ਮੈਂ ਕਿਹਾ ਤੂੰ ਸਾਨੂੰ ਦੱਸਦਾ ਇਹਨਾਂ ਨੂੰ ਜਿਹਨੇ ਐਡਮਿਟ ਪੇਮੈਂਟਾਂ ਕਰਵਾਈਆਂ ਤੇ ਤੂੰ ਕਿਉਂ ਨਹੀਂ ਦੱਸਿਆ? ਕਹਿੰਦਾ ਵੀ ਜਦੋਂ ਮੈਂ ਦੱਸਦਾ ਤਾਂ ਫਿਰ ਲੋਕੀ ਮੇਰੇ ਗਾਲ ਪੈਂਦੇ ਸੀ। ਆਓ ਕਿੱਥੇ ਬਾਈ ਜੀ ਸੁਣਦੇ ਆ, ਅਗਲਾ ਕਹਿੰਦਾ ਇਹ ਕਾਮਰੇਡ ਹੈ, ਇਹ ਨਾਸਤਿਕ ਹੈ, ਇਹ ਨਾਸਤਿਕ। ਬਸ ਜੀ ਬਸ ਇਹੀ ਟੱਪਾ ਲੱਗ ਜਾਂਦਾ ਹੈ ਬਸ। ਹੋਰ ਕੀ। ਤਾਂ ਫਿਰ ਉਸ ਤੋਂ ਬਾਅਦ ਬਾਈ ਮੇਰੇ ਬ੍ਰਦਰ ਨੂੰ ਕਹਿਣ ਲੱਗਾ ਵੀ ਤੇਰਾ ਭਰਾ ਜਿਹੜਾ ਉਹ ਰੱਬ ਨੂੰ ਨਹੀਂ ਮੰਨਦਾ, ਉਹ ਨਾਸਤਿਕ, ਤੈਨੂੰ ਉਹਦੇ ਘਰ ਨਹੀਂ ਜਾਣਾ। ਅੱਛਾ, ਮਤਲਬ ਤੁਸੀਂ ਕਿਉਂ? ਅੱਛਾ, ਤੁਹਾਡੇ ਨਾਲ ਤੋੜਤਾ, ਰਿਸ਼ਤਾ ਤੋੜਤਾ ਵੀ ਇਹ ਸਾਡੇ ਨਾਲ ਰਿਸ਼ਤਾ ਤੋੜਦਾ ਵੀ। ਹਾਂਜੀ। ਤੇ ਤੁਸੀਂ ਉਹਨਾਂ ਨਾਲ ਬੋਲਚਾਲ ਨਹੀਂ ਰੱਖਣੀ, ਕੋਈ ਉਹਨਾਂ ਦੇ ਦਿਨ ਸੱਤ ਤੇ ਤੁਸੀਂ ਉਹਨਾਂ ਦੇ ਜਾਣਾ ਨਹੀਂ ਹੈਗਾ। ਮੇਰੇ ਭਰਾ ਨੂੰ ਕਹਿਣਾ, ਉਹਨਾਂ ਨੂੰ ਕਹਿਣ ਲੱਗਾ ਉੱਥੇ ਜਾਣ। ਉਹਨੇ ਆ ਕੇ ਮਾਤਾ ਨਾਲ ਗੱਲ ਕੀਤੀ ਵੀ ਬਾਬਾ ਜੀ ਇੰਦਾ ਕਹਿੰਦੇ ਆ। ਮਾਤਾ ਨੇ ਫਿਰ ਗਾਲ ਕੱਢ ਕੇ ਕਹਿੰਦੀ ਦੁਰਪੱਟੇ ਮੈਂ ਤੁਹਾਡੇ ਇਹੋ ਜਿਹੇ ਬਾਬੇ ਦੇ ਜਿਹੜਾ ਮੇਰੇ ਰਿਸ਼ਤੇ ਤੋੜਦਾ ਫਿਰ। ਤਾਂ ਉਹ ਕਹਿੰਦਾ ਮੈਂ ਭਾਜੀ ਨੂੰ ਵੀ ਨਹੀਂ ਕਹਿ ਸਕਦਾ, ਭਾਜੀ ਗੁੱਸਾ ਨਾ ਕਰੇ। ਮੈਂ ਕਿਹਾ ਮੈਨੂੰ ਕੋਈ ਗੁੱਸਾ ਨਹੀਂ ਹੈਗਾ। ਉਹਨਾਂ ਨੂੰ ਇੱਥੋਂ ਤੱਕ ਸੀਗਾ ਯਾਨੀ ਕਿ ਕੋਈ ਵੀ ਬੰਦਾ ਜਾਂਦਾ ਸੀ ਨਾ ਕਿਸੇ ਦੇ ਘਰ, ਤੁਸੀਂ ਰੋਟੀ ਤੇ ਪਾਣੀ ਦਾ ਘੁੱਟ ਨਹੀਂ ਪੀਂਦੇ ਸੀ। ਓਕੇ। ਇਹ ਨਾਨਕਸਰੀਆਂ ਚੋਂ ਨੇ ਜਾਂ ਟਕਸਾਲੀਆਂ ਚੋਂ ਨੇ? ਕੀ ਬੰਟੀ ਕੌਣ ਆ? ਇਹ ਨਾਨਕਸਰੀਆਂ ਨਹੀਂ ਹੈਗੇ, ਜਿਹੜੇ ਉਹ ਦੂਸਰੇ ਕਿਹੜੇ ਇੱਕ ਹੋਰ ਉਹਨਾਂ ਦੇ ਵਿੱਚ ਜਿਹੜੇ ਬਾਹਰ ਛੇਣੇ ਜਿਹੇ ਫਿਰਦਾ। ਹਾਂਜੀ ਹਾਂ, ਅਖੰਡ ਕੀਰਤੀਆਂ। ਹਾਂਜੀ, ਅਖੰਡ ਕੀਰਤੀਆਂ। ਇਹਨੂੰ 12 ਸਾਲ ਹੋ ਗਏ ਜੀ ਇੱਥੇ ਆਏ ਨੂੰ, ਨਿਊਜ਼ੀਲੈਂਡ ਦੇ ਵਿੱਚ। ਪਹਿਲਾਂ ਮੋਨਾ ਸੀ, ਇਹ ਸਟੂਡੈਂਟ ਸੀਗਾ ਪਹਿਲਾਂ। ਅੱਛਾ, ਇੱਥੇ ਆ ਕੇ? ਹਾਂਜੀ ਹਾਂਜੀ ਹਾਂਜੀ। ਅੱਛਾ, ਅਖੰਡ ਕੀਰਤੀਆਂ ਬਣ ਗਿਆ। ਪਹਿਲਾਂ 5 ਬੰਦੇ ਹੁੰਦੇ ਸੀਗੇ, ਫਿਰ ਹੌਲੀ ਹੌਲੀ ਵੱਧਦਾ ਪਹਿਲਾਂ ਛੋਟੀ ਜਿਹੀ ਬਿਲਡਿੰਗ ਲਈ, ਉਸ ਤੋਂ ਬਾਅਦ ਫਿਰ ਇਹਨੇ ਕੀ ਕੀਤਾ ਸਿਸਟਮ ਸ਼ੁਰੂ ਵੀ ਲੰਗਰ ਵਾ। ਜਦੋਂ ਆਪਾਂ ਦੂਸਰੇ ਗੁਰੂ ਘਰੋਂ ਪਾਠ ਕਰਾਉਣੇ $900 ਲੈ ਲੈਂਦੇ ਆ। ਇਹ $300-400 ਚ ਕੰਮ ਨਿਬੇੜਨ ਲੱਗ ਪਿਆ। ਲੋਕੀ ਵੀ ਜ਼ਿਆਦਾ ਉਤਸ਼ਾਹ ਹੋ ਗਿਆ। ਸਸਤਾ ਸਾਦਾ ਉਹ ਪਹਿਲਾਂ ਸਸਤਾ ਪਾ ਕੇ ਜਿੱਦਾਂ ਉਹੀ ਸੇਲ ਵਾਲਾ ਹਿਸਾਬ ਕਰ ਲਿਆ ਵੀ, ਬਸ ਬਾਅਦ ਚ ਹੁਣ ਗਾਹਕੀ ਵੱਧ ਗਈ। ਪਰ ਮੈਂ ਵੇਖ ਰਿਹਾ ਸੀਗਾ ਕਿ ਇੰਨੇ ਗੁਰਸਿੱਖ ਬੰਦੇ ਉੱਥੇ ਟਰੱਕ ਖੜੇ ਨੇ। ਇਹ ਟਰੱਕ ਮਤਲਬ ਕਿ ਉੱਥੇ ਕੋਈ ਟਰਾਂਸਪੋਰਟ ਏਰੀਆ ਜਾਂ ਇਹ ਟਰੱਕ ਲੋਕਾਂ ਦੇ ਸੀ ਪ੍ਰੋਟੈਸਟ ਕਰਨ ਵਾਲਿਆਂ ਦੇ? ਉਹ ਪ੍ਰੋਟੈਸਟ ਕਰਨ ਵਾਲੇ ਲੋਕਾਂ ਦੇ ਸੀ। ਬਾਬੇ ਦੇ ਵੀ ਆਪਣੇ ਟਰੱਕ ਆ ਜੀ ਪਾਏ ਹੋਏ ਬਾਬੇ ਨੇ। ਪਹਿਲਾਂ ਡਰਾਈਵਰੀ ਕਰਦਾ ਸੀ ਬਾਬਾ, ਡਰਾਈਵਰੀ ਮੋਟਾ ਕੰਮ ਆ, 4-5 ਟਰੱਕ ਆ। ਹੁਣ ਜਿਹੜੇ ਹਰਨੇਕ ਤੋਂ ਪੈਸਾ ਜਿਹੜਾ ਇਕੱਠਾ ਹੋਇਆ ਬਾਹਰੋਂ ਕੀਤਾ ਜਿਹੜੇ ਮੁੰਡਿਆਂ ਤੇ ਲਾਉਣ ਲਈ, ਜਿੱਥੋਂ ਰੌਲਾ ਪਿਆ ਇਹ। ਓਕੇ। ਬੜਾ ਸੋਨੇ ਨਾਲ ਤੋਲਦੇ ਆ ਨਾ, ਬੜਾ ਪੈਸਾ ਜਦੋਂ ਹਰਨੇਕ ਤੇ ਹਮਲਾ ਹੋਇਆ, ਬੜਾ ਬਾਹਰੋਂ ਪੈਸਾ ਹੋਇਆ ਨਾ ਇਕੱਠਾ। ਅੱਛਾ। ਹਾਂਜੀ, ਉਹ ਪੈਸਾ ਇਹ ਸਾਰਾ ਇਹਦੇ ਕੋਲ ਚਲੇ ਗਿਆ, ਬਾਬੇ ਦੇ ਕੋਲ। ਅੱਛਾ। ਤੇ ਉਹ ਪੈਸਾ ਜਿਹੜੇ ਮੁੰਡੇ 6 ਮੁੰਡੇ ਫੜ ਹੋਏ ਸੀ, ਉਹਨਾਂ ਦੇ ਵਿੱਚੋਂ ਸਿਰਫ ਇੱਕ ਮੁੰਡੇ ਨੂੰ ਪੈਸਾ ਦਿੱਤਾ ਤੇ ਬਾਕੀ 5 ਨੂੰ ਕੋਈ ਪੁੱਟੀ ਕੌੜੀ ਨਹੀਂ ਦਿੱਤੀ ਬਾਬੇ ਨੇ। ਅੱਛਾ, ਉਹ ਇੱਕ ਨੂੰ ਕਿਉਂ ਦਿੱਤਾ, ਬਾਕੀਆਂ ਨੂੰ ਕਿਉਂ ਨਹੀਂ ਦਿੱਤਾ? ਉਹਨਾਂ ਦੇ ਕੇਸ ਕੂਸ ਕਿਹਨੇ ਲੜੇ ਫਿਰ? ਉਹਨਾਂ ਨੇ ਆਪ ਹੀ ਲੜੇ? ਉਹਨਾਂ ਨੇ ਕੇਸ ਲੜੇ ਆ ਦਲਜੀਤ ਹੁਣੀ, ਆਪਣੇ ਉਹ ਜਿਹੜਾ ਆਪਣੇ ਦੂਸਰੇ ਗੁਰਦੁਆਰਾ ਸਾਹਿਬ ਆਪਣੇ ਕਲਗੀਧਰ। ਹਾਂਜੀ, ਟਾਕਾ ਨੀਨੇ ਵਾਲਿਆਂ ਨੇ। ਹਾਂਜੀ, ਉਹਨੇ ਲੜੇ ਪਏ ਤੇ ਉਹਨੇ ਕਿਤੇ ਕਢਵਾਏ ਉਹਨਾਂ ਮੁੰਡਿਆਂ ਨੂੰ ਬਾਹਰ। ਫਿਰ ਕੁਛ ਹੈਲਪ ਕੀਤੀ, ਸਾਡੇ ਰਿਸ਼ਤੇਦਾਰ ਸੀਗਾ ਮੁੰਡਾ, ਉਹਨੇ ਹੈਲਪ ਕੀਤੀ। ਵਕੀਲ ਕੋਨਾ ਕੇ ਕੁਛ ਟਰਸਟ ਵੱਲੋਂ ਕਿਸੇ ਗਵਰਨਮੈਂਟ ਤੋਂ ਪੈਸੇ ਪੂਸੇ ਲੈ ਕੇ ਉਹਨਾਂ ਨੂੰ ਮੁੰਡਿਆਂ ਨੂੰ ਬਾਹਰ ਹੋਈ ਹੈ। ਕਿਉਂਕਿ ਉਹ 6 ਲੋਕ ਨੇ, ਸਾਜ਼ਿਸ਼ ਹੋਈ ਹੈ ਉਹਦੇ ਵਿੱਚ। ਫਿਰ ਇਹਨੂੰ ਨੇ ਇਨਵੋਲਵ ਹੋਇਆ। ਕੇਸ ਦੀ ਕੀ ਸਥਿਤੀ ਹੈ? ਜੇ ਤੁਸੀਂ ਇਹਦੇ ਚ ਕੋਈ ਬੰਦਿਸ਼ ਨਾ ਹੋਵੇ ਦੱਸ ਸਕਦੇ ਹੋ? ਹਾਂਜੀ, ਨਹੀਂ ਦੱਸਦਾ ਕਿਉਂਕਿ ਉਹ ਹੁਣ ਮੁੰਡੇ ਜਿਹੜੇ ਪਤਾ ਨਹੀਂ ਉਹਨਾਂ ਦੇ ਬਿਆਨ ਜਿਹੜਾ ਵਾਸ਼ ਕਰ ਦਿੱਤਾ ਇਹਨਾਂ ਦਾ, ਜਾਣੀ ਕਿ ਉਹ ਕਹਿੰਦੇ ਹੁਣ ਹਰਨੇਕ ਵੱਲੋਂ ਵੀ ਉਹਨਾਂ ਨੂੰ ਗਈ ਸੀਗੀ ਆਫਰ ਵੀ ਤੂੰ ਇਹਦਾ ਨਾਂ ਲੈ ਦੇ ਮੈਂ ਤੁਹਾਨੂੰ ਕਢਵਾਨਾ ਪਾ। ਤੇ ਇਹ ਦੱਸ ਉਹ ਮੁੰਡੇ ਦੱਸੇ ਨਹੀਂ ਰਹੇ। ਹੁਣ ਸ਼ਾਇਦ ਮੈਨੂੰ ਲੱਗਦਾ ਬਾਜੀ ਪਲਟ ਸਕਦੀ ਹੈ ਜਿੱਥੇ ਤੱਕ ਉਮੀਦ ਵਾ। ਓਕੇ। ਆਓ ਉਹਦਾ ਦੇਖੋ ਜਿਹੜਾ ਚੋਰ ਨੂੰ ਨਾ ਚੋਰ ਦੀ ਮਾਂ ਨੂੰ ਮਾਰੋ। ਜਿਹੜੇ ਲੋਕ ਗੁੰਮਰਾਹ ਕਰਦੇ ਆ ਨਾ, ਦੇਖੋ ਗਲਤੀ ਉਹਨਾਂ ਦੀ ਵੀ ਹੈ ਜਿਨ੍ਹਾਂ ਨੇ ਕੀਤਾ। ਕਿਉਂਕਿ ਕਿਸੇ ਬੋਲ ਕੇ ਤੁਹਾਡੇ ਤੁਸੀਂ ਇਸ ਤਰ੍ਹਾਂ ਕਰੋ, ਕਿਸੇ ਨੂੰ ਗਾਲੀ ਗਲੋਚ ਕਰਨਾ, ਕੁੱਟਮਾਰ ਕਰਨਾ, ਉਹ ਤੇ ਮਤਲਬ ਗਲਤ ਹੈ ਨਾ ਇਹ ਸਿਸਟਮ। ਗਲਤ ਆ ਜੀ, ਗਲਤ। ਹੁਣ ਜਦੋਂ ਜਿਸ ਤਰ੍ਹਾਂ ਤੁਹਾਡੇ ਨਾਲ ਉਹਦਾ ਪੰਗਾ ਪਿਆ ਸੀ ਹਰਨੇਕ ਦਾ, ਤੁਹਾਨੂੰ ਬੋਲਿਆ, ਮੇਰੇ ਨਾਲ ਵੀ ਬਹੁਤ ਹੋਇਆ। ਮੇਰੇ ਪੋਸਟਰ ਤੱਕ ਲਾਤੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਵੀ ਗਲਤ ਹੈ ਬਹੁਤ ਸਾਰੇ ਮਾਮਲਿਆਂ ਚ। ਇਹ ਨਹੀਂ ਕਿ ਹਰਨੇਕ ਸਿੰਘ ਕੋਈ ਜ਼ਿਆਦਾ ਹੋਇਆ, ਮਤਲਬ ਉਹਦਾ ਕੋਈ ਮਿਆਰ ਥੋੜੀ ਹੈ। ਹੁਣ ਮੇਰੇ ਨਾਲ ਕੀ ਮਸਲਾ ਸੀ, ਮੈਂ ਆਖਿਆ ਸੀ ਵੀ ਢੱਡਰੀ ਵਾਲੇ ਦਾ ਇਹ ਹੈ, ਧੁੰਦੇ ਦਾ ਮੈਂ ਆਖਿਆ ਸੀ ਰੇਡੀਓ ਤਰਾਨਾ ਤੇ ਕਿ ਭਾਈ ਉਹ ਪ੍ਰੋਫੈਸਰ ਨਹੀਂ ਹੈ। ਮਤਲਬ ਬ੍ਰੌਡਕਾਸਟਿੰਗ ਦੇ ਜਾਂ ਜਿਹੜੇ ਇੱਕ ਮਾਨਵਤਾ ਦੇ ਅਸੂਲ ਨੇ, ਮਿਆਰ ਤਾਂ ਉਹਦਾ ਵੀ ਕੋਈ ਨਹੀਂ ਆਏਗਾ। ਇੱਕ ਬਲਜਿੰਦਰ ਸਿੰਘ ਹੈ, ਉਹ ਕਹਿੰਦਾ ਸੀ ਟਵਾਣੇ ਦਾ ਦਿਮਾਗ ਖਰਾਬ ਹੈ। ਦੱਸ ਤੂੰ ਸਿਵਲ ਸਰਜਨ ਕਿੰਨੇ ਮਤਲਬ ਦੁੱਧ ਦੋਤੇ ਤਾਂ ਇਹ ਵੀ ਨਹੀਂ ਨਾ। ਠੀਕ ਹੈ, ਕਈਆਂ ਨੂੰ ਸੂਟ ਕਰਦੇ ਹੋਣਗੇ, ਕਈ ਮਸਲੇ ਵਧੀਆ, ਠੀਕ ਹੈ, ਇਹਨਾਂ ਦੇ ਹੁੰਦੇ ਹੋਣਗੇ। ਪਰ ਜਿਹੜਾ ਇੱਕ ਬ੍ਰੌਡਕਾਸਟਿੰਗ ਦਾ ਮਿਆਰ ਹੈ ਤੇ ਘੱਟ ਤਾਂ ਇਹ ਵੀ ਨਹੀਂ ਕਰਦੇ ਨਾ। ਨਹੀਂ ਕਰਦੇ। ਮਾਂ ਭੈਣ ਦੀ ਗੱਲ ਤੱਕ ਤਾਂ ਉਤਰੇ ਆਉਂਦੇ ਆ। ਕਿਹੜਾ ਇਹਨਾਂ ਦਾ ਹੈਗਾ ਇਹ ਸੋਚਿਆ ਜਾਵੇ।
ਜੀ। ਚੰਗਾ ਬਾਜੀ, ਚੰਗਾ ਜੀ, ਥੈਂਕ ਯੂ ਸੋ ਮਚ। ਥੈਂਕ ਯੂ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ ਜੀ, ਥੈਂਕ ਯੂ। ਤੁਸੀਂ ਗੱਡੀ ਰੋਕ ਕੇ ਅਪਡੇਟ ਕੀਤੀ ਹੈ। ਸੋ ਇਹ ਮਸਲਾ ਜਿਹੜਾ ਕਿ ਦੇਖੋ ਉਰੇ ਨੂੰ ਕੀ ਪਿੱਟਦੇ ਹੋ, ਬਾਹਰ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਜਿਹੜੇ ਉਹਨਾਂ ਦੇ ਵਿੱਚ ਵਾਪਰ ਕੀ ਰਿਹਾ, ਸਾਨੂੰ ਇਸ ਬਾਰੇ ਜ਼ਰੂਰ ਸਤਰਕ ਹੋਣਾ ਚਾਹੀਦਾ। ਖੈਰ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬੇਕਰਸਫੀਲਡ ਤੋਂ ਬਾਜੀ ਸੁੱਖੀ ਘੁੰਮਣ, ਜਿਨ੍ਹਾਂ ਦਾ ਯੂਨੀਅਨ ਵਿਲੇਜ ਟਰੱਕ ਸਟਾਪ ਹੈ, ਨਾਲ ਉਹਨਾਂ ਦਾ ਬਣਿਆ ਹੋਇਆ ਇੰਡੀਅਨ ਰੈਸਟੋਰੈਂਟ ਜੋ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਖੂਬ ਵਧੀਆ ਛਕਾਉਂਦੇ ਨੇ। ਤੇ ਇੱਥੇ ਤੁਸੀਂ ਹੋਰ ਭਾਰਤੀ ਵਿਦੇਸ਼ੀ ਖਾਣੇ ਵੀ ਖਾ ਸਕਦੇ ਹੋ। 2201 100 ਯੂਨੀਅਨ ਐਵਨਿਊ ਬੇਕਰਸਫੀਲਡ ਕੈਲੀਫੋਰਨੀਆ, ਜ਼ਿਪ ਕੋਡ 93307। ਇੱਥੇ ਤੁਸੀਂ ਟਰੱਕ ਵਾਸ਼ ਕਰਾ ਸਕਦੇ ਹੋ, ਡੀਜ਼ਲ ਪਵਾ ਸਕਦੇ ਹੋ। ਤੇ ਇਸ ਤੋਂ ਇਲਾਵਾ ਤੁਸੀਂ ਉੱਥੇ ਟਰੱਕ ਤੋਂ ਆਓ, ਡੀਜ਼ਲ ਪਵਾਓ ਤੇ ਟਰੱਕਿੰਗ ਦੀਆਂ ਹੋਰ ਸਹੂਲਤਾਂ ਮਾਣੋ। ਇਹ ਉਸੇ ਜਗ੍ਹਾ ਤੇ ਜਿੱਥੇ ਪਹਿਲਾਂ ਟਰੱਕ ਯੂਨੀਅਨ ਸਕੂਲ ਹੁੰਦਾ ਸੀ। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਦਾਰਾ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਇਸੇ ਤਰ੍ਹਾਂ ਸਿਆਟਲ ਇਲਾਕੇ 'ਚ ਲੋਕਲ ਲੋਡ ਚਾਹੁੰਦੇ ਹੋ, ਔਨਰ ਆਪਰੇਟਰ ਹੋ, ਡਰਾਈਵਰ ਹੋ, ਲੰਮੇ ਰੂਟਾਂ ਤੋਂ ਆਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਤੇ ਇਸ ਦੌਰਾਨ ਤੁਸੀਂ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ ਸੰਪਰਕ ਕਰ ਸਕਦੇ ਹੋ, ਜਿਹੜੇ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਨੰਬਰ ਹੈ ਜਗਦੀਪ ਸਿੰਘ ਸੰਧੂ ਹੋਰਾਂ ਦਾ 253 266 6924 253 266 6924। ਗੁਰਵਿੰਦਰ ਸਿੰਘ ਗਿਆਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060 ਨੰਬਰ ਹੈ ਗੈਰੀ ਧਾਲੀਵਾਲ ਦਾ। ਸੈਟਲ ਇਲਾਕੇ ਦੇ ਵਿੱਚ ਲੋਕਲ ਲੋਡ ਵਾਸਤੇ ਹਮੇਸ਼ਾ ਯਾਦ ਰੱਖੋ। ਅੰਟਾਰੀਓ ਪ੍ਰੋਵਿੰਸ ਦੇ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ, ਕੈਨੇਡਾ ਨਵੇਂ ਆਏ ਹੋ ਤੇ ਡਰਾਈਵਿੰਗ ਦੇ ਵਿੱਚੋਂ ਜਾਂ ਰਿਨਿਊਵਲ ਹੋਣ ਵਾਲੀ ਹੈ ਤਾਂ ਤੁਸੀਂ ਸੰਪਰਕ ਕਰੋ ਭੈਣ ਰਾਣੀ ਮਨਦੀਪ ਕੌਰ ਹੋਰਾਂ ਨਾਲ, ਜਿਨ੍ਹਾਂ ਦਾ ਨੰਬਰ ਹੈ 647 615 5000 647 615 5000 ਨੰਬਰ ਹੈ ਭੈਣ ਰਾਣੀ ਮਨਦੀਪ ਕੌਰ ਦਾ। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ਾ ਯਾਦ ਰੱਖੋ। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਤਰ ਸੇਮ ਸਿੰਘ ਗਿੱਲ, ਜਿਹੜੇ ਕਿ ਅਮਰੀਕਾ ਦੇ ਪੜ੍ਹੇ ਲਿਖੇ CPA ਨੇ, ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਇਹਨਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਰਿਸ਼ਤੇਦਾਰ ਨੂੰ ਅਮਰੀਕਾ ਸੱਦਣਾ ਤੇ ਇਮੀਗ੍ਰੇਸ਼ਨ ਦਾ ਕੋਈ ਕੰਮ ਹੈ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀਆਂ ਸੇਵਾਵਾਂ ਲੈਣੀਆਂ ਨੇ ਤਾਂ ਕਾਲ ਕਰੋ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 764 9861 ਨੰਬਰ ਹੈ ਤਰਸੇਮ ਸਿੰਘ ਗਿੱਲ ਹੋਰਾਂ ਦਾ। ਇਸੇ ਦੌਰਾਨ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਇਹਨਾਂ ਸਪਾਂਸਰ ਸਾਹਿਬ ਸਾਰਿਆਂ ਦੇ ਧੰਨਵਾਦੀ ਹਾਂ। ਤੇ ਫੇਸਬੁੱਕ ਤੇ ਜਿਹੜਾ ਮੈਸੇਜ ਆਏ ਨੇ, ਜੋਰਾ ਸਿੰਘ ਸਿੱਧੂ ਦੌਧਰੀਆ, ਭੈਣ ਹਰਵਿੰਦਰ ਜੌਲ, ਦਲਵੀਰ ਸਿੰਘ ਰੰਧਾਵਾ ਕਹਿੰਦੇ ਚੰਡੂਨੀ ਸਾਹਿਬ ਥੜਕ ਗਿਆ ਲੱਗਦਾ ਹੈ ਤੇ ਭੜਕਾਊ ਤੰਤਰ ਹੁਣ ਫੇਰ ਜਾਏਗਾ ਧਰਨੇ ਦੇ ਵਿੱਚ। ਸਰਬਜੀਤ ਸਿੰਘ ਮੱਖਣ ਬਾਈ ਜੀ ਸਰਾਂਦ ਤੋਂ ਥੈਂਕ ਯੂ। ਸੰਧੂ ਬਲਵਿੰਦਰ ਆਪਣੇ ਨਾਲ ਆਏ ਸੀ, ਕਹਿੰਦੇ ਟਰੱਕ ਚਲਾਉਂਦੇ ਸੁਣਦੇ ਐਪ ਤੇ। ਬਿਲਕੁਲ ਸਾਡੀਆਂ ਆਈਫੋਨ ਤੇ ਐਂਡਰਾਇਡ ਐਪਸ ਨੇ ਜੀ, ਉਹਨਾਂ ਦੇ ਲਿੰਕ ਤੁਹਾਨੂੰ ਸਾਡੀ TiwanaRadio.com ਵੈਬਸਾਈਟ ਤੇ ਮਿਲਣਗੇ, ਇੰਸਟਾਲ ਕਰੋ ਤੇ ਉੱਥੇ ਤੁਹਾਨੂੰ ਫੇਸਬੁੱਕ ਪੇਜ ਤੇ ਟਿਵਾਣਾ ਰੇਡੀਓ ਦੇ YouTube ਪੇਜ ਦਾ ਲਿੰਕ ਮਿਲੇਗਾ ਤੇ ਉਹਦਾ ਵੀ ਤੁਸੀਂ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਹੋ। ਬੈਲ ਆਈਕਨ ਦਬਾਓ ਤੇ ਅਪਲੋਡ ਮੈਂ ਕਰ ਦਿੱਤਾ ਅੱਜ ਦਾ ਪ੍ਰੋਗਰਾਮ। ਪਲੀਜ਼ ਗੁਜ਼ਾਰਿਸ਼ ਹੈ ਕਿ YouTube ਤੇ ਪ੍ਰੋਗਰਾਮ ਦਾ ਪਹਿਲਾ ਪਾਰਟ ਅਪਲੋਡ ਹੈ ਤੇ ਤੁਸੀਂ ਉਹਨੂੰ ਅੱਗੇ ਸ਼ੇਅਰ ਕਰੋ। 1 ਘੰਟੇ ਦਾ ਪ੍ਰੋਗਰਾਮ 1.25 ਘੰਟੇ ਦਾ ਆਪਾਂ ਕੀਤਾ, 2 ਪਾਰਟ ਬਣਾਏ ਨੇ ਤੁਹਾਡੀ ਸਹੂਲਤ ਦੇ ਵਾਸਤੇ। ਸੋ ਬੇਨਤੀ ਹੈ ਕਿ ਟਿਵਾਣਾ ਰੇਡੀਓ ਦਾ YouTube ਪੇਜ ਤੇ ਇਹ ਪ੍ਰੋਗਰਾਮ ਤੁਸੀਂ ਅੱਗੇ ਸ਼ੇਅਰ ਕਰ ਦਿਓ, ਮੈਂ ਅਪਲੋਡ ਕਰ ਦਿੱਤਾ। ਹਾਂ, ਬਹੁਤ ਵਧੀਆ ਵਿਚਾਰ ਹੈ ਦਲਵੀਰ ਸਿੰਘ ਰੰਧਾਵਾ ਵੱਲੋਂ, ਕਹਿੰਦੇ ਜਿਹੜੀ ਇਹ ਕੜਿੱਕੀ ਹੈ ਨਾ ਲੋਹੇ ਵਾਲੀ, ਇਹ ਪੇਟੈਂਟ ਕਰਵਾਓ। ਬਿਲਕੁਲ, ਪਰ ਮੇਨਕਾ ਨੇ ਕਰਾਉਣ ਨਹੀਂ ਦੇਣੀ ਕਿ ਇਹ ਜਾਨਵਰ ਦੀ ਹੱਤਿਆ ਹੈ ਨਾ, ਮੂਸੇ ਦੀ ਹੱਤਿਆ, ਮੂਸਾ ਭੱਜਾ ਮੌਤ ਤੋਂ ਅੱਗੇ ਮੌਤ ਖੜੀ। ਵਧੀਆ ਤਰੀਕਾ ਸੀ ਕਿਉਂਕਿ ਚੂਹੇ ਲੋਕ ਫੜ ਲੈਂਦੇ ਆ, ਮਾਰਦੇ ਨੇ, ਜ਼ਹਿਰੀਲੀਆਂ ਦਵਾਈਆਂ ਪਾਉਂਦੇ ਆ, ਇਹਦਾ ਕਈ ਵਾਰੀ ਹੋਰ ਜਾਨਵਰ ਖਾ ਕੇ ਇਸਤੇਮਾਲ ਗਲਤ ਹੁੰਦਾ, ਉਹ ਜਾਨਵਰ ਮਾਰੇ ਜਾਂਦੇ ਨੇ ਜਿਹੜੇ ਮਨੁੱਖ ਦੇ ਮਿੱਤਰ ਨੇ। ਸੋ ਇਸ ਕਰਕੇ ਚੂਹਿਆਂ ਵਾਲੀਆਂ ਗੋਲੀਆਂ ਜ਼ਹਿਰੀਲੀਆਂ, ਪਿੱਛੇ ਜੇ ਇੱਕ ਬੀਬੀ ਨੇ ਪੀ ਲਈ ਸੀ ਮੋਗਾ ਦੇ ਬੰਦੇ ਤੇ ਬੀਬੀ ਤਾਂ ਫੌਤ ਹੋ ਗਈ ਤੇ ਬੰਦਾ ਬਚ ਗਿਆ ਸੀਗਾ, ਕਹਿੰਦੇ ਮੈਂ ਤੇਰੇ ਲਈ ਕੁਰਬਾਨੀ ਕਰਦਾ, ਚੂਹੇ ਮਾਰ ਦਵਾਈ ਕੋਕਾ ਕੋਲਾ 'ਚ ਪਾ ਕੇ ਪੀ ਗਏ ਸੀ ਸਿਰਫ। ਸੋ ਉਹ ਬੰਦ ਹੋਣੀ ਚਾਹੀਦੀ ਹੈ, ਕੜਿੱਕੀਆਂ ਹੋਣੀਆਂ ਚਾਹੀਦੀਆਂ ਨੇ, ਨਾਲੇ ਉਹ ਮਰਦਾਰ ਆ, ਬਿੱਲੀਆਂ ਬੁੱਲੀਆਂ ਖਾ ਲੈਂਦੀਆਂ। ਖੈਰ ਸਵਾਗਤ ਹੈ ਤੁਹਾਡਾ, ਵੈਲਕਮ ਜੀ। ਸਤਿ ਸ਼੍ਰੀ ਅਕਾਲ ਟਿਵਾਣਾ ਸਾਹਿਬ ਜੀ। ਗੁਰਮੀਤ ਸਿੰਘ ਗੋਬਿੰਦਗੜ੍ਹ ਤੋਂ ਭਾਜੀ ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਸਰ। ਗੱਲ ਨਾਲ ਯਾਦ ਚੱਲਦੀ, ਮੈਂ ਵੀ ਬੜਾ ਪਰੇਸ਼ਾਨ ਆ। ਸਾਡੇ ਨਾਲ ਘਰ ਦੇ ਨਾਲ ਸ਼ੋਕਰ ਟਰੀ 10-15 ਲੱਗੇ ਹੋਏ ਨਾਲ ਗਲੇ ਨਾਲ, ਕਾਫੀ ਹੋ ਗਏ ਨਾ। ਥੋੜੇ ਡਾਣੀਆਂ ਵੀ ਥੋੜੇ ਸਾਡੇ ਜਿਹੜਾ ਮਕਾਨ ਉੱਪਰਲੀ ਬਿਲਡਿੰਗ 'ਚ ਮੈਂ ਰਹਿੰਦਾ, ਥੱਲੇ ਮੇਰਾ ਬੇਰ ਰਹਿੰਦਾ, ਉੱਪਰ ਦੀ ਉਹ ਰੇਲਿੰਗ ਦੇ ਨਾਲ
5-6 ਫੁੱਟ ਦੀ ਦੂਰੀ ਤੇ ਨੇ, ਸਿੱਧੇ ਰੇਲਿੰਗ ਤੇ ਛਾਲ ਮਾਰਨਗੇ, ਉਧਰੋਂ ਸਿੱਧੇ ਸ਼ੋਕਿਆ ਤੇ ਮਾਰਨਗੇ। ਬਾਹਰ ਸਾਡੇ ਕੋਈ ਮੰਜਾ ਨਹੀਂ ਰਹਿਣ ਦੇ, ਸਾਰੇ ਟੁੱਕ ਜਾਂਦੇ ਨੇ, ਪੈਂਦਾ ਤੱਕ ਟੁੱਕ ਜਾਂਦੇ ਨੇ, ਕਈ ਵਾਰੀ ਪੈਂਦਾ ਲਿਆ ਕੇ ਨਵੀਆਂ ਪਾਈਆਂ ਨੇ, ਔਰ ਇਹ ਹੱਥ ਵੀ ਨਹੀਂ ਆਉਂਦੇ ਨਾ ਬਿੱਲੀ ਦੇ ਤੇ ਨਾ ਹੀ ਕਿਸੇ ਬਾਜ ਦੇ ਹੱਥ ਆਉਂਦੇ ਹਨ। ਬਹੁਤ ਹੀ ਤੇਜ਼ ਸਮੈਲ ਇਹ। ਇਹਨਾਂ ਦਾ ਇਲਾਜ ਕਈ ਵਾਰ ਤਾਂ ਸੋਚਦਾ ਵੀ ਦਵਾਈ ਦੂਈ ਪਾ ਦਈਏ ਇਹਨਾਂ ਨੂੰ, ਹਨਾ, ਫਿਰ ਨਿਆਣੇ ਘਰ ਦੇ ਪਾਉਣ ਦੇ ਪਾਪ ਕਰੋਗੇ ਤੁਸੀਂ ਇਹਨਾਂ ਨੂੰ, ਇਹ ਚੀਜ਼। ਤੇ ਦੂਜਾ ਮੈਂ ਸੁਣ ਰਿਹਾ ਸੀਗਾ, ਇਹ ਜੋ ਵੀ ਆਏ ਸੀ ਵੀਰ ਜੀ ਦਾ ਫੋਨ ਆਇਆ ਸੀ ਇੱਥੋਂ ਨਿਊਜ਼ੀਲੈਂਡ ਤੋਂ ਜੀ, ਮੈਂ ਵੀ ਸੁਣਿਆ ਸੀ। ਮੈਂ ਨਾ ਥੋੜਾ ਕਈ ਵਾਰੀ ਇਹਨੂੰ ਨੇਕੀ ਨੂੰ ਸੁਣ ਲੈਂਦਾ ਹੁੰਦਾ ਸੀ, ਹਨਾ, ਪਰ ਮੈਨੂੰ ਪਸੰਦ ਤਾਂ ਨਹੀਂ ਹੈ ਉਹਦੀ ਜਿਹੜੀ ਬ੍ਰੌਡਕਾਸਟਿੰਗ ਹੈ, ਜੋ ਉਹਦਾ ਮਿਆਰ ਹੈ ਬੋਲਣ ਦਾ। ਕੋਈ ਫੋਨ ਕਾਲ ਕਰਦਾ ਉਹਨੂੰ ਭੱਜ ਕੇ ਪੈਂਦਾ, ਸਾਲੇ ਸੂਲੇ ਤੱਕ ਵੀ ਆ ਜਾਂਦਾ, ਪਰ ਮੈਂ ਤਾਂ ਨਹੀਂ ਕਦੀ ਕੀਤਾ ਹਜੇ ਬੰਦੇ ਨੂੰ ਫੋਨ। ਉਹ ਮਤਲਬ ਕਿ ਮਿਆਰ ਉਹਦਾ ਠੀਕ ਨਹੀਂ, ਔਰ ਢੱਡਰੀਆਂ ਦੇ ਬਾਬੇ ਦਾ ਬੜਾ ਉਹ ਪਾਸੇ ਜਾ, ਹਨਾ, ਤੇ ਥੋੜਾ ਜਿਹਾ ਮਿਆਰ ਹੋਣਾ ਚਾਹੀਦਾ। ਤੇ ਇਸ ਚੀਜ਼ ਦੇ ਬਾਕੀ ਇਹਨਾਂ ਦੇ ਜਿਵੇਂ ਬੰਟੀ ਬਾਬਾ, ਲੋਕਾਂ ਨੂੰ ਧਰਮ ਦੇ ਨਾਂ ਤੇ ਬਹੁਤ ਲੁੱਟਿਆ ਜਾਂਦਾ, ਲੋਕਾਂ ਨੂੰ ਇਹ ਰਹਿਣਾ ਚਾਹੀਦਾ ਇਨਸਾਨੀਅਤ ਦਾ ਧਰਮ ਅਪਣਾਉਣਾ ਚਾਹੀਦਾ ਬੰਦਿਆਂ ਨੂੰ, ਨਾ ਕਿ ਇਹਨਾਂ ਬਾਬਿਆਂ ਦਾ ਜੀ। ਥੈਂਕ ਯੂ। ਚਲੋ ਉਮੀਦ ਕਰਦੇ ਹਾਂ ਜੀ, ਦੇਖਦੇ ਹਾਂ ਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਿੰਨੇ ਦੇਰ ਨੇਕੀ ਹੋਰੀ ਫੈਨ ਰਹਿੰਦੇ ਆ। ਵੈਸੇ ਜਿੰਨਿਆਂ ਨੂੰ ਵੀ ਉਹ ਅੱਜ ਗਾਲਾਂ ਕੱਢਦੇ ਆ ਨਾ, ਕੀ ਧੁੰਦਾ, ਕਿਉਂਕਿ ਧੁੰਦੇ ਦੇ ਮਾਮਲੇ 'ਚ ਮੇਰੇ ਨਾਲ 2006-07 'ਚ ਲੜਿਆ ਸੀ ਇਹ। ਮੈਂ ਹੀ ਆਖਿਆ ਸੀ ਕਿ ਭਾਈ ਧੁੰਦਾ ਪ੍ਰੋਫੈਸਰ ਨਹੀਂ ਹੈ, ਨਾ ਘੱਗਾ ਪ੍ਰੋਫੈਸਰ ਹੈ, ਨਾ ਪ੍ਰੋਫੈਸਰ ਦਰਬਾਰਾ ਸਿੰਘ ਸੀ ਜਿਹੜੇ ਉਹ ਪ੍ਰੋਫੈਸਰ ਸੀਗੇ, ਦਰਬਾਰੀ ਲਾਲ ਸੌਰੀ, ਨਾ ਲక్ష్ਮੀਕਾਂਤਾ ਪ੍ਰੋਫੈਸਰ ਹੈ, ਨਾ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਹੈ ਨਾ, ਤੇ ਨਾ ਵਿਰਸਾ ਸਿੰਘ ਬਲਟੋਆ ਤੇ ਚਲੋ ਬਾਅਦ 'ਚ ਉਹ ਵੀ ਪ੍ਰੋਫੈਸਰ ਲਿਖਦੇ ਨੇ ਵੀ, ਨਾ ਪ੍ਰੇਮ ਸਿੰਘ ਚੰਦੂ ਮਾਜਰਾ। ਇਹ ਪ੍ਰੋਫੈਸਰ ਨਹੀਂ ਹੈ, ਇਹ ਲੈਕਚਰਰ ਨੇ, ਹੈ ਨਾ। ਉਹ ਇੰਨੀ ਗੱਲ ਤੇ ਹੀ ਮੇਰੇ ਨਾਲ ਖੈਬੜਿਆ ਸੀਗਾ। ਉਸ ਤੋਂ ਬਾਅਦ ਲਗਾਤਾਰ ਖੈਬੜਾਈ ਜਾਰੀ ਰਹੀ। ਖੈਰ, ਪਰ ਉਸ ਤੋਂ ਬਾਅਦ ਧੁੰਦੇ ਦੀ ਜਿਹੜੀ ਫੱਟੀ ਹੁਣ ਪਹੁੰਚ ਰਿਹਾ, ਉਸ ਤੋਂ ਬਾਅਦ ਪੰਥਪ੍ਰੀਤ ਨੂੰ ਸੱਦਿਆ ਉਹਨਾਂ ਨੇ, ਹੈ ਨਾ, ਸ਼ਰਲੀ ਗੁਰਦੁਆਰਾ ਜਿਹੜਾ ਇਹਨਾਂ ਦਾ ਹੈਗਾ ਸ਼ਰਲੀ ਰੋਡ, ਤੇ ਉੱਥੇ ਮਤਲਬ ਜਿੰਨੇ ਵੀ ਪ੍ਰਚਾਰਕ ਵਿਵਾਦਤ ਨੇ ਇਹਨਾਂ ਸਾਰਿਆਂ ਦਾ ਫੈਨ ਰਿਹਾ, ਇਹਨਾਂ ਦੇ ਦੀਵਾਨ ਲਵਾਏ ਉੱਥੇ, ਹੈ ਨਾ, ਸ਼ਰਲੀ ਰੋਡ। ਖੈਰ ਨਜ਼ਰੀਆ ਆਪਣਾ ਨਜ਼ਰੀਆ, ਪਰ ਘੱਟੋ ਘੱਟ ਮਿਆਰ ਕਾਇਮ ਹੋਣੇ ਚਾਹੀਦੇ ਨੇ, ਹੈ ਨਾ, ਕਿਉਂਕਿ ਜਿਹੜੀਆਂ ਧਿਰਾਂ ਦੀ ਉਹ ਆਲੋਚਨਾ ਕਰਦਾ ਨਾ, ਧਿਰਾਂ ਤਾਂ ਉਹ ਵੀ ਦੁੱਧ ਧੋਤੀਆਂ ਨਹੀਂ ਆ, ਪਤਾ ਹੀ ਆ ਆਪਾਂ ਨੂੰ ਸਾਰੇ ਕੀ ਕਰਦੇ ਆ ਜਿਹੜੇ, ਹੈ ਨਾ, ਜਥੇਦਾਰ ਜਾਂ ਉਹ। ਸੋ ਇਸ ਗੱਲ ਤੋਂ ਮੁਨਕਰ ਨਹੀਂ ਹੋਣਾ ਚਾਹੀਦਾ। ਪਰ ਜਦੋਂ ਜਿਸ ਮੰਚ ਤੇ ਹੈ ਨਾ ਸੀ, ਉਹਦੇ ਤੇ ਘੱਟੋ ਘੱਟ ਇੱਕ ਗੱਲਬਾਤ ਦਾ ਜਿਹੜਾ ਮਿਆਰ ਸ਼ਬਦਾਵਲੀ ਦਾ ਹੋਣਾ ਚਾਹੀਦਾ। ਖੈਰ, ਸੋ ਲਓ ਦੋਸਤੋ, ਮੈਂ ਸ਼ੇਅਰ ਕਰ ਦਿੱਤਾ YouTube ਤੇ ਲਿੰਕ, ਤੁਸੀਂ ਉੱਥੋਂ ਸੁਣ ਸਕਦੇ ਹੋ। ਤੇ ਇਸ ਦੇ ਨਾਲ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਜੇ ਪਸੰਦ ਕਰਦੇ ਹੋ ਤਾਂ ਤੁਸੀਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਤੇ ਇਸ ਦੇ ਨਾਲ ਕੁਝ ਖਬਰਾਂ ਤੇ ਮੈਂ ਨਜ਼ਰ ਮਾਰਦੇ ਹਾਂ, ਕਿਉਂਕਿ 15 ਅਗਸਤ ਦੇ ਮੱਦੇਨਜ਼ਰ ਕਾਫੀ ਜਿਹੜੀ ਅਪਡੇਟ ਆ ਰਹੀ ਹੈ, ਧਮਕੀਆਂ ਆ ਰਹੀਆਂ ਨੇ। ਗੁਰਪ੍ਰੀਤ ਸਿੰਘ ਪੰਨੂ ਦੀ ਆਈ ਜਾਂਦੀ, ਕਦੇ ਤਾਲਿਬਾਨ ਦੀ ਆਈ ਜਾਂਦੀ। ਤੇ ਇਸ ਮੁਤਲਕ ਕਰੋਨਾ ਦੇ ਵਿੱਚ ਦੇਸ਼ ਦੇ 39,070 ਕੱਲ ਕੇਸ ਸਾਹਮਣੇ ਆਏ ਨੇ। 24 ਘੰਟਿਆਂ ਦੇ ਦੌਰਾਨ ਇੰਡੀਆ ਦੇ ਵਿੱਚ 491 ਮੌਤਾਂ ਹੋਈਆਂ ਨੇ। ਹਾਲਾਂਕਿ ਪੰਜਾਬ ਦੇ ਵਿੱਚ 3 ਤੇ ਹਰਿਆਣਾ ਦੇ ਵਿੱਚ ਵੀ 1 ਵਿਅਕਤੀ ਦੀ ਮੌਤ ਕਰੋਨਾ ਦੇ ਕਾਰਨ ਕੱਲ ਹੋਈ ਹੈ। ਪੰਜਾਬ ਦੇ ਵਿੱਚ ਮ੍ਰਿਤਕ ਅੰਕੜਾ ਕਰੋਨਾ ਦੇ ਕਾਰਨ ਲੋਕਾਂ ਦਾ 16,316 ਹੋ ਗਿਆ ਕੱਲ ਦੀਆਂ 3 ਮੌਤਾਂ ਸਮੇਤ, ਜਦੋਂ ਕਿ ਹਰਿਆਣਾ ਦੇ ਵਿੱਚ 9649 ਲੋਕਾਂ ਦੀ ਜਾਨ ਇਸ ਕਰੋਨਾ ਦੇ ਕਾਰਨ ਗਈ ਹੈ। ਪੰਜਾਬ ਦੇ ਵਿੱਚ 56 ਕੇਸ ਕੱਲ ਸਾਹਮਣੇ ਆਏ ਨੇ, ਜਦੋਂ ਕਿ 56 ਲੋਕਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦਿੱਤੀ ਗਈ ਹੈ। ਬੀਤੇ 24 ਘੰਟਿਆਂ ਦੇ ਦੌਰਾਨ ਪੰਜਾਬ ਦੇ ਵਿੱਚ ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ ਦੇ ਵਿੱਚ ਕਰੋਨਾ ਦੇ ਕਾਰਨ 1-1 ਵਿਅਕਤੀ ਦੀ ਮੌਤ ਹੋਈ ਹੈ। ਤੇ ਉਧਰ ਹਰਿਆਣਾ ਦੇ ਵਿੱਚ ਕਰੋਨਾ ਦੇ 19 ਕੇਸ ਕੱਲ ਸਾਹਮਣੇ ਆਏ ਨੇ ਤੇ 24 ਲੋਕਾਂ ਨੂੰ ਦਰੁਸਤ ਹੋਣ ਤੋਂ ਬਾਅਦ ਹਸਪਤਾਲੋਂ ਕੱਲ ਘਰੇ ਭੇਜ ਦਿੱਤਾ ਗਿਆ। ਹਾਲਾਂਕਿ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਦੇਸ਼ ਭਰ ਦੇ ਵਿੱਚ 50 ਕਰੋੜ 68 ਲੱਖ ਲੋਕਾਂ ਨੂੰ ਕਰੋਨਾ ਦੀ ਵੈਕਸੀਨ ਲੱਗ ਚੁੱਕੀ ਹੈ। ਹਾਲਾਂਕਿ ਇਸ ਬਿਮਾਰੀ ਦੇ ਕਾਰਨ ਕੇਰਲਾ ਦੇ ਵਿੱਚ ਕੱਲ 139 ਮੌਤਾਂ ਹੋਈਆਂ ਨੇ ਤੇ ਜਦੋਂ ਕਿ ਮਹਾਰਾਸ਼ਟਰ ਦੇ ਵਿੱਚ 128 ਮੌਤਾਂ ਕਰੋਨਾ ਦੇ ਕਾਰਨ ਕੱਲ ਹੋਈਆਂ ਨੇ। ਸੋ ਇਹ ਕਰੋਨਾ ਕਾਫੀ ਕਹਿਰ ਕਮਾ ਰਿਹਾ। ਤੇ ਫੇਸਬੁੱਕ ਤੇ ਬਾਈ ਜੀ ਜਗਤਾਰ ਸਿੰਘ ਆਪਣਾ ਫੇਸਬੁੱਕ ਤੇ ਜੁੜੇ ਸੱਜਣ ਨੇ ਜਸਵੀਰ ਕੰਡਲ ਸਾਹਿਬ, ਬਲਵਿੰਦਰ ਸਿੰਘ ਉਮੈਦਪੁਰੀ, ਦਲਵੀਰ ਸਿੰਘ ਕਹਿੰਦੇ ਲੀਡਰ ਸੱਚੇ ਲੋਕ ਝੂਠੇ। ਬਿਲਕੁਲ ਵੀਰ, ਇਦਾਂ ਹੀ ਹੁੰਦਾ। ਕੁਲਵੰਤ ਗਿੱਲ ਥੈਂਕ ਯੂ ਬਾਈ ਜੀ। ਇਕਬਾਲ ਸਿੰਘ ਪਾਲ ਟਿਵਾਣਾ ਥੈਂਕ ਯੂ। ਸਰੋਜ ਵਰਮਾ ਭੈਣ ਜੀ ਥੈਂਕ ਯੂ। ਇਸ ਦੌਰਾਨ ਗੁਰਿੰਦਰ ਸਿੰਘ ਰੰਧਾਵਾ ਸਾਹਿਬ ਥੈਂਕ ਯੂ। ਬਲਜਿੰਦਰ ਮੋੜ
ਕਹਿੰਦੇ ਅਕਾਲੀਆਂ ਕਾਂਗਰਸੀਆਂ ਦਾ ਬੇੜਾ ਬਹਿ ਗਿਆ। ਜੇ ਆਹੀ 3400 ਕਰੋੜ ਰੁਪਏ ਪੰਜਾਬ ਦੇ ਵਿਕਾਸ ਤੇ ਲੱਗਦਾ ਤਾਂ ਠੀਕ ਸੀ। ਮੌੜ ਸਾਹਿਬ ਤੋਂ ਮਾਫੀ ਚਾਹਾਂਗੇ, ਕੱਲ ਮੈਂ ਵੀ ਥੋੜਾ ਜਿਹਾ ਆਊਟ ਆਫ ਸਟੇਸ਼ਨ ਸੀਗਾ ਤੇ ਇਹ ਮੇਰੇ ਲਈ ਲੈ ਕੇ ਆਏ ਸੀਗੇ ਪੱਤੇ। ਪਕੌੜਿਆਂ ਦੀ ਵੀ ਰੁੱਤ ਸੀ, ਬੜੀ ਇੱਛਾ ਸੀ ਕਿ ਬੜੀ ਦੇਰ ਬਾਅਦ, ਸ਼ਾਇਦ 30-35 ਸਾਲ ਬਾਅਦ ਕਿਤੇ ਉਹ ਸਵਾਦ ਚੱਖਦੇ ਸਨੁਕੜੇ ਦੇ ਪੱਤਿਆਂ ਦੇ ਪਕੌੜੇ, ਕਿਉਂਕਿ ਉਹਦੇ 'ਚ ਹਲਕੀ ਖਟਾਸ ਹੁੰਦੀ ਹੈ ਤੇ ਉਹਦੇ ਵਾਸਤੇ ਫਿਰ ਅੱਗੇ ਚਟਨੀਆਂ ਨਹੀਂ ਸੀ ਹੁੰਦੀਆਂ ਨਾ, ਸੌਸ ਨਹੀਂ ਸੀ ਹੁੰਦੀ। ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਮੈਨੂੰ ਯਾਦ ਹੈ ਕਿ ਸਾਡੇ ਅੰਕਲ ਹੁੰਦੇ ਸੀ ਦਿਲਬਾਗ ਸਿੰਘ, ਉਹਨਾਂ ਦੇ ਕੋਈ ਫੰਕਸ਼ਨ ਸੀਗਾ, ਉਹਨਾਂ ਦੇ ਕਹਿੰਦੇ ਭੋਗ ਸੀਗਾ ਕੋਈ, ਤੇ ਉਹਨਾਂ ਨੇ ਫਿਰ ਉਹ ਸਨੁਕੜੇ ਦੇ ਪੱਤਿਆਂ ਦੇ ਪਕੌੜੇ ਕੱਢੇ ਸੀਗੇ। ਤੇ ਇਸ ਤਰ੍ਹਾਂ ਕਿਉਂਕਿ ਇਹ ਬਹੁਤ ਵਧੀਆ ਚੀਜ਼ ਸੀਗੀ, ਆਗੇ ਸੌਸ ਦੀਆਂ ਬੋਤਲਾਂ ਨਹੀਂ ਸੀ ਹੁੰਦੀਆਂ, ਚਟਨੀ ਨਹੀਂ ਸੀ ਬਣਦੀ। ਸੋ ਉਹ ਪੱਤੇ ਹੀ ਜਿਹੜੇ ਆਟੇ 'ਚ ਗੁੰਨ ਲੈਂਦੇ ਸੀ ਵੇਸਣ 'ਚ ਪਕੌੜੇ ਬਣਾਉਣ ਵਾਸਤੇ, ਸਨੁਕੜੇ ਦੇ ਪੱਤੇ। ਹੁਣ ਤਾਂ ਜਿਹੜਾ ਸਨੁਕੜਾ ਹੀ ਲੋਪ ਹੋ ਗਿਆ ਪੰਜਾਬ 'ਚ, ਜਿਹਦੀਆਂ ਡੱਸਾਂ ਬਣਦੀਆਂ ਨੇ, ਢਾਈਆਂ ਬਣਦੀਆਂ ਨੇ, ਢਾਈਆਂ ਤੇਰੀਆਂ ਰਕਾਨੇ ਝਾਂਜਰਾਂ ਕੱਲ ਛੜਿਆਂ ਦੇ ਵਿਹੜੇ 'ਚ ਥਿਆਈਆਂ, ਉਹ ਢਾਈ ਨਾਲ ਢਾਈ ਜੋੜਨੀ। ਤੇ ਜਿਵੇਂ ਬਾਈ ਜੀ ਗੁਰਮੀਤ ਗੱਲ ਕਰਕੇ ਗਏ ਨੇ ਗੋਬਿੰਦਗੜ੍ਹ ਤੋਂ, ਸੌਰੀ, ਕਿ ਇਹ ਜਿਹੜਾ ਵਰਤਾਰਾ ਨਾ ਗਾਲੜਾਂ ਦਾ, ਕਾਟੋਆਂ ਦਾ, ਉੱਤਰ ਕਾਟੋ ਮੈਂ ਚੜਾਂ, ਇਹ ਸਿਆਸੀ ਲੋਕ ਵੀ ਕਰਦੇ ਨੇ। ਇਹ ਵੀ ਕਾਟੋ ਨਾਲ ਜੁੜਿਆ ਮੁਹਾਵਰਾ, ਉੱਤਰ ਕਾਟੋ ਮੈਂ ਚੜਾਂ। ਸੋ ਕਾਟੋਆਂ ਦੇ ਵਿੱਚ ਵਾਹੋਦਾਹੀ ਦੌੜ ਲੱਗੀ ਰਹਿੰਦੀ ਹੈ। ਉਹ ਕਹਿੰਦੀ ਆ ਤੂੰ ਉੱਤਰ ਮੈਂ ਚੜਾਂ, ਉੱਥੇ ਫਿਰ ਇਹ ਮੁਹਾਵਰਾ ਬਣਿਆ ਕਿ ਉੱਤਰ ਕਾਟੋ ਮੈਂ ਚੜਾਂ। ਤੇ ਇਸੇ ਦੌਰਾਨ ਜਿਹੜਾ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਇਹਨੂੰ ਹਿੰਦੀ ਜਾਂ ਉਰਦੂ ਵਾਲੇ ਗਾਲੜ ਵੀ ਕਹਿੰਦੇ ਨੇ, ਲਾਹੌਰੀਏ ਵੀ ਗਾਲੜ ਕਹਿੰਦੇ ਨੇ। ਸੋ ਜਦੋਂ ਬਾਗ ਉਜੜਦੇ ਨੇ ਨਾ, ਫਿਰ ਉਹਨਾਂ ਦੇ ਪਟਵਾਰੀ ਗਾਲੜ ਹੀ ਸਮਝੇ ਜਾਂਦੇ ਨੇ। ਕਿਤੇ ਨਾ ਕਿਤੇ ਉਹਨਾਂ ਨੂੰ ਉਜਾੜਨ ਦੇ ਵਿੱਚ ਵੀ ਉਹ ਜ਼ਿੰਮੇਵਾਰ ਹੁੰਦੇ ਨੇ, ਤੇ ਜਿਹੜੇ ਉਜੜੇ ਬਾਗ ਨੇ ਉਹਨਾਂ ਦਾ ਫਿਰ ਰਾਖਾ ਕੋਈ ਬਾਗਬਾਨ ਨਹੀਂ ਹੁੰਦਾ, ਤੇ ਬਾਗਬਾਨ ਉਹਨਾਂ ਦੀ ਰਾਖੀ ਨਹੀਂ ਕਰਦੇ, ਨਾ ਕਿਸਾਨ ਕਰਦਾ, ਤੇ ਫਿਰ ਉਜੜੇ ਬਾਗਾਂ ਦੇ ਗਾਲੜ ਹੀ ਪਟਵਾਰੀ ਹੁੰਦੇ ਨੇ। ਤੇ ਕਾਟੋਆਂ ਦੀ ਅੱਜ ਕੱਲ੍ਹ ਪੂਰੀਆਂ ਕਾਟੋਆਂ ਫੁੱਲਾਂ ਤੇ ਖੇਡਦੀਆਂ ਨੇ, ਜਿਸ ਤਰ੍ਹਾਂ ਸਾਡੇ ਅਖੌਤੀ ਧਰਮਾਂ ਵਾਲਿਆਂ ਨੇ ਇਹ ਕਰਤੂਤਾਂ ਕੀਤੀਆਂ ਨੇ। ਤੁਸੀਂ ਵੇਖੋ ਕਿ ਉਹ ਕੜੱਕੀ ਐਡੀ ਵਧੀਆ ਸੀ, ਸਸਤੀ ਸੀ, ਲੋਹੇ ਦੀ ਸੀ, ਕਿੰਨੇ ਸਾਲ ਚੱਲ ਜਾਂਦੀ ਸੀ, ਉਹਦੇ ਤੇ ਖਰਚਾ ਕੀ ਸੀਗਾ, ਹਨਾ। ਉਹ ਧੋਣੀ ਵੀ ਆਸਾਨ ਸੀਗੀ, 1 ਮਿੰਟ 'ਚ ਧੋਵੋ, ਚੂਹਾ ਉਹਦੇ 'ਚ ਫਸਦਾ ਸੀ, ਆਪਣੇ ਆਪ ਮਰ ਜਾਂਦਾ ਸੀਗਾ। ਹੁਣ 6 ਚੂਹੇ ਇੱਕ ਬੰਦੇ ਦੀ ਖੁਰਾਕ ਖਾ ਜਾਂਦੇ ਨੇ। ਜਿੰਨੀ ਖੁਰਾਕ ਇੱਕ ਬੰਦੇ ਨੂੰ ਚਾਹੀਦੀ ਹੈ, ਇੰਨੀ ਖੁਰਾਕ 6 ਚੂਹੇ ਇੱਕ ਦਿਨ 'ਚ ਖਾ ਜਾਂਦੇ ਨੇ। ਤੁਸੀਂ ਹਿਸਾਬ ਲਾ ਲਓ, 250-300 ਕਰੋੜ ਤੋਂ ਚੂਹਾ ਵੱਧ ਗਿਆ ਇੰਡੀਆ ਦੇ ਵਿੱਚ। ਇਹ ਲਗਾਤਾਰ ਹੁਣ ਝੋਨੇ ਨੂੰ ਵੀ ਖਾਣ ਲੱਗ ਪਿਆ, ਗੰਨੇ ਨੂੰ ਵੀ ਖਾਂਦਾ ਹੈ, ਹੋਰ ਹਰ ਚੀਜ਼ਾਂ ਨੂੰ ਖਾਂਦਾ। ਹਸਪਤਾਲਾਂ ਦੇ ਵਿੱਚ ਨਿਆਣਿਆਂ ਦੇ ਕੰਨ ਖਾ ਜਾਂਦਾ ਚੂਹਾ। ਬਿਮਾਰ ਲਾਸ਼ਾਂ ਨੇ, ਜਿਹੜੇ ਬਿਮਾਰ ਬੰਦੇ ਪਏ ਨੇ ਜਾਂ ਜਿਹੜੀਆਂ ਮੋਰਚਰੀ 'ਚ ਲਾਸ਼ਾਂ ਪਈਆਂ ਨੇ, ਉਹਨਾਂ ਨੂੰ ਚੂਹੇ ਟੁੱਕ ਜਾਂਦੇ ਨੇ। ਰਜਿੰਦਰਾ ਹਸਪਤਾਲ ਐਡੇ ਚੂਹੇ ਨੇ ਕਿ ਮੁਰਦ ਘਾਟ ਦੇ ਵਿੱਚ ਵੇਖਿਆ ਕਿ ਉੱਥੇ ਜਿਹੜੀ ਡੈੱਡ ਬੋਡੀ ਰੱਖੀ ਜਾਂਦੀ ਹੈ, ਉੱਥੇ ਚੂਹੇ ਉਸ ਮੁਰਦੇ ਨੂੰ ਵੀ ਖਾ ਜਾਂਦੇ ਨੇ, ਮਾਸ ਖਾਂਦੇ ਨੇ। ਤੇ ਫਿਰ ਕਿਵੇਂ ਇਹ ਭਗਵਾਨ ਦਾ ਰੂਪ ਹੋ ਗਿਆ? ਤੇ ਬਿਮਾਰੀ ਸੂਰਤ ਦੇ ਵਿੱਚ ਫੈਲੀ ਸੀ, ਪਲੇਗ ਕੁਝ ਸਾਲ ਪਹਿਲਾਂ ਹੀ, ਮੇਰੇ ਖਿਆਲ 92-93 ਦੀਆਂ ਗੱਲਾਂ ਨੇ। ਅਸੀਂ ਖੈਰ ਗੁਹਾਟੀ ਜਾਂਦੇ ਹੁੰਦੇ ਸੀ, ਮੈਨੂੰ ਮੇਰੇ ਸਟੂਡੈਂਟ ਨਾ ਯੂਨੀਵਰਸਿਟੀ ਵਾਲੇ ਟੀਚਰਾਂ ਕਰਨ ਕਿ ਟਵਾਣਾ ਆਇਆ, ਇਹਨੂੰ ਕਲਾਸ 'ਚ ਨਾ ਵੜਨ ਦਿਓ। ਮੈਂ ਕੀ ਹੋ ਗਿਆ? ਕਹਿੰਦੇ ਜਾਂ ਤਾਂ ਸਾਡੇ ਲਈ ਫੀਮ ਲਿਆ ਕਰ ਤੇ ਜਾਂ ਫਿਰ ਆਇਆ ਨਾ ਕਰ। ਮੈਂ ਕਿਉਂ? ਕਹਿੰਦੇ ਤੈਨੂੰ ਬਦਨਾਮ ਕਰਾਂਗੇ ਕਿ ਤੈਨੂੰ ਪਲੇਗ ਪਈ ਹੈ। ਤੂੰ ਕਹਿੰਦੇ ਸੂਰਤ ਤੋਂ ਆਇਆ। ਉਦੋਂ ਸੂਰਤ ਦੇ ਵਿੱਚ ਪਲੇਗ ਪਈ ਸੀਗੀ, ਹਨਾ। ਸੋ ਇਹ ਜਿਹੜਾ ਸਿਲਸਿਲਾ ਸੀਗਾ ਕਿ ਸੂਰਤ ਦੇ ਵਿੱਚ ਪਲੇਗ ਪਈ ਸੀ 90-92। ਮੈਨੂੰ ਵੀ ਤਾਂ ਯਾਦ ਆ, ਮੈਂ ਬਾਹਰੋਂ ਆਇਆ, ਕਹਿੰਦੇ ਨਹੀਂ ਇਹਨੂੰ ਵੜ ਨਹੀਂ ਦੇਣਾ, ਇਹ ਸਾਨੂੰ ਖਾਣ ਵਾਲੀ ਚੀਜ਼ ਵਧੀਆ ਨਹੀਂ ਲਿਆ ਕੇ ਦਿੰਦਾ। ਉਹ ਮੈਂ ਅੰਬ ਲਿਆ ਸੀਗਾ ਕਈ ਕਿਲੋ, ਉਹਦੇ ਵਿੱਚ ਮੈਂ 2 ਝੋਲੇ ਭਰ ਕੇ ਵੀ ਲਿਆ। ਮੈਂ ਲਓ ਅੰਬ ਖਾਓ। ਕਹਿੰਦੇ ਅੰਬ ਕੀ ਕਰਨੇ, ਸਿਰ ਮਾਰਨੇ ਆ, ਖਾਣ ਵਾਲੀ ਚੀਜ਼ ਲਿਆ ਕਰ ਯੂਪੀ ਤੋਂ, ਬਾਰਾਬੰਕੀ ਦੇ ਹੋਟਲਾਂ ਤੋਂ, ਘੋੜੀਆਂ ਵਾਲਿਆਂ ਤੋਂ ਅਫੀਮ। ਤੇ ਇਹ ਉਦੋਂ ਕਹਿੰਦੇ ਨਹੀਂ, ਤੈਨੂੰ ਕਹਿੰਦੇ ਅਸੀਂ ਅਫਵਾਹ ਫੈਲਾਵਾਂਗੇ, ਇਹਨੂੰ ਪਲੇਗ ਪਈ ਹੈ, ਇਹਦੇ ਨੇੜੇ ਨਾ ਲੱਗੋ, ਇਹ ਸੂਰਤ ਤੋਂ ਆਇਆ ਵਾਇਰਸ ਹੈ ਇਹਦੇ 'ਚ ਪਲੇਗ ਦਾ। ਮੈਨੂੰ ਤਾਂ ਯਾਦ ਹੈ ਕਿ 90-92 'ਚ ਪਲੇਗ ਪਈ ਸੀਗੀ ਸੂਰਤ ਦੇ ਵਿੱਚ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਨਾ ਕਿ ਚਿੱਟਾ ਚੂਹਾ ਦਿਸ ਦੇਗਾ, ਤੁਹਾਡੇ ਬਾਰੇ ਨਿਆਰੇ ਹੋ ਜਾਣਗੇ। ਮਸਲਨ ਜਿਹੜੇ ਆਮ ਲੋਕ ਨੇ, ਜਿਹੜੇ ਹਮੇਸ਼ਾ ਲੁੱਟੇ ਜਾਂਦੇ ਨੇ, ਉਹਨਾਂ ਨੂੰ ਕਮਜ਼ੋਰ ਹੀ ਇੰਨਾ ਕਰ ਦਿੱਤਾ। ਹੁਣ ਜੇ ਇੱਕ ਕਿਸਾਨ ਦੇ ਦਾਣੇ ਹੋਣਗੇ, ਉਹ ਸਟਰੋਂਗ ਹੋਏਗਾ, ਉਹ ਆਪਣੇ ਖਿਲਾਫ ਹੋ ਰਹੇ ਧੱਕੇ ਦੇ ਖਿਲਾਫ ਲੜੇਗਾ। ਹੁਣ ਜੇ ਕਿਸਾਨ ਹੀ ਇੰਨਾ ਕਮਜ਼ੋਰ ਹੋ ਗਿਆ, ਜਿਹੜੀ ਜ਼ਿਆਦਾ ਵਸੋਂ ਹੈ, ਉਹਨੂੰ ਅੰਧ ਵਿਸ਼ਵਾਸ 'ਚ ਕੰਢੀ ਇਲਾਕੇ 'ਚ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ 90,000 ਨੂੰ ਕਿੱਲਾ ਪੰਜਾਬ 'ਚ ਮਿਲਦਾ ਜ਼ਮੀਨ ਕੰਢੀ ਇਲਾਕੇ 'ਚ, ਕੋਈ ਖਰੀਦਣ ਨੂੰ ਤਿਆਰ ਨਹੀਂ, ਕਿਉਂਕਿ ਉੱਥੇ ਜਿਹੜੀ ਮਰਜ਼ੀ ਫਸਲ ਬੀਜ ਦੋ ਉਹ ਜਾਨਵਰ ਉਜਾੜ ਦਿੰਦੇ ਆ। ਮੈਂ ਸੁਣ ਕੇ ਹੈਰਾਨ ਰਹਿ ਗਿਆ ਵੀਡੀਓ 'ਚ।
ਇੰਨੇ ਜਾਨਵਰ ਹੋ ਗਏ ਨੇ, ਇੰਨੇ ਕੀੜਿਆਂ ਦੇ ਭੌਣ ਹੋ ਗਏ ਨੇ। ਆ ਬਾਹਮਣ ਬੇੜਾ ਗਰ ਕਰਦੇ ਆ ਸਾਰਾ ਲੋਕਾਂ ਦਾ। ਜੇ ਤੁਹਾਨੂੰ ਪਤਾ ਕਿ ਪੱਥਰ 'ਚ ਪਏ ਕੀੜੇ ਨੂੰ ਭਗਵਾਨ ਨੇ ਦੇਣਾ ਤੇ ਤੁਸੀਂ ਮਾਮੇ ਲੱਗਦੇ ਹੋ ਉੱਥੇ ਤਿਲ ਚੌਲੀ ਪਵਾਉਣ ਦੇ। ਉਹ ਇੰਨੇ ਕੀੜੇ ਮਕੌੜੇ ਵੱਧ ਗਏ ਨੇ, ਇੰਨੇ ਚੂਹੇ ਵੱਧ ਗਏ ਨੇ, ਇੰਨੇ ਜਾਨਵਰ ਵੱਧ ਗਏ ਨੇ। ਅਖੌਤੀ ਲੋਕ ਕੂੰਡੇ ਰੱਖੀ ਬੈਠੇ ਨੇ ਘਰਾਂ 'ਚ। ਠੀਕ ਹੈ, ਚਲੋ ਪਾਣੀ ਰੱਖ ਦੋ, ਜਾਨਵਰ ਪੀ ਲੈਂਦਾ, ਪਰ ਉਸ ਪਾਣੀ ਦੇ ਵਿੱਚ ਮੱਛਰ ਕਿੰਨਾ ਪਲਦਾ। ਕਈ ਕੁੰਡੇ ਰੱਖ ਲੈਣਗੇ, ਜਲਬ ਲੱਗੀ ਹੁੰਦੀ ਹੈ, ਇੰਨਾ ਲਾਰਵਾ ਉਹਦੇ 'ਚ ਫੈਲਦਾ ਡੇਂਗੂ ਦਾ। ਉੱਥੇ ਦੂਰੋਂ ਪਾਣੀ ਪਾ ਦਿੰਦੇ ਨੇ, ਕਈ ਤਾਂ ਹਫ਼ਤੇ ਬਾਅਦ ਪਾ ਕੇ ਭੁੱਲ ਜਾਂਦੇ ਨੇ ਇਹਨਾਂ ਨੂੰ ਲਾਰਵਾ ਮੱਛਰ ਦਾ ਉੱਥੇ ਵੱਧ ਰਿਹਾ। ਉਹ ਇੰਨਾ ਖਤਰਨਾਕ ਹੈ ਉਹ। ਤੁਸੀਂ ਪਾਣੀ ਪਾਉਣਾ, ਰੋਜ਼ ਉਹਨੂੰ ਬਦਲੋ। ਜਗ੍ਹਾ ਜਗ੍ਹਾ ਟੂਟੀਆਂ ਲੱਗੀਆਂ ਨੇ। ਹੁਣ ਤੁਸੀਂ ਉਹ ਕੰਮ ਕਰੋ ਜਿਹਦਾ ਫਾਇਦਾ। ਮੈਂ ਨਾ ਛੱਤ ਤੇ ਦੋਸਤੋ ਲਾਇਆ, ਆਪਣਾ ਅੰਜੀਰਾਂ ਲਾਈਆਂ ਸੀ। ਉਹ ਮੈਂ ਚਲੋ ਇੱਕ ਬੂਟਾ ਮੇਰੇ ਡਾਕਟਰ ਨੇ ਮਿੱਤਰ ਸੱਜਣ ਉਹਨਾਂ ਨੂੰ ਦੇਣਾ ਸੀਗਾ। 25-30 ਅੰਜੀਰਾਂ ਲੱਗੀਆਂ, ਦੂਜੀਆਂ ਵੀ ਲੱਗੀਆਂ, ਖੈਰ ਦੂਜੀਆਂ ਪੱਕਦੀਆਂ ਨੇ ਦੁਬਾਰਾ। ਤੇ ਉਹ ਬੂਟਾ ਜਦੋਂ ਮੈਂ ਸੋਚਿਆ ਕਿ ਕੱਲ ਚਲੋ ਵੀਕਐਂਡ ਆ ਦੇ ਕੇ ਜਾਵਾਂ, ਮੈਂ ਦੇਖਿਆ ਉਸ ਬੂਟੇ ਤੇ ਨਾ ਆ ਜਿਹੜਾ ਹਮਿੰਗ ਬਰਡ ਹੁੰਦਾ, ਸ਼ੱਕਰਖੋਰਾ, ਉਹ ਜਿਹਦੇ ਬਾਰੇ ਕਹਿੰਦੇ ਆ ਨਾ ਕਿ ਸ਼ੱਕਰਖੋਰੇ ਨੂੰ ਸ਼ੱਕਰ ਮਿਲ ਹੀ ਜਾਂਦੀ ਹੈ, ਬਹੁਤ ਛੋਟਾ ਜਿਹਾ ਜਾਨਵਰ ਹੁੰਦਾ ਹਮਿੰਗ ਬਰਡ, ਇਹਨੂੰ ਵੀਵਿੰਗ ਬਰਡ ਵੀ ਕਹਿੰਦੇ ਨੇ। ਇਹ ਪੱਤੇ ਮਰੋੜ ਕੇ ਆਲ੍ਹਣੇ ਬਣਾਉਂਦਾ, ਫੁੱਲਾਂ ਦਾ ਇਹ ਨੈਕਟਰ ਚੂਸਦਾ। ਸਟਰੋਂਗ ਇੰਨਾ ਕਿ ਫੁੱਲ ਚੂਸਦੇ ਚੂਸਦੇ ਇਹ 1 ਮਿੰਟ 1.5 ਮਿੰਟ ਲਗਾਤਾਰ ਉੱਡ ਸਕਦਾ ਇੱਕੋ ਹੀ ਜਗ੍ਹਾ ਤੇ। ਮਤਲਬ ਫੁੱਲ ਕਿੰਨਾ ਕੁ ਹੁੰਦਾ, ਮਤਲਬ ਫੁੱਲ ਦੇ ਵਿੱਚ ਆਪਣੀ ਚੁੰਝ ਪਾਏਗਾ, ਉਹਦੇ 'ਚ ਰਸ ਚੂਸੇਗਾ। ਫੁੱਲ ਤੇ ਬੈਠਦਾ ਨਹੀਂ, ਉੱਡਦਾ ਉੱਡਦਾ ਹੀ ਰਸ ਚੂਸ ਲੈਂਦਾ, ਚੌਪਰ ਵਾਂਗੂ। ਇੰਨਾ ਸਟਰੋਂਗ ਜਾਨਵਰ ਹੈ। ਤੇ ਉਹਨਾਂ ਨੇ, ਮੈਂ ਦੇਖਿਆ ਉਹ ਪਿਛਲੇ ਕਈ ਦਿਨ ਦੇ ਟੈਗ ਦੇ ਸੀ। ਕੱਲ ਜਦੋਂ ਮੈਂ ਸੋਚਿਆ ਵੀ ਚਲੋ ਬੂਟਾ ਦੇ ਕੇ ਆਵਾਂ ਡਾਕਟਰ ਸਾਹਿਬ ਨੂੰ, ਉਸ ਬੂਟੇ ਦੇ ਪੱਤੇ ਮਰੋੜ ਕੇ ਉਹਨਾਂ ਨੇ ਆਪਣਾ ਆਲ੍ਹਣਾ ਬਣਾਉਣਾ ਸ਼ੁਰੂ ਕੀਤਾ ਹੋਇਆ। ਤੇ ਫਿਰ ਮੈਂ ਡਿਲੇ ਕਰਤਾ ਵੀ ਡਾਕਟਰ ਸਾਹਿਬ ਨੂੰ ਬਾਅਦ 'ਚ ਹੀ ਦੇਵਾਂਗੇ, ਪਹਿਲਾਂ ਇਹ ਬੱਚੇ ਕੱਢ ਲੈਣ। ਮਸਲਨ ਇੱਕ 15 ਰੁਪਏ ਦਾ ਬੂਟਾ ਲਿਆਂਦਾ, ਅਜੇ ਤੱਕ ਉਹ ਲਿਫਾਫੇ 'ਚ ਹੀ ਹੈ। ਹਜੇ 1-2 ਹੋਰ ਬੂਟੇ ਤਾਂ ਮੈਂ ਮਸ਼ੀਨ 'ਚ ਜਾਂ ਗਮਲੇ 'ਚ ਲਾ ਦਿੱਤੇ। ਉਹ ਬੂਟਾ ਜੇ ਪਲਾਸਟਿਕ ਦੇ ਲਿਫਾਫੇ 'ਚ ਹੀ ਹੈ। 25-30 ਅੰਜੀਰਾਂ ਲੱਗੀਆਂ, 15 ਰੁਪਏ ਦਾ ਅੰਜੀਰ ਦਾ ਬੂਟਾ, ਜਿਹੜਾ ਪ੍ਰਾਈਵੇਟ ਨਰਸਰੀ ਵਾਲੇ 600-700 ਤੱਕ ਦਾ ਵੀ ਵੇਚਦੇ ਨੇ। ਅੰਜੀਰ 1500 ਰੁਪਏ ਕਿਲੋ ਹੈ ਆਰਗੈਨਿਕ। ਦੂਸਰੀ ਹੈ ਜਿਹੜੀ 1000 ਰੁਪਏ ਕਿਲੋ ਹੈ, ਜਿਹੜੀ ਸ਼ੂਗਰ ਕੋਟਡ ਹੈ। ਇਸ ਦੌਰਾਨ ਉਸ ਅੰਜੀਰ ਦੇ ਬੂਟੇ ਤੇ ਪੰਛੀ ਨੇ ਆਲ੍ਹਣਾ ਪਾ ਲਿਆ। ਹੁਣ ਲੱਕੜ ਦੇ ਆਲ੍ਹਣੇ ਤੁਸੀਂ ਟੰਗੀ ਜਾਂਦੇ ਹੋ, ਕੀ ਫਾਇਦਾ? ਤੁਸੀਂ ਦਰਖਤ ਲਾਓ ਜਿਹਦੇ ਤੇ ਪੰਛੀ ਆਲ੍ਹਣਾ ਪਾਉਣ। ਉਹ ਇੱਕ ਕੁਦਰਤੀ ਸਿਸਟਮ ਹੈ। ਜੇ ਤੁਸੀਂ ਉਹਨਾਂ ਨੂੰ ਬਣੇ ਬਣਾਏ ਆਲ੍ਹਣੇ ਦਿੰਦੇ ਹੋ, ਉਹਨਾਂ ਨੂੰ ਐਡੇ ਨਖੱਟੂ ਬਣਾ ਦਿੱਤਾ, ਜਿਵੇਂ ਆਟਾ ਦਾਲ ਸਕੀਮ ਤੇ ਪੰਜਾਬੀ ਲਾਗੇ ਨੇ ਮੰਗਤੇ ਬਣਾ ਦਿੱਤੇ ਨੇ। ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਇਹ ਗੁਰਵਾਕ ਨੇ ਕਿ ਮੈਨੂੰ ਬਗਾਨੇ ਬੈਰ ਬੈਸਣਾ, ਮੈਨੂੰ ਮੰਗ ਕੇ ਖਾਣਾ ਨਾ ਪਵੇ, ਹੈ ਨਾ। ਅਸੀਂ ਕੀ ਕਰ ਰਹੇ ਹਾਂ? ਅਸੀਂ ਆਲ੍ਹਣੇ ਲਾ ਰਹੇ ਹਾਂ, ਪੰਛੀਆਂ ਨੂੰ ਤਿਲ ਚੌਲੀ ਪਾ ਰਹੇ ਹਾਂ, ਜਿਵੇਂ ਭਨਿਆਰਾਂ ਵਾਲਾ ਸਾਧ ਸੀਗਾ ਜਾਂ ਹੋਰ ਸੀਗੀ। ਉਹ ਬਹੁਤ ਗਲਤ ਤਰੀਕਾ ਹੈ। ਹੁਣ ਜਿੰਨੇ ਨਦੀਨ ਸੀਗੇ ਉਹ 'ਚ ਕੰਗਣੀਆਂ ਜਾਂ ਹੋਰ ਹੈ ਜਾਂ ਘਾਹ ਦੇ ਬੀਜ ਨੇ, ਇਹ ਪੰਛੀ ਉਹਨਾਂ ਨੂੰ ਖਾਂਦੇ ਨੇ, ਉਹ ਕੁਦਰਤੀ ਖੁਰਾਕ ਨੇ ਉਹ। ਅਸੀਂ ਉਹਨਾਂ ਨੂੰ ਛੋਲੇ ਪਾਈ ਜਾਂਦੇ ਹਾਂ, ਉਹ ਬੈਠੇ ਬੈਠੇ ਨਖੱਟੂ ਹੋ ਗਏ ਨੇ, ਆਪਣੀ ਜਨਰੇਸ਼ਨ ਵਧਾਈ ਜਾਂਦੇ ਨੇ, ਕੁਛ ਮਰੀ ਜਾਂਦੇ ਨੇ। ਅਸੀਂ ਕਹਿੰਦੇ ਅਸੀਂ ਦਾਨੀ ਹਾਂ। ਲੋਕਾਂ ਦੇ ਗਲ ਵੱਢਦੇ ਹੋ ਤੇ ਪੰਛੀਆਂ ਦੇ ਨਾਂ ਤੇ ਦਾਨੀ ਬਣੇ ਹੋ ਤੁਸੀਂ। ਹੈ ਕੀ ਆ ਵਿਹਲੜ ਸਾਧਾਂ ਕੋਲ? ਇੱਕ ਆ ਰਮਲਾ ਜਿਹਾ ਬਾਬਾ ਪਤਾ ਨਹੀਂ ਕਿੱਥੇ ਫਿਰਦਾ, ਗੱਲਾਂ ਗੁੱਲਾਂ ਜੀ ਵਧੀਆ ਸੁਣਾਉਂਦਾ। ਆ ਚੈਨਲ ਵਾਲਿਆਂ ਨੇ ਛੱਡਿਆ ਹੀ ਨਹੀਂ ਕਿਸੇ ਨੇ। ਉਹ ਕੀ ਆਊਟਪੁੱਟ ਹੈ ਯਾਰ? ਟੁੱਟ ਕੇ ਜੋੜ ਜੋੜ ਉਗਾਈ ਜਾਂਦਾ। ਔਰ ਰੱਬੀ ਰੂਪ ਜੀ, ਫਲਾਂ ਜੀ, ਟਮਕਾਂ ਜੀ। ਰੱਬੀ ਰੂਪ ਹੈ ਕਿਸਾਨ, ਜਿਹੜਾ ਮਿਹਨਤ ਕਰਦਾ, ਹਾਰਡ ਵਰਕ ਕਰਦਾ, ਉਹ ਰੱਬੀ ਰੂਪ ਹੈ। ਉਸ ਕਿਸਾਨ 'ਚ ਅਸਲ ਕਿਸਾਨ ਉਹ ਹੈ, ਖੇਤਾਂ ਦਾ ਸਾਧੂ। ਇਹ ਜਿਹੜੇ ਵਿਹਲੇ ਤੁਰੇ ਫਿਰਦੇ ਨੇ ਨਾ, 1.5 ਕੁਇੰਟਲ ਦੇ 50-50 ਕਿਲੋ ਦੇ ਇਹਨਾਂ ਦੇ ਢਿੱਡ ਨੇ, 4 ਗੱਲਾਂ ਮਾਰ ਲੈਂਦੇ ਨੇ। ਕੀ ਰੱਬ ਉਹਨਾਂ ਕੋਲ ਹੈ? ਸਾਡਾ ਰੱਬ ਗੁਰੂ ਨਾਨਕ ਸਾਹਿਬ ਵਾਲਾ, ਜਿਹਨੇ ਬਜ਼ੁਰਗੀ ਦੇ ਵਿੱਚ ਵੀ 18 ਸਾਲ ਖੇਤੀ ਕੀਤੀ ਹੈ। ਸਾਡਾ ਰੱਬ ਉਹ ਨਹੀਂ ਜਿਹੜਾ ਗੁਰੂ ਨਾਨਕ ਸਾਹਿਬ ਦੇ ਜਿਵੇਂ ਪੁੱਤਰ ਲక్ష్ਮੀ ਚੰਦ ਆਪਣੀਆਂ ਭੇਡਾਂ ਬੱਕਰੀਆਂ ਲੈ ਕੇ ਅਸਮਾਨ ਨੂੰ ਚਲੇ ਗਏ, ਜਾਂ ਸ਼੍ਰੀ ਚੰਦ ਧੂਣੇ ਦੀ ਸੁਆਹ ਮਲਦੇ ਸੀ। ਸਾਡਾ ਰੱਬ ਗੁਰੂ ਨਾਨਕ ਸਾਹਿਬ ਵਾਲਾ ਕੰਸੈਪਟ ਹੈ, ਜਿਹੜਾ ਬੁਢਾਪੇ 'ਚ ਵੀ ਕਿਰਤ ਕਰਦਾ। ਪਰ ਅਸੀਂ ਰੱਬ ਕਿਹੜੇ ਬਣਾ ਲਏ? ਹੁਣ ਕ੍ਰਿਸ਼ਨ ਜੀ ਨੇ ਗਾਈਆਂ ਚਾਰਦੇ ਸੀ, ਈਸਾ ਮਸੀਹ ਨੇ ਭੇਡਾਂ ਚਾਰਦੇ ਸੀ, ਹਜ਼ਰਤ ਮੁਹੰਮਦ ਸਾਹਿਬ ਨੇ ਉੱਠ ਤੇ ਗਧੇ ਚਾਰਦੇ ਸੀ। ਉਹ ਲੋਕ ਮੰਨੇ ਜਾ ਸਕਦੇ ਨੇ ਜਿਹੜੇ ਕਿਰਤ ਨਾਲ ਜੁੜੇ ਸੀ। ਇਹ ਜਿਹੜੇ ਵਿਹਲੜ ਰੱਬ ਬਣੇ ਨੇ, ਕੋਈ ਰੱਬ ਨੇ ਕੀ ਦਿੱਤਾ ਇਹਨਾਂ ਨੇ ਮਾਨਵਤਾ ਨੂੰ? ਸੋ ਇਸ ਕਰਕੇ ਦੁਨਿਆਵੀ ਸੱਚ ਨੂੰ ਸਮਝਣਾ ਚਾਹੀਦਾ। ਤੇ ਇਸੇ ਤਰ੍ਹਾਂ ਬਾਈ ਜੀ ਜਗਤਾਰ ਸਿੰਘ ਜੁੜੇ ਨੇ, ਥੈਂਕ ਯੂ। ਸੁਖ ਪੰਗੂ ਥੈਂਕ ਯੂ।
ਜਗਤਾਰ ਸਿੰਘ ਕਹਿੰਦੇ ਜੇ ਝੋਨਾ ਪੰਜਾਬ ਦੇ ਵਿੱਚ ਯੂਪੀ ਬਿਹਾਰ ਤੋਂ ਆ ਕੇ ਵਿਕਦਾ ਤਾਂ ਪੰਜਾਬ ਦੇ ਆੜ੍ਹਤੀ ਵੀ ਜ਼ਿੰਮੇਵਾਰ ਨੇ। ਇਹ ਵੈਸੇ ਬਾਈ ਜੀ ਇੱਕ ਕਾਨੂੰਨ ਬਣਿਆ ਸੀਗਾ ਕਿ ਜਿਸ ਕਿਸਾਨ ਕੋਲ ਰਜਿਸਟਰੀ ਹੈ ਨਾ ਆਪਣੀ, ਉਹ ਆਪਣੀ ਜਿਣਸ ਕਿਤੇ ਵੀ ਵੇਚ ਸਕਦਾ। ਪਹਿਲਾਂ ਜਦੋਂ ਇਹ ਕਾਨੂੰਨ ਬਣਿਆ ਸੀ ਮੈਨੂੰ ਯਾਦ ਹੈ 90-92 ਚ, ਤਾਂ ਉਦੋਂ ਲੋਕ ਏਦਾਂ ਵੇਚਦੇ ਸੀਗੇ, ਪਰ ਇਹਦੀ ਆੜ ਚ ਵਪਾਰੀਆਂ ਨੇ ਕੰਮ ਸ਼ੁਰੂ ਕਰ ਲਿਆ, ਉਹ ਗਲਤ ਹੈ। ਹਾਲਾਂਕਿ ਜੇ ਯੂਪੀ ਦਾ ਕਿਸਾਨ ਪੰਜਾਬ ਚ ਲਿਆ ਕੇ ਝੋਨਾ ਵੇਚਦਾ, ਮੈਨੂੰ ਲੱਗਦਾ ਕਿ ਉਹਨੂੰ ਵੇਚਣ ਦੇਣਾ ਚਾਹੀਦਾ, ਉਹਨੂੰ ਆਗਿਆ ਹੋਣੀ ਚਾਹੀਦੀ ਹੈ, ਪਰ ਵਪਾਰੀ ਨੂੰ ਨਹੀਂ। ਸਵਾਗਤ ਹੈ ਤੁਹਾਡਾ ਬਾਈ ਜੀ ਸਰਾਂ ਸਾਹਿਬ। ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਜਿਵੇਂ ਤੁਸੀਂ ਪੰਛੀਆਂ ਤੇ ਹੁਣ ਗੱਲ ਕੀਤੀ ਹੈ, ਇੱਥੇ ਵਿਦੇਸ਼ ਚ ਵੀ ਨਾ ਜਦੋਂ ਆਪਣੇ ਕਈ ਵਾਰ ਆਪਣੇ ਦੇਸੀ ਬੰਦੇ ਵਿਚਾਰੇ ਫਸ ਜਾਂਦੇ ਆ, ਉਹ ਆ ਦੇਣ ਤੇ ਪੁੰਨ ਕਰਦੇ ਆ ਵੀ ਅਸੀਂ ਪੰਛੀਆਂ ਨੂੰ ਕਿਨਾਂ ਦੇ ਦਾਣਾ ਪਾ ਦਈਏ ਜਾਂ ਪੁਰਾਣੀਆਂ ਰੋਟੀਆਂ ਪਾ ਦਈਏ, ਤੇ ਪਰ ਇੱਥੋਂ ਸਰਕਾਰ ਉਹ ਪਾਉਣ ਨਹੀਂ ਦਿੰਦੀ। ਉਹ ਕਹਿੰਦੇ ਤੁਸੀਂ ਇਹਨਾਂ ਨੂੰ ਲਾਚਾਰ ਬਣਾ ਰਹੇ ਆ ਜਾਂ ਬੇਈਮਾਨ ਬਣਾ ਰਹੇ ਆ। ਬਿਲਕੁਲ। ਜਾਨੀ ਇੱਥੇ ਜੁਰਮਾਨਾ ਪਿੱਛੇ ਸੀਗੀ ਮਾਤਾ ਵੱਡੀ ਉਮਰ ਦੇ ਵਿਚਾਰੇ, ਉਹ ਬਾਹਰ ਚ ਆਪਦੇ ਕਾਹਦੋਂ ਨੂੰ ਪਾ ਦਿਆ ਕਰਨ, ਤੇ ਗੁਆਂਢੀ ਨੇ ਕਿਤੇ ਸ਼ਿਕਾਇਤ ਕਰਤੀ ਤੇ ਨਾਲੇ ਤਾਂ ਉਹਨੂੰ $300-400 ਜੁਰਮਾਨਾ ਆਇਆ, ਨਾਲੇ ਵਾਰਨਿੰਗ ਮਿਲੀ ਭਾਈ ਤੁਸੀਂ ਗਾਂਹ ਨੂੰ ਇਹਨਾਂ ਨੂੰ ਨਹੀਂ ਪਾਉਣਾ, ਤੁਸੀਂ ਇਹਨਾਂ ਨੂੰ ਕੁਦਰਤੀ ਤੌਰ ਤੇ ਜਿਹੜੀ ਚੀਜ਼ ਲੋਕ ਉਹ ਖਾਂਦੇ ਆ ਇਹਨਾਂ ਨੂੰ ਉਹੀ ਖਾਣ ਦਿਓ, ਆਪ ਦੇ ਵੱਲੋਂ ਕੁਛ ਨਾ ਪਾਓ। ਜਾਂ ਥਾਂ ਇੱਥੇ ਲਿਖਣ ਵਿੱਚ ਲਿਖਿਆ ਹੁੰਦਾ ਵੀ ਡੱਕਣ ਨੂੰ ਤੁਸੀਂ ਫੀਡ ਨਹੀਂ ਕਰਨਾ, ਆਹ ਨਾ ਪਾਇਓ ਉਹ ਨਾ ਪਾਇਓ। ਜਿਹੜੀ ਆਪਣੇ ਵੀ ਚਲੋ ਠੀਕ ਆਹ ਉਹਨੇ ਲਾਈ ਜਾਂਦੇ ਆ ਕੁਛ ਹੱਦ ਤੱਕ ਠੀਕ ਆ, ਪਰ ਉਹਦੇ ਨਾਲ ਇੱਕ ਦਰਖਤ ਲਾ ਦਿਓ ਤੇ ਪੰਛੀ ਆਪੇ ਆਲਣਾ ਆਪਦਾ ਬਣਾ ਲੈਣ ਉੱਥੇ, ਕਿ ਨਹੀਂ ਜੀ? ਬਿਲਕੁਲ, ਉਹ ਜ਼ਿਆਦਾ ਬਿਹਤਰ ਆ ਬਾਈ ਜੀ। ਜਿਹੜਾ ਹੁਣ ਤੁਸੀਂ ਆਲਣੇ ਤੇ 100-150 ਰੁਪਇਆ ਲਾਉਂਦੇ, ਉਹਦੇ ਤੇ ਆਪਣਾ ਨਾਂ ਲਿਖ ਦਿਓ ਫਲਾਣਾ ਸਿੰਘ ਨੇ ਆਲਣੇ ਲਾਏ, ਯਾਰ ਉਹਦੀ ਜਗ੍ਹਾ ਇੱਕ ਦਰਖਤ ਲਾ ਲਓ। ਇੱਕ ਦਰਖਤ ਤੇ ਕਿੰਨੇ ਪੰਛੀਆਂ ਨੇ ਆਲਣੇ ਪਾਉਣੇ ਆ, ਤੇ ਉਹ ਤੁਹਾਨੂੰ ਲੱਕੜ ਵੀ ਦੇਣਗੇ। ਉਹ 2 ਲੱਖ ਦੀ ਆਕਸੀਜਨ ਦਿੰਦਾ ਸਾਲ 'ਚ, ਉਹ ਜ਼ਿਆਦਾ ਫਾਇਦੇ 'ਚ ਕਿ ਆਲਣਾ। ਪਰ ਗੱਲ ਇਹ ਹੈ ਵੀਰ ਸਰਾਂ ਸਾਹਿਬ ਕਿ ਆਲਣੇ ਨਾਲ ਨਾ ਚਮਕਦਾ ਨਾ ਕਿ ਫਲਾਣੇ ਨੇ ਆਲਣੇ ਵੰਡੇ। ਬਈ 3 ਸਾਲ ਤੋਂ ਨਾ ਆਪਣੇ ਘਰੇ ਕੀ ਨਾਲ ਇੱਥੇ ਪਿੰਡ ਹੀ ਭਿੰਡਰ ਕਲਾਂ ਆਹ ਵੀ ਜਿਹੜੇ ਆਉਣ ਲੱਗ ਪਏ, ਹੁਣ ਉਹ ਹਰ ਸਾਲ ਆਉਂਦੇ ਆ ਤੇ ਸਵੇਰੇ ਇੰਨਾ ਵਧੀਆ ਲੱਗਦਾ ਜਦੋਂ ਚਾਹ ਪੀਂਦੇ ਆ ਤੁਸੀਂ ਵੀ, ਕਿਉਂਕਿ ਇੱਕ ਤਾਂ ਉਹਨਾਂ ਨੂੰ ਪਾਮ ਟਰੀ ਤੇ ਖੰਜੂਰਾਂ ਮਿਲ ਗਈਆਂ ਜਿੱਥੋਂ ਉਹਨਾਂ ਨੇ ਧਾਗੇ ਲੈਣੇ, ਤੀਲੇ ਲੈਣੇ, ਤੇ ਜਦੋਂ ਮਾੜਾ ਮੋਟਾ ਤੇ ਪਾਣੀ ਹੁੰਦਾ ਉਹਦੇ ਕਰਕੇ ਉਹ ਆਉਣ ਲੱਗ ਪਏ ਘਰ। ਉਹ ਵੇਖਣ ਵਾਲਾ ਉਹਨਾਂ ਦਾ ਮਾਹੌਲ ਵੀ ਉਹ ਜਦੋਂ ਪਾਉਂਦੇ ਇੱਕ ਦੂਜੇ ਤੋਂ ਗਾਂ। ਤੇ ਕਿਤੇ ਨਵੀਂ ਗੱਲ ਇਹ ਪਤਾ ਲੱਗੀ ਵੀ ਜਦੋਂ ਜਿਹੜਾ ਅੱਧਾ ਘਰ ਪਾ ਲੈਂਦਾ, ਫਿਰ ਜਿਹੜੀ ਫੀਮੇਲ ਆ ਉਹਨੂੰ ਸਾਦਾ ਉਹਨੂੰ ਵਿਖਾਉਂਦਾ ਘਰ ਵੀ ਆ ਕਿਵੇਂ ਲੱਗਾ ਤੈਨੂੰ। ਜੇ ਉਹ ਨਹੀਂ ਪਸੰਦ ਦੁਬਾਰਾ ਅੱਧ ਚ ਛੱਡ ਕੇ ਫਿਰ ਨਵਾਂ ਬਣਾਉਂਦਾ। ਇਹ ਗੱਲ ਮੈਂ ਪਹਿਲਾਂ ਪੜ੍ਹੀ ਸੀ ਤੇ ਫਿਰ ਇਹ ਨੋਟ ਕੀਤੀ ਪਰਸਨਲੀ ਤੌਰ ਤੇ, ਫਿਰ ਵਾਕਈ ਬਿਜੜਾ ਐਂ ਕਰਦਾ। ਓਕੇ। ਅੱਛਾ, ਕਈ ਮਿੱਥਾਂ ਨੇ ਬਿਜੜਾ ਜਿਹੜਾ ਵੀਵਿੰਗ ਵਰਡ ਹੈ, ਇਹਦੇ ਤੇ ਸਲੀਮ ਅਲੀ ਨੇ ਬਹੁਤ ਸੋਹਣਾ ਕੰਮ ਕੀਤਾ, ਕਿਉਂਕਿ ਇਸ ਖਿੱਤੇ ਦੇ ਵਿੱਚ ਨਹੀਂ, ਪੂਰੇ ਇੰਡੀਆ ਦੇ ਵਿੱਚ ਨਹੀਂ, ਵਿਸ਼ਵ ਪੱਧਰ ਦੇ ਵਿੱਚ ਸਲੀਮ ਅਲੀ ਨੇ ਜੋ ਕੰਮ ਕੀਤਾ, ਖਾਸ ਕਰਕੇ ਬਿਜੜਿਆਂ ਬਾਰੇ ਜਿਹੜੀਆਂ ਮਿੱਥਾਂ ਸੀ, ਆ ਜਿਹੜਾ ਆਲਣੇ ਵਾਲਾ, ਇਹ ਉਹਨਾਂ ਨੇ ਸਭ ਤੋਂ ਪਹਿਲਾਂ ਲਿਆਂਦੀ ਸੀ ਸਟੱਡੀ। ਇਹ ਮਿੱਥ ਨਹੀਂ, ਇਹ ਸਾਇੰਟੀਫਿਕ ਹੈ ਕਿ ਆਪਣੀ ਮੀਟਿੰਗ ਜਾਂ ਆਪਣੀ ਪਾਰਟਨਰ ਬਣਾਉਣ ਤੋਂ ਪਹਿਲਾਂ ਉਹ ਆਪਣੀਆਂ ਕਲਾਵਾਂ ਦਿਖਾਉਂਦਾ ਹੈ। ਜੇ ਉਹ ਉਹਦੇ ਆਲਣੇ ਤੇ ਆਕਰਸ਼ਿਤ ਹੋ ਜਾਂਦੀ ਹੈ ਤੇ ਉਹ ਉਸੇ ਦੇ ਨਾਲ ਫਿਰ ਮੀਟਿੰਗ ਕਰਦਾ। ਇਹ ਜੇ ਉਹਦੇ ਆਲਣੇ ਭਾਵੇਂ ਉਹ 9-10 ਬਣਾ ਲਵੇ, ਉਹ ਉਹਨੂੰ ਪਸੰਦ ਨਹੀਂ ਕਰਦੀ ਕੋਈ ਮੇਟ ਉਹਦੇ ਨਾਲ, ਤੇ ਫਿਰ ਉਹ 1 ਸਾਲ ਉਡੀਕ ਕਰਦਾ ਤੇ ਅਗਲੇ ਸਾਲ ਫੇਰ ਆਲਣੇ ਬਣਾਉਂਦਾ। ਮਤਲਬ ਉਹਦੀ ਕਾਬਲੀਅਤ ਵੇਖ ਕੇ ਹੀ ਕੋਈ ਫੀਮੇਲ ਉਹਦੇ ਨਾਲ ਅਟਰੈਕਟ ਕਰਦੀ ਹੈ, ਤੇ ਜਿਹੜਾ ਆਲਣਾ ਫਿਰ ਉਹ ਚੂਜ਼ ਕਰ ਲੈਂਦੇ ਨੇ, ਉੱਥੇ ਉਹ ਆਪਣੀ ਜਨਰੇਸ਼ਨ ਵਧਾਉਂਦਾ ਹੈ। ਨਹੀਂ ਤਾਂ ਵਿਜੜਾ ਮੀਟਿੰਗ ਨਹੀਂ ਕਰਦਾ, ਕਿਸੇ ਦੂਸਰੇ ਨਾਲ ਜੋੜਾ ਨਹੀਂ ਬਣਾਉਂਦਾ ਜੀ। ਇੱਕ ਬਈ ਜੀ ਹੋਰ ਗੱਲ ਹੈ, ਉਹ ਮੈਂ ਕਾਫੀ ਪੁਰਾਣੇ ਬਜ਼ੁਰਗਾਂ ਨੇ ਪੁੱਛਿਆ ਪਰ ਕਿਸੇ ਤੋਂ ਪਤਾ ਨਹੀਂ ਲੱਗਾ ਵੀ ਜਿਹੜਾ ਵਿਜੜਾ ਆਲਣਾ ਬਣਾਉਂਦਾ, ਹਰੇਕ ਆਲਣੇ ਦੇ ਵਿੱਚ ਜਿੰਨਾ ਕੁ ਆਪਣੇ ਕਹਿ ਲਓ 1-2 ਰੁਪਈਏ ਜਿੰਨਾ ਥਾਂ ਆਉਂਦਾ, ਉਹ ਥਾਂ ਉਨੇ ਕਰੇ ਕਿ ਜਿਹੜੇ ਉਹ ਮਿੱਟੀ ਲਾਉਂਦਾ, ਉਹਦਾ ਰੀਜ਼ਨ ਨਹੀਂ ਪਤਾ ਲੱਗਾ ਵੀ ਕਿਉਂ ਆ। ਕਾਫੀ ਜਣਿਆਂ ਨੇ ਪੁੱਛਿਆ ਵਾ ਕੀ, ਮੈਂ ਵੈਸੇ ਵੇਖਿਆ ਕਈ ਵਾਰੀ, ਪਰ ਮੈਨੂੰ ਮਿੱਟੀ ਨਹੀਂ ਦਸੀ। ਆਪਣਾ ਸਰਾਂ ਸਾਹਿਬ ਕੋਸ਼ਿਸ਼ ਕਰਿਓ, ਕਿਉਂਕਿ ਉਹਦੇ ਚ ਲੌਜਿਕ ਇਹ ਮੈਂ ਸੁਣਿਆ ਕਿ ਜਿਹੜੀ ਗਿੱਲੀ ਮਿੱਟੀ ਉਹ ਲਾਉਂਦਾ, ਉਹਦੇ ਚ ਨਾ ਕਿਤੇ ਇਹ ਜਿਹੜਾ ਗਲੋ ਵਾਰਮ ਹੁੰਦਾ ਹੈ, ਚਮਕਣਾ ਹੁੰਦਾ, ਜਿਹਨੂੰ ਜੁਗਨੂ ਵੀ ਕਹਿ ਦਿੰਦੇ ਆ, ਜਿਹੜਾ ਰਾਤ ਨੂੰ ਚਮਕਦਾ ਹਨੇਰੇ ਚ, ਆਖੇ ਉਹਨੂੰ ਫੜ ਕੇ ਲਿਆ ਕੇ ਉਹ ਰਾਤ ਨੂੰ ਨਾ ਉਸ ਗਿੱਲੀ ਮਿੱਟੀ ਦੇ ਵਿੱਚ ਦਬਾ ਦਿੰਦਾ, ਤੇ ਉਹਦੇ ਜਿਹੜੇ ਉਹ ਖੁੱਲ੍ਹਦੇ ਖੰਭ ਨੇ, ਰੇਡੀਅਮ ਟਾਈਪ ਹੁੰਦਾ ਉਹਦੇ ਚ, ਉਹ ਲਾਈਟ ਦਿੰਦੇ ਰਹਿੰਦੇ ਨੇ ਤੇ ਉਹ ਚਾਨਣਾ ਕਰਨ। ਗੱਲ ਠੀਕ ਆ, ਮੈਂ ਵੀ ਦੇਖੀ ਆ, ਕਿਉਂਕਿ ਕਈ ਥਾਵਾਂ ਦੇ ਜਿਹੜੇ ਆਲਣੇ ਕੋਲੇ ਜੁਗਨੂ ਉੱਥੇ ਉੱਡੇ ਫਿਰਦੇ ਦੇਖੇ। ਫਿਰ ਇਹ ਗੱਲ ਇਸ ਨਾਲ ਜੁੜੀ ਹੋ ਸਕਦੀ ਹੈ, ਇਹਨੂੰ ਆਪਾਂ ਪੱਕਾ ਨਹੀਂ ਕਹਿ ਸਕਦੇ, ਪਰ ਇਹ ਗੱਲ ਥੋੜੀ ਠੀਕ ਲੱਗ ਰਹੀ ਮੈਨੂੰ। ਜਸਟੀਫਾਈ ਨਹੀਂ, ਮੈਂ ਦੇਖਿਆ ਨਹੀਂ ਕਿਤੇ ਐਵੇਂ ਕਹਿੰਦੇ ਮਿੱਥ ਜ਼ਰੂਰ ਹੈ, ਪਰ ਨਾ ਮੈਂ ਉਸ ਮਿੱਟੀ ਨੂੰ ਕਦੇ ਭੰਨ ਕੇ ਉਹ ਚ ਦੇਖਿਆ ਕਿ ਉਹਦੇ ਚ ਕੋਈ ਸੁੱਕੇ ਫੰਗ ਨਿਕਲਦੇ ਹੋਣ। ਤੇ ਤੁਹਾਡੇ ਜੇ ਲੱਗੇ ਨੇ ਤਾਂ ਜ਼ਰੂਰ ਕੋਸ਼ਿਸ਼ ਕਰਿਓ ਇਹਨੂੰ ਸਟੱਡੀ ਕਰਨ ਦੀ ਕਿ ਫਰਵਰੀ-ਮਾਰਚ ਚ ਆ ਜਾਂਦੇ ਆ ਜੀ, 3-4 ਮਹੀਨੇ ਰਹਿੰਦੇ ਆ ਉਹਦਾ ਜਾਂ 5 ਮਹੀਨੇ, ਫਿਰ ਹੌਲੀ ਹੌਲੀ ਪਤਾ ਨਹੀਂ ਗਾਂ ਕਿੱਥੇ ਚਲੇ ਜਾਂਦੇ ਆ। ਫਿਰ 3 ਸਾਲ ਹੋ ਗਏ ਇਹਨਾਂ ਨੂੰ ਆਉਣ ਲੱਗੇ,
ਪਹਿਲਾਂ ਮੈਨੂੰ ਵੀ ਨਹੀਂ ਕੋਈ ਗੱਲ ਪਤਾ ਸੀ। ਕੋਈ ਪੰਛੀ ਪ੍ਰੇਮੀ ਆਇਆ ਉਧਰ ਨਾ ਆਪਣੇ ਗਾਰਡਨ ਚ ਘਾਹ ਚ ਜਿਵੇਂ ਆਪਾਂ ਲਾਈਟਾਂ ਲਾ ਲੈਂਦੇ ਆ, ਉਹ ਰਾਤ ਨੂੰ ਉੱਥੇ ਜਾਨਵਰ ਨਹੀਂ ਆਉਂਦੇ ਸੀ, ਉਹਨਾਂ ਨੂੰ ਦਿਨ ਰਾਤ ਦਾ ਨਹੀਂ ਪਤਾ ਲੱਗਦਾ ਜੀ। ਹੌਲੀ ਹੌਲੀ ਫਿਰ ਜਦੋਂ ਲਾਈਟ ਬੰਦ ਕੀਤੀ ਤੇ ਉੱਥੇ ਵਿਜੜੇ ਆਉਣ ਲੱਗ ਪਏ ਜਾਂ ਹੋਰ ਜਾਨਵਰ ਸਾਰਿਆਂ ਨੇ ਆਪਦੇ ਘਰ ਪਾਲੇ ਵੀ ਇਹਨਾਂ ਨੂੰ ਵੀ ਦਿਨ ਰਾਤ ਵਾਸਤੇ ਚਾਹੀਦਾ। ਜੇ ਤੁਸੀਂ ਘਰੇ ਦਰਖਤ ਲਾਉਣੇ ਆ ਉੱਥੇ ਲਾਈਟ ਨਾ ਲਾਓ ਉਹਦੇ ਕੋਲੇ, ਵੀ ਇਹਨਾਂ ਨੂੰ ਉਵੇਂ ਕੁਦਰਤੀ ਮਾਹੌਲ ਦਿਓ। ਤੇ ਉਦੋਂ ਬਾਅਦ ਚ ਇੰਨੇ ਕੁ ਜਾਨਵਰ ਆ ਗਏ ਤੇ ਇੱਕ ਜਿਵੇਂ ਅੰਜੀਰ ਦਾ ਦਰਖਤ ਆ ਉਹਦੇ ਨਾਲ ਜ਼ਿਆਦਾ ਆਉਂਦੇ, ਕਿਉਂਕਿ ਫਲ ਹਰੇਕ ਜਾਨਵਰ ਅੰਜੀਰ ਨੂੰ ਬਹੁਤ ਪਸੰਦ ਕਰਦਾ ਵਾ, ਖਾਂਦੇ ਉਹਨੂੰ। ਅੰਜੀਰ ਨਾਲ ਵੀ ਵੱਧਦੇ ਆ ਜਾਨਵਰ। ਤਾਕਤਵਰ ਦੇ ਕਹਿਣਾ ਬਹੁਤ ਜਨਰੇਸ਼ਨ ਵਾਧਾ ਕਰਦੀ ਹੈ ਸੈਕਸ ਪੱਖੋਂ। ਥੈਂਕ ਯੂ। ਆ ਕੋਸ਼ਿਸ਼ ਕਰੋ ਮਿੱਟੀ ਵਾਲੀ ਕਿ ਵਾਕਈ ਉਹ ਮਿੱਟੀ ਦੀ ਜਿਹੜੀ ਡਲੀ ਜਦੋਂ ਆਲਣੇ ਟੁੱਟ ਜਾਂਦੇ ਨੇ ਕਿ ਉਹਦੇ ਚ ਵਾਕਈ ਕੋਈ ਉਹਦੇ ਚ ਖੰਭ ਦੇ ਨਿਸ਼ਾਨ ਹੈਗੇ, ਉਹਦੇ ਚ ਕੋਈ ਪੰਛੀ ਹੈਗਾ, ਕਿਉਂਕਿ ਉਹਦਾ ਵਜੂਦ ਤਾਂ ਉਹ ਚ ਰਹਿੰਦਾ ਹੀ ਹੈ। ਮੈਂ ਦੇਖੂੰਗਾ। ਹਾਂਜੀ ਥੈਂਕ ਯੂ। ਥੈਂਕ ਯੂ। ਭਿੰਡਰ ਕਲਾਂ ਤੋਂ ਬਾਈ ਹਰਿੰਦਰ ਸਰਾਂ ਜੁੜੇ ਸੀਗੇ। ਸੋ ਇਸ ਕਰਕੇ ਉਹ ਕੋਸ਼ਿਸ਼ ਕਰਨੀ ਚਾਹੀਦੀ। ਹੁਣ ਤੁਸੀਂ ਵੇਖੋ ਕਿ ਜਿਸ ਤਰ੍ਹਾਂ ਬਿਜੜੇ ਦਾ ਆਲਣਾ ਏਦਾਂ ਦੇ ਨਾ ਉਹ ਜਿਹੜਾ ਆਪਾਂ ਕੂਲਰਾਂ ਚ ਪੈਡ ਪਾਉਣੇ ਆ ਹੈਨਾ ਨਾਰੀਅਲ ਦਾ, ਉਦਾਂ ਦੇ ਆਲਣੇ ਵੀ ਬਣਾ ਦਿੱਤੇ। ਉਹਦੇ ਚ ਸਿਰਫ ਜਿਹੜੇ ਇਹ ਆਲਣੇ ਲਾਉਂਦੇ ਨੇ ਇਹਦੇ ਚ ਸਿਰਫ ਤੇ ਸਿਰਫ ਗੁਟਾਰ ਬਹਿੰਦੀ ਹੈ ਜਾਂ ਇਹਦੇ ਚ ਬਹਿੰਦੇ ਨੇ ਕਾਟੋਆਂ। ਇਹ ਦੋਨੇ ਜਾਨਵਰਾਂ ਦਾ ਕੋਈ ਬਹੁਤਾ ਫਾਇਦਾ ਨਹੀਂ। ਗੁਟਾਰ ਤਾਂ ਚਲੋ ਫੇਰ ਕੀੜੇ ਮਕੌੜੇ ਖਾਂਦੀ ਹੈ, ਪਰ ਕਾਟੋ ਨਿਰੀ ਬਰਬਾਦੀ ਦਾ ਕਾਰਨ ਹੈ। ਕਾਟੋ ਨੂੰ ਤਾਂ ਵੈਸੇ ਹੀ ਵਰਜਿਆ ਗਿਆ ਸਾਡੇ ਸਮਾਜ 'ਚ ਕਿ ਕਿੱਕਰ ਤੇ ਕਾਟੋ ਰਹਿੰਦੀ ਕੱਲਾ ਨਾ ਜਾਈ ਖੇਤ ਨੂੰ। ਆ ਜਿਹੜਾ ਫਲੈਸਟੇਡ ਹੈ ਨਾ ਜਿਹੜਾ ਹਨੀ ਟਰੈਪ, ਸੋ ਉਸ ਨੂੰ ਕਿੱਕਰ ਦੇ ਕਾਟੋ ਦੇ ਨਾਲ ਤੁਲਨਾਇਆ ਗਿਆ। ਠੀਕ ਹੈ, ਨੇਚਰ ਹੈ, ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਇਹਨਾਂ ਨੂੰ ਮਾਰਨ ਦੀ ਬਜਾਏ ਜੇ ਅਸੀਂ ਇਸ ਤਰ੍ਹਾਂ ਦੇ ਇੰਤਜ਼ਾਮਾਤ ਕਰੀਏ ਕਿ ਉਹ ਕੰਮ ਕਰੀਏ ਜਿਹੜਾ ਸਮੇਂ ਦੀ ਜ਼ਰੂਰਤ ਹੈ ਨਾ। ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਜੇ ਕਾਟੋਆਂ ਹੀ ਕਾਟੋਆਂ ਕਰ ਲੋਗੇ ਤੇ ਫਿਰ ਬਰਬਾਦੀ ਕਿੰਨੀ ਹੁੰਦੀ ਹੈ। ਹੁਣ ਕਿਸੇ ਬਾਗਵਾਨ ਨੂੰ ਪੁੱਛ ਕੇ ਵੇਖੋ, ਫਿਰ ਤੁਸੀਂ ਕਹਿੰਦੇ ਗੋਭੀ ਬਹੁਤ ਮਹਿੰਗੀ ਹੋ ਗਈ ਜੀ। ਉਹ ਭਾਈ ਗੋਭੀ ਜਦੋਂ ਹੋਣ ਹੀ ਨਹੀਂ ਦਿੰਦੀਆਂ ਹੈ ਤੇ ਬੇੜਾ ਗਰਕ ਕਰੀ ਜਾਂਦੀਆਂ, ਉਹਦੀਆਂ ਬਰਬਾਦੀ ਕਰਦੀਆਂ ਨੇ। ਇਸ ਕਰਕੇ ਉਸ ਕਹਾਣੀ ਸਾਨੂੰ ਸਮਝਣੀ ਚਾਹੀਦੀ ਹੈ। ਕੁਦਰਤ ਨੇ ਇੱਕ ਜਿਹੜਾ ਅਸੂਲ ਬਣਾਇਆ ਨਾ, ਉਸ ਅਸੂਲ ਦੇ ਮੁਤਾਬਕ ਜਾਨਵਰਾਂ ਦਾ ਸੰਤੁਲਨ ਬਣਿਆ। ਹਰ ਚੀਜ਼ ਨੇ ਵਕਤ ਨਾਲ ਖਤਮ ਹੋਣਾ। ਰਾਮ ਗਿਓ ਰਾਵਣ ਗਿਓ ਜਾਂ ਕੋਬਾ ਪਰਿਵਾਰ। ਸੋ ਇਸ ਕਰਕੇ ਅਖੌਤੀ ਕੁਦਰਤ ਦੇ ਕੰਮ ਦੇ ਵਿੱਚ ਬੇਲੋੜੀ ਛੇੜਛਾੜ ਤੇ ਬਿਨਾਂ ਸਮਝ ਤੋਂ ਇਸ ਤਰ੍ਹਾਂ ਦਾ ਅੰਧ ਵਿਸ਼ਵਾਸ ਫੈਲਾਉਣਾ ਕਿ ਇਹਨੂੰ ਪੂਜਾ ਕਰੋ, ਇਹਨੂੰ ਪੂਜਾ ਕਰੋ। ਆ ਕਾਲੀਆਂ ਜੁੱਤੀਆਂ ਦਾ ਤੁਸੀਂ ਵੇਖੋ, ਉਹਦੇ ਜ਼ਿਕਰ ਕੀਤਾ ਸੀ ਸਿਕੰਦਰ ਔਜਲਾ ਨੇ। ਯਾਦਵਿੰਦਰ ਸਿੰਘ ਨੇ ਲਿਖਿਆ ਕਿ ਪੰਡਤ ਤੇ ਕਹੇ ਕਾਲੀਆਂ ਜੁੱਤੀਆਂ ਚੜਾਉਂਦੇ ਆ, ਦੱਸੋ ਹੈ ਨਾ। ਤੇ ਇਸ ਦੌਰਾਨ ਆਪ ਸਭ ਸੱਜਣਾ ਤੋਂ ਹੁਣ ਵਿਦਾ ਲੈਣ ਦਾ ਵਕਤ ਹੈ। ਸੋ ਧੰਨਵਾਦ ਸਾਡੇ ਸਪਾਂਸਰ ਸਾਹਿਬ ਦਾ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦੇ ਨੇ। ਬਾਈ ਜੀ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ, ਜਿਨ੍ਹਾਂ ਦੇ ਨੇ ਅਮਰੀਕਾ 'ਚ ਕਈ ਸਾਰੇ ਕਾਰੋਬਾਰ, ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਪੈਂਦਾ। ਇੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਈਮੇਲ, ਫੈਕਸ ਤੇ ਫ੍ਰੀ ਪਾਰਕਿੰਗ ਮਿਲੇਗੀ ਟਰੱਕਾਂ ਦੀ। ਨਾਲ ਟਰੱਕਾਂ ਦੀ ਸਮਾਨ ਸਮੱਗਰੀ ਇੱਥੋਂ ਖਰੀਦ ਸਕਦੇ ਹੋ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ ਦੂਸਰੀ ਲੋਕੇਸ਼ਨ ਹੈ ਇਹਨਾਂ ਦੀ ਲੌਸਟਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲੌਸਟਲ ਐਗਜ਼ਿਟ 278 ਤੇ ਇੱਥੇ ਫ੍ਰੀ ਚਾਹ ਮਿਲੇਗੀ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਵੀ ਹੈ, ਫ੍ਰੀ ਨਹੀਂ ਹੈ, ਸਾਦਤ ਜੋ ਕਰੋ। ਇਸ ਤੋਂ ਇਲਾਵਾ ਇਸ ਪਰਿਵਾਰ ਦਾ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕਾਰੋਬਾਰ ਹੈ, ਜਿਨ੍ਹਾਂ ਤੋਂ ਫਿਊਲ ਜਿਹੜੇ ਨੇ ਲੈ ਸਕਦੇ ਨੇ ਗੈਸ ਸਟੇਸ਼ਨ ਓਨਰ ਆਪਰੇਟਰ, ਤੇ ਇਹਨਾਂ ਕੋਲੋਂ ਤੁਸੀਂ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਵੀ ਲੈ ਸਕਦੇ ਹੋ। ਕੋਈ ਡੀਲ ਬਣਾਉਣੀ ਹੈ, ਗੱਲਬਾਤ ਕਰਨੀ ਹੈ ਤਾਂ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 8413 425 232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਤਰਸੇਮ ਸਿੰਘ ਗਿੱਲ ਅਮਰੀਕਾ ਦੇ ਪੜ੍ਹੇ ਲਿਖੇ CPA ਨੇ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਤੇ ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਜਾਂ ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਹੈ ਤਾਂ ਇਹ ਸੇਵਾਵਾਂ ਤੁਸੀਂ ਤਰਸੇਮ ਸਿੰਘ ਗਿੱਲ ਤੋਂ ਲੈ ਸਕਦੇ ਹੋ। ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਹੈ ਪੈਂਸਿਲਵੇਨੀਆ ਦਾ, ਉੱਥੇ ਵਸਦੇ ਨੇ। ਤਰਸੇਮ ਸਿੰਘ ਗਿੱਲ ਦਾ ਨੰਬਰ ਹੈ 484 764 9861 484 7649861। ਆਪਣੇ ਪੁਰਾਣੇ ਸੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ ਤਰਸੇਮ ਸਿੰਘ ਗਿੱਲ। ਸੋ ਸਾਡਾ ਜ਼ਿਕਰ ਕਰਨ ਤੇ ਤੁਹਾਨੂੰ ਹੋਰ ਰਿਆਇਤ ਵੀ ਆਪਣੀ ਫੀਸ ਦੇ ਵਿੱਚ ਦੇਣਗੇ। ਇਸੇ ਤਰ੍ਹਾਂ ਅੰਟਾਰੀਓ ਪ੍ਰੋਵਿੰਸ ਵਿੱਚ ਹੋਮ ਅਤੇ ਆਟੋ ਇੰਸ਼ੋਰੈਂਸ ਚਾਹੀਦੀ ਹੈ। ਕੈਨੇਡਾ ਨਵੇਂ ਆਏ ਹੋ, ਡਰਾਈਵਿੰਗ ਦੇ ਵਿੱਚ ਉਹ ਰਿਨਿਊਵਲ ਹੋਣ ਵਾਲੀ ਹੈ। ਹੋਮ ਅਤੇ ਆਟੋ ਇੰਸ਼ੋਰੈਂਸ ਲਈ ਹਮੇਸ਼ ਯਾਦ ਰੱਖੋ ਨੰਬਰ ਹੈ ਤਰਸੇਮ ਸਿੰਘ ਭੈਣ ਰਾਣੀ ਮਨਦੀਪ ਕੌਰ
ਹੋਰਾਂ ਦਾ 647 615 5000 6476155000। ਸਿਡਨੀ ਤੋਂ ਬਾਈ ਜੀ ਕੁਲਜਿੰਦਰ ਸਿੰਘ, ਸਵਾਗਤ ਹੈ ਤੁਹਾਡਾ ਕੁਲਜਿੰਦਰ ਭਾਜੀ, ਵੈਲਕਮ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕਾਲ ਕਰਨ ਦੀ ਹਾਂ ਨਹੀਂ ਜ਼ਰੂਰ ਸਾਂਝ ਰੱਖਿਆ ਕਰੋ। ਦੇਖੋ ਹਰਿੰਦਰ ਭਾਜੀ ਕਿੰਨੀਆਂ ਸੋਹਣੀਆਂ ਜਾਣਕਾਰੀਆਂ ਦੇ ਕੇ ਗਏ ਨੇ ਕਿ ਘਰੇ ਤੁਸੀਂ ਇਦਾਂ ਦੇ ਬੂਟੇ ਲਾਏ ਨੇ, ਅੰਜੀਰ ਲਾਈ ਹੈ, ਖਜੂਰ ਲਾਈ ਹੈ, ਤਾਂ ਵਿਜੜੇ ਵੀ ਬਹਿੰਦੇ ਨੇ ਵੀਵਿੰਗ ਵਰਡ ਜੀ। ਬਿਲਕੁਲ ਸਹੀ ਗੱਲ ਪਤਾ ਕੀ ਗੱਲ ਆ, ਮੈਂ ਤਾਂ ਹੀ ਕਰਿਆ ਸੀਗਾ। ਹੁਣ ਇਹਦੇ ਵਿੱਚ ਨਾ ਮੈਂ ਹੁਣ ਕਈ ਵਾਰ ਹੋਈ ਆ ਵੀ ਹੁਣ ਆਪਾਂ ਇੱਧਰ ਦੇਖਦੇ ਆ ਇਹ ਲੋਕ ਕਿਵੇਂ ਪ੍ਰੀਜ਼ਰਵ ਕਰਦੇ ਨੇਚਰ ਨੂੰ। ਹੁਣ ਸਾਡੇ ਨਾ ਸਿਡਨੀ ਦੇ ਵਿੱਚ ਜਿਵੇਂ ਕਹਿ ਲਓ ਵੀ ਜ਼ਮੀਨ ਲੋਕਾਂ ਦੇ ਆਲੇ ਦੁਆਲੇ, ਜਿਵੇਂ ਇਹਨਾਂ ਨੇ ਬਾਹਰਲੇ ਸਪਰਿੰਗ ਸਬਰਬ ਇਨਕਲੂਡ ਕਰ ਲਏ ਨਾ ਵਿੱਚ, ਜਿਵੇਂ ਕਾਉਂਸਲਰ ਨੂੰ ਐਕਸਪੈਂਡ ਕਰਨ ਲਈ, ਜਿਵੇਂ ਆਬਾਦੀ ਵੱਧ ਰਹੀ ਹੈ। ਬਹੁਤ ਚਿਰ ਬਾਅਦ ਇਹਨਾਂ ਨੇ ਲੈਂਡ ਰਿਲੀਜ਼ ਕਰੀ ਆ, ਪਿਛਲੇ 6-7 ਸਾਲਾਂ ਤੋਂ ਕਰ ਰਹੇ ਨੇ ਨਾ। ਉਹਦੇ ਵਿੱਚ ਕੀ ਸੀਗਾ ਵੀ ਸਫੈਦਾ ਹੀ ਲੱਗਿਆ ਹੋਇਆ, ਜਿਵੇਂ ਆਪਣੇ ਆਸਟ੍ਰੇਲੀਆ ਤੋਂ ਗਿਆ ਇੰਡੀਆ ਵੀ ਸਫੈਦਾ ਨਾ, ਯੂਕਲਿਪਟਸ ਕਹਿੰਦੇ ਆ ਉਹਨੂੰ ਜੀ। ਹੁਣ ਜ਼ਿਆਦਾਤਰ ਉਹ ਨੇਟਿਵ ਟਰੀ ਹੈ ਇੱਥੇ ਦਾ, ਆਸਟ੍ਰੇਲੀਆ ਦਾ। ਉਹ ਜਿੱਥੇ ਜਿੱਥੇ ਲੱਗਿਆ ਹੋਇਆ ਸੀਗਾ। ਹੁਣ ਜਿੰਨੀ ਵੀ ਨਵੀਂ ਆਬਾਦੀ ਬਣਦੀ ਹੈ, ਜਿਵੇਂ ਨਵੇਂ ਘਰ ਬਣਦੇ ਆ ਨਾ, ਜਿਵੇਂ ਨਵੀਂ ਗਰੋਥ ਹੁੰਦੀ ਆ, ਡਿਵੈਲਪਮੈਂਟ ਹੁੰਦੀ ਆ, ਓਬਵੀਅਸਲੀ ਦਰਖਤ ਵੱਢ ਕੇ ਜੀ ਕਾਉਂਸਲ ਦੇ ਵਿੱਚ ਉਹੀ ਆ ਵੀ ਜਿਹੜੇ ਨੇਟਿਵ ਟਰੀ ਨੇ, ਜਿਹੜੇ ਵੱਡੇ ਨੇ, ਉਹੀ ਲਵਾਉਂਦੇ ਦੁਬਾਰਾ, ਤਾਂ ਕਿ ਜਿਹੜਾ ਫਲੋਰਾ ਐਂਡ ਫੌਨਾ ਉਹ ਖਰਾਬ ਨਾ ਹੋਵੇ, ਬਰਡਸ ਦੀ ਪੋਪੂਲੇਸ਼ਨ ਨੂੰ ਇਫੈਕਟ ਨਾ ਹੋਵੇ। ਹੁਣ ਆਪਣੇ ਤਾਂ ਹੁਣ ਕਹਿ ਲਓ ਵੀ ਜਿਹੜੇ ਲੋਕਲ ਟਰੀ ਸੀਗੇ, ਜਿਵੇਂ ਪਿੱਪਲ ਹੋ ਗਿਆ, ਨਿੰਮ ਹੋ ਗਈ, ਉਹ ਸਾਰੇ ਵੱਢੀ ਜਾਂਦੇ ਨੇ। ਮੇਨ ਤਾਂ ਉਹਦੇ ਕਰਕੇ ਆਪਣੇ ਜਿਹੜੇ ਬੇਸਿਕ ਜਿਹੜੇ ਪੰਛੀ ਨੇ ਪੰਜਾਬ ਦੇ, ਉਹ ਹੈ ਹੀ ਨਹੀਂਗੇ। ਹਾਂ, ਉਹਨਾਂ ਨੂੰ ਸੂਟ ਨਹੀਂ ਕਰਦਾ ਨਾ ਉਹਨਾਂ ਦਾ ਫਲ ਤੇ ਨਾ। ਹੁਣ ਅਸ਼ੋਕਾ ਆ, ਅਸ਼ੋਕਾ ਦੇ ਵਿੱਚ ਕੋਈ ਪੰਛੀ ਆਲਣਾ ਨਹੀਂ ਪਾਉਂਦਾ, ਪਰ ਮੈਂ ਦੇਖਿਆ ਥੋੜਾ ਜਿਹਾ ਹੁਣ ਨਾ ਜਿਹੜਾ ਉਹ ਜਲ ਹੁੰਦਾ ਹੈ, ਕਮਾਦੀ ਕੁੱਕੜ ਖਾਕੀ ਤੇ ਲਾਲ ਰੰਗ ਦਾ ਹੁੰਦਾ ਹੈ, ਉਹ ਉੱਥੇ ਛੁਪ ਕੇ ਬਹਿ ਜਾਂਦਾ, ਪਰ ਆਲਣਾ ਉਹਦਾ ਮੈਨੂੰ ਵੀ ਨਹੀਂ ਦੱਸਿਆ ਉਹਦੇ 'ਚ, ਕਿਉਂਕਿ ਉਹਦੇ 'ਚ ਕੋਈ ਵੀ ਪੰਛੀ ਬੈਠ ਨਹੀਂ ਸਕਦਾ ਅਸ਼ੋਕਾ ਟਰੀ ਦੇ ਵਿੱਚ, ਉਹਦੇ ਤੇ ਆਲਣਾ ਨਹੀਂ ਪੈਂਦਾ। ਪਰ ਇਸ ਕਰਕੇ ਉਹ ਸਾਡੇ ਖਿੱਤੇ ਦਾ ਦਰਖਤ ਨਹੀਂ ਹੈ। ਉਹਦੇ ਵਿੱਚ ਭਰਿੰਡਾਂ ਬਹੁਤ ਲੱਗਦੀਆਂ ਰਾਣਾ ਸਾਹਿਬ, ਅਸ਼ੋਕੇ ਦੇ ਵਿੱਚ ਨਾ ਮੈਂ ਦੇਖਿਆ ਕਈ ਵਾਰ ਭਰਿੰਡਾਂ ਦੇ ਪੱਥਰ ਬਹੁਤ ਲੱਗੇ। ਅੱਛਾ, ਉਹ ਹੋ ਸਕਦਾ। ਬਾਕੀ ਹੋਈ ਹੈ ਰਾਣਾ ਸਾਹਿਬ, ਬਾਕੀ ਆਪਣਾ ਜਿਵੇਂ ਅਸੀਂ ਪਾਣੀ ਦੀ ਗੱਲ ਕਰਦੇ ਸੀ ਜਦੋਂ ਪਹਿਲਾਂ ਨਾ, ਮੈਂ ਉਦੋਂ ਕਾਲ ਸੋਚਦਾ ਸੀ ਕਰਾਂ। ਹੁਣ ਰਾਣਾ ਸਾਹਿਬ ਦੇਖੋ, ਹੁਣ ਇੱਥੇ ਜਿਹੜੀ ਰੂਫ ਥੋੜਾ ਟਾਈਮ ਲੈ ਰਿਹਾ, ਜਿਵੇਂ ਹੁਣ ਰੂਫ ਆ ਆਪਣੀ ਜਿਹੜੀ ਛੱਤ ਆ ਨਾ, ਆਪਾਂ ਹੁਣ ਖੇਤਾਂ ਦੀ ਤਾਂ ਗੱਲੇ ਛੱਡ ਦਈਏ। ਹੁਣ ਜਿਹੜਾ ਆਪਣਾ ਇੱਥੇ ਇਹਨਾਂ ਨੇ ਕੁਛ ਕੁ ਜਿਵੇਂ ਨਵੀਂ ਡਿਵੈਲਪਮੈਂਟ ਹੋਈ ਆ, ਉਹ ਇੱਕ ਲਾਜ਼ਮੀ ਕਰਤਾ ਵੀ ਜਿਹੜੇ ਨਵੇਂ ਘਰ ਬਣਨਗੇ ਉਹਨਾਂ ਨੂੰ ਰੇਨ ਵਾਟਰ ਟੈਂਕ ਲੈਣਾ ਪੈਣਾ ਨਾਲ ਨਾ। ਰੇਨ ਵਾਟਰ ਟੈਂਕ ਕੀ ਆ ਵੀ ਤੁਹਾਡੀ ਰੂਫ ਦੀ ਜਿਹੜੀ ਪਾਣੀ ਮੀਂਹ ਦਾ ਪੈਂਦਾ, ਰੂਫ ਦੀ ਪਲੰਬਿੰਗ ਕਰ ਦਿੰਦੇ ਨੇ, ਉਹ ਸਾਈਫਨ ਬਣਾ ਕੇ ਉਹ ਫਿਲਟਰ ਹੋ ਕੇ ਪੰਦਾਰਲਿਆਂ ਚੋਂ ਤੁਹਾਡੇ 2000 ਲੀਟਰ ਦੇ ਟੈਂਕ 'ਚ ਪੈ ਰਿਹਾ, ਉਹ ਪਲਾਸਟਿਕ ਦੇ ਟੈਂਕ 'ਚ ਨਾ। ਫਿਰ ਉਹ ਕੀ ਕਰਿਆ ਹੋਇਆ, ਉਹ ਤੁਹਾਡੀ ਪਲੰਬਿੰਗ ਸੈੱਟ ਕਰਕੇ ਤੁਹਾਡੇ ਜਿਹੜੇ ਲੈਟਰਿੰਗ ਆ, ਟਾਇਲਟ ਹੋ ਗਈ ਜਾਂ ਤੁਹਾਡੀ ਵਾਸ਼ਿੰਗ ਮਸ਼ੀਨ ਹੋ ਗਈ, ਉਹ ਪਾਣੀ ਸਾਰਾ ਪਹਿਲਾਂ ਉਸ ਰੇਨ ਵਾਟਰ ਟੈਂਕ 'ਚੋਂ ਵਰਤਿਆ ਜਾਊਗਾ। ਉਹਦੇ ਵਿੱਚ ਸਮਰਸੀਬਲ ਪੰਪ ਲੱਗਿਆ ਹੋਇਆ, ਤੇ ਜਦੋਂ ਉਹ ਬੰਦ ਹੋ ਗਿਆ ਫਿਰ ਤੁਹਾਡਾ ਨੈਚੁਰਲ ਜਿਹੜਾ ਤੁਹਾਡਾ ਪਾਣੀ ਦੀ ਸਪਲਾਈ ਆ ਉਹ ਲਊਗਾ ਮੇਨਸ ਚੋਂ ਨਾ, ਅੰਤਰ ਜਦੋਂ ਤੁਹਾਡਾ ਖਤਮ ਨਹੀਂ ਹੁੰਦਾ ਹੈਗਾ। ਮਤਲਬ ਇੰਨਾ ਸੌਖਾ ਸਿਸਟਮ ਆ। ਹੁਣ ਆਪਾਂ ਟੈਂਕੀਆਂ ਰੱਖੀਆਂ ਹੋਈਆਂ ਟੁੱਲੂ ਪੰਪਾਂ ਨਾਲ ਜਾਂ ਸਬਮਰਸੀਬਲਾਂ ਨਾਲ ਭਰੀ ਜਾਂਦੇ ਉੱਪਰ ਨਾ। ਸਾਰਿਆਂ ਨੂੰ ਪੈਟਰ ਕੰਮ ਇਹੀ ਆ ਵੀ ਆਪਣੇ ਪ੍ਰਣਾਲਿਆਂ ਤੇ ਫਿਲਟਰ ਲਾਓ। ਨਾਰਮਲ ਜਾਲੀ ਲੱਗਦੀ ਹੈ, ਸਿੰਪਲ ਜੀ ਮੋਟੀ ਜਾਲੀ, ਤੇ 2000 ਲੀਟਰ ਦਾ ਟੈਂਕ ਰੱਖੋ, ਉਹਨੂੰ ਭਰੋ, ਜਿਹੜਾ ਓਵਰਫਲੋ ਪਾਣੀ ਆ ਉਹ ਜਾਵੇ ਗਟਰ 'ਚ ਜਿੱਥੇ ਮਰਜੀ। ਉਸ ਤੋਂ ਬਾਅਦ ਉਹ ਪਾਣੀ ਸਾਰਾ ਜਿਹੜਾ ਤੁਹਾਡਾ ਟਾਇਲਟ ਵਗੈਰਾ ਹੋ ਗਈ, ਤੁਹਾਡੀ ਵਾਸ਼ਿੰਗ ਹੋ ਗਈ, ਸਾਰਾ ਯੂਜ਼ ਕਰੋ। ਪਾਣੀ ਬੂਟਿਆਂ ਨੂੰ ਦਿਓ, ਪਾਣੀ ਤੁਹਾਡਾ ਤਾਂ ਪਾਣੀ ਘਰ 'ਚ ਨਹੀਂ ਮੁੱਕਣਾ ਹੈਗਾ, ਇੰਨਾ ਮੀਂਹ ਪੈਂਦਾ, ਸਾਰਾ ਬੂਟਿਆਂ 'ਚ ਜਾਂਦਾ। ਉਹ ਇਹੀ ਚੀਜ਼ਾਂ ਨੇ ਮੈਂਡੇਟਰੀ ਕਰਨੀਆਂ ਪੈਂਦੀਆਂ ਨੇ ਕਾਉਂਸਲਾਂ ਨੂੰ। ਲੋਕਲ ਗਵਰਨਮੈਂਟ ਦਾ ਕੰਮ ਆ, ਚਾਹੇ ਪਿੰਡ ਪੱਧਰ ਤੇ ਪੰਚਾਇਤ ਕਰੇ। ਮਤਲਬ ਬੇਸਿਕ ਚੀਜ਼ਾਂ ਨੇ। ਲੋਕ ਦੇਖੋ ਹੁਣ ਟਵਾਣਾ ਸਾਹਿਬ ਸਾਰੇ ਲੋਕ ਬਾਹਰ ਜਾਂਦੇ ਨੇ, ਕੋਈ ਬਾਹਰ ਇੰਨਾ ਔਖਾ ਨਹੀਂ ਹੈਗਾ। ਦੁਨੀਆ ਨੂੰ ਪਤਾ ਵੀ ਕਿੰਨਾ ਸੌਖਾ ਕੰਮ ਉੱਥੇ ਚੱਲ ਰਿਹਾ, ਪਰ ਉਹ ਅਡਾਪਟ ਨਹੀਂ ਕਰਨਾ ਚਾਹੁੰਦੇ। ਕਿਸੇ ਦੀ ਮਤਲਬ ਉਹੀ ਨਹੀਂ ਹੈਗੀ ਨਾ, ਵਿਲ ਪਾਵਰ ਹੀ ਨਹੀਂ ਹੈਗੀ ਕਰਨ ਦੀ। ਚਲੋ ਟਵਾਣਾ ਸਾਹਿਬ ਥੈਂਕ ਯੂ ਬਲਗਨ ਸਾਹਿਬ, ਥੈਂਕ ਯੂ, ਮਿਹਰਬਾਨੀ। ਆਪਾਂ ਅਸਰ ਕਰਦੇ ਹਾਂ, ਗੱਲ ਕਰਦੇ ਹਾਂ, ਇਹਦੇ ਤੇ ਅਸਰ ਬਾਈ ਜੀ ਜ਼ਰੂਰ ਪੈਂਦਾ ਹੈ, ਕਿਉਂਕਿ ਵਾਟਰ ਹਾਰਵੈਸਟਿੰਗ ਜਿਹੜਾ ਹੈ, ਕਿਉਂਕਿ ਜੇ ਤੁਸੀਂ ਆਪਣੇ ਖੇਤ ਦੇ ਵਿੱਚ ਪੌਂਡ ਬਣਾਇਆ ਹੋਇਆ, ਉਹਦੇ ਵਿੱਚ ਮੱਛੀ ਪੈਦਾ ਕਰਦੇ ਹੋ, ਉਹਦੇ ਵਿੱਚ ਕਮਲ ਦਾ ਫੁੱਲ ਜਾਂ ਹੋਰ ਕੋਈ ਇਸ ਤਰ੍ਹਾਂ ਦੀ ਹਾਰਵੈਸਟਿੰਗ ਕਰਦੇ ਹੋ, ਤੇ ਉਸ ਦਾ ਕਿਤੇ ਨਾ ਕਿਤੇ ਉਹ ਜਿਹੜਾ ਪਾਣੀ ਆ ਉਹਦੇ 'ਚ ਜਲਚਰ ਜੀਵ ਨੇ, ਉਹ ਪਾਣੀ ਜ਼ਿਆਦਾ ਤਾਕਤਵਰਧਕ ਹੈ ਧਰਤੀ ਹੇਠੋਂ ਕੱਢੇ ਪਾਣੀ ਦੇ ਨਾਲੋਂ। ਨਹਿਰਾਂ ਦਾ ਪਾਣੀ ਹੈ, ਜਿਹੜਾ ਕੱਸੀਆਂ ਦਾ ਪਾਣੀ ਹੈ, ਟੋਭੇ ਦਾ ਪਾਣੀ ਹੈ, ਉਹ ਫਸਲਾਂ ਨੂੰ ਲਾਉਣਾ ਜ਼ਿਆਦਾ ਮਫੀਦ ਹੈ ਧਰਤੀ ਹੇਠਲੇ ਪਾਣੀ ਦੇ ਨਾਲੋਂ। ਤੇ ਇਸ ਦੌਰਾਨ ਵਕਤ ਹੁਣ ਤੁਹਾਡੇ ਤੋਂ ਵਿਦਾਇਗੀ ਦਾ ਹੋ ਗਿਆ, ਤੇ ਸ਼ਾਮੀ ਫੇਰ ਭਾਰਤੀ ਸਮਾਂ
6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਤੁਹਾਡੇ ਨਾਲ ਮੁਲਾਕਾਤ ਹੋਏਗੀ। ਮੇਰੇ ਨਾਲ ਕੋਈ ਸਾਂਝ ਸੁਨੇਹਾ ਪਾਉਣਾ ਦਾ 9876309655 ਤੇ ਸੰਪਰਕ ਕਰ ਸਕਦੇ ਹੋ। ਤੇ ਬੇਨਤੀ ਹੈ ਕਿ YouTube ਲਾਈਵ ਨਹੀਂ ਹੋ ਸਕਿਆ, ਸੋ YouTube ਦਾ ਲਿੰਕ ਮੈਂ ਪਹਿਲਾ ਪਾਰਟ ਪਾ ਦਿੱਤਾ, ਦੂਜਾ ਪਾਰਟ ਐਡਿਟ ਕਰਕੇ ਜਲਦ ਪਾਵਾਂਗੇ ਤੇ ਪਲੀਜ਼ ਇਹ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ। ਸੋ ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਹੁਣ ਤੁਹਾਡੇ ਤੋਂ ਵਿਦਾ ਲੈਣੇ ਆ। ਸੁਖਦੇਵ ਸਿੰਘ ਫਲੋਰਾ ਬਾਈ ਜੀ ਜੁੜੇ ਨੇ, ਇਹਨਾਂ ਦਾ ਵੀ ਧੰਨਵਾਦ ਹੈ ਫੇਸਬੁੱਕ ਤੇ ਇਸੇ ਦੌਰਾਨ ਹੋਰ ਵੀ ਕਈ ਸਾਰੇ ਕਮੈਂਟ ਆਏ ਨੇ, ਮੈਂ ਪੜ੍ਹ ਹੀ ਰਿਹਾ ਸਾਰੇ ਸੱਜਣਾ ਦਾ। ਦਵਿੰਦਰ ਲੋਪੋਂ, ਗੁਰਪ੍ਰੀਤ ਸਿੰਘ ਤੇ ਇਸ ਤੋਂ ਇਲਾਵਾ ਸੰਧੂ ਬਲਵਿੰਦਰ ਸਿੰਘ ਉਮੈਦਪੁਰੀ, ਹੈਪੀ ਸੋਨੀ ਸਾਹਿਬ, ਗੁਰਿੰਦਰ ਸਿੰਘ ਰੰਧਾਵਾ, ਗੁਰਮੇਲ ਭੰਗੂ ਬਾਈ ਜੀ, ਸਿੰਘ ਹੈਰੀ, ਸੁਖ ਭੰਗੂ, ਮਾਝੇ ਵਾਲੇ ਭਾਊ, ਪੰਜਾਬੀਆਂ ਨੂੰ ਬਰਬਾਦ ਕੀਤਾ ਪੰਜਾਬ ਦੇ ਗਦਾਰਾਂ ਨੇ ਕਹਿੰਦੇ, ਕੁਲਦੀਪ ਸਿੰਘ ਗਰੋਵਰ ਗੋਨਿਆਣਾ ਤੋਂ, ਬਲਦੇਵ ਸਿੰਘ ਤੇ ਪ੍ਰਸ਼ੋਤਮ ਸਿੰਘ ਜੀ ਜੁੜੇ ਨੇ। ਸਤਿ ਸ੍ਰੀ ਅਕਾਲ ਜੀ। ਕੋੜੇਕੀਆਂ ਚੂਹੇ ਮਾਰਨ ਵਾਲੀਆਂ ਮਰਿੰਡੇ ਤੋਂ ਮਿਲ ਜਾਂਦੀਆਂ ਲੋਹੇ ਵਾਲੀਆਂ। ਉਹ ਮਰਿੰਡੇ ਵਿੱਚ ਸੋਨੇ ਵਾਲਾ ਦੰਦ ਮਿਲਦਾ, ਬਠਿੰਡੇ ਵਿੱਚ ਸੋਨੇ ਵਾਲਾ ਦੰਦ ਮਿਲਦਾ, ਮਰਿੰਡੇ ਵਾਲਾ ਫਾਟਕ ਬੰਦ ਮਿਲਦਾ। ਚੰਗੀ ਗੱਲ ਹੈ ਜੀ, ਤੁਸੀਂ ਦੱਸਿਆ ਪ੍ਰਸ਼ੋਤਮ ਜੀ। ਜ਼ਰੂਰ ਜੇ ਇੱਥੋਂ ਨਾ ਮਿਲੀਆਂ ਤਾਂ ਤੁਹਾਡੇ ਕੋਲੋਂ ਲਵਾਂਗੇ ਆਉਂਦੇ ਜਾਂਦੇ। ਸੋ ਇਹ ਕਹਿੰਦੇ ਜੀ ਲੋਹੇ ਵਾਲੀ ਕੜੇਕੀ ਕਹਿੰਦੇ ਪੇਟੈਂਟ ਕਰਵਾ ਲਓ। ਬਿਲਕੁਲ ਇਹ ਵਧੀਆ ਤਰੀਕਾ ਚੂਹੇ ਖਤਮ ਕਰਨ ਦਾ, ਕਿਉਂਕਿ ਲੋਕ ਮਾਰਦੇ ਨਹੀਂ, ਬਹੁਤਿਆਂ ਤੋਂ ਮਰਦਾ ਵੀ ਨਹੀਂ ਚੂਹਾ। ਸੋ ਚੂਹਾ ਤਾਂ ਮਰਿਆ ਵਾ ਵੀ ਮਾਨ ਨਹੀਂ, ਉਹ ਵੀ ਬਹੁਤ ਬਿਮਾਰੀ ਫੈਲਾਉਂਦਾ। ਦਲਵੀਰ ਬਰਿਆੜ ਸਾਹਿਬ ਥੈਂਕ ਯੂ, ਬਲਵਿੰਦਰ ਸਿੰਘ, ਜਗਤਾਰ ਸਿੰਘ ਥੈਂਕ ਯੂ, ਧਰਮ ਸਿੰਘ ਗੰਡੇ ਬਾਈ ਜੀ ਥੈਂਕ ਯੂ, ਪਰਮਿੰਦਰ ਸਿੰਘ ਸਿੱਧੂ, ਜਸਵੀਰ ਸਿੰਘ ਗੋਲਡੀ ਜੀ ਥੈਂਕ ਯੂ ਬਟਾਰੀ ਤੋਂ, ਜਗਦੇਵ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਤੇ ਜਗਤਾਰ ਸਿੰਘ ਬਾਈ ਜੀ, ਦਲਵੀਰ ਸਿੰਘ ਹੋਰਾਂ ਨੇ ਲਿੰਕ ਭੇਜਿਆ, ਗੁਰਪ੍ਰੀਤ ਗਰੇਵਾਲ ਥੈਂਕ ਯੂ, ਭਿੰਦਰ ਮੌੜ ਸਾਹਿਬ। YouTube ਤੇ ਪ੍ਰੋਗਰਾਮ ਨਹੀਂ ਚੱਲ ਰਿਹਾ ਅੱਜ ਬਾਈ ਜੀ, ਮਾਫੀ, ਤੇ ਕੋਸ਼ਿਸ਼ ਕਰਾਂਗੇ ਅਪਲੋਡ ਕਰ ਦਿੱਤਾ, YouTube ਤੇ ਲਾਈਵ ਨਹੀਂ ਹੋ ਸਕਿਆ, ਸੋ ਮਾਫੀ। ਇਸੇ ਕਰਕੇ ਕਹਿਣਾ ਕਿ ਐਪਸ ਵਗੈਰਾ ਜਾਂ ਵੈਬਸਾਈਟ ਦਾ ਵੀ ਪਲੀਜ਼ ਨਾਲ ਲਿੰਕ ਰੱਖਿਆ ਕਰੋ। ਤੇ ਬਲਜਿੰਦਰ ਮੌੜ ਥੈਂਕ ਯੂ, ਰਣਜੀਤ ਸਿੰਘ ਥਾਂਦੇਵਾਲ ਤੇ ਇਸੇ ਦੌਰਾਨ ਸਰੋਜ ਵਰਮਾ ਜੀ ਥੈਂਕ ਯੂ, ਭੈਣ ਰਾਣੀ, ਜਸਵੰਤ ਸਿੰਘ ਬਾਈ ਜੀ ਥੈਂਕ ਯੂ, ਨਿਰਮਲ ਸਿੰਘ ਟਿਵਾਣਾ, ਸੁਖਦੇਵ ਸਿੰਘ ਫਲੋਰਾ ਸਾਹਿਬ, ਸੁਖਦੀਪ ਬਰਾੜ, ਭੈਣ ਰਾਣੀ ਥੈਂਕ ਯੂ ਕੈਨੇਡਾ ਤੋਂ, ਤੇ ਮੇਜਰ ਸਿੰਘ ਰੰਧਾਵਾ ਥੈਂਕ ਯੂ, ਬਾਰਸੀਲੋਨਾ ਸਪੇਨ ਤੋਂ ਮੇਜਰ ਸਿੰਘ ਰੰਧਾਵਾ ਥੈਂਕ ਯੂ। ਸੋ ਲਓ ਆਪ ਸਭ ਸੱਜਣਾ ਤੋਂ ਹੁਣ ਇੱਥੇ ਹੀ ਆ ਗਿਆ। ਸ਼ਾਮੀ 6:30 ਵਜੇ ਫਿਰ ਤੁਹਾਡੇ ਨਾਲ ਮੁਲਾਕਾਤ ਹੁੰਦੀ ਹੈ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ, ਸ਼ੱਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।